ਧੰਨਵਾਦ क्योंकि ਇਹ ਇੱਥੇ ਹਮੇਸ਼ਾ ਸੇਵਾ ਨਿਭਾ ਰਹੇ ਹਨ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜਦੋਂ ਵੀ ਲੋੜ ਪੈਂਦੀ ਹੈ ਇਹ ਆ ਕੇ ਕੀਰਤਨ ਦੀ ਹਾਜ਼ਰੀ ਭਰਦੇ ਹੈਗੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਹੁਣ ਮੈਂ ਬੇਨਤੀ ਕਰਾਂ ਕਿ ਜਿਹੜਾ 31 ਮੈਂਬਰੀ ਜਥਾ ਹਰ ਰੋਜ਼ ਇੱਥੋਂ ਮੋਰਚੇ ਤੋਂ ਮੁੱਖ ਮੰਤਰੀ ਕੋਠੇ ਜਾਂਦਾ ਹੈ, ਉਹ ਤਿਆਰ ਹੈ ਅਤੇ ਹੁਣ ਅਰਦਾਸ ਹੋਏਗੀ ਅਤੇ ਉਸ ਤੋਂ ਬਾਅਦ ਜੈਕਾਰਿਆਂ ਦੇ ਨਾਲ ਉਸ ਜਥੇ ਨੂੰ ਇੱਥੋਂ ਤੋਰਿਆ ਜਾਵੇਗਾ। ਅਤੇ ਜਿਹੜੀਆਂ ਜਥੇਬੰਦੀਆਂ ਆ ਰਹੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਉਹਨਾਂ ਨੂੰ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਭਾਈ ਆਪਣੇ ਜਿਹੜੇ ਨਿਸ਼ਾਨ ਹੈ ਫੋਲਡ ਕਰਕੇ ਆਪਣੇ ਕੋਲ ਰੱਖ ਲੈਣ ਤਾਂ ਕਿ ਮਿਸ ਨਾ ਹੋਣ। ਸੋ ਬੇਨਤੀ ਪ੍ਰਵਾਨ ਕਰਨੀ। ਅਤੇ ਹੁਣ ਅਰਦਾਸ ਨੇ ਜਿਹੜਾ ਮਾਨਚਿੱਤ ਲਾ ਕੇ ਉਹ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਮੈਂ ਸੁਖ ਕਨ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਾਨ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਤੁਧ ਆਗੇ ਅਰਦਾਸ ਹਮਾ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ 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 ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ ਦੁਖਨ ਤਾਂ ਸੁਖ ਰਾਸ ਤਾਂ ਕੋ ਬਿਗਨ ਨਾ ਕੋ ਲਾਗੈ ਜਾਂ ਕੀ ਪ੍ਰਭ ਅਗੇ ਅਰਦਾਸ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਾਈ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਈ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਝੈਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨੌ ਨਿਧਾਵੈ ਧਾਏ। ਸਭ ਥੈ ਹੁਣੇ ਸਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਂਦੇ ਵਾਲੀ ਦਸ਼ਮੇਸ਼ ਪਿਤਾ ਅਮਰ ਦੇ ਦਾਤੇ। ਸਭ ਥੈ ਹੁਣੇ ਸਾਏ ਸਭ ਥੈ ਹੋ ਜੀ ਸਾਏ। ਦਸਾਂ ਪਾਤਸ਼ਾਹਾਂ ਤੋਂ ਜੋਤ ਹਲ ਪਲ ਦੇ ਰੱਖੇ ਕਲ ਦਬੋ ਜਾਗ ਜੋ ਹਾਜ਼ਰ ਨਾਦਰ ਚਾਵਰ ਛਤਰ ਤਖਤ ਵਖਤ ਦੇ ਮਾਲਕ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿੱਤਰ ਪਾਠ ਦਰਸ਼ਨ ਉਪਦੇਸ਼ ਦਾ ਧਿਆਨ ਧਰ ਖਾਲਸਾ ਜੀ ਸਾਹਿਬ। ਬੋਲੋ ਜੀ ਬੋਲੋ ਜੀ। ਗੁਰੂ ਸਾਹਿਬਾਂ ਦੇ 5 ਪਿਆਰੇ 4 ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਨੇਮੀਆਂ ਪ੍ਰੇਮੀਆਂ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ ਨਾਮ ਸਦਕਾ ਵੰਡ ਛਕਿਆ ਦੇ ਚਲਾਈ ਤੇ ਗਵਾਈ ਦੇਖ ਕੇ ਅੰਡਿਟ ਕੀਤਾ ਤਿਲ ਪਿਆਰਿਆਂ ਸੱਚਿਆਰਿਆਂ ਦੀ ਪਿਤਾ ਰੋਸ਼ਨ ਕਮਾਈ ਵੱਲ ਧਿਆਨ ਧਰ ਖਾਲਸਾ ਜੀ ਸਾਹਿਬ। ਬੋਲੋ ਜੀ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਾਂ ਧਰਵੇਂ ਸੀ ਤੇ ਚਰਖੇ ਚੜੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਤਾਂ ਨਾਰਨ ਚਰਾਏ ਦੇਗਾਂ ਚ ਵਾਲੇ ਗਏ ਜਿੰਨਾ ਬਣ ਕੇ ਸਾੜੇ ਗੋਲਿਆਂ ਨਿਸ਼ਾਨੇ ਖਾਧੇ। ਤੇਰੇ ਭਾਣੇ ਨੂੰ ਮਿੱਠਾ ਪਿਆਰਾ ਕਰਕੇ ਮੰਨਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸਗ ਨਿਭਾਈ ਸੀ ਨੀ ਉਚਾਰੀ। ਤੇਰੇ ਪੁਰਾਤਨ ਤੇ ਵਰਤਮਾਨ ਸਮੇਂ ਵਿੱਚ ਹੋਏ ਸਮੂਹ ਸ਼ਹੀਦ ਸਿੰਘ ਸਿੰਘਿਆਂ ਭਜੰਗਿਆਂ ਦੀ ਪਿੱਤ ਰੋਸ਼ਨ ਕਮਾਈ ਵੱਲ ਧਿਆਨ ਧਰ ਖਾਲਸਾ ਜੀ ਸਾਹਿਬ। ਬੋਲੋ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਨਿਸ਼ਾਨਾਂ ਬੁੰਗਿਆਂ ਝੰਡਿਆਂ ਵੱਲ ਧਿਆਨ ਧਰ ਖਾਲਸਾ ਸਾਹਿਬ। ਬੋਲੋ ਜੀ। ਫਿਰ ਤਾਂ ਮੈਂ
ਜੰਡਾ ਮਨਕ ਸਾਰੇ ਗੋਲੇ ਨਿਸ਼ਾਨੇ ਖਾਦੇ ਤੇਰੇ ਭਾਣੇ ਨੂੰ ਮਿੱਠਾ ਪੈਰ ਕੇ ਮੰਨਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗਣਾ ਸੀ ਨੇ ਉਚਾਰੀ ਤਿੰਨ ਪਿਆਰੇ ਸਚਾਰੇ ਦੀ ਪਿਤਾ ਰੋਸ਼ਨ ਕੁਆਈ ਵਾਲ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਨਿਸ਼ਾਨਾ ਬੁੰਗਿਆਂ ਝੰਡਿਆਂ ਵੱਲ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ। ਆਪ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਇਹ ਪੰਥ ਦੇ ਸਦਾ ਸਾਈ ਦਾ ਤਾਰ ਜਿਓ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨਦਾਰੇ ਸੇਵਾ ਸੰਭਾਲ ਆਪਣੇ ਪਿਆਰੇ ਖਾਲਸਾ ਨੂੰ ਬਖਸ਼ੋ। ਇਹ ਨਿਮਾਣ ਦੇ ਮਾਣ ਸਤਿਗੁਰੂ ਨਿਤਾਣੇ ਦੇ ਤਾਣ ਸਤਿਗੁਰੂ ਨਿਉਟਿਓੜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਦੇ ਪਿੱਤਰ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਅੱਛਾ ਪਾਤਸ਼ਾਹ ਜੋ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਅੱਛਾ ਪਾਤਸ਼ਾਹ ਜੋ ਕੌਮੀ ਇਨਸਾਫ ਮੋਰਚਾ ਲੱਗਿਆ ਹੈ ਗੁਰਦੇਵ ਪਿਤਾ ਜੋ ਆਪ ਜੀ ਨੇ ਕਿਰਪਾ ਕਰਨੀ ਮਿਹਰ ਕਰਨੀ ਨਜ਼ਰ ਕਰਨੀ ਅੱਛਾ ਪਾਤਸ਼ਾਹ ਇਸ ਨੂੰ ਸਫਲਤਾਵਾਂ ਬਖਸ਼ ਕਰਨੀਆਂ ਗੁਰਦੇਵ ਪਿਤਾ ਜੋ ਜੇ ਹਰ ਰੋਜ਼ ਅੱਛਾ ਪਾਤਸ਼ਾਹ 31 ਮੈਂਬਰੀ ਜਥਾ ਜੋ ਮੁੱਖ ਮੰਤਰੀ ਕੋਠੀ ਜਾਂਦਾ ਇਨਸਾਫ ਲੈਣ ਲਈ ਗੁਰਦੇਵ ਪਿਤਾ ਕਿਰਪਾ ਕਰਨੀ ਮਿਹਰ ਕਰਨੀ ਜਥੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਖਸ਼ੀ ਸੇਵਾ ਆਪ ਲੈਣੀ ਆਪੇ ਸੇਵਾ ਲਾਏ ਨਾ ਆਪੇ ਬਖਸ਼ ਕਰੇ ਸਭਨਾ ਕੰਮ ਆਪਿਓ ਆਪ ਹੈ ਆਪੇ ਸਾਰ ਕਰੇ ਗੁਰਦੇਵ ਪਿਤਾ ਆਪ ਹੀ ਕਿਰਪਾ ਕਰਕੇ ਆਪਣੀ ਸੇਵਾ ਆਪ ਲੈ ਲੈਣੀ ਚਾਹ ਪਾਤਸ਼ਾਹ ਜੋ ਬਿਆੰਤ ਸੰਗਤਾਵਾਂ ਚਾਹ ਪਾਤਸ਼ਾਹ ਜੋ ਆਪ ਜੀ ਸੇ ਲੱਗੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਜ਼ਰੀਆਂ ਭਾਰੀਆਂ ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਭਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਾਣੀ ਬਾਣੀ ਨਾਲ ਜੋੜਨਾ ਹਰ ਮੁਫਤੇ ਬਖਸ਼ ਕਰਨੀ ਆਪਣਾ ਇਨਾਮ ਆਪ ਜਪਾਣਾ ਗੁਰਦੇਵ ਪਿਤਾ ਜੋ ਆਪ ਜੀ ਨੇ ਅਪਾਰ ਬਖਸ਼ੇ ਕਰਕੇ ਚਾਹ ਪਾਤਸ਼ਾਹ ਜੋ ਧੰਨ ਧੰਨ ਭਗਤ ਰਵਿਦਾਸ ਜੀ ਦੇ ਧੰਨ ਧੰਨ ਭਗਤ ਧੰਨਾ ਜੀ ਦੇ ਗੁਰਦੇਵ ਪਿਤਾ ਜੀ ਨੇ ਅਪਾਰ ਬਖਸ਼ਿਸ਼ ਕੀਤੀ ਅੱਜ ਗੁਰਦੇਵ ਪਿਤਾ ਜੋ ਬੰਦੀ ਸਿੰਘ ਜਗਤਾਰ ਸਿੰਘ ਤਾਰਾ ਦਾ ਜਨਮ ਦਿਨ ਹੈ ਗੁਰਦੇਵ ਪਿਤਾ ਜੋ ਕਿਰਪਾ ਕਰਨੀ ਸਿਰ 'ਤੇ ਦੋਵੇਂ ਮਿਹਰ ਭਰੇ ਹੱਥ ਰੱਖ ਕੇ ਚਾਹ ਪਾਤਸ਼ਾਹ ਜੋ ਆਪਣੇ ਚਰਨਾਂ ਕਮਲਾਂ ਪੀਤੀ ਬਖਸ਼ ਕਰਨੀ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਾਣੀ ਬਾਣੀ ਨਾਲ ਜੋੜ ਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹਰ ਹਫ਼ਤੇ ਬਖਸ਼ ਕਰਨੇ ਚਾਹ ਪਾਤਸ਼ਾਹ ਜੋ ਬੰਦੀ ਸਿੰਘਾਂ ਨੂੰ ਚਾਹ ਪਾਤਸ਼ਾਹ ਜੋ ਆਪ ਨੇ ਇਨਸਾਫ ਦਿਵਾਉਣਾ ਆਪੇ ਰਿਹਾਈ ਕਰਾਉਣੀ ਗੇਰ ਕਰਨੀ ਨਦਰ ਕਰਨੀ ਗੁਰਦੇਵ ਪਿਤਾ ਜੋ ਇਸ ਵਿਆਪ ਦੇ ਪਿੱਤਰ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ ਜੀ। ਆਪ ਆਪਣੇ ਲਾਹੀ ਦਰਗਾਹੀ ਫਰਮਾਨ ਦੁਆਰਾ ਚਾਹ ਪਾਤਸ਼ਾਹ ਜਥੇ ਜਾਣ ਦੀ ਆਗਿਆ ਬਖਸ਼ੋ ਹਰਮਨ ਫਤਿਹ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਹੱਦ ਦੇ ਕਾਜ ਰਾਸ ਕਰਨੇ ਸਹੀ ਪੈਰੇ ਮਿਲਣੇ ਜਿਨ੍ਹਾਂ ਮਿਲਿਆ ਦਾ ਤਬਾਟੇ ਵਿੱਚ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਰਾ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਨ ਕੋ ਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੁਆਰ हुए सा मिलेंगे बचे शरण जो वाहिगुरु नाम जहाज है चढ़े सुतरे जो शरदा कर सेम दे गुरु पार उतारण जो शरदा कर सेम दे गुरु पार उतारण आर बोले सो निहाल बोले सोनिहाल बोले सोनिहाल बोले सोनिहाल। वाहिगुरु जी का खालसा वाहिगुरु जी की फतेह।
ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਜੈ ਤਸਰੀ ਮਹੱਲਾ ਪੰਜਵਾਂ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੁ ਬਕੂ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੁ ਬਕੂ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਰਹਾਉ ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਦਾ ਸੰਜੋਰ। ਇਆ ਰਸ ਮਹਿ ਮਗਨ ਖੋਤ ਕਿਰਪਾ ਤੇ, ਮਹਾ ਬਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵੋ ਤੁਮਰੀ ਓਰ। ਅਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵੋ ਤੁਮਰੀ ਓਰ। ਅਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀਓ, ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਆਪ ਸਭ ਸਿੱਖ ਸੰਗਤਾਂ ਨੂੰ ਪਤਾ ਕਿ ਤਕਰੀਬਨ ਸਾਨੂੰ 1.5 ਮਹੀਨਾ ਹੋ ਗਿਆ ਇੱਥੇ ਚੰਡੀਗੜ੍ਹ ਦੀ ਬਰੂਹਾਂ ਤੇ ਬੈਠੇ ਹਾਂ। ਅਸੀਂ ਇੱਥੇ 4 ਮੁੱਖ ਮੁੱਦਿਆਂ ਨੂੰ ਲੈ ਕੇ ਪੱਕੇ ਤੌਰ ਤੇ ਬੈਠੇ ਹਾਂ। ਸੋ ਮੈਂ ਉਹ ਥੋੜ੍ਹਾ ਜਿਹਾ ਸੰਖੇਪ ਗੱਲ ਕਰਦੇ ਹਾਂ। ਉਸ ਤੋਂ ਬਾਅਦ ਸਾਡਾ ਜਿਹੜਾ ਜੱਥਾ ਏ ਉਹ ਕਿਉਂ ਜਾਂਦਾ ਉਹਦੇ ਬਾਰੇ ਵੀ ਜਾਣਕਾਰੀ ਦੇ ਦਿਆਂ। ਫਿਰ ਸਾਡਾ ਇੱਥੋਂ ਜੱਥਾ ਉਹ ਰਵਾਨਾ ਹੋਵੇਗਾ। ਸਾਡਾ ਜਿਹੜਾ ਪਹਿਲਾ ਮੁੱਖ ਮੁੱਦਾ, ਮੁੱਖ ਵਿਸ਼ਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀਆਂ, ਸਖਤ ਕਾਨੂੰਨ ਬਣਾਉਣੇ। ਦੂਜੀ ਸਾਡੀ ਜਿਹੜੀ ਹੱਕੀ ਮੰਗ ਹੈ, ਬਾਈਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ। ਤੀਜੀ ਮੰਗ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ 328 ਸਰੂਪ ਲਾਪਤਾ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਉਣੀ। ਅੰਤਮ ਤੇ ਚੌਥੀ ਮੰਗ ਹੈ ਬੰਦੀ ਸਿੰਘਾਂ ਦੀ ਰਿਹਾਈ। ਇਹ 4 ਵਿਸ਼ਿਆਂ ਨੂੰ ਲੈ ਕੇ ਅਸੀਂ ਇੱਥੇ ਬੈਠੇ ਹਾਂ। ਤੇ ਜਿਹੜਾ ਜੱਥਾ ਏ ਉਹ ਸਾਡਾ ਹੁਣ ਰਵਾਨਾ ਹੋਣਾ। ਉਹ ਰਵਾਨਾ ਇੱਥੋਂ ਜੱਥਾ ਭੇਜਿਆ ਕਿਉਂ ਜਾਂਦਾ? ਸੋ ਜੱਥਾ ਭੇਜਣ ਦਾ ਕਾਰਨ ਹੈ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਜਿਹੜੇ 25-27 ਸਾਲ ਪੁਰਾਣੇ ਕੇਸ ਹੈ, ਉਸ ਕੇਸ ਦਾ ਟਰਾਇਲ ਹੀ ਨਹੀਂ ਸਰਕਾਰ ਸ਼ੁਰੂ ਕਰ ਰਹੀ। ਇੱਥੋਂ ਤੱਕ ਕਿ ਸਾਡੀ ਛੋਟੀ ਜੀ ਮੰਗ ਹੈ ਕਿ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ, ਉਹਨਾਂ ਨੂੰ ਤਰੀਕ ਤੇ ਲੈ ਕੇ ਆਂਦਾ ਜਾਵੇ। ਉਹਨਾਂ ਨੂੰ ਸਰਕਾਰ ਤਰੀਕ ਤੇ ਵੀ ਨਹੀਂ ਲੈ ਕੇ ਆ ਰਹੀ। ਸੋ ਇਸ ਕਰਕੇ ਅਸੀਂ 31 ਮੈਂਬਰੀ ਜਿਹੜਾ ਜੱਥਾ ਉਹ ਰੋਜ਼ਾਨਾ ਮੁੱਖ ਮੰਤਰੀ ਨਿਵਾਸ ਵੱਲ ਭੇਜਣਾ ਸ਼ੁਰੂ ਕੀਤਾ ਹੋਇਆ ਕਿ ਜਦੋਂ ਤੱਕ ਉਹਨਾਂ ਨੂੰ ਤਰੀਕ ਤੇ ਨਹੀਂ ਲੈ ਕੇ ਆਉਂਦੇ ਜਥੇਦਾਰ ਸਾਹਿਬ ਨੂੰ, ਸਾਡਾ ਜਿਹੜਾ ਜੱਥਾ ਇਸੇ ਤਰੀਕੇ ਦੇ ਨਾਲ ਜਾਂਦਾ ਰਹੇਗਾ। ਆਪਣੀ ਬੰਦੀ ਸਿੰਘਾਂ ਦੀ ਜਿਹੜੀ ਗੱਲ ਹੈ ਉਹ ਕਰਦੇ ਰਹਿਣਗੇ। ਸੋ ਹੁਣ ਮੇਰੀ ਬੇਨਤੀ ਹੈ 31 ਮੈਂਬਰੀ ਜਥੇ ਨੂੰ, ਜਿਨ੍ਹਾਂ ਦੇ ਜਥੇਦਾਰ ਭਾਈ ਮਹਿੰਦਰਪਾਲ ਸਿੰਘ ਲਾਲਾ ਬਾਕਰਪੁਰ ਤੋਂ ਉਹ ਹੋਣਗੇ। ਸੋ ਜਥੇ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਮੇਰੀ ਨਿਮਰਤਾ ਸਹਿਤ ਚਰਨਾਂ 'ਚ ਬੇਨਤੀ ਹੈ ਕਿ ਆਪਾਂ ਜਿਹੜੇ ਵਿਸ਼ੇ ਦੇ ਉੱਤੇ ਇੱਥੇ ਬੈਠੇ ਹਾਂ ਕੇਵਲ ਉੱਥੇ ਜਾ ਕੇ ਇਸੇ ਵਿਸ਼ੇ ਦੀ ਗੱਲ ਅਸੀਂ ਕਰਨੀ ਹੈ। ਜਿਹੜੇ 4 ਮੁੱਖ ਮੁੱਦੇ ਨੇ, ਇੱਕ ਜਿਹੜਾ ਜਥੇਦਾਰ ਸਾਹਿਬ ਨੂੰ ਤਰੀਕ ਤੇ ਲਿਆਂਦਾ ਜਾਵੇ ਤੇ ਅਸੀਂ ਜਾਬਤੇ ਦੇ ਵਿੱਚ ਰਹਿਣਾ। ਤੁਹਾਡੇ ਨਾਲ ਇੱਕ ਵੱਖਰੀ ਕੁਛ 15-20 ਸਿੰਘਾਂ ਦੀ ਟੀਮ ਪਿੱਛੇ ਹੋਵੇਗੀ, ਕੋਈ ਸਮੱਸਿਆ ਆਉਂਦੀ ਹੈ ਉਹ ਨਾਲ ਹੋਣਗੇ। ਸੋ ਹੁਣ ਜਕਾਰੇ ਗਜਾਉਣ ਤੋਂ ਬਾਅਦ ਜੱਥਾ ਰਵਾਨਾ ਹੋਵੇਗਾ। ਮੇਰੀ ਪਿੱਛੇ ਜਿਹੜੀ ਸੰਗਤ ਆ ਰਹੀ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਕਿਰਪਾ ਕਰਕੇ 2 ਮਿੰਟ ਦੇ ਲਈ ਆਪਾਂ ਪਿੱਛੇ ਰੁਕ ਜਾਈਏ, ਕਿਉਂਕਿ ਜੱਥਾ ਇੱਥੋਂ ਰਵਾਨਾ ਹੋਣਾ। ਫਿਰ ਉਸ ਤਰੀਕੇ ਨਾਲ ਆਪਾਂ ਦਰਸ਼ਨ ਗੁਰੂ ਸਾਹਿਬ ਦੇ ਕਰਦੇ ਰਵਾਂਗੇ। ਰਸਤਾ ਜਿਹੜਾ ਪਿੱਛੇ ਥੋੜਾ ਜਿਹਾ ਪਿੱਛੇ ਸੰਗਤ ਰੁਕ ਜਾਵੇ। ਤੇ ਮੇਰੀ ਬੇਨਤੀ ਹੈ ਕਿ 31 ਮੈਂਬਰੀ ਜਿਹੜਾ ਜੱਥਾ ਉਹ ਰਵਾਨਾ ਹੋਣਾ। ਮੇਰੀ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਰਸਤਾ ਬਣਾਇਆ ਜਾਵੇ। ਸੋ ਲਾਈਨ ਇੱਕ ਬਣਾਈ ਜਾਵੇ। ਸੋ ਹੁਣ ਬੜਾ ਧੰਨਵਾਦ ਹੈ ਸੰਗਤ ਦਾ। ਹੁਣ ਸਾਡਾ ਜਿਹੜਾ 31 ਮੈਂਬਰੀ ਜੱਥਾ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਖੜੇ ਹੋ ਜਾਈਏ, ਜਕਾਰੇ ਗਜਾਉਂਦੇ ਆ। ਅਸੀਂ ਇੱਥੋਂ ਗੁਰੂ ਸਾਹਿਬ ਤੋਂ ਆਗਿਆ ਲੈ ਲਈ ਹੈ, ਹੁਕਮ ਹੋ ਗਿਆ ਗੁਰੂ ਸਾਹਿਬ ਦਾ ਰਵਾਨਾ ਹੋਣਾ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸੋ ਹੁਣ ਜੱਥੇ ਨੂੰ ਬੇਨਤੀ ਹੈ ਕਿ ਉਹ ਮੁੱਖ ਮੰਤਰੀ ਨਿਵਾਸ ਵੱਲ ਚਾਲੇ ਪਾਏ ਜਾਣ। ਦੇਗ ਤੇਗ, ਦੇਗ ਤੇਗ,
पंथ की देग तेग पंथ की राज करेगा बोले सो निहाल। सो हुण मेरी बेनती है भाई बलविंदर सिंह जी नूं कि वो कुछ मिनटां वास्ते सिख संगतां दे नाल आके विचारां दी सांझ पाउणगे। सो मेरी संगत नूं बेनती है दोनों पासे कि आपां थोड़े थोड़े अगे हो जाइए। बाहर बहुत वड्डी गिणती च संगत खड़ी है, आपां थोड़े थोड़े अगे हो जाइए ताकि आपां सारिआं नूं बिठा सकीए। सो हुण भाई बलविंदर सिंह जी वो अपने विचारां दी आप सिख संगतां दे नाल सांझ पाउणगे। वाहिगुरू जी का खालसा वाहिगुरू जी की फतेह। श्री गुरु ग्रंथ साहिब जी की पवित्र हजूरी विच साजी नवाजी गुरु रूप साध संगत जी गज के फतेह बुलायो। वाहिगुरू जी का खालसा वाहिगुरू जी की फतेह। आप सब दे दर्शन करन लई कुछ बेनतियां करन लई ते कुछ विचारां करन लई थोड़ा जिहा समा लेना है। आप जी ध्यान दिओगे, इस उम्मीद नाल अपनी गल शुरू करदा है। ये मोर्चा 7 जनवरी तो श्री गुरु ग्रंथ साहिब जी की अगवाई दे विच एक तालमेल कमेटी बना के शुरू किया गया है, जिस की गिणती बापू जी होरां ने स्टेज तो नां अनाउंस कीते सी। 34 नां उन्हां दे विच बोले गए है। तालमेल कमेटी उस तरह खुली रखी गई है। ਜਿਹੜੀਆਂ भी जथेबंदियां समाजिक संस्थावां, चाहे वो किसान जथेबंदियां होण चाहे मजदूर जथेबंदियां होण, कमेटी का अते जथेदार जगतार सिंह जी हवारा का ये फैसला है कि वो तालमेल कमेटी के मैंबर बन सकते हैं। उस तो अगे ਜਿਹੜੀਆਂ ਜ਼ਰੂਰੀ ਬੇਨਤੀਆਂ ने किस मनोरथ नूं, किस निशाने नूं, किस काज नूं लैके आपां इकत्तर होए आ, उन्हां ते संखेप जा चानना आप जी दे नाल साझा कर रहे हैं। उंज ते आप जी सारे सूझवान हो, पहले दिन तो ही मोर्चे दे नाल अणकियासी हमायत इसे थां दे उत्ते जदों ये मोर्चा प्रारंभ होया तां 150-200 की गिणती सी। रात नूं दिन वेले एक वड्डा जत्था हरियाणे तो लैके बाबा गुरमीत सिंह जी डाचर वाले अते होर कुछ संजीदा लोग महज 4000 की गिणती दे विच इत्थे इकट्ठे होए सां। और ये जिहड़ी ट्राली तुसी देख रहे हो, सज्जे हथ जिहड़ा लंगर देख रहे हो, इहदी तैयारी हजूर साहब वाले लंगरां वाले बाबा जी होरां वल्लों पहले दिन तो ही पूरी तरह की गई सी। ये वो महापुरुष ने जिथे आपां तस्वीरां घरां दे विच कैलेंडरां ते लटकदियां देखियां, जिथे दसम पातशाह अपना आशीर्वाद दिंदे हुए कहते हैं कि हथ तेरा ते खीसा मेरा। वो लंगर जेड़े दहाकियां तो नहीं सदी तो चलते आ रहे हैं, वो लंगर जेड़े किसानी अंदोलन च भी वरते, वो अंदोलन जदों भी पंथ ते कौम ते समाज ते विपता आई उत्थे पहुँचते हैं
ਉਹੀ ਗੁਰੂ ਕੇ ਲੰਗਰ ਅੱਜ ਇੱਥੇ ਵਰਤ ਰਹੇ ਆ। ਇਹਨਾਂ ਦੀ ਸ਼ੁਰੂਆਤ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸੱਚਾ ਸੌਦਾ ਕਰਦਿਆਂ 20 ਰੁਪਈਆਂ ਨਾਲ ਕੀਤੀ, ਉਸ ਤੋਂ ਬਾਅਦ ਗੁਰੂ ਅੰਗਦ ਪਾਤਸ਼ਾਹ ਨੇ ਪਹਿਲੋਂ ਪੰਗਤ ਫਿਰ ਸੰਗਤ ਦਾ ਆਦੇਸ਼ ਦਿੱਤਾ। ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਉਹ ਕਲਾ ਵਰਤ ਰਹੀ ਹੈ। ਸੋ ਦੋ ਚੀਜ਼ਾਂ ਇਸ ਮੋਰਚੇ ਦੀ ਪਹਿਲੇ ਦਿਨ ਤੋਂ ਇੱਕ ਲਾਈਫ ਲਾਈਨ, ਇੱਕ ਰੀੜ੍ਹ ਦੀ ਹੱਡੀ ਬਣੀਆਂ। ਗੁਰੂ ਕਾ ਅਟੁੱਟ ਲੰਗਰ ਤੇ ਖਾਲਸਾ ਏਡ ਵੱਲੋਂ ਇੱਥੇ ਤੰਬੂਆਂ ਤੇ ਗੱਦਿਆਂ ਦੀ ਕੀਤੀ ਜਾ ਰਹੀ ਸੇਵਾ, ਕਸਰ ਕਿਸੇ ਨੇ ਨਹੀਂ ਛੱਡੀ। ਪਹਿਲੀ ਰਾਤ ਹੀ ਤਕਰੀਬਨ 1 ਵਜੇ ਖਾਲਸਾ ਏਡ ਦੇ ਟਰੱਕ ਆਏ, ਪਰ ਉਹ ਟਰੱਕ ਆਉਣ ਤੋਂ ਪਹਿਲਾਂ ਮਹਾਲੀ ਦੀਆਂ ਸੰਗਤਾਂ ਨੇ ਇੱਥੇ ਕੰਬਲਾਂ ਦੇ ਤੇ ਜਿਹੜੇ ਗੱਦੇ ਸੀ ਤੇ ਰਜਾਈਆਂ ਸੀ ਉਹਨਾਂ ਦੇ ਢੇਰ ਲਾ ਦਿੱਤੇ। ਭਾਵੇਂ ਬਾਬਾ ਜੀ ਪ੍ਰਭ ਆਸਰਾ ਟਰਸਟ ਵਾਲੇ ਹੋਣ, ਭਾਵੇਂ ਇੱਥੇ ਸ਼ਹਿਰ ਦੀ ਸੰਗਤ ਹੋਵੇ, ਭਾਵੇਂ ਮਹਾਲੀ ਤੇ ਚੰਡੀਗੜ੍ਹ ਦੇ ਗੁਰੂ ਘਰ ਹੋਣ, ਪਹਿਲੇ ਦਿਨ ਤੋਂ ਉਹਨਾਂ ਨੇ ਢਾਹ ਕੇ ਇੱਥੇ ਨਾ ਕੇਵਲ ਉਹ ਪੁੱਜੇ ਬਲਕਿ ਸਮਾਨ ਜਿਹੜਾ ਸੀਗਾ ਨਾਲ ਰਸਦਾਂ ਪੁੱਜਦੀਆਂ ਕੀਤੀਆਂ। ਸੋ ਸਾਧ ਸੰਗਤ ਜੀ, ਪਹਿਲਿਆਂ ਦਿਨਾਂ ਦੇ ਵਿੱਚ ਜਿਸ ਵੇਲੇ ਬਹੁਤ ਜ਼ਿਆਦਾ ਬਾਰਿਸ਼ਾਂ ਹੋਈਆਂ, 2-3 ਵਾਰ ਤੰਬੂ ਜਿਹੜੇ ਸੀਗੇ ਉਹ ਉਖੜ ਗਏ, ਪਰ ਸੰਗਤ ਦੇ ਨਾ ਕਦਮ ਉਖੜੇ ਨਾ ਹੌਸਲਾ ਉਖੜਿਆ। ਸੋ ਉਹ 4 ਗੱਲਾਂ ਜਿਨ੍ਹਾਂ ਦੇ ਉੱਤੇ ਆਪਾਂ ਸਾਰੇ ਇਕੱਤਰ ਹੋਏ ਆ, 26 ਜਨਵਰੀ ਨੂੰ ਉਹਨਾਂ 4 ਗੱਲਾਂ ਨੂੰ ਮੁੱਖ ਰੱਖਦਿਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਮੇਤ ਇੱਕ ਹੋਕਾ ਦਿੱਤਾ ਗਿਆ ਤਾਂ 1.5 ਲੱਖ ਤੋਂ ਵੱਧ ਦੀ ਸੰਗਤ ਨੇ ਇੱਥੇ ਹਾਜ਼ਰੀ ਲਵਾਈ। 12-13 ਕਿਲੋਮੀਟਰ ਦਾ ਲੰਬਾ ਕਾਫਲਾ, ਕੁੱਲ ਸਫ਼ਰ 18 ਕਿਲੋਮੀਟਰ, ਪੂਰੀ ਤਰ੍ਹਾਂ ਅਨੁਸ਼ਾਸਨਬੱਧ ਅਤੇ ਸ਼ਾਂਤਮਈ ਵਿਚਰਿਆ। ਉਹ ਦੇਸ਼ ਦੇ ਹਾਕਮਾਂ ਨੇ ਦੇਖਿਆ, ਦੇਸ਼ ਦੇ ਨਾਗਰਿਕਾਂ ਨੇ, ਲੋਕਾਂ ਨੇ ਦੇਖਿਆ, ਦੇਸ਼ ਵਿਦੇਸ਼ ਵਿੱਚ ਵਸਦੀਆਂ ਅਖਬਾਰਾਂ ਨੇ, ਪ੍ਰੈਸ ਮੀਡੀਆ ਨੇ ਦੇਖਿਆ, ਸਰਕਾਰਾਂ ਨੇ ਦੇਖਿਆ। ਔਰ ਉਸ ਦਿਨ ਤੋਂ ਅੱਜ ਤੱਕ ਪੂਰੀ ਤਰ੍ਹਾਂ ਅਨੁਸ਼ਾਸਨਬੱਧ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਸੰਗਤੀ ਰੂਪ 'ਚ ਆਪ ਸਭ ਦੇ ਪਿਆਰ ਤੇ ਕਿਰਪਾ ਦਾ ਸਦਕਾ ਇਹ ਮੋਰਚਾ ਲਗਾਤਾਰ ਚੱਲ ਰਿਹਾ ਹੈ। ਉਹ ਲੋਕ ਜਿਹੜੇ ਇਸ ਮੋਰਚੇ ਨੂੰ ਖੇਰੂ ਹੋਇਆ ਦੇਖਣਾ ਚਾਹੁੰਦੇ ਆ, ਗੁਰੂ ਸਾਹਿਬ ਦੀ ਕਲਾ ਤੇ ਕਿਰਪਾ ਦੇ ਸਦਕਾ ਉਹ ਪਿੱਛੇ ਹਟਦੇ ਜਾ ਰਹੇ ਆ, ਉਹ ਪਸਤ ਹੁੰਦੇ ਜਾ ਰਹੇ ਆ। ਮੈਂ ਜ਼ਿਕਰ ਕਰਾਂ, ਪੱਤਰਕਾਰਤਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਸੇ ਸਮਾਜ ਨੂੰ ਉੱਪਰ ਚੁੱਕਣ ਦੇ ਵਿੱਚ। ਇੱਕ ਅਖਬਾਰ ਦੇ ਸੰਪਾਦਕ ਨੇ ਇੱਥੋਂ ਤੱਕ ਚਵਾਤੀ ਸਿੱਟੀ ਕਿ ਇਹ ਮੋਰਚਾ ਕਾਮਰੇਡਾਂ ਦਾ ਕਤਲ ਕਰਨ ਵਾਲਿਆਂ ਨੇ ਲਾਇਆ ਹੋਇਆ ਹੈ। ਅੱਜ ਅਜਿਹੀਆਂ ਕਾਲੀਆਂ ਕਲਮਾਂ ਦੇ ਮੂੰਹ ਤੇ ਚਪੇੜ ਮਾਰਦਿਆਂ 31 ਕਿਸਾਨ ਜਥੇਬੰਦੀਆਂ ਨੇ ਸ਼ਿਰਕਤ ਕੀਤੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਲਾ ਹੈ ਔਰ ਉਹਦੀ ਅਗਵਾਈ ਹੈ। ਸੋ ਸਰਕਾਰਾਂ ਸਮੇਤ ਉਹ ਲੋਕ ਜਿਨ੍ਹਾਂ ਦੀਆਂ ਦੁਕਾਨਾਂ ਵੱਧਦੀਆਂ ਨਜ਼ਰ ਆ ਰਹੀਆਂ, ਬੰਦ ਹੁੰਦੀਆਂ ਨਜ਼ਰ ਆ ਰਹੀਆਂ, ਉਹ ਕੰਧਾਂ ਤੇ ਉੱਤੇ ਲਿਖਿਆ ਪੜ੍ਹ ਲੈਣ ਕਿ ਲੋਕ ਜਾਗ ਚੁੱਕੇ ਹੈ। ਗੁਰੂ ਸਾਹਿਬ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। 21 ਸਤਰ ਦੇ ਵਿੱਚ ਗੁਰੂ ਸਾਹਿਬ ਨੇ ਦੱਸ ਦਿੱਤਾ ਹੈ ਕਿ ਜੇ ਮੰਜ਼ਲਾਂ ਸਰ ਕਰਨੀਆਂ, ਜੇ ਜਿੱਤ ਵੱਲ ਵਧਣਾ, ਸਫਲਤਾ ਦੇ ਸਿਹਰੇ ਸਿਰਾਂ ਤੇ ਬੰਨਣੇ ਆ, ਤਾਂ ਫਿਰ ਤੁਹਾਨੂੰ ਜਾਗਣਾ ਪਏਗਾ। ਜੇ ਸੁੱਤੇ ਰਹੋਗੇ ਤਾਂ ਰੁੜ ਜਾਓਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ, ਇਹ ਪਹਿਲੀ ਮੰਗ ਹੈ।
ਇਹ ਮੰਗਾਂ ਦੀ ਤਰਤੀਬ ਕੌਮ ਦੇ ਉਸ ਕੋਈ ਨੂਰ ਹੀਰੇ ਨੇ ਆਪਣੀ ਚਿੱਠੀ ਦੇ ਵਿੱਚ ਦਿੱਤੀ ਸੀ, ਜਿਹਨੂੰ 10 ਲੱਖ ਦੇ ਇਕੱਠ 'ਚ ਸੰਗਤਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਬਣਾਇਆ ਸੀ। ਉਹਦੇ 'ਚ ਪਹਿਲਾ ਮੁੱਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਦੀ ਬਹਾਲੀ ਲਈ ਸੰਗਤਾਂ ਨੂੰ ਆਵਾਜ਼ ਮਾਰਨਾ ਸੀ, ਔਰ ਉਹਦੇ ਉੱਤੇ ਆਪਾਂ ਸਾਰੇ ਬਿਲਕੁਲ ਸਪਸ਼ਟ ਹਾਂ। 2016 ਦੇ ਵਿੱਚ ਜਿਸ ਵੇਲੇ ਸੰਗਤਾਂ ਨੇ ਇਹ ਸਿੱਧ ਕਰ ਦਿੱਤਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੁੰਦੇ ਆ। 12 ਅਕਤੂਬਰ ਨੂੰ ਗੁਰੂ ਸਾਹਿਬ ਜੀ ਦੇ ਪਵਿੱਤਰ ਅੰਗ ਕੰਧਾਂ ਦੇ ਉੱਤੇ ਪੋਸਟਰ ਲਾਉਣ ਤੋਂ ਬਾਅਦ ਗਲੀਆਂ ਤੇ ਨਾਲੀਆਂ ਵਿੱਚ ਖਿਲਾਰੇ ਜਾਂਦੇ ਆ। ਸੰਗਤਾਂ ਇਕੱਠੀਆਂ ਹੁੰਦੀਆਂ ਕੋਟ ਕਪੂਰੇ ਚੌਂਕ ਦੇ ਵਿੱਚ। 13 ਤਰੀਕ ਦੀ ਅੱਧੀ ਰਾਤ ਨੂੰ ਹਸਪੀਟਲਾਂ ਨੂੰ ਅਲਰਟ ਕਰਕੇ ਡਿਪਟੀ ਕਮਿਸ਼ਨਰ ਨੂੰ ਬੁਲਾਇਆ ਜਾਂਦਾ, ਉਠਾਇਆ ਜਾਂਦਾ ਰਾਤ ਨੂੰ। ਗੰਦੇ ਪਾਣੀ ਦੀਆਂ ਵਿਛਾੜਾਂ ਸਤਨਾਮ ਵਾਹਿਗੁਰੂ ਦੀਆਂ ਜਾਪ ਕਰਦੀਆਂ ਸੰਗਤਾਂ ਦੇ ਉੱਤੇ ਮਾਰੀਆਂ ਜਾਂਦੀਆਂ, ਗੋਲੀਆਂ ਚਲਾਈਆਂ ਜਾਂਦੀਆਂ। 14 ਅਕਤੂਬਰ 2015 ਦੀ ਸਵੇਰ ਨੂੰ 2 ਦਰਜਨ ਤੋਂ ਵੀ ਘੱਟ ਸੰਗਤਾਂ ਦੇ ਉੱਤੇ ਸਿੱਧੀ ਗੋਲੀ ਚਲਾ ਕੇ 2 ਸਿੰਘ ਸ਼ਹੀਦ ਕੀਤੇ ਜਾਂਦੇ ਆ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ ਲਈ ਜਦੋਂ ਸਾਰਾ ਪੰਜਾਬ ਸੜਕਾਂ ਤੇ ਆਇਆ ਤਾਂ 2016 ਵਿੱਚ ਠੰਡੇ ਛੱਟੇ ਮਾਰਨ ਵਾਸਤੇ ਵਿਧਾਨ ਸਭਾ 'ਚ ਇੱਕ ਬਿੱਲ ਲੈ ਕੇ ਆਂਦਾ ਗਿਆ। ਉਸ ਬਿੱਲ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦਾ ਪ੍ਰਾਵਧਾਨ ਕਰਨ ਦਾ ਕਾਨੂੰਨ ਵਿਧਾਨ ਸਭਾ 'ਚੋਂ ਪਾਸ ਹੋਇਆ। ਉਹਦੇ ਉੱਤੇ ਰਾਜਿਆਪਾਲ ਵੱਲੋਂ ਇਹ ਕਿਹਾ ਗਿਆ ਕਿ ਸਾਰੇ ਧਾਰਮਿਕ ਗ੍ਰੰਥਾਂ ਸੰਬੰਧੀ ਹੋਣਾ ਚਾਹੀਦਾ ਹੈ। 2018 ਦੇ ਵਿੱਚ ਦੁਬਾਰਾ ਸੋਧ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੇਤ ਕਿਸੇ ਵੀ ਧਾਰਮਿਕ ਗ੍ਰੰਥ, ਚਾਹੇ ਉਹ ਬਾਈਬਲ ਹੋਵੇ, ਗੀਤਾ ਹੋਵੇ, ਕੁਰਾਨ ਹੋਵੇ, ਉਸ ਦੀ ਬੇਅਦਬੀ ਉੱਤੇ ਉਮਰ ਕੈਦ ਦੀਆਂ ਸਜ਼ਾਵਾਂ ਦਾ ਪ੍ਰਾਵਧਾਨ ਕਰਨ ਦਾ ਫੈਸਲਾ ਕਾਨੂੰਨ ਵਿਧਾਨ ਸਭਾ 'ਚੋਂ ਬਣਾਇਆ ਗਿਆ। ਇਹਦਾ ਕਾਰਨ ਕੀ ਸੀ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ 295 ਏ ਦੀ ਧਾਰਾ ਉੱਤੇ ਕੇਵਲ 3 ਸਾਲ ਦੀ ਕੈਦ ਹੁੰਦੀ ਹੈ। ਜ਼ਮਾਨਤ ਮੌਕੇ ਤੇ ਹੈ। ਜੇਕਰ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਸਜ਼ਾ ਹੋ ਜਾਏ, ਅਗਲੀ ਅਦਾਲਤ ਉਸੇ ਵੇਲੇ ਜ਼ਮਾਨਤ ਦੇ ਦਿੰਦੀ ਹੈ। ਮੈਂ ਜ਼ਿਕਰ ਕਰਨਾ ਚਾਹਾਂਗਾ ਪਿੰਡ ਕੋਟ ਮੱਲ ਕੇ ਜ਼ਿਲ੍ਹਾ ਮੋਗਾ ਪੌਣੇ 7 ਸਾਲ ਗੁਰਸੇਵਕ ਸਿੰਘ ਨਾਂ ਦਾ ਇੱਕ ਚੜ੍ਹਦੀ ਕਲਾ ਵਾਲਾ ਸਾਬਕਾ ਫੌਜੀ ਪਿੰਡ 'ਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਲੰਬੀ ਲੜਾਈ ਲੜਦਾ ਹੈ। ਉਹ ਲੜਾਈ ਜਿਹਦੇ 'ਚ ਮਾਫ ਕਰਨਾ ਉਹਦੇ ਪਿੰਡ ਨੇ ਸਾਥ ਨਹੀਂ ਦਿੱਤਾ, ਮਾਫ ਕਰਨਾ ਉਹਦੇ ਰਿਸ਼ਤੇਦਾਰਾਂ ਨੇ ਸਾਥ ਨਹੀਂ ਦਿੱਤਾ, ਮਾਫ ਕਰਨਾ ਜਿਸ ਵੇਲੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਗਿਆ ਤਾਂ ਉਹਨੇ ਕਿਹਾ ਤੈਨੂੰ ਕਿਹਨੇ ਕਿਹਾ ਸੀ ਪੰਗਾ ਲੈਣ ਲਈ। ਪੌਣੇ 7 ਸਾਲਾਂ ਦੀ ਲੜਾਈ ਤੋਂ ਬਾਅਦ ਉਹ ਕੇਸ ਜਿੱਤਦਾ, 3 ਸਾਲ ਦੀ ਸਜ਼ਾ ਹੁੰਦੀ ਹੈ। ਉਹ ਅਜੇ ਬੱਸਾਂ ਵਾਲੇ ਅੱਡੇ ਤੇ ਪਿੰਡ ਜਾਣ ਲਈ ਘੁੰਮਦਾ ਫਿਰਦਾ। ਦੋਸ਼ੀ ਜ਼ਮਾਨਤ ਕਰਾ ਕੇ ਪਿੰਡ ਪਹੁੰਚ ਜਾਂਦੇ ਆ ਕਿਉਂਕਿ ਉਹਨਾਂ ਦੇ ਪਿੱਛੇ ਸਰਕਾਰ ਖੜੀ ਹੈ। ਇਸ ਕਰਕੇ ਆਪਣੀ ਸਾਰਿਆਂ ਦੀ ਇਹ ਮੰਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਉੱਪਰ ਬਣਾਇਆ ਗਿਆ, ਸਾਰੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਉੱਤੇ ਬਣਾਇਆ ਗਿਆ ਕਾਨੂੰਨ ਅਮਲੀ ਰੂਪ ਵਿੱਚ ਲਾਗੂ ਕਰਕੇ ਉਹਨਾਂ ਸਾਰੇ ਕੇਸਾਂ ਦੇ ਉੱਤੇ ਲਾਗੂ ਕੀਤਾ ਜਾਵੇ ਅਤੇ ਫਾਸਟ ਟਰੈਕ ਅਦਾਲਤ ਬਣਾਈ ਜਾਵੇ। ਇੱਥੇ ਮੈਂ ਜ਼ਿਕਰ ਕਰਦਿਆਂ ਕਿ ਮੁੱਖ ਮੰਤਰੀ ਆਪਣੀ ਕੈਬਨਿਟ 'ਚ ਫੈਸਲਾ ਲੈ ਕੇ
ਮਾਨਯੋਗ ਅਦਾਲਤ ਨੂੰ ਫਾਸਟ ਟਰੈਕ ਅਦਾਲਤ ਬਣਾਉਣ ਦੀ ਬੇਨਤੀ ਕਰ ਸਕਦਾ ਹੈ, ਉਹ ਉਸੇ ਵੇਲੇ ਬਣ ਜਾਂਦੀ ਹੈ। ਹਰ ਰੋਜ਼ ਸੁਣਵਾਈ ਹੋਵੇ। 7.25 ਸਾਲਾਂ ਤੋਂ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਿਆ, ਇਸ ਤੋਂ ਵੱਡੀ ਨਾ ਇਨਸਾਫੀ ਕੋਈ ਹੋ ਨਹੀਂ ਸਕਦੀ ਲੋਕਤੰਤਰ ਦੇ ਵਿੱਚ। ਸੋ ਪਹਿਲੀ ਮੰਗ ਕਿ ਵਿਧਾਨ ਸਭਾ ਲੋਕਾਂ ਨਾਲ ਮਜ਼ਾਕ ਕਰਨ ਵਾਸਤੇ ਨਹੀਂ ਰੱਖੀ। ਜਿਹੜਾ ਕਾਨੂੰਨ ਤੁਸੀਂ ਵਿਧਾਨ ਸਭਾ 'ਚ ਬਣਾਇਆ ਉਹ ਲਾਗੂ ਕਰਕੇ, ਸਾਰੇ ਕੇਸਾਂ ਤੇ ਲਾਗੂ ਕਰਕੇ ਫਾਸਟ ਟਰੈਕ ਅਦਾਲਤ ਬਣਾਈ ਜਾਵੇ। ਜੇਕਰ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਤਾਂ ਹੱਥ ਖੜੇ ਕਰਕੇ ਇਸ ਮਤੇ ਨੂੰ ਪ੍ਰਵਾਨ ਕਰੋ। ਦੂਜੀ ਬੇਨਤੀ, ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ, ਤੁਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ, ਇਹ ਬਾਪੂ ਗੁਰਚਰਨ ਸਿੰਘ ਨੇ ਨਹੀਂ ਬਣਾਇਆ, ਇਹ ਬੂਟਾ ਸਿੰਘ ਬੁਰਜਗਿੱਲ ਨੇ ਨਹੀਂ ਬਣਾਇਆ, ਇਹ ਸੰਗਤ ਚੋਂ ਕਿਸੇ ਨੇ ਨਹੀਂ ਬਣਾਇਆ, ਸਰਕਾਰ ਨੇ ਬਣਾਇਆ ਜਸਟਿਸ ਰਣਜੀਤ ਸਿੰਘ ਕਮਿਸ਼ਨ। ਉਹਨੇ ਜਿਨ੍ਹਾਂ ਬੰਦਿਆਂ ਨੂੰ ਦੋਸ਼ੀ ਪਾਇਆ, ਸਤੰਬਰ 2018 ਦੇ ਵਿੱਚ ਵਿਧਾਨ ਸਭਾ ਦਾ ਸਪੈਸ਼ਲ ਸਦਨ ਬੁਲਾਇਆ ਗਿਆ, ਉਹਦੇ ਵਿੱਚ SIT ਬਣਾਈ ਗਈ। ਉਸ SIT ਦੇ ਵਿੱਚ ਪ੍ਰਮੋਦ ਕੁਮਾਰ ਤੋਂ ਇਲਾਵਾ ਅੱਜ ਆਮ ਆਦਮੀ ਪਾਰਟੀ ਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ IG ਤੇ DIG ਵੱਲੋਂ ਸ਼ਾਮਲ ਸਨ। ਉਹਨਾਂ ਨੇ ਜਿਹੜੀ ਤਫਤੀਸ਼ ਕੀਤੀ, ਉਹ ਤਫਤੀਸ਼ ਅਸੀਂ ਲੋਕਾਂ ਜਾਂ ਸੰਗਤਾਂ ਨੇ ਨਹੀਂ ਕੀਤੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਫਾਈਂਡਿੰਗਸ ਅਤੇ ਉਸ SIT ਦੀ ਤਫਤੀਸ਼ ਦੇ ਉੱਤੇ ਜਿਹੜਾ ਮੁਕੱਦਮਾ ਦਰਜ ਹੋਇਆ, ਉਸ ਮੁਕੱਦਮੇ ਦੇ ਉੱਪਰ ਕਾਰਵਾਈ ਕਰਵਾਉਣਾ ਸਾਡੀ ਮੋਰਚੇ ਦੀ ਮੰਗ ਹੈ। ਸਰਕਾਰ ਅੜਿੱਕੇ ਖੜੇ ਕਰ ਰਹੀ ਹੈ ਕਿ ਤੁਸੀਂ ਇਹਦੇ ਨਾਲ ਸਹਿਮਤ ਹੋ ਕਿ ਨਹੀਂ ਸਹਿਮਤ। ਜੇ ਸਹਿਮਤ ਹੋ ਤਾਂ ਹੱਥ ਖੜੇ ਕਰਕੇ ਇਸ ਮੰਗ ਦੀ ਪੂਰਤੀ ਲਈ ਆਪਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਉਹ ਪ੍ਰਗਟ ਕਰੋ। ਗੁਰੂ ਸਾਹਿਬ ਨੇ ਕਿਹਾ, ਕਾਜੀ ਹੋ ਕੇ ਬਹੇ ਨਿਆਏ, ਫੇਰੇ ਤਸਬੀਹ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ। ਗੁਰੂ ਸਾਹਿਬ ਦਾ ਇਹ ਫਰਮਾਨ ਅੱਜ ਦੀ ਜੁਡੀਸ਼ਰੀ ਦੇ ਉੱਤੇ ਉਸੇ ਤਰ੍ਹਾਂ ਪੂਰੀ ਤਰ੍ਹਾਂ ਢੁਕਦਾ ਹੈ ਜਿਸ ਤਰ੍ਹਾਂ ਉਸ ਵੇਲੇ ਕਾਜੀ ਰਿਸ਼ਵਤਾਂ ਖਾ ਕੇ ਨਿਆਂ ਕਰਦੇ ਸਨ। ਸੋ ਤੀਸਰੀ ਮੰਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਸਰੂਪਾਂ ਦੀ ਹੈ, ਜਿਹਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਜੀ ਨੇ ਪਿਛਲੇ ਦਿਨ ਆਪਣੇ ਸਾਰੇ ਅਹੁਦੇਦਾਰਾਂ ਨੂੰ ਬਿਠਾ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਸੋ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਗਈਆਂ, ਇਸ ਮੋਰਚੇ ਦੀ ਮੰਗ ਹੋਣ ਕਰਕੇ ਉਹਦਾ ਜ਼ਿਕਰ ਕਰਨਾ ਬੇਹੱਦ ਜ਼ਰੂਰੀ ਹੈ। ਅਗਰ ਅਸੀਂ ਉਹਦੇ ਤੇ ਚੁੱਪ ਰਹਿੰਦੇ ਹਾਂ ਤਾਂ ਸਾਇਲੈਂਸ ਇਜ਼ ਹਾਫ ਕਮਿਟਮੈਂਟ, ਉਹਨਾਂ ਦੇ ਕਹੇ ਗਏ ਉੱਤੇ ਸਾਡੀ ਰਜਾਮੰਦੀ ਵਾਲੀ ਗੱਲ ਹੋਏਗੀ। ਸੋ ਉਹਨਾਂ ਨੇ ਮੇਨ ਮੁੱਦਾ ਪ੍ਰੈਸ ਕਾਨਫਰੰਸ ਦਾ ਇਹ ਰੱਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਇਹਨਾਂ ਸਰੂਪਾਂ ਨੂੰ ਲਾਪਤਾ ਕਹਿਣਾ ਗਲਤ ਹੈ, ਝੂਠ ਹੈ। ਇਹ ਬੇਅਦਬੀਆਂ ਅਤੇ ਸਰੂਪਾਂ ਦੇ ਲਾਪਤਾ ਹੋਣ ਦਾ ਮੁੱਦਾ ਨਹੀਂ, ਇਹ ਘਪਲਾਬਾਜ਼ੀ ਅਤੇ ਭ੍ਰਿਸ਼ਟਾਚਾਰ ਦਾ ਮੁੱਦਾ ਹੈ। 328 ਸਰੂਪ ਲਾਪਤਾ ਪਾਏ ਗਏ। ਜਿਹੜੀ ਜਾਂਚ ਕਮੇਟੀ ਬਣੀ ਸੀ ਉਹਨਾਂ ਨੇ ਮੰਨਿਆ। ਸਾਧ ਸੰਗਤ ਜੀ, ਸਿੱਖਾਂ ਦੀ ਸਿਰਮੌਰ ਸੰਸਥਾ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੇ ਸਰੂਪਾਂ ਉੱਪਰ ਭ੍ਰਿਸ਼ਟਾਚਾਰ ਹੋਵੇ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਹਾ ਸਨਮਾਨ ਹੈ। ਇਹ ਪ੍ਰਧਾਨ ਸਾਹਿਬ ਜ਼ਰੂਰ ਦੱਸਣ ਕਿ ਇਹ ਬੇਅਦਬੀ ਨਹੀਂ। ਦੂਜੀ ਗੱਲ ਉਹਨਾਂ ਨੇ ਮੰਨੀ ਕਿ 328 ਸਰੂਪ ਕਿੱਥੇ ਗਏ, ਇਹਦੀਆਂ ਜਿਹੜੀਆਂ ਸਲਿੱਪਾਂ ਸਨ ਉਹ ਗੁੰਮ ਕਰ ਦਿੱਤੀਆਂ ਗਈਆਂ। ਹੁਣ ਇਸ ਨੂੰ ਲਾਪਤਾ ਨਾ ਕਹੀਏ ਤਾਂ ਕੀ ਕਹੀਏ? ਪ੍ਰਧਾਨ ਸਾਹਿਬ ਕੋਲੇ ਉਹ ਕਿਹੜਾ ਮੀਟਰ ਹੈ ਜਿਹਦੇ ਨਾਲ ਉਹਨਾਂ ਨੇ ਇਹ ਚੈੱਕ ਕਰ ਲਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਪਾਵਨ 328 ਸਰੂਪ ਉੱਥੇ ਗਏ ਹੈ ਜਿੱਥੇ ਪੂਰਨ ਗੁਰਮਰਿਆਦਾ ਦੇ ਅਨੁਸਾਰ ਉਹਨਾਂ ਦਾ ਸਤਿਕਾਰ ਹੋ ਰਿਹਾ ਹੋਵੇ। ਜਦੋਂ ਉਹ ਇੱਕ ਪਾਸੇ ਕਹਿ ਰਹੇ ਹੈ ਕਿ ਉਹ ਸਲਿੱਪਾਂ ਗੁੰਮ ਕਰ ਦਿੱਤੀਆਂ ਗਈਆਂ, ਉਹ ਸਰੂਪ ਕਿੱਥੇ ਗਏ ਇਸ ਗੱਲ ਦੀ ਉਹਨਾਂ ਨੂੰ ਜਾਣਕਾਰੀ ਨਹੀਂ, ਕੋਈ ਰਿਕਾਰਡ ਨਹੀਂ, ਤਾਂ ਫਿਰ ਇਹ ਸੰਗਤਾਂ ਦੇ ਅੱਖਾਂ ਵਿੱਚ ਕੱਟਾ ਕਿਉਂ ਪਾਇਆ ਜਾ ਰਿਹਾ ਹੈ? ਔਰ ਉਸ ਤੋਂ ਅਗਲੀ ਗੱਲ, 9,81,000 ਰੁਪਏ ਦਾ ਭ੍ਰਿਸ਼ਟਾਚਾਰ ਹੋਇਆ। ਉਹਨਾਂ ਨੇ ਕਿਹਾ ਕਿ ਇਹ ਪੈਸੇ ਇਹਨਾਂ ਨੇ ਜੇਬ 'ਚ ਪਾ ਲਏ। ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਦੱਸਿਆ। ਅਸੀਂ ਉਹਨਾਂ ਨੂੰ ਸੰਗਤ ਵੱਲੋਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਭ੍ਰਿਸ਼ਟਾਚਾਰ ਦੇ ਉੱਤੇ ਬੜਾ ਸਖਤ ਕਰਪਸ਼ਨ ਐਕਟ ਦਾ ਇੱਕ ਕਾਨੂੰਨ ਹੈ, ਉਹਦੇ ਤੇ ਬਕਾਇਦਾ ਇੱਕ ਮੁਕੱਦਮਾ ਦਰਜ ਹੁੰਦਾ ਹੈ। ਔਰ ਦੂਜੀ ਗੱਲ, ਪਹਿਲੀ ਧਾਰਾ ਕਰਪਸ਼ਨ ਐਕਟ ਦੀ, ਔਰ ਦੂਸਰੀ ਗੱਲ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਹੈ। ਇਹ ਭ੍ਰਿਸ਼ਟਾਚਾਰ ਉਸ ਸੰਸਥਾ ਦੇ ਨੱਕ ਦੇ ਹੇਠ, ਉਹਦੇ ਪ੍ਰਬੰਧ ਦੇ ਥੱਲੇ ਹੋਇਆ। ਉਹਦੇ ਨਾਲ ਲੱਖਾਂ ਨਹੀਂ ਕਰੋੜਾਂ ਸਿੱਖਾਂ ਦਾ ਸਿਰ ਝੁਕਿਆ, ਉਹਨਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਸੋ ਇਹਦੇ ਨਾਲ ਨਾਲ 295A ਦਾ ਮੁਕੱਦਮਾ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਵੀ ਦਰਜ ਹੋਣਾ ਚਾਹੀਦਾ ਹੈ। ਜੇ ਤੁਸੀਂ ਇਹਦੇ ਨਾਲ ਸਹਿਮਤ ਹੋ ਤਾਂ ਹੱਥ ਖੜੇ ਕਰਕੇ ਇਹਦੇ ਉੱਤੇ ਸਾਥ ਦਿਓ। ਉਸ ਪੱਤਰ ਦੇ ਵਿੱਚ ਚੌਥੀ ਮੰਗ ਜਿਹੜੀ ਜਥੇਦਾਰ ਸਾਹਿਬ ਨੇ ਲਿਖਿਆ ਸੀ, ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਸੀ। ਉਹਦੇ ਤੇ ਅਸੀਂ ਸਰਕਾਰ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਬੰਦੀ ਸਿੰਘ ਰਿਹਾ ਕੀਤੇ ਜਾਣ, ਕਿਉਂਕਿ ਉਹਨਾਂ ਨੇ ਉਮਰ ਕੈਦ ਦੀਆਂ ਸਜ਼ਾਵਾਂ ਨਾਲੋਂ ਦੁੱਗਣੀਆਂ ਸਜ਼ਾਵਾਂ ਕੱਟ ਲਈਆਂ। ਇੱਕ ਭਰਮ ਫੈਲਾਇਆ ਜਾ ਰਿਹਾ ਹੈ, ਔਰ ਉਹ ਭਰਮ ਜਿਹੜਾ ਹੈਗਾ ਉਹ ਚਰਚਾ ਦਾ ਵਿਸ਼ਾ ਵੀ ਹੈ ਕਿ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ। ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਹੱਕ, ਸੱਚ, ਇਨਸਾਫ ਲਈ ਲੜਨ ਵਾਲੇ ਸੈਂਕੜੇ ਲੋਕ UAPA ਦਾ ਕਾਨੂੰਨ ਲਾਗੂ ਕਰਕੇ, ਕਾਲਾ ਕਾਨੂੰਨ ਲਾਗੂ ਕਰਕੇ ਜੇਲ੍ਹਾਂ ਵਿੱਚ ਡੱਕੇ ਹੋਏ ਹੈ। ਉਹਨਾਂ ਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ? ਉਹਦੇ ਬਾਰੇ ਮੈਂ ਬੇਨਤੀ ਵਿੱਚ ਸਪਸ਼ਟ ਦੱਸਣਾ ਚਾਹੁੰਦਾ ਕਿ ਇਹ ਕੇਵਲ 9 ਸਿੰਘਾਂ ਦੀ ਗੱਲ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਦੇਸ਼ ਦੇ ਕਾਨੂੰਨ ਮੁਤਾਬਕ ਕਿਸੇ ਦਾ ਕਤਲ ਕਰਨ ਉੱਤੇ ਜਿੰਨੀ ਵੱਧ ਤੋਂ ਵੱਧ ਸਜ਼ਾ ਹੋ ਸਕਦੀ ਹੈ, ਉਹਦੇ ਨਾਲੋਂ ਦੁੱਗਣੀ ਸਜ਼ਾ ਇਹ ਭੁਗਤ ਚੁੱਕੇ ਆ। ਤਾਂ ਕਰਕੇ ਇਸ ਨਜ਼ੀਰ ਦੇ ਆਧਾਰ ਤੇ ਇਹ 9 ਸਿੰਘ ਰੱਖੇ ਗਏ ਆ। ਇਹ ਤੰਦ ਫੜੀ ਗਈ ਹੈ, ਸਰਕਾਰਾਂ ਨੇ ਤਾਣੀ ਉਲਝਾਈ ਹੋਈ ਹੈ। ਉਹਦੇ 'ਚ ਆਰਥਿਕ ਮੰਗਾਂ ਵੀ ਨੇ, ਰਾਜਨੈਤਿਕ ਵੀ ਨੇ, ਸਮਾਜਿਕ ਵੀ ਨੇ। ਭ੍ਰਿਸ਼ਟਾਚਾਰ ਤੇ ਨਸ਼ਿਆਂ ਦਾ ਕੋੜ ਸਮਾਜਿਕ ਮੰਗਾਂ ਨੇ, ਪਰ ਉਹ ਤਾਣੀ ਨੂੰ ਸੁਲਝਾਉਣ ਲਈ ਕਿਤੋਂ ਤਾਂ ਸਾਧ ਸੰਗਤ ਜੀ ਤੰਦ ਫੜਨੀ ਪਵੇਗੀ। ਸੋ
ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੇ ਕਾਤਲਾਂ ਨੂੰ ਰਿਹਾ ਕੀਤਾ ਜਾ ਚੁੱਕਿਆ। ਉਹਨਾਂ ਉੱਤੇ ਵੀ ਉਹੀ ਧਾਰਾਵਾਂ ਲੱਗੀਆਂ ਸਨ ਅਤੇ ਮੌਤ ਤੱਕ ਉਹਨਾਂ ਨੂੰ ਅੰਦਰ ਰੱਖਣ ਦੇ ਜੱਜ ਵੱਲੋਂ ਆਰਡਰ ਸਨ। ਪਰ ਦੇਸ਼ ਦੀ ਸੰਸਦ ਕੋਲ, ਦੇਸ਼ ਦੀਆਂ ਵਿਧਾਨ ਸਭਾਵਾਂ ਕੋਲ ਰਾਜਪਾਲ ਦੇ ਜ਼ਰੀਏ ਅਤੇ ਸੰਸਦ ਕੋਲ ਰਾਸ਼ਟਰਪਤੀ ਦੇ ਜ਼ਰੀਏ ਇਹ ਤਾਕਤ ਹੈ ਕਿ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ। ਸੋ ਸਰਕਾਰ ਜਿਸ ਗੱਲ ਦੀ ਬਣਾ ਲੈਂਦੀ ਹੈ ਕਿ ਇਹਨਾਂ ਦੇ ਆਉਣ ਨਾਲ ਅਮਨ ਕਾਨੂੰਨ ਭੰਗ ਹੋਏਗਾ, ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਤੇ ਸਰਕਾਰ ਨੂੰ ਇਹ ਸਵਾਲ ਹੈ ਕਿ ਭਾਈ ਲਾਲ ਸਿੰਘ ਜੀ 30 ਸਾਲਾਂ ਮਗਰੋਂ 29 ਮਗਰੋਂ ਤੁਸੀਂ ਛੱਡੇ ਆ, ਉਹਨਾਂ ਦੇ ਆਉਣ ਨਾਲ ਕਿਹੜਾ ਅਮਨ ਕਾਨੂੰਨ ਭੰਗ ਹੋਇਆ? ਭਾਈ ਦਲਜੀਤ ਸਿੰਘ ਜੀ ਬਿੱਟੂ ਛੱਡਿਆ, ਇਸੇ ਤਰ੍ਹਾਂ ਵੀਰ ਕੁੱਕੀ ਗਿੱਲ ਛੱਡਿਆ। ਇੱਕ ਨਹੀਂ, ਹਜ਼ਾਰਾਂ ਨੌਜਵਾਨ ਛੱਡੇ ਆ। ਜੇ ਉਹਨਾਂ ਦੇ ਆਇਆ ਕਾਨੂੰਨ ਭੰਗ ਨਹੀਂ ਹੋਇਆ ਤਾਂ ਤੁਹਾਡੇ ਕੋਲੇ ਵੀ ਕਿਹੜਾ ਮੀਟਰ ਹੈ? ਤੁਸੀਂ ਪਤਾ ਕਰ ਲਿਆ ਕਿ ਇਹਨਾਂ ਦੇ ਆਉਣ ਨਾਲ ਕਾਨੂੰਨ ਭੰਗ ਹੋਏਗਾ। ਇਹ ਤੁਹਾਡਾ ਬਹਾਨਾ ਹੈ। ਔਰ ਉਸ ਤੋਂ ਵੀ ਅਗਲੀ ਗੱਲ, ਇਹਨਾਂ ਨੇ ਅੰਦਰ ਬੈਠਿਆਂ ਨੇ ਕੋਈ ਫਰੌਤੀ ਨਹੀਂ ਮੰਗੀ, ਇਹਨਾਂ ਨੇ ਅੰਦਰ ਬੈਠਿਆਂ ਨੇ ਕੋਈ ਕਤਲ ਨਹੀਂ ਕਰਵਾਇਆ। 27 32 ਸਾਲਾਂ ਤੋਂ ਅੰਦਰ ਬੈਠਿਆਂ ਨੇ ਜੇ ਕੋਈ ਤੁਹਾਡਾ ਨੁਕਸਾਨ ਨਹੀਂ ਕੀਤਾ ਤਾਂ ਹੁਣ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਬਾਹਰ ਆ ਕੇ ਸਮਾਜ ਲਈ ਅਮਨ ਤੇ ਕਾਨੂੰਨ ਦਾ ਖਤਰਾ ਹੈ? ਅਸਲ ਵਿੱਚ ਖਤਰਾ ਦੇਸ਼ ਨੂੰ ਲੁੱਟਣ ਕੁੱਟਣ ਅਤੇ ਹੱਕਾਂ ਤੇ ਡਾਕੇ ਮਾਰਨ ਵਾਲਿਆਂ ਦੀਆਂ ਦੁਕਾਨਾਂ ਬੰਦ ਹੋਣ ਦਾ ਖਤਰਾ ਹੈ। ਸਾਧ ਸੰਗਤ ਜੀ, ਕਿਉਂਕਿ ਗਧੇ ਕੁਰਸੀਆਂ ਤੇ ਬੈਠੇ ਆ ਤੇ ਬੱਬਰ ਸ਼ੇਰ ਜੇਲ੍ਹਾਂ 'ਚ ਡੱਕੇ ਹੋਏ ਆ। ਚੋਰ ਕੁਰਸੀਆਂ ਤੇ ਬੈਠੇ ਆ ਤੇ ਸੱਚ ਦੇ ਵਣਜਾਰੇ ਅੰਦਰ ਤਾੜੇ ਹੋਏ ਆ। ਉਹਨਾਂ ਨੂੰ ਬਾਹਰ ਲਿਆਉਣਾ ਸਾਡੀ ਸਾਰੇ ਸਮਾਜ ਦੀ ਲੋੜ ਹੈ। ਸੋ ਇਹ ਜਿਹੜੀਆਂ ਨੇ ਮੁੱਖ ਮੰਗਾਂ ਨੇ, ਇਹਨਾਂ ਉੱਤੇ ਆਪਣੀ ਲੜਾਈ ਹੈ। ਸੋ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਦੋਵੇਂ ਹੱਥ ਜੋੜ ਕੇ ਕਿ ਮੋਰਚੇ ਦਾ ਪ੍ਰਬੰਧ ਚਲਾਉਣ ਵਾਲੇ ਕੋਈ ਆਗੂ ਨਹੀਂ, ਕੋਈ ਲੀਡਰ ਨਹੀਂ, ਕੇਵਲ ਸਵੇਰ ਸ਼ਾਮ ਹੋਣ ਵਾਲੀ ਅਰਦਾਸ ਆਪਣੀ ਤਾਕਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਮੇਰੇ ਗੁਰੂ ਨਾਲ, ਮੇਰੇ ਪਿਤਾ ਨਾਲ ਕੀ ਦੁਸ਼ਮਣੀ ਆ ਉਹਨਾਂ ਲੋਕਾਂ ਦੀ? ਉਹ ਗੁਰੂ ਜਿਹੜਾ ਸਰਬੱਤ ਦਾ ਭਲਾ ਲੋੜਦਾ, ਉਹ ਗੁਰੂ ਜਿਨੇ ਸਭ ਤੋਂ ਪਹਿਲਾਂ ਔਰਤ ਦੀ ਆਜ਼ਾਦੀ ਦੀ ਗੱਲ ਕੀਤੀ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਉਹ ਗੁਰੂ ਜਿਨੇ ਸਾਨੂੰ ਰਾਹ ਦਿਖਾਇਆ, ਜਾਤ ਜਨਮ ਨੇ ਪੁੱਛੀਐ ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਾਤ ਹੈ ਜਿਹਾ ਕਰਮ ਕਮਾਏ। ਜਿਨੇ ਇਹ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਾਤ ਦਾ ਸੰਬੰਧ ਜਨਮ ਨਾਲ ਨਹੀਂ ਕਰਮ ਨਾਲ ਹੈ। ਸੋ ਉਹ ਗੁਰੂ ਜਿਹੜਾ ਹਰ ਤਰ੍ਹਾਂ ਦੀ ਕਾਣੀ ਵੰਡ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ, ਉਸ ਗੁਰੂ ਨਾਲ ਕਿਹਦੀ ਦੁਸ਼ਮਣੀ ਹੈ? ਉਹਨਾਂ ਦੀ ਜਿਹੜੇ ਜਾਤਾਂ ਪਾਤਾਂ ਤੇ ਧਰਮਾਂ ਦੇ ਨਾਂ ਤੇ ਵੰਡੀਆਂ ਪਾ ਕੇ ਰਾਜ ਕਰਨਾ ਚਾਹੁੰਦੇ ਆ, ਉਹ ਲੋਕ ਦੁਸ਼ਮਣ ਹੈ। ਅੱਜ ਸੌਦਾ ਸਾਧ ਜਿਹਨੂੰ ਸਰਕਾਰ ਹਰ 2 ਮਹੀਨਿਆਂ ਮਗਰੋਂ ਗੋਦੀ 'ਚ ਖੜਾਉਂਦੀ ਹੈ, ਉਹ ਸੌਦਾ ਸਾਧ ਜਿਹੜਾ ਹੈਗਾ ਉਹ ਮੁੱਖ ਦੋਸ਼ੀ ਹੈ ਬੇਅਦਬੀਆਂ ਦਾ, ਉਹਦਾ ਪਰਚੇ 'ਚ ਨਾਂ ਆ। ਸੋ ਮੈਂ ਦੋਵੇਂ ਹੱਥ ਜੋੜ ਕੇ ਸਮਾਂ ਵੱਧ ਲੈ ਗਿਆ, ਉਹਦੇ ਲਈ ਮਾਫੀ ਚਾਹਾਂਗਾ। ਅੱਜ 31 ਕਿਸਾਨ ਜਥੇਬੰਦੀਆਂ ਦੀ ਸੰਗਤ ਇੱਥੇ ਪੁੱਜੀ ਹੈ। 9 ਆਗੂਆਂ ਵਿੱਚ ਹਰਿੰਦਰ ਸਿੰਘ ਜੀ ਲੱਖੋਵਾਲ, ਡਾਕਟਰ ਦਰਸ਼ਨਪਾਲ ਜੀ, ਬੂਟਾ ਸਿੰਘ ਜੀ ਬੁਰਜਗਿੱਲ, ਮਨਜੀਤ ਸਿੰਘ ਜੀ ਰਾਏ, ਰਮਿੰਦਰ ਸਿੰਘ ਪਟਿਆਲਾ, ਫਰਮਾਨ ਸਿੰਘ ਸੰਧੂ, ਬਿੰਦਰ ਸਿੰਘ ਗੋਲੇਵਾਲਾ, ਬਲਕਰਨ ਸਿੰਘ ਬਰਾੜ, ਹਰਬੰਸ ਸਿੰਘ ਸੰਘਾ, ਹਰਜੀਤ ਸਿੰਘ ਰਵੀ, ਵੀਰ ਸਿੰਘ ਬੜਵਾ ਅਤੇ ਬੂਟਾ ਸਿੰਘ ਜੀ ਸ਼ਾਦੀਪੁਰ। ਸੰਗਤ 31 ਦੀਆਂ 31 ਕਿਸਾਨ ਜਥੇਬੰਦੀਆਂ ਦੀ ਇੱਥੇ ਆਈ ਹੈ। ਸਾਰੇ ਆਗੂਆਂ ਨੂੰ
ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਭਾਵੇਂ ਕਵੇਲਾ ਹੋ ਜੇ, ਤੁਸੀਂ ਸਾਰਿਆਂ ਨੇ ਬਾਪੂ ਜੀ ਨੂੰ ਤੇ ਤਾਲਮੇਲ ਕਮੇਟੀ ਨੂੰ ਜ਼ਰੂਰ ਮਿਲ ਕੇ ਜਾਣਾ ਹੈ। ਔਰ ਦੂਜੀ ਬੇਨਤੀ ਇਹ ਹੈ ਕਿ ਭਾਵੇਂ 10-10 ਟਰਾਲੀਆਂ ਹੀ ਭੇਜੋ, ਇੱਥੇ ਜੇ ਤੁਸੀਂ 10-10 ਟਰਾਲੀਆਂ ਭੇਜ ਦਿਓ 310 ਟਰਾਲੀਆਂ ਆ ਜਾਣਗੀਆਂ। ਆਪਣਾ ਮੋਰਚਾ ਉਸੇ ਦਿਨ ਹੀ ਦੁੱਗਣਾ ਹੋ ਜੂ। ਭਾਵੇਂ ਤੁਹਾਡੀਆਂ ਜਥੇਬੰਦੀਆਂ ਦੀਆਂ ਟਰਾਲੀਆਂ ਪਹਿਲਾਂ ਖੜੀਆਂ, ਪਰ 10-10 ਟਰਾਲੀਆਂ ਜ਼ਰੂਰ ਭੇਜੋ, ਕਿਉਂਕਿ ਕੇਡਰ ਤੁਹਾਡੇ ਕੋਲੇ ਹੈ, ਇਸ ਮੋਰਚੇ ਦੇ ਪ੍ਰਬੰਧਕਾਂ ਕੋਲੇ ਨਹੀਂ। ਸਾਡੇ ਕੋਲੇ ਗੁਰੂ ਦੀ ਅਗਵਾਈ ਹੈ ਔਰ ਇਹ ਸੁਭਾਗਾ ਮੌਕਾ ਹੈ ਜਦੋਂ ਸਾਰਾ ਪੰਜਾਬ ਗੁਰੂ ਦੀ ਅਗਵਾਈ 'ਚ ਹਰੇਕ ਝੰਡਾ ਇਕੱਠਾ ਹੋ ਸਕਦਾ ਹੈ। ਇਹ ਮੌਕਾ ਨਾ ਗਵਾਇਓ। ਇਸ ਧਰਤੀ ਨੂੰ, ਇਸ ਮਿੱਟੀ ਨੂੰ ਬਚਾਉਣਾ ਤਾਂ ਇਹ ਮੌਕਾ ਨਾ ਗਵਾਇਓ। ਦੂਜੀ ਬੇਨਤੀ, ਮਹੀਨੇ 'ਚ 30-31 ਦਿਨ ਹੀ ਹੁੰਦੇ ਆ। ਹਰ ਰੋਜ਼ ਇੱਕ ਜਥੇਬੰਦੀ ਜਿਹੜੀ ਹੈਗੀ ਆ ਉਹ ਧਮਾਲਾਂ ਪਾਉਂਦੀ ਇਸ ਮੋਰਚੇ 'ਚ ਪਹੁੰਚਿਆ ਕਰੇ। ਇਹ ਦੋ ਬੇਨਤੀਆਂ ਤੁਹਾਨੂੰ ਕਰਨੀਆਂ। ਬਾਕੀ ਸੰਤਾਂ ਮਹਾਂਪੁਰਸ਼ਾਂ ਕੋਲੇ ਵੀ ਗੇੜਾ ਬੰਨਾਂਗੇ, ਕਾਰ ਸੇਵਾ ਵਾਲਿਆਂ ਕੋਲੇ ਵੀ ਗੇੜਾ ਬੰਨਾਂਗੇ ਕਿ ਭਾਈ ਤੁਹਾਡੇ ਕੋਲੇ ਸੰਗਤਾਂ ਦੇ ਦਿੱਤੇ ਵੇ ਬੜੇ ਵੱਡੇ ਟਰਾਲੇ ਆ, ਉਸ ਟਰਾਲੇ 'ਚ ਉਹ ਸੰਗਤ ਜਿਹਦੇ ਕੋਲੇ ਕਿਰਾਇਆ ਹੈ ਨਹੀਂ ਉਹਨੂੰ ਇੱਥੇ ਲੈ ਕੇ ਆਓ, ਕਿਉਂਕਿ ਇਦੋਂ ਵੱਡੀ ਲੜਾਈ ਹੋ ਨਹੀਂ ਸਕਦੀ। ਆਪਾਂ ਸਾਰੇ ਗੁਰੂ ਦੀ ਸੇਵਾ ਦੇ ਵਿੱਚ ਹੀ ਹਾਜ਼ਰ ਹਾਂ। ਜਿਹੜੀਆਂ ਵੱਡੀਆਂ ਕਾਰਾਂ ਨੇ, ਜਿੰਨਾ ਜਸ ਹੈ ਉਹ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਹੈ। ਸੋ ਹੁਣ ਮੈਂ ਮਾਫੀ ਮੰਗਦਾ ਹੋਇਆ ਕੋਈ ਭੁੱਲ ਚੁੱਕ ਹੋ ਗਈ ਹੋਵੇ ਉਹਦੇ ਲਈ ਮਾਫੀ ਮੰਗਦਾ ਤੇ ਗੱਜ ਕੇ ਫਤਿਹ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਿੱਖ ਸੰਗਤਾਂ ਨੂੰ ਵਿਸਥਾਰਪੂਰਵਕ ਜਿਹੜੇ ਕੌਮੀ ਇਨਸਾਫ ਮੋਰਚੇ ਦੇ 4 ਮੁੱਖ ਮੁੱਦੇ ਨੇ, ਮੁੱਖ ਵਿਸ਼ੇ ਨੇ, ਜਿਨ੍ਹਾਂ ਦੇ ਉੱਤੇ ਅਸੀਂ ਬੈਠੇ ਹਾਂ, ਸੋ ਕਿਰਪਾ ਕਰਕੇ ਮੇਰੀ ਬੁਲਾਰਿਆਂ ਦੇ ਚਰਨਾਂ ਦੇ ਵਿੱਚ ਪਹਿਲਾਂ ਹੀ ਬੇਨਤੀ ਹੈ ਕਿ ਅਸੀਂ ਇਹਨਾਂ 4 ਮੁੱਦਿਆਂ ਦੇ ਉੱਤੇ ਕੇਂਦਰਿਤ ਰਹਿ ਕੇ ਆਪਣੀ ਗੱਲ ਹੈ ਉਹ ਸੰਗਤ ਦੇ ਸਾਹਮਣੇ ਰੱਖਣੀ ਹੈ। ਕਿਉਂਕਿ ਜੇ ਆਪਾਂ ਇਹ 4 ਮੁੱਦਿਆਂ ਦੇ ਉੱਤੇ ਰਹਿ ਕੇ ਗੱਲ ਕਰਾਂਗੇ ਤਾਂ ਹੀ ਸਾਡੀ ਗੱਲ ਪੰਜਾਬ ਦੇ ਕੋਨੇ-ਕੋਨੇ 'ਚ ਜਾਊਗੀ, ਮੁਲਕ ਦੇ ਕੋਨੇ-ਕੋਨੇ 'ਚ ਜਾਊਗੀ, ਸਰਕਾਰ ਤੱਕ ਜਾਊਗੀ। ਜੇਕਰ ਅਸੀਂ ਹੋਰ ਵਿਸ਼ਿਆਂ ਦੀ ਗੱਲ ਕਰੀਏ ਤੇ ਸਾਡਾ ਜਿਹੜਾ ਇੱਥੇ ਬੈਠਣ ਦਾ ਮੁਕਾਮ ਹੈ ਉਹ ਸਪਸ਼ਟ ਨਹੀਂ ਹੋਣਾ ਕਿ ਅਸੀਂ ਬੈਠੇ ਕਿਉਂ ਆ। ਸੋ ਕਿਰਪਾ ਕਰਕੇ ਆਪਾਂ ਕੇਂਦਰਿਤ ਰਹਿਣਾ 4 ਮੁੱਦਿਆਂ ਦੇ ਉੱਤੇ। ਸੋ ਉਸ ਤੋਂ ਇਲਾਵਾ ਇੱਕ ਅੱਜ ਇਤਿਹਾਸਕ ਦਿਨ ਹੈ। ਵੈਸੇ ਤਾਂ ਸਿੱਖ ਕੌਮ ਦੇ ਲਈ ਰੋਜ਼ਾਨਾ ਸ਼ਹੀਦੀਆਂ ਭਰਿਆ ਜਿਹੜਾ ਦਿਨ ਹੁੰਦਾ, ਕਿਸੇ ਨਾ ਕਿਸੇ ਸਿੰਘ ਦੀ, ਜੇ ਤੁਸੀਂ ਰੋਜ਼ ਇਤਿਹਾਸ ਪੜ੍ਹਦੇ ਹੋਵੋ, ਕੋਈ ਵੀ ਦਿਨ ਖਾਲੀ ਨਹੀਂ ਜਾਂਦਾ ਕਿ ਜਿਸ ਦਿਨ ਸਿੱਖ ਨਾ ਸ਼ਹੀਦ ਹੋਇਆ ਹੋਵੇ ਮਾਨਵਤਾ ਦੇ ਲਈ, ਲੋਕਾਂ ਦੇ ਲਈ, ਸਰਬੱਤ ਦੇ ਭਲੇ ਲਈ। ਅੱਜ ਵੀ ਇੱਕ ਮਹਾਨ ਹਸਤੀ ਦਾ ਜਨਮ ਦਿਨ ਹੈ, ਉਹ ਹੈ ਤੇਜਾ ਸਿੰਘ ਸਮੁੰਦਰੀ, ਜਿਨ੍ਹਾਂ ਦਾ ਜਿਹੜਾ ਜਨਮ 20 ਫਰਵਰੀ 1882 ਨੂੰ ਹੋਇਆ। ਤੁਸੀਂ ਦੇਖੋ ਉਹਨਾਂ ਦਾ ਇੰਨਾ ਵੱਡਾ ਸੰਘਰਸ਼ੀ ਜੀਵਨ ਰਿਹਾ। ਉਹ ਫੌਜ ਦੇ ਵਿੱਚ ਨੌਕਰੀ ਕਰਦੇ ਸੀ। ਫੌਜ ਦੇ ਵਿੱਚ ਨੌਕਰੀ ਕਰਦਿਆਂ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਆਈ ਕਿ ਅਸੀਂ ਗੁਲਾਮ ਆ, ਅਸੀਂ ਆਜ਼ਾਦ ਹੋਣਾ। ਜਿਹੜੇ ਅੰਗਰੇਜ਼ ਨੇ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਸਾਡੇ ਤੋਂ ਖੋਹ ਕੇ ਮਸੰਦਾਂ ਨੂੰ ਬਿਠਾ ਰਹੇ ਨੇ, ਗੁਰਦੁਆਰਿਆਂ ਦੇ ਵਿੱਚ ਕੁਕਰਮ ਕਰ ਰਹੇ ਨੇ, ਅਸੀਂ ਗੁਰਦੁਆਰੇ ਆਜ਼ਾਦ ਕਰਾਣੇ ਨੇ। ਉਹਨਾਂ ਨੇ ਫੌਜ ਦੀ ਨੌਕਰੀ ਛੱਡੀ। ਨੌਕਰੀ ਛੱਡ ਕੇ ਉਹਨਾਂ ਨੇ ਦੇਖਿਆ ਈਸਾਈਆਂ ਨੇ ਸਕੂਲ ਬਣਾ ਲਏ ਨੇ, ਸਾਡੇ ਸਿੱਖ ਬੱਚੇ ਨੇ ਜਿਹੜੇ ਉਹ ਹੋਰ ਪਾਸੇ ਨੂੰ ਜਾ ਸਕਦੇ ਨੇ। ਉਹਨਾਂ ਨੇ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ, ਸਕੂਲ ਖੋਲ੍ਹੇ ਪਿੰਡਾਂ ਦੇ ਵਿੱਚ ਖਾਲਸਾ। ਉਸ ਤੋਂ ਇਲਾਵਾ ਜਿਹੜਾ ਰਕਾਬਗੰਜ
ਗੁਰਦੁਆਰਾ ਸਾਹਿਬ ਦੀ ਅੰਗਰੇਜ਼ਾਂ ਨੇ ਕੰਧ ਢਾਈ ਸੀ ਉਸ ਸਮੇਂ, ਉਹ ਮੋਰਚੇ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਹਨਾਂ ਨੇ ਗ੍ਰਿਫਤਾਰੀ ਵੀ ਦਿੱਤੀ ਆਪਣੀ। ਉਸ ਤੋਂ ਇਲਾਵਾ ਚਾਬੀਆਂ ਵਾਲੇ ਮੋਰਚੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਜੇਲ੍ਹ ਦੇ ਵਿੱਚ ਰਹਿੰਦੇ ਆ। ਜਦੋਂ ਸਰਕਾਰ ਦੇ ਨਾਲ ਸਮਝੌਤਿਆਂ ਦੀ ਗੱਲ ਤੁਰੀ ਸੀਗੀ, ਉਸ ਸਮੇਂ ਬੜੇ ਆਗੂ ਸੀਗੇ ਸਰਕਾਰ ਨਾਲ, ਜਿਹੜੇ ਉਸ ਸਮੇਂ ਹਾਂ ਪੱਕੀ ਕੁਝ ਗੱਲਾਂ ਸੀਗੀਆਂ, ਸਮਝੌਤਾ ਕਰਕੇ ਬਾਹਰ ਆ ਗਏ ਸੀਗੇ। ਪਰ ਇੱਕ ਤੇਜਾ ਸਿੰਘ ਸਮੁੰਦਰੀ ਸੀ ਜਿਹਦੇ ਵੱਲੋਂ ਹਰ ਤਰ੍ਹਾਂ ਦਾ ਸਰਕਾਰ ਦੇ ਨਾਲ ਸਮਝੌਤਾ ਰੱਦ ਕੀਤਾ ਗਿਆ ਤੇ ਅਖੀਰ ਜੇਲ੍ਹ ਦੇ ਵਿੱਚ ਸ਼ਹੀਦ ਹੋਏ ਸੀ। ਤੇ ਤੁਸੀਂ ਸੁਣਿਆ ਹੋਵੇਗਾ ਜਦੋਂ ਦਰਬਾਰ ਸਾਹਿਬ ਜਾਂਦੇ ਹੋ ਕਿ ਕਿੱਥੇ ਜਾਣਾ ਭਾਈ, ਕਹਿੰਦੇ ਆਪਾਂ ਤੇਜਾ ਸਿੰਘ ਸਮੁੰਦਰੀ ਹਾਲ। ਇਹ ਉਸ ਸ਼ਖਸ ਦੀ ਯਾਦ 'ਚ ਬਣਿਆ ਤੇਜਾ ਸਿੰਘ ਸਮੁੰਦਰੀ ਹਾਲ। ਸੋ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਇਹੋ ਜਿਹੇ ਯੋਧਿਆਂ ਦਾ ਜਿਹੜਾ ਜੀਵਨ ਹੈ ਉਹਨਾਂ ਤੇ ਚੱਲਣ ਲਈ ਗੁਰੂ ਸਾਹਿਬ ਸਾਨੂੰ ਕਿਰਪਾ ਕਰਨ। ਤੇ ਦੂਜਾ ਭਾਈ ਜਗਤਾਰ ਸਿੰਘ ਤਾਰਾ, ਜਿਹੜੇ ਬੰਦੀ ਸਿੰਘ ਨੇ ਸਾਡੇ ਬਡੈਲ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦਾ ਵੀ ਅੱਜ ਜਨਮ ਦਿਨ ਹੈ। ਸਿੱਖ ਸੰਗਤਾਂ ਨੂੰ ਵੀ ਉਹਨਾਂ ਦੇ ਜਨਮ ਦਿਨ ਦੀ ਲੱਖ ਲੱਖ ਮੁਬਾਰਕਾਂ ਹੋਣ। ਕੌਮੀ ਇਨਸਾਫ ਮੋਰਚੇ ਵੱਲੋਂ ਵੀ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਕਿ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਸੋ ਹੁਣ ਮੇਰੀ ਬੇਨਤੀ ਹੈ ਬੁਲਾਰਿਆਂ ਦੇ ਚਰਨਾਂ ਦੇ ਵਿੱਚ ਕਿ ਅੱਜ ਸਾਡੇ ਕੋਲੇ ਬਹੁਤ ਵੱਡੀ ਗਿਣਤੀ 'ਚ ਬੁਲਾਰੇ ਨੇ। ਅਸੀਂ ਚਾਹੁੰਦੇ ਹਾਂ ਹਰ ਇੱਕ ਬੁਲਾਰੇ ਨੂੰ ਸਮਾਂ ਦਿੱਤਾ ਜਾਵੇ, ਕਿਸੇ ਵੀ ਬੁਲਾਰਾ ਕੋਈ ਵੀ ਇੱਦਾਂ ਦਾ ਨਾ ਹੋਵੇ ਜਿਹੜਾ ਰਹਿ ਜਾਵੇ। ਇਸ ਕਰਕੇ ਆਪਾਂ ਸਿਰਫ 2-3 ਮਿੰਟਾਂ ਦੇ ਅੰਦਰ ਆਪਣੀ ਜਿਹੜੀ ਗੱਲ ਹੈ ਉਹ ਲੋਕਾਂ ਤੱਕ, ਸੰਗਤ ਤੱਕ, ਸਰਕਾਰ ਤੱਕ ਪਹੁੰਚਾਉਣੀ ਹੈ। ਇਹ ਨਾ ਹੋਵੇ ਕਿ ਅਸੀਂ ਉਹਨਾਂ ਨੂੰ ਸਮਾਂ ਦਈਏ ਤੇ ਕਈ ਬੁਲਾਰੇ ਦੂਜਿਆਂ ਬੁਲਾਰਿਆਂ ਦਾ ਵੀ ਜਿਹੜਾ ਸਮਾਂ ਉਹ ਖਤਮ ਕਰ ਦਿੰਦੇ ਨੇ। ਸੋ ਮੈਂ ਮਾਫੀ ਮੰਗ ਲਾਂ ਪਹਿਲਾਂ ਹੀ ਉਹਨਾਂ ਬੁਲਾਰਿਆਂ ਤੋਂ ਕਿ ਆਪਾਂ ਸਿਰਫ 2-3 ਮਿੰਟ ਲਈ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨੇ ਨੇ। ਸੋ ਹੁਣ ਮੇਰੀ ਬੇਨਤੀ ਹੈ ਭਾਈ ਇਕਬਾਲ ਸਿੰਘ ਜੀ ਲਾਲ, ਉਹ ਸਿਰਫ 2 ਮਿੰਟਾਂ ਵਾਸਤੇ ਸਿੱਖ ਸੰਗਤਾਂ ਦੇ ਸਾਹਮਣੇ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸ਼ਮੇਸ਼ ਪਿਤਾ ਜੀ ਦੀ ਮਹਾਨ ਬਖਸ਼ਿਸ਼, ਜਿਨ੍ਹਾਂ ਨੇ ਆਪਣਾ ਪਿਤਾ ਵੀ ਵਾਰਿਆ ਹੈ, ਆਪਣੇ ਪੁੱਤਰ ਵੀ ਵਾਰੇ ਹਨ, ਆਪਣਾ ਸਭ ਕੁਝ ਵਾਰਿਆ ਹੈ ਸਾਡੇ ਲਈ। ਗੁਰੂ ਕਲਗੀਧਰ ਪਾਤਸ਼ਾਹ ਦੀ ਮਹਾਨ ਬਖਸ਼ਿਸ਼, ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਫਤਿਹ ਦਾ ਨਾਰਾ ਬੁਲੰਦ ਕਰੀਏ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਲਗਾਤਾਰ ਹਾਰ ਹੋ ਰਹੀ ਹੈ। ਕਾਰਨ ਕੀ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ 7 ਸਾਲ, 7.25 ਸਾਲ ਹੋ ਗਏ, ਇਨਸਾਫ ਨਹੀਂ ਮਿਲਿਆ। ਇਸ ਵਾਸਤੇ ਇੱਕ ਕੌਮੀ ਇਨਸਾਫ ਮੋਰਚਾ ਲੱਗਾ ਹੈ। ਬਹਿਬਲ ਕਲਾ ਕੋਟਕਪੂਰਾ ਦੇ ਗੋਲੀ ਕਾਂਡ ਦਾ ਵੀ ਇਨਸਾਫ ਨਹੀਂ ਮਿਲਿਆ। 328 ਸਰੂਪ ਲਾਪਤਾ ਹੋਏ, ਕੋਈ ਪਤਾ ਨਹੀਂ ਲੱਗਾ। ਧੋਖਾ ਦਿੱਤਾ ਜਾ ਰਿਹਾ ਹੈ, ਹੇਰਾਫੇਰੀ ਕੀਤੀ ਜਾ ਰਹੀ ਹੈ। ਲਗਾਤਾਰ ਹੀ ਨਿਰੰਤਰ ਲੋਕ ਜਿਹੜੇ ਕੁਰਸੀਆਂ ਤੇ ਬੈਠੇ ਨੇ, ਤਖਤ ਤੇ ਬੈਠੇ, ਝੂਠ ਦੇ ਤਖਤ ਤੇ, ਉਹ ਝੂਠ ਦੀ ਗੱਲ ਕਰਦੇ ਪਏ, ਇਨਸਾਫ ਦੀ ਗੱਲ ਨਹੀਂ ਕਰਦੇ ਪਏ। ਬੇਇਨਸਾਫੀ, ਬੇਇਨਸਾਫੀ, ਬੇਇਨਸਾਫੀ। ਇੱਥੋਂ ਤੱਕ ਉਹ ਪਹੁੰਚ ਗਏ ਹਨ, ਜਿਹੜਾ ਜਿਸ ਨੂੰ ਅਸੀਂ ਸਭ ਤੋਂ ਪਵਿੱਤਰ ਧਰਤੀ ਮੰਨਦੇ ਹਾਂ। ਗੁਰੂ ਸਾਹਿਬ ਨੇ ਬਚਨ ਕੀਤਾ, ਡਿੱਠੇ ਸਭੇ ਥਾਮ ਨਹੀਂ ਤੁਧ ਜੇਹਿਆ। ਜਿੱਥੇ ਧੰਨ ਗੁਰੂ ਅਰਜਨ ਸਾਹਿਬ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਪਾਸੋਂ ਸ਼੍ਰੀ ਗੁਰੂ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕਰਵਾਇਆ, ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।
ਕੇਂਦਰੀ ਅਸਥਾਨ ਹੈ ਸ਼੍ਰੀ ਹਰਿਮੰਦਰ ਸਾਹਿਬ। ਉੱਥੇ ਵੀ ਬੜੀ ਵੱਡੀ ਸਾਜ਼ਿਸ਼ ਰਚੀ ਗਈ, ਛੜਯੰਤਰ ਰਚਿਆ ਗਿਆ, ਜੰਗਲਾ ਟਪਾ ਦਿੱਤਾ ਗਿਆ। ਰੁਮਾਲੇ ਉੱਪਰ ਵੀ ਉਸਦੇ ਪੈਰ ਪਹੁੰਚ ਗਏ। ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਨਮੁਖ ਸ੍ਰੀ ਸਾਹਿਬ ਪਈ, ਉਸ ਨੂੰ ਵੀ ਉਸਨੇ ਹੱਥ ਪਾ ਲਿਆ, ਚੁੱਕ ਲਿਆ। ਜਿੱਥੇ ਲਗਾਤਾਰ ਨਿਰੰਤਰ ਕੀਰਤਨ ਦਾ ਪ੍ਰਵਾਹ ਚੱਲਦਾ ਹੈ, ਜਿਸ ਲਈ ਆਪਾਂ ਰੋਜ਼ਾਨਾ ਅਰਦਾਸ ਕਰਦੇ ਹਾਂ ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ, ਉੱਥੇ ਵੀ ਬੇਅਦਬੀ ਕਰਨ ਲਈ ਪਹੁੰਚਾ ਦਿੱਤਾ ਗਿਆ ਉਹਨਾਂ ਵੱਲੋਂ। ਤੇ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਕੌਣ ਸੀ, ਕਿੰਨੇ ਭੇਜਿਆ। ਦੇਖ ਲਓ, ਜਿਸ ਸਥਾਨ ਨਾਲ ਸਾਡਾ ਪਿਆਰ ਹੈ, ਜੋ ਸਾਡੀ ਜਾਨ ਹੈ, ਸ਼੍ਰੀ ਹਰਿਮੰਦਰ ਸਾਹਿਬ, ਉਹ ਤੱਕ ਉਹਨਾਂ ਦੇ ਹੱਥ ਪਹੁੰਚ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਕੇ ਤੰਬਾਕੂ ਦਾ ਸੇਵਨ, ਬੀੜੀ ਫੂਕੀ ਗਈ ਉੱਥੇ। ਉਹ ਕਿੱਥੋਂ ਤੱਕ ਵੱਧ ਚੁੱਕੇ ਨੇ। ਤੇ ਅਸੀਂ ਲਗਾਤਾਰ ਨਿਰੰਤਰ ਮੋਰਚੇ ਲਗਾ ਰਹੇ ਹਾਂ। ਤੇ ਜਿਤਨੀ ਸਜ਼ਾ ਦਿੱਤੀ ਗਈ ਨੌਜਵਾਨਾਂ ਨੂੰ, ਜਿਨ੍ਹਾਂ ਨੇ ਹੱਕ ਦੀ ਗੱਲ ਕੀਤੀ, ਸੱਚ ਦੀ ਗੱਲ ਕੀਤੀ, ਸੱਚ ਲਈ ਉਹਨਾਂ ਨੇ ਕੁਰਬਾਨੀ ਕੀਤੀ, ਬਦਲਾ ਲਿਆ। ਕੌਮ ਦੀ ਪੱਗ ਸਿਰ ਤੇ ਰੱਖੀ ਦੁਬਾਰਾ। ਉਹਨਾਂ ਨੂੰ ਜੇਲ੍ਹ ਡੱਕਿਆ ਹੋਇਆ, ਜਿਹੜੀ ਸਜ਼ਾ ਉਹਨਾਂ ਦਿੱਤੀ ਸੀ, ਸਜ਼ਾ ਤੋਂ ਦੁਗਣੀ ਸਜ਼ਾ ਵੀ ਹੋ ਗਈ, ਪਰ ਬਾਹਰ ਨਹੀਂ ਕੱਢਦੇ ਪਏ। ਰਿਹਾਈਆਂ ਨਹੀਂ ਹੋ ਰਹੀਆਂ। ਜਿਹੜੇ ਰਿਹਾਈਆਂ ਦੀ ਗੱਲ ਕਰਦੇ ਨੇ, ਜਿਹੜੇ ਗੁਰੂ ਗ੍ਰੰਥ ਦੀ ਬੇਅਦਬੀ ਦੇ ਲਈ ਜਿਹੜੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਕਰਦੇ, ਉਹਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ। ਪਿੱਛੇ ਇੱਥੇ 31 ਸਿੰਘ ਜਦੋਂ ਗਏ, ਗੰਦੇ ਪਾਣੀ ਦੀਆਂ ਪੁਛਾੜਾਂ, ਪੱਗਾਂ ਲਾਈਆਂ ਗਿਆ। ਲਗਾਤਾਰ ਧੱਕਾ ਹੀ ਧੱਕਾ ਕੀਤਾ ਜਾ ਰਿਹਾ ਹੈ। ਤੇ ਕਿਸ ਕੌਮ ਨਾਲ? ਬਾਬੇ ਨਾਨਕ ਦੀ। ਬਾਬੇ ਨਾਨਕ ਨੇ ਬਾਬਰ ਦੇ ਕੈਦਖਾਨੇ ਚੋਂ ਹਜ਼ਾਰਾਂ ਕੈਦੀਆਂ ਨੂੰ ਰਿਹਾ ਕਰਵਾ ਦਿੱਤਾ। ਕਰਵਾਇਆ ਜੀ। ਜਿਹੜੇ ਹਿੰਦੁਸਤਾਨ ਦੇ 52 ਰਾਜੇ ਸਨ, ਗਵਾਲੀਅਰ ਦੇ ਕਿਲੇ 'ਚ ਤੜਪਦੇ ਪਏ ਸਨ, ਹਾਏ ਹਾਏ ਕਰਦੇ ਪਏ ਸਨ, ਉਹਨਾਂ ਦੀ ਰਿਹਾਈਆਂ ਹੋਈਆਂ। ਅੱਜ ਜੋ ਸ਼੍ਰੀ ਅਖੰਡ ਪਾਠ ਸਾਹਿਬ ਜਾਪ ਸੰਪੂਰਨ ਤੇ ਹੁਕਮਨਾਮਾ ਜਿਹੜਾ ਆਇਆ ਨਾ ਇੱਥੇ, ਉਹ ਇਹੀ ਆਇਆ, ਆਇਓ ਸ਼ਰਨ ਦੀਨ ਦੁਖ ਭੰਜਨ, ਬਚਨ ਆਰੰਭ ਹੁੰਦੇ ਨੇ, ਕੋਈ ਜਨ ਹਰਸਿਉ ਦੇਵੈ ਜੋਰ, ਚਰਨ ਗਹੂ ਬਖੂ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ। ਅੰਤਲੀਆਂ ਪੰਕਤੀਆਂ 'ਚ ਆ ਜਾਈਏ, ਉੱਥੇ ਸਤਿਗੁਰ ਦੱਸਦੇ ਪਏ ਨੇ ਫਰਮਾਨ। ਅੱਜ ਐਵੇਂ ਨਹੀਂ ਹੁਕਮਨਾਮਾ ਆਇਆ, ਸਤਿਗੁਰ ਦੇ ਚਰਨੇ ਅਰਦਾਸ ਬੇਨਤੀ ਹੋਈ ਹੈ, ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵੋ ਤੁਮਰੀ ਔਰ अपै पद दान स्वामी सिमरन को प्रभ नानक बंधन छोर बंधन छोर बंधन छोर बंधन छुट्टणगे। अपै पद की अवस्था मिलेगी, डर तो रह तो वांगे पर शर लेनी पवेगी गुरु ग्रंथ साहिब महाराज की। सत श्री अकाल। 52 राजे रिहा नहीं सी होने, कोई नहीं सी उन्होंने रिहा करवा सकता। 52 राजा रिहा क्यों होए? क्योंकि उन्होंने पल्ला पकड़ लिया। पल्ला पकड़िया गुरु हरगोबिंद से 52 कलियां चोला सवाया ना, कलियां पकड़ियां, गई बहोड़ बंदी छोड़ निरंकार दुखदारी। गुरु नानक ने हजारां कैदियां नूं रिहा करवाया बाबर दे कैदखाने चों। गुरु कलगीधर पातशाह ने बाला राय रुस्तम नूं रिहा करवाया उत्थे गुरुद्वारा शोभत मनमाड़ विच, क्योंकि उन्होंने चरण पकड़ ले गुरु गोबिंद सिंह महाराज दे, रकाबां पकड़ लियां। अज रिहाइयां क्यों नहीं हो रही? क्योंकि साडे च कमी आई है। 2 मिनट सिर्फ हो लेने दास ने, क्योंकि जरूरी बचन हैं। कमी साडे च है, ਜਿਹੜੇ सजा देने वाले ने उन्हें कोई कमी नहीं, वो तो दई जा रहे, उन्होंने को पावर वधी हुई है, उन्होंने को तखत पकड़िया है, उस अपनी
ਸ਼ਕਤੀ ਦੀ ਵਰਤੋਂ ਕਰਦੇ, ਧੱਕਾ ਕਰੀ ਜਾਂਦੇ, ਬੇਇਨਸਾਫੀ ਕਰੀ ਜਾਂਦੇ, ਲਗਾਤਾਰ ਕਰੀ ਜਾਂਦੇ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਪਰ ਜੋ ਗੁਰੂ ਗ੍ਰੰਥ ਸਾਹਿਬ ਸਾਨੂੰ ਖੁਰਾਕ ਛਕਣ ਲਈ ਕਹਿ ਰਹੇ ਨੇ, ਉਹ ਖੁਰਾਕ ਅਸੀਂ ਨਹੀਂ ਛਕਦੇ ਪਏ। ਥਾਲ 'ਚ ਭੋਜਨ ਪਰੋਸਿਆ 3 ਵਸਤੂਆਂ ਵਿੱਚ ਪਈਆਂ ਨੇ। ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो जिसका सब आधारो, जे को खावे। ਗੁਰੂ ਅਰਜਨ ਸਿੰਘ ਨੇ ਸ਼ਰਤ ਰੱਖੀ ਹੈ, ਕਹਿਣਗੇ ਉਧਾਰ ਉਹਦਾ ਹੋਵੇਗਾ, ਰਿਹਾਈਆਂ ਉਹਦੀਆਂ ਹੋਣਗੀਆਂ, ਜੇ ਕੋ ਖਾਵੇ, ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਇਹ ਥਾਲ ਐਸਾ ਹੈ, ਇਹਦਾ ਭੋਜਨ ਮੁੱਕਣ ਵਾਲਾ ਨਹੀਂ ਜੇ। ਦੁਨਿਆਵੀ ਥਾਲ 'ਚ ਭੋਜਨ ਪਰੋਸਾਂਗੇ, 10 ਬੰਦੇ ਨੂੰ ਵਰਤਾਵਾਂਗੇ, 50 ਨੂੰ ਵਰਤਾਵਾਂਗੇ, 100 ਨੂੰ ਵਰਤਾਵਾਂਗੇ, ਥੋੜਾ ਕਰਕੇ 1000 ਬੰਦੇ ਨੂੰ ਵਰਤਾ ਲਾਂਗੇ, ਖਾਲੀ ਹੋ ਜਾਏਗਾ। ਅੱਬੇ ਨਾਨਕ ਨੇ ਥਾਲ ਬਖਸ਼ਿਸ਼ ਕੀਤਾ ਨਾ, ਉਹ ਥਾਲ ਭੋਜਨ ਮੁੱਕਣ ਵਾਲਾ ਨਹੀਂ। ਆਓ ਪੰਕਤੀਆਂ ਜਪ ਲਈ ਸਮਾਪਤੀ ਜੀ। ਖਾਵੇਂ ਖਰਚੈ ਰਲ ਮਿਲ ਭਾਈ, ਖਾਵੇਂ ਖਰਚੈ ਰਲ ਮਿਲ ਭਾਈ। ਟੋਟ ਨ ਆਵੇ ਵਧਦੋ ਜਾਈ, ਟੋਟ ਨ ਆਵੇ ਵਧਦੋ ਜਾਈ। ਜਿੱਥੇ ਖੀਰ ਖਾਂਦੇ ਹੋ, ਮਾਲ ਪੁੜੇ ਖਾਂਦੇ ਹੋ, 36 ਦੇ ਭੋਜਨ ਖਾਣੇ ਆ, ਖਾ ਕੇ ਦੀ ਵਿਸ਼ਟਾ ਬਣਾਉਂਦੇ ਆ। ਖਾ ਕੇ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ, ਪਾਕ ਪਵਿੱਤ ਖੁਸ਼ਬੂ ਆਂਦੀ, ਭੋਜਨ ਚੋਂ ਪਵਿੱਤਰ ਭੋਜਨ ਤਿਆਰ ਹੋ ਗਿਆ। ਫਿਰ ਕੀ ਹੁੰਦਾ? ਅੰਨ ਦੇਵਤਾ, ਪਾਣੀ ਦੇਵਤਾ, ਬੇਸੰਤਰ ਦੇਵਤਾ, ਲੂਣ ਪੰਜਵਾਂ ਪਾਇਆ, ਕਿਰਤਾ ਹੋਆ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਜਿਤ ਮੁਖ ਨਾਮ ਨਾ ਉਚਰਿਆ, ਬਿਨ ਨਾਮੈ ਰਸ ਖਾਏ, ਨਾਨਕ ਐਵੇਂ ਜਾਣੇ ਤਿੱਤ ਮੁਖ ਥੁੱਕਾਂ ਪਾਏ। ਵਿਸ਼ਟਾ ਬਣ ਗਈ। ਆਪਾਂ ਤੋਂ ਲੰਗਰ ਛਕਦੇ ਆ, ਛਕਣਾ, ਪਰ ਲੰਗਰ ਛਕ ਕੇ ਬਣਾਉਂਦੇ ਕਿ ਵਿਸ਼ਟਾ ਬਣਾਉਂਦੇ ਆ ਨਾ ਆਪਾਂ। ਇਹ ਲੰਗਰ ਛਕਣਾ, ਪਰ ਛਕ ਕੇ ਕਰਨਾ ਕੀ ਹੈ? ਜੇ ਪ੍ਰਸਾਦ 36 ਅੰਮ੍ਰਿਤ ਖਾਹੇ, 36 ਪਦਾਰਥਾਂ ਦੇ ਭੋਜਨ ਨੂੰ ਮਨ 'ਚ ਨਹੀਂ ਰੱਖਣਾ ਆਪਾਂ, ਇਹਨਾਂ ਦੇ ਸਵਾਦੇ 'ਚ ਨਹੀਂ ਪੈਣਾ। ਆਪਾਂ ਸਵਾਦੂ ਨਹੀਂ ਬਣਨਾ, ਆਪਾਂ ਸਾਧੂ ਬਣਨਾ ਹੈ। ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾकुर ਕੋ ਰੱਖ ਮਨ ਮਾਹੇ। ਜਿਹੜਾ ਦਾਤਾ ਦੇਣ ਵਾਲਾ ਨੂੰ ਮਨ 'ਚ ਰੱਖਣਾ ਹੈ। ਤੂੰ ਦਾਤਾ ਦਾ ਤਾਰ, ਤੇਰਾ ਦਿੱਤਾ ਖਾਵਣਾ। ਇਸੇ ਤਰੀਕੇ ਪਿਆਰਿਓ, ਜਿਹੜਾ ਭੋਜਨ ਆਪਾਂ ਛਕਣਾ ਹੈ, ਜਿੱਥੇ ਇਹ ਭੋਜਨ ਛਕਣਾ ਹੈ, ਪਦਾਰਥ ਛਕਣੇ ਨੇ, ਮਨਾ ਨਹੀਂ ਗੁਰਸਿੱਖ ਲੋ, ਪਰ ਉਹਨਾਂ ਨਾਲ ਵੱਡਾ ਭੋਜਨ ਆਪਾਂ ਰੋਜ਼ ਛਕਣਾ। ਕਿਹੜਾ? ਖਾਵੇਂ ਖਰਚੈ ਰਲ ਮਿਲ ਭਾਈ। ਗੁਰਬਾਣੀ ਦਾ ਭੋਜਨ, ਗੁਰਬਾਣੀ ਦਾ ਖਜ਼ਾਨਾ ਖਰਚਣਾ ਵੀ ਹੈ ਤੇ ਖਾਣਾ ਵੀ ਹੈ, ਰਲ ਮਿਲ। ਅਸੀਂ ਰਲ ਮਿਲ ਨਹੀਂ ਹੋ ਰਹੇ, ਅਸੀਂ ਇੱਕ ਦੂਜੇ ਲੱਤਾਂ ਖਿੱਚਦੇ ਪਏ ਹਾਂ। ਕੁਰਸੀਆਂ ਦੇ ਭੁੱਖੇ ਨਾ ਬਣੀਏ। ਕੁਰਸੀਆਂ ਦੇ ਭੁੱਖਿਆਂ ਨੇ ਹੀ 26 ਜਨਵਰੀ ਲਾਲ ਕਿਲੇ ਮੋਰਚਾ ਜਿੱਤ ਗਿਆ ਸੀਗਾ। ਪਰ ਕੁਝ ਅੱਜ ਬੜੀ ਖੁਸ਼ੀ ਦੀ ਗੱਲ ਹੈ, ਬੜੀ ਵੱਡੀ ਖੁਸ਼ੀ ਦੀ ਗੱਲ ਹੈ, 31 ਕਿਸਾਨ ਕਮੇਟੀਆਂ ਇੱਥੇ ਆਈਆਂ ਨੇ। ਇਹ ਬੜੀ ਦੀ ਖੁਸ਼ੀ ਦੇ ਵਿੱਚ ਜਕਾਰਾ ਸਾਰੇ ਬੁਲੰਦ ਕਰੋ। ਬੋਲੇ ਸੋ ਨਿਹਾਲ। ਕਿਉਂਕਿ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੈ ਤੇ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ। ਸਾਨੂੰ ਇਹ ਦੋਵੇਂ ਚਾਹੀਦੇ ਨੇ। ਕਿਸਾਨੀ ਲਈ, ਖੇਤੀ ਲਈ ਕਿ ਜ਼ਮੀਨ ਨਹੀਂ ਚਾਹੀਦੀ, ਕਿ ਧਰਤੀ ਨਹੀਂ ਚਾਹੀਦੀ? ਜ਼ਮੀਨ ਹੋਏਗੀ ਤਾਂ ਹੀ ਬੀਜ ਬੀਜਾਂਗੇ। ਕਿ ਅਸਮਾਨ ਨਹੀਂ ਚਾਹੀਦਾ ਸਾਨੂੰ? ਅਸਮਾਨ 'ਚ ਤਾਂ ਸੂਰਜ ਦੀ ਸ਼ਕਤੀ ਮਿਲਣੀ ਹੈ, ਅਸਮਾਨ 'ਚ ਤਾਂ ਮੀਂਹ ਪਿਆ, ਪਰਮੇਸ਼ਰ ਪਾਇਆ, ਅਸਮਾਨ 'ਚ ਤਾਂ ਧਰਤੀ ਨੇ ਉੱਗ ਕੇ ਖੜੇ ਹੋਣਾ ਹੈ ਸਪੇਸ ਵਾਲੀ ਥਾਂ ਤੇ। ਕਿ ਕਿਸਾਨਾਂ ਨੂੰ ਚਾਹੀਦੀ ਹੈ। ਜਗਦੀਪ ਬਾਈ ਕਹਿੰਦਾ ਭੱਜਣ ਨੂੰ ਧਰਤੀ ਚਾਹੀਦੀ ਹੈ, ਉੱਡਣ ਨੂੰ ਅਸਮਾਨ ਚਾਹੀਦਾ। ਕਿਸਾਨਾਂ ਨੂੰ ਚਾਹੀਦੀ ਹੈ ਦੋਨੋਂ ਚੀਜ਼ਾਂ, ਧਰਤੀ ਚਾਹੀਦੀ ਹੈ ਤੇ ਅਸਮਾਨ ਹੀ ਚਾਹੀਦਾ। ਇਸ ਵਾਸਤੇ ਪਿਆਰਿਓ, ਰਲ ਮਿਲ ਕੇ ਅਕਾਲੀ ਦਲ ਵਾਲੇ ਆਣ, ਕਾਂਗਰਸੀ ਆਣ, ਜਿਨ੍ਹਾਂ 'ਚ ਪੰਥ ਦੀ ਭਾਵਨਾ, ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ, ਉਹ ਆਣਗੇ। ਸਾਰੇ ਇਕੱਠੇ ਹੋ ਜਾਈਏ, ਇਕੱਠੇ ਹੋ ਕੇ ਭਗਤੀ ਨਾਲ ਜੁੜੀਏ, ਬਾਣੀ ਦਾ ਵਤੋਂ ਜਾਪ ਕਰੀਏ। ਇਹ ਬਾਣੀ ਦੇ ਜਾਪ 'ਚ ਜਿਹੜੀ ਖੁਰਾਕ ਮਿਲਣੀ, ਸ਼ਕਤੀ ਮਿਲਣੀ, ਇਸ ਸ਼ਕਤੀ ਨਾਲ ਫਿਰ ਹੋਏਗਾ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ।
ਜਦੋਂ ਆਪਾਂ ਬਾਣੀ ਨਾਲ ਜੁੜਾਂਗੇ ਫਿਰ ਖਾਲਸ ਹੋਵਾਂਗੇ, ਜਦੋਂ ਖਾਲਸ ਹੋਵਾਂਗੇ ਫਿਰ ਖਾਲਸੇ ਬਣਾਂਗੇ, ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਿਰ ਫਤਿਹ ਨਿਸ਼ਚਿਤ ਹੋਏਗੀ। ਬਸ ਕਿਉਂਕਿ ਸਮਾਂ ਸੀਮਤ ਹੈ ਜੀ, ਵਿਚਾਰਾਂ ਤਾਂ ਬਹੁਤ ਮੁੱਕਣੀਆਂ ਨਹੀਂ ਗਿਆ। ਸੋ ਬੇਨਤੀ ਹੈ ਆਪਾਂ ਇਕੱਠੇ ਹੋਈਏ ਤੇ ਬਾਣੀ ਦੇ ਰਾਹੀਂ ਇਕੱਠੇ ਹੋਈਏ। ਇਤਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਅਸੀਂ ਭਾਈ ਸਾਹਿਬ ਜੀ ਦੇ, ਪਰ ਸਾਡੇ ਕੋਲੇ ਜਿਹੜੀ ਸਮੇਂ ਦੀ ਬਹੁਤ ਘਾਟ ਹੈ। ਦੂਜੀ ਗੱਲ ਇਹ ਹੈ ਕਿ ਮੋਰਚਾ ਹਜੇ ਲੰਮਾ ਜਾਣਾ, ਸੋ ਇਹ ਨਹੀਂ ਵੀ ਆਪਾਂ ਇੱਕੋ ਦਿਨ 'ਚ ਸਾਰੀ ਬੇਨਤੀਆਂ ਕਰ ਲੈਣੀਆਂ ਨੇ, ਆਪਾਂ ਬਾਕੀ ਬੁਲਾਰਿਆਂ ਨੂੰ ਵੀ ਜਿਹੜਾ ਸਮਾਂ ਉਹ ਦੇਣਾ ਵਾ। ਸੋ ਹੁਣ ਮੇਰੀ ਬੇਨਤੀ ਹੈ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਭਾਈ ਹਰਿੰਦਰਪਾਲ ਲੱਖੋਵਾਲ ਜੀ ਨੂੰ ਕਿ ਉਹ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਣਗੇ ਤੇ ਸਾਡੇ ਵਿਚਕਾਰ ਸੰਯੁਕਤ ਕਿਸਾਨ ਮੋਰਚਾ ਦੇ ਭਾਈ ਨਰਵੈਰ ਸਿੰਘ ਡਾਲੇ ਕੇ ਵੀ ਪਹੁੰਚੇ ਨੇ, ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਉੱਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਜ਼ਰੂਰੀ ਬੇਨਤੀ ਕਰਨੀ ਹੈ ਕਿ ਸੰਗਤ 'ਚੋਂ ਕਿਸੇ ਦਾ ਜਿਹੜਾ ਪਰਸ ਹੈ ਉਹ ਸਾਡੇ ਕੋਲ ਪਹੁੰਚਿਆ, ਜਿਹੜੀ ਉਹਨਾਂ ਦੀ ਪਛਾਣ ਹੈ ਪਰਸ ਤੋਂ ਅਸੀਂ ਕੀਤੀ ਹੈ, ਇਹ ਹੈਗਾ ਜੀ ਭਾਈ ਅਮਰੀਕ ਸਿੰਘ, ਪਿੰਡ ਫਤਿਹਪੁਰ, ਜ਼ਿਲ੍ਹਾ ਪਟਿਆਲਾ। ਇਹ ਉਹਨਾਂ ਦਾ ਪਰਸ ਹੈ। ਕਿਰਪਾ ਕਰਕੇ ਜਿੱਥੇ ਵੀ ਉਹ ਆਵਾਜ਼ ਸੁਣਦੇ ਹੋਣ ਸਟੇਜ ਤੋਂ ਲੈ ਸਕਦੇ ਨੇ। ਬਾਕੀ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਜਿਹੜਾ ਪਰਸ ਨੇ, ਮੋਬਾਈਲ ਹੈ ਜਾਂ ਹੋਰ ਕੀਮਤੀ ਸਮਾਨ ਹੈ, ਉਹਦਾ ਤੁਸੀਂ ਖੁਦ ਧਿਆਨ ਰੱਖਣਾ, ਕਿਉਂਕਿ ਇਹ ਘਟਨਾਵਾਂ ਇੱਥੇ ਵਾਪਰਦੀਆਂ ਰਹਿੰਦੀਆਂ ਨੇ। ਕਿਰਪਾ ਕਰਕੇ ਪਰਸ, ਮੋਬਾਈਲ ਦਾ ਜਿਹੜਾ ਜ਼ਰੂਰ ਧਿਆਨ ਰੱਖਿਆ ਜਾਵੇ। ਸੋ ਹੁਣ ਹਰਿੰਦਰ ਸਿੰਘ ਜੀ ਲੱਖੋਵਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝੀ ਕਰੀਏ। ਸਾਰਿਆਂ ਨੇ ਰਲ ਕੇ ਫਤਿਹ ਵਜਾਉਣੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਸਮੁੱਚੀ ਸੰਗਤ ਰੂਪ ਦੇ ਵਿੱਚ ਲੈ ਕੇ ਪਹੁੰਚੇ ਹਾਂ। ਅਸੀਂ ਭਾਵੇਂ ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਕਈ ਵਾਰੀ ਹਾਜ਼ਰੀ ਲਵਾ ਚੁੱਕਿਆ, ਪੱਕੀ ਸਾਡੀ ਜਥੇਬੰਦੀ ਦੀਆਂ ਟਰਾਲੀਆਂ ਵੀ ਖੜੀਆਂ ਨੇ, ਪੱਕੇ ਹੀ ਸਿੰਘ ਇੱਥੇ ਡਟੇ ਹੋਏ ਨੇ, ਤੇ ਅਸੀਂ ਜ਼ਿਲ੍ਹੇ ਵਾਈਜ਼ ਵੀ ਡਿਊਟੀਆਂ ਲਾਈਆਂ ਹੋਈਆਂ ਸਾਰੇ ਪੰਜਾਬ ਦੇ ਵਿੱਚੋਂ। ਜਿਵੇਂ ਕੱਲ ਸਾਡੇ ਜਿਹੜੇ ਰੋਪੜ ਜ਼ਿਲ੍ਹੇ ਦੀ ਵਾਰੀ ਸੀ, ਅੱਜ ਸਾਡਾ ਜ਼ਿਲ੍ਹਾ ਫਰੀਦਕੋਟ ਇੱਥੇ ਚੱਲ ਪਿਆ। ਫਰੀਦਕੋਟ ਤੋਂ ਵੱਡੀ ਸੰਗਤ ਆਈ ਹੈ। ਇਸ ਤਰ੍ਹਾਂ ਹਫ਼ਤੇ ਦੀਆਂ ਅਸੀਂ ਇੱਥੇ ਡਿਊਟੀਆਂ ਲਾ ਦਿੱਤੀਆਂ ਨੇ। ਤੇ ਮੋਹਾਲੀ ਜ਼ਿਲ੍ਹਾ ਤਾਂ ਸਾਡਾ ਪੱਕੇ ਤੌਰ ਤੇ ਇੱਥੇ 5 ਟਰਾਲੀਆਂ ਲੈ ਕੇ ਬੈਠਾ। ਤੇ ਮੈਂ ਬੇਨਤੀ ਕਰੂੰ ਬਾਕੀ ਜ਼ਿਲ੍ਹਿਆਂ ਨੂੰ ਵੀ, 20 ਜ਼ਿਲ੍ਹੇ ਨੇ, ਇੱਕ ਟਰਾਲੀ ਸਾਰੇ ਜ਼ਿਲ੍ਹੇ ਇੱਥੇ ਅਗਲੇ ਹਫ਼ਤੇ 10 ਦਿਨਾਂ ਦੇ ਵਿੱਚ ਲੈ ਕੇ ਆਉਣ, ਤਾਂ ਕਿ ਜਿਹੜੀ ਸੰਗਤ ਰੂਪ ਆ, ਸੰਗਤ ਨੂੰ ਬਿਠਾਇਆ ਜਾਵੇ ਤੇ ਸੰਗਤ ਦੇ ਜਿਹੜੇ ਪੈਣ ਦਾ ਪ੍ਰਬੰਧ ਵੀ ਕੀਤਾ ਜਾਵੇ। ਇਹ ਮੋਰਚੇ ਲਾਉਣ ਦੀਆਂ ਕਿਉਂ ਲੋੜਾਂ ਪਈਆਂ, ਕਿਉਂ ਸਾਨੂੰ ਬੈਠਣਾ ਪੈਂਦਾ? ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੀ ਬੇਅਦਬੀ ਦੀਆਂ ਗੱਲਾਂ ਕਿਉਂ ਹੁੰਦੀਆਂ ਨੇ? ਉਹ ਗੁਰੂ ਗ੍ਰੰਥ ਸਾਹਿਬ, ਉਹ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਲੋਕਾਂ ਦਾ, ਸਮੁੱਚੀ ਜਾਤ ਦਾ, ਸਮੁੱਚੀ ਮਾਨਸ ਦਾ ਭਲਾ ਚਾਹਿਆ, ਹਰ ਇੱਕ ਦੀ ਰੱਖਿਆ ਕੀਤੀ ਆ, ਹਰ ਇੱਕ ਨੂੰ ਬਚਾਇਆ, ਉਹਨਾਂ ਦੀਆਂ ਅੱਜ ਇਹ ਬੇਅਦਬੀਆਂ ਕੀਤੀਆਂ ਜਾ ਰਹੀਆਂ ਨੇ। ਵੀਰੋ, ਇਹ ਸਿਰਫ ਮਾੜੀਆਂ ਸਰਕਾਰਾਂ ਦਾ ਕਸੂਰ ਆ। 3 ਸਰਕਾਰਾਂ ਦੇਖ ਲੀਆਂ, ਕਿੰਨੇ ਅਫਸਰ ਬਦਲਤੇ, ਕਿੰਨੀਆਂ ਸਿੱਟਾਂ ਬਣਾ ਲੀਆਂ, ਪਰ ਅਜੇ ਤੱਕ ਇਨਸਾਫ ਦੀ ਕੋਈ ਗੱਲ ਨਹੀਂ, ਅਜੇ ਤੱਕ ਦੋਸ਼ੀ ਦੀ ਕੋਈ ਗੱਲ ਨਹੀਂ। ਸਭ ਪਤਾ ਹੈ ਸਰਕਾਰਾਂ ਨੂੰ, ਸਭ ਪਤਾ ਹੈ ਇਹਨਾਂ ਅਫਸਰਾਂ ਨੂੰ ਦੋਸ਼ੀ ਕੌਣ ਨੇ। ਇਹ ਛੋਟੀਆਂ ਸਜ਼ਾ ਦੇ ਕੇ ਉਹ ਲੋਕ ਤਾਂ ਬਾਹਰ ਆ ਜਾਂਦੇ ਨੇ ਜੋ ਬੇਅਦਬੀਆਂ ਕਰਦੇ ਨੇ, ਪਰ ਸਾਡੇ ਜਿਹੜੇ ਸਿੰਘ
ਜਿਨ੍ਹਾਂ ਨੇ 30 ਸਾਲ, ਜਿਨ੍ਹਾਂ ਨੇ 32 ਸਾਲ ਉਹ ਜੇਲ੍ਹਾਂ 'ਚ ਬੈਠੇ ਨੇ ਤੇ ਉਹਨਾਂ ਨੂੰ ਜ਼ਮਾਨਤਾਂ ਨਹੀਂ ਨਾ ਮਿਲਦੀਆਂ। ਸਾਡੇ ਪਿਛਲੇ ਦਿਨੀ 4 ਕਿਸਾਨ ਤੇ ਇੱਕ ਪੱਤਰਕਾਰ ਸ਼ਹੀਦ ਕਰ ਦਿੱਤਾ ਗਿਆ ਸੀ। ਬੜੀ ਛੇਤੀ ਉਹਨੂੰ ਜ਼ਮਾਨਤ ਦੇ ਦਿੱਤੀ ਆ, ਸ਼ਰੇਆਮ ਸ਼ਹੀਦ ਕੀਤਾ ਸੀ। ਪਰ ਸਾਡੇ ਸਿੰਘ 30 ਸਾਲਾਂ ਤੋਂ ਉੱਥੇ ਬੈਠੇ ਨੇ। ਕੀ ਇਹਨਾਂ ਨੂੰ ਖਤਰਾ ਹੋ ਜਾਂਦਾ? ਅੱਗੇ ਸਿੰਘ ਛੱਡ ਕੇ ਦੇਖੇ ਨੇ, ਸਿੰਘ ਸਾਡੇ ਪੈਰੋਲ ਤੇ ਵੀ ਪਿਛਲੇ ਦਿਨੀ ਆਏ ਨੇ। ਕੀ ਖਤਰਾ? ਉਹ ਆਪਦੀ ਰੋਜੀ ਰੋਟੀ ਕਮਾ ਕੇ ਗੁਜ਼ਾਰਾ ਕਰਦੇ ਨੇ, ਚੰਗੇ ਸ਼ਹਿਰੀ ਹੋਣ ਦਾ ਮਾਣ ਮਹਿਸੂਸ ਕਰਦੇ ਨੇ। ਪਰ ਪਤਾ ਨਹੀਂ ਇਹ ਲੋਕਾਂ ਨੂੰ, ਇਹ ਸਰਕਾਰਾਂ ਨੂੰ ਕੀ ਖਤਰਾ ਹੋ ਜਾਂਦਾ। ਅੱਜ 45 ਦਿਨ ਹੋ ਗਏ ਐ ਮੋਰਚੇ ਨੂੰ ਲੱਗੇ ਹੋਏ। ਕੀ ਸਰਕਾਰਾਂ, ਕੀ ਅਦਾਲਤਾਂ, ਕਿੱਡੀ ਕੁ ਦੂਰ ਹਾਈ ਕੋਰਟ ਆ, ਉਹਨੂੰ ਨਹੀਂ ਦੱਸਦੇ ਵੀ ਇਹ ਲੋਕ ਕੌਣ ਬੈਠੇ ਨੇ, ਇਹ ਕਿਉਂ ਬੈਠੇ ਨੇ, ਇਹਨਾਂ ਨੂੰ ਇਨਸਾਫ ਕਿਉਂ ਨਹੀਂ ਚਾਹੀਦਾ। ਜਿਹੜੀ ਸਰਕਾਰ ਜਿਹਦੇ ਲਈ ਸੁਪਨੇ ਲਏ ਸੀ, 92 MLA ਬਣਾਏ ਸੀ, ਉਹਨੂੰ ਨਹੀਂ ਦੱਸਦਾ। ਮੈਂ ਪੁੱਛ ਰਿਹਾ ਸੀ, ਅਜੇ ਤੱਕ ਸਾਨੂੰ ਕੋਈ ਸੱਦਾ ਕਿਸੇ ਸਰਕਾਰ ਵੱਲੋਂ ਨਹੀਂ ਆਇਆ, ਕੋਈ ਗੱਲਬਾਤ ਲਈ ਸਾਨੂੰ ਨਹੀਂ ਬੁਲਾਇਆ। 45 ਦਿਨ ਹੋ ਗਏ। ਕੰਨ ਖੋਲ ਕੇ ਸੁਣ ਲਵੇ ਸਰਕਾਰ। ਰੋਜ਼ 31 ਜਥੇ ਜਾਂਦੇ ਨੇ, ਅੱਜ 15 ਦਿਨ ਹੋ ਗਏ ਜਥੇ ਜਾਂਦਿਆਂ ਨੂੰ। 31 ਮੈਂਬਰੀ ਜਥਾ ਅੱਜ ਵੀ ਗਿਆ। ਪਰ ਇਹ ਸਰਕਾਰ ਸਾਡੀ ਬਣਾਈ ਹੋਈ ਕਿਉਂ ਨਹੀਂ ਸਾਡੇ ਜਾ ਕੇ ਬੈਠਦੀ, ਕਿਉਂ ਨਹੀਂ ਸਾਡੇ ਨਾਲ ਗੱਲ ਕਰਦੀ ਵੀ ਕੀ ਮਜਬੂਰੀ ਆ, ਕੀ ਮੰਗਾਂ ਨੇ। ਇਹ ਕਹਿੰਦੇ ਆ ਜੀ ਕੇਂਦਰ ਨੇ ਮੰਗਾਂ ਮੰਨਣੀਆਂ ਨੇ। ਤੁਸੀਂ ਸਾਡੇ ਮੂਹਰੇ ਲੱਗੋ, 92 MLA ਹੋ, ਰਾਜ ਸਭਾ ਦੇ ਮੈਂਬਰ ਹੋ, ਇੱਥੇ ਬਣੇ ਹੋਏ, ਸਾਡਾ ਖਾਂਦੇ ਹੋ, ਸਾਡੀਆਂ ਤਨਖਾਹਾਂ ਤੇ ਗੁਜ਼ਾਰੇ ਕਰਦੇ ਹੋ। ਸਾਡੇ ਮੂਹਰੇ ਲੱਗੋ, ਅਸੀਂ ਸਮੁੱਚੀ ਸੰਗਤ ਦਿੱਲੀ ਘੇਰ ਲੈਂਦੇ ਆ। ਚੱਲੋ ਸਾਡੇ ਨਾਲ, ਅਸੀਂ ਦਿੱਲੀ ਘੇਰ ਨੂੰ ਤਿਆਰ ਹਾਂ। ਪਰ ਇਹ ਚੀਜ਼ਾਂ ਹੁਣ ਗੱਲਾਂ ਨਹੀਂ ਵਰਤੀਆਂ ਜਾਣੀਆਂ, ਇਹ ਗੱਲਾਂ ਝੂਠ ਨਹੀਂ ਹੋਣੇ। ਜਿੱਥੇ ਨਤਾਰੇ ਹੋਣਗੇ, ਸਮੁੱਚੀ ਜਥੇਬੰਦੀ, ਸਮੁੱਚੀਆਂ ਜਥੇਬੰਦੀਆਂ ਇੱਥੇ ਆ ਗਈਆਂ ਨੇ, ਸਮੁੱਚੀ ਲੀਡਰਸ਼ਿਪ ਆ ਗਈ ਆ, ਪੱਕੇ ਤੌਰ ਤੇ ਬੈਠ ਗਏ ਆ। ਜਿੰਨਾ ਚਿਰ ਬਿਠਾਉਣਗੇ ਬੈਠਾਂਗੇ, ਜਿੰਨਾ ਚਿਰ ਸਾਡੇ ਤੋਂ ਇਹਨਾਂ ਨੇ ਬਿਠਾਉਣਾ ਚਾਹੁੰਦੇ ਆ ਬੈਠਾਂਗੇ। ਫਿਰ ਮੈਂ ਬੇਨਤੀਆਂ ਕਰਦਾ ਹੋਇਆ, ਥੋੜਾ ਟਾਈਮ ਵੱਧ ਲੈ ਗਿਆ, ਫਿਰ ਸਾਰਿਆਂ ਦਾ ਧੰਨਵਾਦ ਕਰਦਾ, ਆਈ ਸੰਗਤ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਆਈਏ ਤਾਂ ਕਿ ਆਪਾਂ ਮੋਰਚਾ ਜਿੱਤ ਕੇ ਜਾ ਸਕੀਏ। ਫਿਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਭਾਈ ਹਰਿੰਦਰ ਸਿੰਘ ਜੀ ਲੱਖੋਵਾਲ ਦਾ, ਜਿਨ੍ਹਾਂ ਵੱਲੋਂ ਬੜੇ ਸੀਮਤ ਜਿਹੇ ਸ਼ਬਦਾਂ ਦੇ ਵਿੱਚ ਰਹਿੰਦੇ ਆ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਕਿ ਉਹਨਾਂ ਦੀ ਕੀ ਮਜਬੂਰੀ ਹੈ, ਕਿ ਸਾਡੀਆਂ ਜਿਹੜੀ ਮੰਗਾਂ ਨੇ ਕੀ ਉਹ ਗੈਰ ਕਾਨੂੰਨੀ ਨੇ। ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਮਾਨ ਵੱਲੋਂ ਇੱਕ ਟਵੀਟ ਕੀਤਾ ਗਿਆ ਕਿ ਭੈਂਗੀ ਅੱਖ ਹੈ ਇਸ ਕਾਨੂੰਨ ਦੀ, ਸਿੱਧੀ ਅੱਖ ਨਾਲ ਨਹੀਂ ਦੇਖਦਾ ਇਹ ਕਾਨੂੰਨ ਭਾਰਤ ਦਾ। ਜਿੱਥੋਂ ਤੱਕ ਗੱਲ ਕਰੀਏ ਕਿ ਦੋਸ਼ੀ ਜਿਨ੍ਹਾਂ ਨੂੰ ਗਰਦਿਆਨਾ ਹੈ, ਅਗਰ ਆਪਣੀ ਉਹ ਸਜ਼ਾ ਪੂਰੀ ਕਰ ਗਏ ਤਾਂ ਇਹ ਭੈਂਗੀ ਅੱਖ ਵਾਲਾ ਕਾਨੂੰਨ ਕਿਹੜੇ ਕਾਨੂੰਨ ਦੀ ਮੱਦ ਮੁਤਾਬਕ ਉਹਨਾਂ ਨੂੰ ਅੰਦਰ ਰੱਖ ਰਿਹਾ। ਦੇਖੋ, ਜਿੱਥੋਂ ਤੱਕ ਗੱਲ ਹੈ, ਜਦੋਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਭੜਕਾਈਆਂ ਜਾਣਗੀਆਂ, ਉਹਨਾਂ ਨੂੰ ਸੱਟ ਵੱਜੂਗੀ, ਉਹਦਾ ਇਜ਼ਹਾਰ ਤਾਂ ਹੋਊਗਾ। ਜਦੋਂ ਅਕਾਲ ਤਖਤ ਤੇ ਹਮਲਾ ਹੋਇਆ, ਅਨੇਕਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ, ਤਾਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਦੇਸ਼ ਦੀ ਪ੍ਰਧਾਨ ਕੀਤਾ ਗਿਆ। ਤਾਂ ਜਦੋਂ ਕਤਲ ਹੋ ਗਿਆ ਤਾਂ ਦਿੱਲੀ ਤੇ ਹੋਰ ਕਈ ਥਾਵਾਂ ਤੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਛਾੜਿਆ ਜਾ ਰਿਹਾ ਸੀ। ਸਾਡੀਆਂ ਧੀਆਂ ਭੈਣਾਂ ਬੇਟੀਆਂ ਨਾਲ ਬਲਾਤਕਾਰ ਹੋ ਰਹੇ ਸੀ, ਘਰ ਉਜਾੜੇ ਜਾ ਰਹੇ ਸੀ। ਤਾਂ ਉਹਦੇ ਲੜਕੇ ਨੂੰ, ਇੰਦਰਾ ਗਾਂਧੀ ਦੇ ਨੂੰ ਪੁੱਛਿਆ ਪੱਤਰਕਾਰਾਂ ਨੇ ਕਿ ਤੂੰ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਆ ਕੀ ਹੋ ਰਿਹਾ? ਕਹਿੰਦਾ ਜਦੋਂ ਵੱਡਾ ਦਰਖਤ ਡਿੱਗਦਾ ਧਰਤੀ ਹਲਦੀ ਹੈ। ਤੇ ਹੁਣ ਫਿਰ ਮੈਂ ਪੁੱਛਦਾ ਇਸ ਗੱਲ ਨੂੰ ਕਿ ਜਦੋਂ ਪੰਜਾਬ ਦੇ ਵਿੱਚ ਬੇਗੁਨਾਹਾਂ ਦੇ ਕਤਲ ਹੋ ਰਹੇ ਸੀ, ਝੂਠੇ ਮੁਕਾਬਲੇ ਬਣਾਏ ਜਾ ਰਹੇ ਸੀ,
ਤੇ ਫਿਰ ਪੰਜਾਬ ਦੇ ਵਿੱਚ ਨਹੀਂ ਵੱਡਾ ਦਰਖਤ ਡਿੱਗੂਗਾ। ਡਿੱਗਿਆ ਵੱਡਾ ਦਰਖਤ ਪੰਜਾਬ ਦੇ ਵਿੱਚ, ਤੇ ਹੁਣ ਕਾਨੂੰਨ ਕਿਉਂ ਨਹੀਂ ਕੰਮ ਕਰ ਰਿਹਾ? ਸੋ ਇਹ ਤਾਂ ਗੱਲ ਹੈ ਇਨਸਾਫ ਦੀ ਕਿ ਲੋਕਾਂ ਖਾਤਰ ਨਹੀਂ। ਮੈਂ ਬਹੁਤ ਵਾਰ ਜੇਲ੍ਹਾਂ ਦੇ ਵਿੱਚ ਜਾਣਾ ਪਿਆ, ਉੱਥੇ ਪੱਤਰਕਾਰ ਵੀ ਬੈਠੇ ਨੇ, ਉੱਥੇ ਬੁੱਧੀਜੀਵੀ ਵੀ ਬੈਠੇ ਨੇ, ਉੱਥੇ ਗਰੀਬ ਲੋਕ ਵੀ ਬੈਠੇ ਨੇ, ਪਰ ਨਹੀਂ, ਨਾ ਬੰਦੀ ਸਿੰਘਾਂ ਦੇ ਲਈ ਤੇ ਨਾ ਉਹਨਾਂ ਦੇ ਲਈ ਇਹ ਕਾਨੂੰਨ ਹੋਰ ਆ। ਉਦੋਂ ਅਗਲੀ ਗੱਲ ਬੇਅਦਬੀ ਦੀ ਕਰੀਏ। ਜਿਸ ਦਿਨ ਨਰਮਾ ਮਰ ਚੁੱਕਿਆ ਸੀ ਚਿੱਟੇ ਮੱਛਰ ਦੇ ਨਾਲ, 12 ਤਰੀਕ ਦੀ ਗੱਲ ਕਰਕੇ ਗਏ ਸੀ ਪਹਿਲੇ ਬੁਲਾਰੇ। ਸਾਡੀ 17 ਜਥੇਬੰਦੀਆਂ ਦੀ ਮੀਟਿੰਗ ਸੀ ਬਾਦਲ ਸਾਹਿਬ ਦੇ ਨਾਲ। ਰਾਤ ਨੂੰ ਗੱਲਬਾਤ ਟੁੱਟ ਗਈ 9 ਵਜੇ, ਤਾਂ ਅਸੀਂ ਫੈਸਲਾ ਕਰ ਲਿਆ ਅੰਦਰ ਖਾਤੇ ਕਿ ਲੈਣਾ ਛੱਡ ਦੇਣੀਆਂ ਕੱਲ ਨੂੰ, ਪਰ ਬਾਦਲ ਕਿਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ। ਇਹਦੀਆਂ ਖੁਫੀਆ ਏਜੰਸੀਆਂ ਨੂੰ ਪਤਾ ਨਹੀਂ ਲੱਗਿਆ, ਇਹਨਾਂ ਨੇ ਕਿਹਾ ਲੈਣਾ ਨਹੀਂ ਛੱਡਣੀਆਂ। ਇਹ ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਜਦੋਂ ਲੋਕਾਂ ਦਾ ਧਿਆਨ ਕਿਸੇ ਪਾਸੇ ਹੋਰ ਲਾਉਣਾ ਹੋਵੇ, ਉਦੋਂ ਖੁਦ ਸਰਕਾਰਾਂ ਇਹ ਕੰਮ ਕਰਾਉਂਦੀਆਂ ਹੁੰਦੀਆਂ। ਤਾਂ ਉਸ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿਲਾਰੇ ਗਏ। ਉਸ ਤੋਂ ਬਾਅਦ ਕੋਟਕਪੂਰਾ ਦੇ ਵਿੱਚ ਗੋਲੀ ਕਾਂਡ ਕੀਤਾ, 2 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਜਦੋਂ ਲੋਕ ਸੰਗਤਾਂ ਸਾਰੀਆਂ ਸੜਕਾਂ ਦੇ ਉੱਪਰ ਆ ਗਈਆਂ, ਤੁਸੀਂ ਅੱਜ ਵੀ ਬੈਠੇ ਹੋਵੋਗੇ ਉੱਥੋਂ ਰਾਮਪੁਰੇ ਫੂਲ ਦੇ ਵਿੱਚ, ਰਾਮਪੁਰਾ ਰੇਲਵੇ ਸਟੈਂਡ ਤੇ ਸਿੱਖ ਸੰਗਤਾਂ ਦਾ ਮੋਰਚਾ ਲਾਇਆ ਹੋਇਆ ਸੀ। ਮੈਂ ਉਸ ਦਿਨ ਵੀ ਸਟੇਜ ਤੋਂ ਇਹ ਗੱਲ ਕਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਪੰਜਾਬ ਦੇ ਵਿੱਚ ਕੋਈ ਹੈ ਨਹੀਂ ਜਿਹੜਾ ਨਾ ਮੰਨਦਾ ਹੋਵੇ। ਪਰ ਇਹ ਕੰਮ ਸਾਫ਼ ਸਿੱਧੀ ਉਂਗਲ ਕਰੀ ਸੀ ਮੈਂ ਕਿ ਇਹ ਬਲਾਤਕਾਰੀ ਸਾਧ ਦਾ ਹੋ ਸਕਦਾ ਹੈ। ਉਹ ਗੱਲ ਸਿੱਧ ਹੋਈ, ਸੱਚ ਨਿਕਲੀ ਗੱਲ ਕਿ ਇਹ ਬੇਅਦਬੀਆਂ ਆਪ ਕਰਾਉਂਦੇ ਆ, ਇਹਨਾਂ ਦੇ ਹੱਥ ਠੋਕਿਆਂ ਤੋਂ ਕਰਾਉਂਦੇ ਆ। ਅੱਜ ਵੀ ਮੈਂ ਤੁਹਾਨੂੰ ਅਪੀਲ ਕਰੂੰਗਾ ਕਿ ਮੋਰਚਾ ਸ਼ਾਂਤਮਈ ਰਹਿ ਕੇ ਚਲਾਇਓ। ਬਹੁਤ ਕੁਛ ਕਰਾਉਣਗੇ, ਮੋਰਚਾ ਭਖੂਗਾ, ਦਿਨੋਂ ਦਿਨ ਅੱਗੇ ਵਧੂਗਾ, ਪਰ ਇਸ ਮੋਰਚੇ ਤੋਂ ਤੁਹਾਡਾ ਧਿਆਨ ਭਟਕਾਉਣ ਦੇ ਲਈ ਪਤਾ ਨਹੀਂ ਇਹ ਕੀ ਕਰਾਉਣਗੇ ਪੰਜਾਬ ਦੇ ਵਿੱਚ। ਇਹਨਾਂ ਤੋਂ ਭਲੇ ਦੀ ਝਾਕ ਨਾ ਰੱਖਿਓ। ਤੁਹਾਡਾ ਏਕਾ, ਤੁਹਾਡੀ ਜਿਹੜੀ ਦ੍ਰਿੜਤਾ ਹੈ, ਜੇ ਕਾਨੂੰਨ ਨੇ ਫੈਸਲਾ ਕਰ ਲਿਆ ਕਿ ਬੰਦੀ ਸਿੰਘਾਂ ਨੂੰ ਨਹੀਂ ਰਿਹਾ ਕਰਨਾ, ਇਹ ਸੰਗਤਾਂ ਨੇ ਫੈਸਲਾ ਕਰ ਲਿਆ। ਸੰਗਤਾਂ ਦਾ ਵੀ ਇੱਕ ਕਾਨੂੰਨ ਹੈ, ਫਿਰ ਉਹ ਦਿਨ ਦੂਰ ਨਹੀਂ ਜਦੋਂ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਪਊਗਾ। ਮੋਦੀ ਸਰਕਾਰ ਨੇ ਫੈਸਲਾ ਕਰਕੇ ਕਾਨੂੰਨ ਬਣਾਤੇ ਸੀ, ਪਰ ਤੁਸੀਂ ਆਮ ਲੋਕਾਂ ਨੇ ਉਹਨਾਂ ਕਾਨੂੰਨਾਂ ਨੂੰ ਰੱਦ ਕਰਤਾ ਸੀ ਕਿ ਸਾਨੂੰ ਨਾ ਮਨਜ਼ੂਰ ਹੈ, ਤੇ ਫਿਰ ਮੋਦੀ ਸਰਕਾਰ ਨੂੰ ਝੁਕਣਾ ਪਿਆ। ਉਹ ਕਾਨੂੰਨ ਰੱਦ ਕਰਨੇ ਪਏ। ਹੁਣ ਵੀ ਇਹੀ ਹੋਊਗਾ ਕਿ ਜੇ ਲੋਕ ਕਚਹਿਰੀ ਨੇ ਫੈਸਲਾ ਕਰ ਲਿਆ, ਜਿੱਤ ਟੱਲ ਹੋਊਗੀ। ਜਿੱਥੋਂ ਤੱਕ ਬੇਨਤੀ ਕਰਕੇ ਗਏ ਸੀ ਪਹਿਲੇ ਬੁਲਾਰੇ ਕਿ 32-31 ਜਥੇਬੰਦੀਆਂ ਹਰ ਰੋਜ਼ ਆਉਣ, ਅਸੀਂ ਪਹਿਲਾਂ ਵੀ ਸੋਚਿਆ ਸੀ, ਹੁਣ ਵੀ ਮੀਟਿੰਗ ਕਰਾਂਗੇ। ਅਸੀਂ ਅੱਜ ਕਰਦੇ ਹਾਂ ਜਾਂ ਕੱਲ ਕਰਦੇ ਹਾਂ, ਜ਼ਰੂਰ ਫੈਸਲਾ ਕਰਾਂਗੇ। ਅਸੀਂ ਸਾਡੀ ਜਥੇਬੰਦੀ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਇਸ ਮੋਰਚੇ ਦੇ ਨਾਲ ਹਾਂ। ਜਦੋਂ ਤੁਸੀਂ ਕੋਈ ਵੱਡਾ ਸੱਦਾ ਦਿਓਗੇ ਕਿ ਪੰਜਾਬ ਦੇ ਵਿੱਚ ਸਾਰੇ ਜਾਮ ਕਰ ਲਓ, ਉਹ ਵੀ ਲਾਗੂ ਕਰਾਂਗੇ। ਇੱਥੇ ਆਉਣ ਲਈ ਕਹੋਗੇ, ਇਹ ਵੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਭਾਈ ਬੂਟਾ ਸਿੰਘ ਬੁਰਜ ਗਿੱਲ, ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ। ਉਹਨਾਂ ਵੱਲੋਂ ਇਸ ਗੱਲ ਨੂੰ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਸੰਗਤਾਂ ਦੇ ਸਾਹਮਣੇ ਰੱਖਿਆ
ਕਿ ਜਦੋਂ ਕੌਮੀ ਇਨਸਾਫ ਮੋਰਚੇ ਨੂੰ ਕਿਸੇ ਵੀ ਕਾਲ ਦੀ ਲੋੜ ਹੋਵੇਗੀ ਉਦੋਂ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਉਹ ਹਰ ਤਰੀਕੇ ਦੇ ਨਾਲ ਚਾਰੋਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਉਹ ਸਾਥ ਦੇਣਗੇ। ਸੋ ਅਸੀਂ ਧੰਨਵਾਦੀ ਹਾਂ ਤੇ ਉਹਨਾਂ ਵੱਲੋਂ ਇੱਕ ਗੱਲ ਦੀ ਆਉਣ ਵਾਲੇ ਸਮੇਂ ਲਈ ਸਾਨੂੰ ਇਹ ਵੀ ਇੱਕ ਗੱਲ ਕਹੀ ਗਈ ਹੈ ਕਿ ਸਰਕਾਰਾਂ ਮੋਰਚਿਆਂ ਨੂੰ ਖਰਾਬ ਕਰਨ ਲਈ ਬੜੇ ਢੰਗ ਤਰੀਕੇ ਵਰਤਦੀ ਹੈ, ਉਹਨਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਸੋ ਧੰਨਵਾਦੀ ਹਾਂ ਗਿੱਲ ਸਾਹਿਬ ਦੇ। ਸੋ ਹੁਣ ਕਿਸਾਨ ਸੰਯੁਕਤ ਮੋਰਚਾ ਦੇ ਭਾਈ ਮਨਜੀਤ ਸਿੰਘ ਜੀ ਰਾਏ ਉਹ ਹੁਣ ਸਿੱਖ ਸੰਗਤਾਵਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਭਾਈ ਮਨਜੀਤ ਸਿੰਘ ਜੀ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम पिता सर्वशक्तिमान गुरु ग्रंथ साहब की निੱਘੀ ਗੋਦ ਜੋੜ ਬੈਠੀ ਸਾਧ ਸੰਗਤ ਜੀ, ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਫਤਿਹ ਜਰਾ ਕੱਸ ਕੇ ਬੁਲਾਇਆ ਕਰੋ, ਪਤਾ ਲੱਗੇ ਮੁੱਖ ਮੰਤਰੀ ਦੀ ਕੋਠੀ ਤੱਕ ਆਵਾਜ਼ ਪਹੁੰਚੇ, ਜਰਾ ਗੱਜ ਕੇ ਬੁਲਾਇਆ ਕਰੋ ਯਾਰ, ਐਦਾਂ ਢਿੱਲੇ ਜਿਹਾ ਨਾ ਬੋਲਿਆ ਕਰੋ। ਫਿਰ ਇੱਕ ਵਾਰ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं ज़्यादा समा नहीं लेना, समा सीमित है। मैं सिर्फ इन्नी क बेनती करदा कि पहला भाई बलविंदर जी कह के गए ने कि सारियां जथेबंदियां 10-10 ट्रालियां इत्थे अपनियां भेजण, ते मैं अपनी जथेबंदी वालों भरोसा दवाना है कि असी सारे सर्कलों नूं कहांगे, मेरे ख्याल 20-25 ट्रालियां आउणगीआं, एक ट्राली भी ला देण ते इस तरीके नाल बाकी जथेबंदियां दी भी मीटिंग करके तय करके ट्रालियां भी लावांगे। तो जिवें बुरज गिल साहब कह के गए आ उस तरीके दे नाल एक जथेबंदी की रोज़ की ड्यूटी भी लावांगे कि वह अपने काफले लैके आउण। मैं ज़्यादा समा नहीं, मेरे हिस्से दे 2 मिनट वाधू जिहड़े साडे रविंदर सिंह जी पटियाला वकील साहब ने वो कहंदे सी मेरे लिए 3 मिनट का समा थोड़ा है। मैं क्या कोई गल नहीं, मैं खिमा मंग लैनी दर्शन करके, तो उन्होंने जरूर 1-2 मिनट वाधू दे दिओ। पर एक जरूर है, जकारे 2-4 छड्डो जरा कि पता लगे कि मोर्चा लग्या होया। बोले सोनिहाल, पिछले तक जरा उच्ची सत श्री अकाल। बोले सोनिहाल, बोले सोनिहाल। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਭਾਈ ਮਨਜੀਤ ਸਿੰਘ ਜੀ ਰਾਏ ਦਾ, ਜਿਨ੍ਹਾਂ ਨੇ ਜਿੰਨਾ ਸਮਾਂ ਦਿੱਤਾ ਸੀ ਉਹ ਤੋਂ ਵੀ ਅੱਧਾ ਲਿਆ। ਉਹਨਾਂ ਨੇ ਇੱਕ ਗੱਲ ਦੀ ਅਹਿਮੀਅਤ ਦਿੱਤੀ ਹੈ ਕਿ ਜਿਹੜੇ ਬਾਕੀ ਆਗੂ ਨੇ ਉਹਨਾਂ ਨੂੰ ਜਾਂ ਹੋਰ ਬੁਲਾਰਿਆਂ ਨੂੰ ਜਿਹੜਾ ਸਮਾਂ ਦਿੱਤਾ ਜਾਵੇ, ਤੇ ਉਹਨਾਂ ਨੇ ਆਪਣੀ ਜਥੇਬੰਦੀ ਵੱਲੋਂ ਵੀ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਅਸੀਂ ਧੰਨਵਾਦੀ ਹਾਂ। ਸੋ ਹੁਣ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਭਾਈ ਰਮਿੰਦਰ ਸਿੰਘ ਪਟਿਆਲਾ ਉਹ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਸੰਗਤਾਂ ਵੱਲੋਂ ਬੇਅੰਤ ਮਾਇਆ ਆਈ ਹੈ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਭਾਈ ਗੁਰਜੰਟ ਸਿੰਘ ਸੰਗਰੂਰ 100 ਰੁਪਏ, ਗੁਪਤ ਸੇਵਾ 200 ਰੁਪਏ, ਗੁਪਤ ਸੇਵਾ 500 ਰੁਪਏ, ਭਾਈ ਰਵਿੰਦਰ ਸਿੰਘ 100 ਰੁਪਏ, ਭਾਈ ਸੁਖਦੀਪ ਸਿੰਘ 5000 ਰੁਪਏ, ਭਾਈ ਚਰਨ ਸਿੰਘ 500 ਰੁਪਏ, ਗੁਪਤ ਸੇਵਾ 500 ਰੁਪਏ, ਭਾਈ ਜਰਨੈਲ ਸਿੰਘ 2000 ਰੁਪਏ, ਭਾਈ ਤਜਿੰਦਰ ਸਿੰਘ 100 ਰੁਪਏ, ਭਾਈ ਰਵਿੰਦਰ ਸਿੰਘ 100 ਰੁਪਏ, ਭਾਈ ਰਵਿੰਦਰ ਸਿੰਘ 200 ਰੁਪਏ, ਭਾਈ ਮਨਤਾਰ ਸਿੰਘ 500 ਰੁਪਏ, ਭਾਈ ਜਗਤਾਰ ਸਿੰਘ ਤਾਰਾ ਉਹਨਾਂ ਦੇ ਪਿੰਡੋਂ ਡੇਕਵਾਲ ਰੋਪੜ ਤੋਂ 2100 ਰੁਪਏ, ਭਾਈ ਅਜੈ ਸਿੰਘ ਮਹਿਤਾ 500 ਰੁਪਏ, ਭਾਈ ਇਕਬਾਲ ਸਿੰਘ ਸ਼ਾਹ ਮਹਿਤਾ 500 ਰੁਪਏ, ਭਾਈ ਸਤਵੰਤ ਸਿੰਘ ਮਹਿਤਾ 500 ਰੁਪਏ, ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ ਬਾਬਾ ਬਕਾਲਾ ਸਾਹਿਬ 100 ਰੁਪਏ, ਭਾਈ ਕੁਲਦੀਪ ਸਿੰਘ ਮਹਿਤਾ 200 ਰੁਪਏ, ਭਾਈ ਬੀਬੀ ਰਮਨਦੀਪ ਕੌਰ 200 ਰੁਪਏ, ਬੀਬੀ ਰੁਪਿੰਦਰ ਕੌਰ 100 ਰੁਪਏ, ਭਾਈ ਅਮਰਤਪਾਲ ਸਿੰਘ 100 ਰੁਪਏ, ਗੁਪਤ ਸੇਵਾ ਪਿੰਜੋਰ ਤੋਂ 500 ਰੁਪਏ, ਗੁਰਸੇਵਕ ਸਿੰਘ ਫਤਿਹਗੜ੍ਹ ਸਾਹਿਬ 100 ਰੁਪਏ, ਭਾਈ ਰੁਪਿੰਦਰਜੀਤ ਸਿੰਘ 500 ਰੁਪਏ, ਗੁਪਤ ਸੇਵਾ ਦਮਦਮੀ ਟਕਸਾਲ ਮਹਿਤਾ 100 ਰੁਪਏ, ਗੁਪਤ ਸੇਵਾ 1000 ਰੁਪਏ, ਮਨਕੀਰਤ ਸਿੰਘ 500 ਰੁਪਏ, ਭਾਈ ਗੁਰਿੰਦਰ ਸਿੰਘ ਹੁਸ਼ਿਆਰਪੁਰ
2100 ਰੁਪਏ। ਸੋ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਵੱਲੋਂ ਮਾਇਆ ਦੀ ਸੇਵਾ ਕੀਤੀ ਗਈ ਹੈ। ਜੇ ਸੰਗਤ ਚੋਂ ਕੋਈ ਮਾਇਆ ਦੀ ਸੇਵਾ ਕਰਨਾ ਚਾਹੁੰਦਾ ਹੋਵੇ, ਸਾਡੇ ਇੱਥੇ ਸਟੇਜ ਤੇ ਭਾਈ ਬਲਵੀਰ ਸਿੰਘ ਹਸਾਰ ਬੈਠੇ ਨੇ, ਤੁਸੀਂ ਇੱਥੇ ਮਾਇਆ ਦੀ ਸੇਵਾ ਕਰ ਸਕਦੇ ਹੋ। ਰਸੀਦ ਜ਼ਰੂਰ ਲੈਣੀ ਹੈ। ਬਾਹਰ ਵੀ ਸਾਡੇ ਕੋਲੇ ਪੰਡਾਲ ਲੱਗਿਆ ਹੋਇਆ, ਮਾਇਆ ਦੇਣ ਤੋਂ ਪਹਿਲਾਂ ਜ਼ਰੂਰ ਜਿਹੜੀ ਰਸੀਦ ਹੈ ਉਹ ਪ੍ਰਾਪਤ ਕੀਤੀ ਜਾਵੇ। ਬਿਨਾਂ ਰਸੀਦ ਲਿਆ ਕੋਈ ਵੀ ਸੰਗਤ ਚੋਂ ਵੀਰ ਮਾਇਆ ਦੀ ਸੇਵਾ ਨਾ ਕਰੇ। ਸੋ ਹੁਣ ਭਾਈ ਰਮਿੰਦਰ ਸਿੰਘ ਜੀ ਪਟਿਆਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਹਜ਼ੂਰੀ 'ਚ ਜੁੜੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ, ਗੱਜ ਵੱਜ ਕੇ ਜਵਾਬ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਇਨਸਾਫ ਮੋਰਚਾ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀਆਂ ਦਾ ਇਨਸਾਫ ਲੈਣ ਲਈ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਾਂ ਜੁੜੇ ਆ। ਮੈਂ 2-3 ਗੱਲਾਂ ਜ਼ਿਆਦਾ ਵਿਸਥਾਰ ਤਾਂ ਨਹੀਂ ਪਰ ਕਹਿਣੀਆਂ ਨੇ। ਇੱਕ ਗੱਲ, ਇਹ ਦੇਸ਼ ਦਾਅਵਾ ਕਰਦਾ ਕਿ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਆ, ਜਮਹੂਰੀਅਤ ਆ, ਲਾਰਜੈਸਟ ਡੈਮੋਕ੍ਰੇਸੀ। ਤਾਂ ਇਹ ਜਮਹੂਰੀਅਤ ਦੀ ਜ਼ਿੰਮੇਵਾਰੀ ਹੈ ਕਿ ਉਹ ਬੰਦਿਆਂ ਦੇ ਮਨੁੱਖੀ ਅਧਿਕਾਰ, ਸਮਾਜ ਦੇ ਮਨੁੱਖੀ ਅਧਿਕਾਰ, ਜਮਹੂਰੀ ਹੱਕ ਉਹਨਾਂ ਦੀ ਰਾਖੀ ਕਰੇ। ਪਰ ਜੇ ਇਸ ਦੇਸ਼ ਦੀ ਅਦਾਲਤੀ ਪ੍ਰਕਿਰਿਆ, ਨਿਆਂ ਪ੍ਰਣਾਲੀ ਕੋਈ ਸਜ਼ਾ ਦਿੰਦੀ ਹੈ, ਉਹ ਸਜ਼ਾ ਪੂਰੀ ਕਰ ਚੁੱਕਿਆ ਹੋਵੇ ਬੰਦਾ, ਤਾਂ ਫਿਰ ਇੱਥੇ ਜਮਹੂਰੀ ਹੱਕਾਂ ਤੇ ਮਨੁੱਖੀ ਅਧਿਕਾਰਾਂ ਦਾ ਸਵਾਲ ਖੜਾ ਹੁੰਦਾ ਕਿ ਉਹਨਾਂ ਲੋਕਾਂ ਦੇ ਮਨੁੱਖੀ ਅਧਿਕਾਰ ਤੇ ਜਮਹੂਰੀ ਹੱਕ ਕਿੱਥੇ ਨੇ। ਇਸ ਦੇਸ਼ 'ਚ ਅਲੱਗ-ਅਲੱਗ ਸਰਕਾਰਾਂ ਨੇ ਉਮਰ ਕੈਦ ਦੀਆਂ ਅਲੱਗ-ਅਲੱਗ ਪੈਮਾਨੇ ਮਿੱਥੇ ਹੋਏ ਨੇ, ਕੋਈ ਇੱਕ ਪੈਮਾਨਾ ਨਹੀਂ ਹੈ। ਕੋਈ 14 ਸਾਲ ਸਜ਼ਾ ਤਾਂ ਕਿਤੇ 18 ਸਾਲ ਹੈ, ਕਿਤੇ 20 ਸਾਲ ਹੈ। ਹੁਣ ਜਿਹੜੇ ਬੰਦੇ ਅਦਾਲਤਾਂ ਦੀ ਦਿੱਤੀ ਸਜ਼ਾ ਪੂਰੀ ਕਰ ਚੁੱਕੇ ਨੇ, ਫਿਰ ਇਹ ਲਾਰਜੈਸਟ ਡੈਮੋਕ੍ਰੇਸੀ ਕਿੱਥੋਂ ਆ? ਬੰਦੇ ਦੇ ਵਿਚਾਰ ਕੋਈ ਵੀ ਹੋ ਸਕਦੇ ਨੇ, ਤੁਸੀਂ ਉਹਦਾ ਮਨੁੱਖੀ ਹੱਕ ਨਹੀਂ ਖੋ ਸਕਦੇ, ਜਮਹੂਰੀ ਅਧਿਕਾਰ ਨਹੀਂ ਖੋ ਸਕਦੇ। ਇਸ ਕਰਕੇ ਵੀਰ ਭਾਈ ਸਾਹਿਬ ਨੇ ਪਹਿਲਾਂ 9 ਬੰਦਿਆਂ ਦਾ ਕਿਹਾ ਸੀ ਵੀ ਤੰਦ ਕਿਤੋਂ ਫੜਨੀ ਪੈਣੀ ਆ। ਤੰਦ 9 ਨਹੀਂ, 9 ਤੋਂ ਤਾਂ ਅੱਗੇ ਦੀ ਆ। ਵੀਰ ਜਸਪਾਲ ਸਿੰਘ ਮੰਝਪੁਰ ਮੇਰੇ ਨਾਲ ਯੂਨੀਵਰਸਿਟੀ 'ਚ ਮਿੱਤਰ ਰਿਹਾ ਮੇਰਾ, ਔਰ ਉਸਨੇ ਪੂਰੀ ਦੀ ਪੂਰੀ ਇੱਕ ਲਿਸਟ ਬਣਾਈ ਹੈ ਸਾਰੇ ਮਾਮਲੇ 'ਚ। 25 ਸਿੰਘਾਂ ਦੀ ਲਿਸਟ ਪੂਰੀ ਠੋਕ ਵਜਾ ਕੇ ਉਹ ਪੇਸ਼ ਕਰਦੇ ਨੇ। ਐਡਵੋਕੇਟ ਆ ਉਹ ਵੀ ਮੁੰਡਾ, ਜੇਲ੍ਹ ਵੀ ਕੱਟੀ ਆ ਉਹਨੇ ਸਾਰੇ ਮਾਮਲੇ 'ਚ। ਇਹਦੇ 'ਚ ਕੁਝ ਬੰਦੇ ਉਹ ਨੇ ਜਿਨ੍ਹਾਂ ਨੂੰ ਸਰਕਾਰ ਪੈਰੋਲ ਤੇ ਰਿਹਾ ਕਰ ਚੁੱਕੀ ਹੈ। ਕੀ ਇਸ ਮੁਲਕ 'ਚ ਜਿਹੜਾ ਹੁਣੀ ਇੱਥੇ ਇੱਕ ਟੈਕਨੀਕਲ ਨੁਕਤਾ ਕਿ ਭਗਵੰਤ ਮਾਨ ਨੇ ਕਿਹਾ ਕਿ ਉਦੋਂ ਛੱਡਿਆ ਜਾਣਾ ਸੀ, ਕੇਂਦਰ ਕਰ ਸਕਦਾ ਆ। ਸਵਾਲ ਇਹ ਆ ਕਿ ਜਿਹੜੇ ਤਾਂ ਤੁਹਾਡੇ ਅੰਡਰ ਆਉਂਦੇ ਨੇ, ਪੰਜਾਬ ਸਰਕਾਰ ਦੇ ਅੰਡਰ ਆਉਂਦੇ ਨੇ, ਕਰੋ ਪਹਿਲ। ਤੇ ਦੂਜਾ, ਪੰਜਾਬ ਸਰਕਾਰ ਇਸ 'ਚ ਪੰਜਾਬ ਦੇ ਲੋਕਾਂ ਨਾਲ ਖੜੇ, ਤੁਰੇ ਪੈਰਵਾਈ ਕਰਨ ਲਈ ਅੱਗੇ ਨੂੰ ਤੁਰੇ ਰਾਸ਼ਟਰਪਤੀ ਕੋਲੇ ਕੇਸ ਲੈ ਕੇ ਜਾਣ, ਤਾਂ ਕੀ ਜ਼ਰੂਰਤ ਹੈ ਕਿ ਹੋਮ ਮਿਨਿਸਟਰੀ ਤੇ ਹੋਰ ਉਹ ਇਸ ਸਾਰੇ ਮਾਮਲੇ ਨੂੰ ਪਾਸੇ ਕਰ ਦੇਵੇ। ਇਸ ਕਰਕੇ ਇਸ 'ਚ ਜਿੰਨੀ ਟੈਕਨੀਕੈਲਿਟੀ ਹੈ 25 ਸਿੰਘਾਂ ਦੇ ਮਾਮਲੇ 'ਚ ਵੀ, 9 ਤੋਂ ਵੀ ਜੇ ਥੋੜਾ ਅੱਗੇ ਨੂੰ ਦੇਖੀਏ ਤਾਂ ਬਹੁਤ ਸਾਰੇ ਰਸਤੇ ਨੇ ਜਿਹੜੇ ਨਿਕਲ ਸਕਦੇ ਨੇ, ਇਹਨਾਂ ਦੀਆਂ ਰਿਹਾਈਆਂ ਹੋ ਸਕਦੀਆਂ। ਇਸ ਕਰਕੇ ਕਿਸੇ ਵੀ ਬੰਦੇ ਦਾ, ਚਾਹੇ ਉਹ ਕੋਈ ਵੀ ਵਿਚਾਰਧਾਰਾ ਦਾ ਹੋਵੇ, ਉਸ ਦਾ ਮਨੁੱਖੀ ਅਧਿਕਾਰ ਤੇ ਜਮਹੂਰੀ ਹੱਕ ਖੋਇਆ ਨਹੀਂ ਜਾਣਾ ਚਾਹੀਦਾ, ਕਿਸੇ ਸਮਾਜ ਦਾ ਨਹੀਂ ਖੋਇਆ ਜਾਣਾ ਚਾਹੀਦਾ। ਇਸ ਕਰਕੇ ਬੰਦੇ ਰਿਹਾ ਹੋਣੇ ਚਾਹੀਦੇ। ਦੂਜੀ ਗੱਲ, ਇਸ ਦੇਸ਼ 'ਚ ਵਾਕਈ ਕਾਨੂੰਨ ਦੇ ਮਾਮਲੇ 'ਚ ਨਜ਼ਰੀਏ ਦੋ ਨੇ।
ਅੱਜ ਜੋ ਕੁਝ ਹੋ ਰਿਹਾ, BBC ਤੇ ਰੇਡ ਹੋਈ, BBC ਤੇ ਰੇਡ ਹੈ ਪਰ ਉਸ ਨੂੰ ਸਰਵੇ ਕਿਹਾ ਜਾ ਰਿਹਾ। ਔਰ ਬਿਰਤਾਂਤ ਕੀ ਸਿਰਜਿਆ ਜਾ ਰਿਹਾ? ਬਿਰਤਾਂਤ ਸਿਰਜਿਆ ਜਾ ਰਿਹਾ ਕਿ ਸੰਵਿਧਾਨ ਤਹਿਤ ਕੰਮ ਹੋ ਰਿਹਾ। ਬਿਰਤਾਂਤ ਸਿਰਜਿਆ ਜਾ ਰਿਹਾ ਕਿ ਇਹਦੀ ਖਿਲਾਫਤ ਕਰਨਾ, ਪ੍ਰੈਸ ਤੇ ਹਮਲੇ ਦੀ ਖਿਲਾਫਤ ਕਰਨਾ ਦੇਸ਼ ਦੇ ਗੌਰਵ ਨੂੰ ਚੁਣੌਤੀ ਆ। ਜੇ ਬਿਰਤਾਂਤ ਸਿਰਜਿਆ ਜਾ ਰਿਹਾ ਤੇ ਸਾਫ਼ ਹੈ ਕਿ ਸਿਆਸੀ ਵਿਰੋਧੀਆਂ ਲਈ ਕਾਨੂੰਨ ਹੋਰ ਹੋਏਗਾ, ਦੂਜਿਆਂ ਲਈ ਕਾਨੂੰਨ ਹੋਰ ਹੋਏਗਾ। ਜੇ ਰਾਜੀਵ ਗਾਂਧੀ ਦੇ ਮਾਮਲੇ 'ਚ ਤੁਸੀਂ ਗੱਲ ਰੱਖ ਦਿੱਤੀ ਆ, ਮੈਂ ਉਹ ਦੁਹਰਾਣੀ ਨਹੀਂ, ਪਰ ਇੱਕ ਸਵਾਲ ਹੈ, ਜੇ ਬਿਲਕੀਸ ਬਾਨੋ ਦੇ ਰੇਪਿਸਟ ਬਲਾਤਕਾਰੀ ਚੰਗੇ ਵਿਹਾਰ ਕਰਕੇ ਛੱਡੇ ਜਾ ਸਕਦੇ ਨੇ, ਤਾਂ ਜਿਹੜੇ ਬੰਦਿਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਇੱਕ ਦਿਨ ਵੀ ਅੱਗੇ ਰੱਖਣਾ ਕਿਵੇਂ ਜਾਇਜ਼ ਹੈ? ਇਹ ਸਵਾਲ ਖੜੇ ਕਰਨ ਦਾ ਵਕਤ ਹੈਗਾ ਆ ਔਰ ਕੀਤੇ ਜਾਣੇ ਚਾਹੀਦੇ ਨੇ। ਪਰਸੋਂ ਦਿੱਲੀ ਦੀ ਗਾਂਧੀ ਪੀਸ ਫਾਊਂਡੇਸ਼ਨ ਦੇ ਵਿੱਚ ਦਿੱਲੀ ਦੇ ਕੁਝ ਚੋਟੀ ਦੇ ਦਾਨਸ਼ਵਰ ਬੁੱਧੀਜੀਵੀ ਵਕੀਲ ਇਕੱਠੇ ਹੋਏ। ਉੱਥੇ ਇਹੀ ਸਵਾਲ ਸੀ ਕਿ ਲਾ ਦਾ ਮੁੱਢਲਾ ਪ੍ਰਿੰਸੀਪਲ ਹੈ, ਵਕੀਲ ਸਾਹਿਬ ਸਾਹਮਣੇ ਬੈਠੇ, ਕੁਝ ਹੋਰ ਵੀ ਵਕੀਲ ਬੈਠੇ ਹੋਣਗੇ, ਲਾ ਦਾ ਮੁੱਢਲਾ ਪ੍ਰਿੰਸੀਪਲ ਹੈ, ਡਾਕਟਰਾਈਨ ਹੈ ਲਾ ਦਾ, ਕਿ ਜਿੰਨੀ ਦੇਰ ਤੱਕ ਬੰਦਾ ਗਿਲਟੀ ਨਹੀਂ ਡਿਕਲੇਅਰ ਹੁੰਦਾ, ਸਾਬਤ ਨਹੀਂ ਹੋ ਜਾਂਦਾ ਕਿ ਇਹ ਦੋਸ਼ੀ ਆ, ਉਨੀ ਦੇਰ ਤੱਕ ਉਹਨੂੰ ਦੋਸ਼ੀ ਨਹੀਂ ਮੰਨਿਆ ਜਾਂਦਾ। ਪਰ ਇਸ ਦੇਸ਼ 'ਚ ਉਲਟਾ ਕੀਤਾ ਜਾ ਰਿਹਾ। ਇਸ ਦੇਸ਼ 'ਚ ਹੁਣ ਬੰਦੇ ਨੂੰ ਇਹ ਸਾਬਤ ਕਰਨ ਲਈ ਜ਼ੋਰ ਲਾਉਣਾ ਪੈ ਰਿਹਾ ਕਿ ਉਹ ਬੇਕਸੂਰ ਹੈ, ਉਸ ਨੂੰ ਉਨੀ ਦੇਰ ਤੱਕ ਉਹਦੇ ਅਧਿਕਾਰ ਖੋਏ ਜਾ ਰਹੇ ਨੇ, ਜ਼ਮਾਨਤ ਦਾ ਅਧਿਕਾਰ ਖੋਇਆ ਜਾ ਰਿਹਾ, ਔਰ ਨਾਲੋਂ ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਲੋਕਾਂ ਨੂੰ ਨਹੀਂ ਛੱਡਿਆ ਜਾ ਰਿਹਾ। ਭਾਈ ਸ਼ਮਸ਼ੇਰ ਸਿੰਘ ਉਹਨਾਂ ਦਾ ਲਿਖਿਆ ਹੋਇਆ, ਇਹਨਾਂ ਦੀ ਕੋਰਟ ਦੇ ਮਾਮਲੇ 'ਚ ਜੋ ਸਜ਼ਾ ਆ ਉਸ ਤੋਂ 8 ਸਾਲ ਵੱਧ ਸਜ਼ਾ ਭੁਗਤ ਚੁੱਕੇ ਨੇ। ਉਹ ਕਿਹੜਾ ਕਾਨੂੰਨ ਹੈ ਜੀ? ਦੁਨੀਆ ਦੀ ਕਿਹੜੀ ਅਦਾਲਤ ਹੈ? ਤੋਂ ਸਾਫ਼ ਹੈ ਕਿ ਜੇ ਬਿਲਕੀਸ ਬਾਨੋ ਵਾਲਿਆਂ ਨੂੰ ਤੁਸੀਂ ਹਾਰ ਪਹਿਨਾ ਸਕਦੇ ਹੋ, ਉਹਨਾਂ ਤੇ ਵੀ ਤਾਂ ਦੋਸ਼ ਸੀ ਨਾ। ਇਸ ਦੇਸ਼ ਦੀ ਨਿਆਂਪਾਲਿਕਾ ਇਹ ਕਹਿੰਦੀ ਹੈ ਕਿ ਰੇਅਰਰ ਆਫ ਰੇਅਰੈਸਟ ਕੇਸ, ਸਭ ਤੋਂ ਘਿਨਾਉਣੇ ਕੇਸਾਂ 'ਚ ਕੈਪੀਟਲ ਪਨਿਸ਼ਮੈਂਟ ਹੁੰਦੀ ਹੈ, ਫਾਂਸੀ ਦੀ ਸਜ਼ਾ ਹੁੰਦੀ ਹੈ। ਬਿਲਕੀਸ ਬਾਨੋ ਨਾਲ ਜੋ ਕੁਝ ਵਾਪਰਿਆ ਸੀ, ਉਹਦੇ ਟੱਬਰ ਨਾਲ ਜੋ ਕੁਝ ਵਾਪਰਿਆ ਸੀ ਗੁਜਰਾਤ ਦੇ ਦੰਗਿਆਂ 'ਚ, ਉਦੋਂ ਇਹ ਬੰਦੇ ਫਾਂਸੀ ਦੀ ਸਜ਼ਾ ਦੇ ਹੱਕਦਾਰ ਸੀ, ਪਰ ਉਹਨਾਂ ਦੀ ਉਮਰ ਕੈਦ ਘਟਾ ਕੇ ਉਹਨਾਂ ਨੂੰ ਰਿਹਾ ਕੀਤਾ ਗਿਆ। ਤਾਂ ਫਿਰ ਹੁਣ ਬੰਦੀ ਸਿੰਘ ਉਹਨਾਂ ਦੇ ਵਿਚਾਰਾਂ ਨਾਲ ਕੋਈ ਸਹਿਮਤ ਹੋਵੇ ਚਾਹੇ ਨਾ, ਜਦੋਂ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤਾਂ ਉਹਨਾਂ ਨੂੰ ਬਿਲਕੁਲ ਵੀ ਜੇਲ੍ਹ 'ਚ ਨਹੀਂ ਹੋਣਾ ਚਾਹੀਦਾ, ਉਹਨਾਂ ਦੀ ਰਿਹਾਈ ਚਾਹੀਦੀ ਆ। ਔਰ ਇਸ ਗੱਲ ਲਈ ਕੌਮੀ ਇਨਸਾਫ ਮੋਰਚੇ ਨਾਲ ਕਿਰਤੀ ਕਿਸਾਨ ਯੂਨੀਅਨ ਯਕਜਹਿਤੀ ਪ੍ਰਗਟ ਕਰਦੀ ਹੈ। ਅਸੀਂ ਆਪਣੀਆਂ ਜਥੇਬੰਦੀਆਂ ਦੀ ਮੀਟਿੰਗ 'ਚ ਫੈਸਲਾ ਕੀਤਾ ਸੀ ਕਿ ਵਾਰੀ-ਵਾਰੀ ਸਿਰ ਜਥੇ ਭੇਜਾਂਗੇ। ਪਿਛਲੀ 17 ਜਨਵਰੀ ਤੋਂ ਸਾਡੇ ਜਥੇ ਆ ਵੀ ਰਹੇ ਨੇ। 17 ਜਨਵਰੀ ਨੂੰ ਨਿਰਭੈ ਸਿੰਘ ਢੁੱਡੀਕੇ ਸਾਹਿਬ ਕਿਰਤੀ ਕਿਸਾਨ ਯੂਨੀਅਨ ਵੱਲੋਂ ਆਏ, ਦੂਜੇ ਦਿਨ ਲਖੋਵਾਲ ਸਾਹਿਬ ਆਏ, ਤੀਜੇ ਦਿਨ ਰਾਏ ਸਾਹਿਬ ਆਏ, ਫਿਰ ਅਸੀਂ ਲਗਾਤਾਰ ਲਾਈਨ ਬੰਨੀ ਹੋਈ ਹੈ। ਸਾਡਾ ਇੱਥੇ ਕੈਂਪ ਵੀ ਹੈ ਕਿਰਤੀ ਕਿਸਾਨ ਯੂਨੀਅਨ ਦਾ, ਖਖਰਾਣਾ ਸਾਹਿਬ ਵੀਡੀਓ ਬਣਾਉਂਦੇ ਨੇ, ਬੈਠੇ ਨੇ। ਇਸ ਕਰਕੇ ਇਸ ਗੱਲ ਨਾਲ ਜਦੋਂ ਸਾਡੀ ਯਕਜਹਿਤੀ ਹੈ, ਅਸੀਂ ਤਾਂ ਤੁਹਾਡੀ ਆਵਾਜ਼ ਦਿੱਲੀ ਦੇ ਉਹਨਾਂ ਸਰਕਲਾਂ 'ਚ ਵੀ ਲੈ ਕੇ ਗਏ ਆ ਜਿੱਥੇ ਹਾਲੇ ਇਹ ਗੱਲ ਚਰਚਾ 'ਚ ਨਹੀਂ। ਮੈਂ ਉੱਥੇ ਵੀ ਗੱਲ ਰੱਖੀ ਹੈ ਕਿ ਪੰਜਾਬ ਦਾ ਇਦਾਂ ਦਾ ਇੱਕ ਮੋਰਚਾ ਚੱਲਦਾ। ਇਹ ਸਵਾਲ ਹੈ, ਸੁਪਰੀਮ ਕੋਰਟ ਦੇ ਕੁਝ ਵਕੀਲ ਆਏ ਸੀ, ਉਹਨਾਂ ਨੇ ਕਿਹਾ ਕਿ ਸਾਡੀਆਂ ਇਸ ਮਾਮਲੇ 'ਚ ਕੋਈ ਸਮਾਵਾਂ ਚਾਹੀਦੀਆਂ, ਤਾਂ ਅਸੀਂ ਹਾਜ਼ਰ ਹਾਂ ਸਾਰੇ ਮਾਮਲੇ ਤੇ। ਇਸ ਕਰਕੇ ਭਾਈ ਵੀਰੋ ਭੈਣੋ, ਇਸ ਮਾਮਲੇ ਤੇ ਸਾਨੂੰ ਇੱਕ ਮੁੱਠ ਆਵਾਜ਼ ਉਠਾਉਣੀ ਪੈਣੀ ਹੈ। ਇਹ ਆਵਾਜ਼ ਉਠਾ ਕੇ ਹੀ, ਔਰ ਇਸ ਗੱਲ ਦਾ ਖਿਆਲ ਰੱਖਦੇ ਹੋਏ ਮੈਂ ਬੂਟਾ ਸਿੰਘ ਬੁਰਜ ਗਿੱਲ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ। ਦਿੱਲੀ ਮੋਰਚੇ ਦਾ ਸਬਕ ਇਹ ਆ ਕਿ ਜੇ ਸ਼ਾਂਤਮਈ ਤਰੀਕੇ ਨਾਲ ਇਕੱਠ ਬਣਾ ਕੇ, ਏਕਤਾ ਬਣਾ ਕੇ ਜੂਝਦੇ ਆ, ਤਾਂ ਇਸ ਦੀ ਸਫਲਤਾ ਦਾ ਪੈਮਾਨਾ ਕਿਤੇ ਵੱਧ ਹੈ, ਕਿਤੇ ਗਰੰਟੀ ਹੈ ਕਿ ਆਪਾਂ ਅੱਗੇ ਵਧਾਂਗੇ। ਬਹੁਤ ਸਾਰੀਆਂ ਕੋਸ਼ਿਸ਼ਾਂ ਨੇ ਕਿ ਲੋਕਾਂ ਨੂੰ ਲੜਾ ਦਿੱਤਾ ਜਾਵੇ, ਉਹੋ ਜਿਹੀਆਂ ਚੀਜ਼ਾਂ ਤੋਂ ਸਾਵਧਾਨ ਰਹਿੰਦੇ ਹੋਏ ਅੱਗੇ ਚੱਲੀਏ। ਪੰਜਾਬ ਲਈ ਇਹ ਸ਼ੁਭ ਸਗਨ ਹੋਊਗਾ। ਔਰ ਜਦੋਂ ਅੱਜ ਇਸ ਦੇਸ਼ 'ਚ ਮਾਹੌਲ ਇਹ ਹੈ ਕਿ ਵਿਰੋਧੀ ਸਿਆਸੀ ਵਿਚਾਰਾਂ ਦਾ ਗਲਾ ਘੁੱਟ ਦੇਣਾ, ਉਦੋਂ ਸਾਡੀ ਏਕਤਾ ਕਿਤੇ ਵੱਧ ਲੋੜੀਂਦੀ ਹੈ। ਇੰਨੇ ਸ਼ਬਦਾਂ ਨਾਲ ਮੈਂ ਆਪਣੀ ਗੱਲ ਰੱਖਦਾ ਹੋਇਆ ਵਿਸ਼ਵਾਸ ਦਿਵਾਉਣਾ ਕਿ ਕਿਰਤੀ ਕਿਸਾਨ ਯੂਨੀਅਨ ਤੁਹਾਡੇ ਨਾਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਭਾਈ ਰਮਿੰਦਰ ਸਿੰਘ ਜੀ ਪਟਿਆਲਾ ਦਾ, ਜਿਨ੍ਹਾਂ ਵੱਲੋਂ ਇੱਕ ਗੱਲ ਸੰਗਤਾਂ ਦੇ ਸਾਹਮਣੇ ਰੱਖੀ ਹੈ ਕਿ ਕਾਨੂੰਨੀ ਚਾਰਾਜੋਈ ਜਾਂ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਸਿੱਖਾਂ ਨੂੰ ਬੰਦੀ ਬਣਾਇਆ ਗਿਆ। ਸਿੱਖ ਨੌਜਵਾਨਾਂ ਦੀ ਜਿਹੜੀ ਰਿਹਾਈ ਹੈ ਉਹ ਨਹੀਂ ਹੋਣ ਦਿੱਤੀ ਜਾ ਰਹੀ। ਸੋ ਮੈਂ ਉਹਨਾਂ ਦੀ ਗੱਲ ਇੱਕ ਪਲਾਸੇ ਕਰਦਿਆਂ ਕਿ 1999 ਦੇ ਵਿੱਚ ਭਾਈ ਕੁਲਜੀਤ ਸਿੰਘ ਢੱਟ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਦੇ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰਿਆ ਜਾਂਦਾ। ਸੋ ਮੈਂ ਇਹ ਵੀ ਦੱਸਦਾ, ਉਹ ਸਰਦਾਰ ਭਗਤ ਸਿੰਘ ਉਹਨਾਂ ਦੇ ਭਤੀਜੇ ਨੇ, ਜਿਨ੍ਹਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਿਆਸਤ ਕਰ ਰਹੀ ਹੈ ਸਾਰੀ ਭਗਤ ਸਿੰਘ ਦੇ ਉੱਤੇ। ਉਹਦੇ ਭਤੀਜੇ ਨੂੰ ਗੋਲੀਆਂ ਮਾਰ ਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਜਾਂਦਾ। 25 ਸਾਲ ਦਾ ਸਮਾਂ ਲੱਗਦਾ ਉਹਦੇ ਪਰਿਵਾਰ ਨੂੰ ਇਨਸਾਫ ਲੈਣ ਦੇ ਲਈ ਕੋਰਟਾਂ 'ਚੋਂ। 25 ਸਾਲ ਬਾਅਦ ਜਿਹੜੇ ਦੋਸ਼ੀ ਪੁਲਿਸ ਅਫਸਰ ਸੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਤੇ ਕੈਪਟਨ ਸਰਕਾਰ ਨੂੰ ਉਹ 4 ਸਾਲ ਕੇਵਲ ਜੇਲ੍ਹ 'ਚ ਰਹਿੰਦੇ ਨੇ। ਕੈਪਟਨ ਸਰਕਾਰ ਨੂੰ 4 ਸਾਲਾਂ 'ਚ ਉਹਨਾਂ 'ਤੇ ਤਰਸ ਆ ਜਾਂਦਾ ਤੇ ਕੈਪਟਨ ਸਰਕਾਰ ਵੱਲੋਂ ਗ੍ਰਹਿ ਮੰਤਰਾਲੇ ਤੋਂ ਵੀ ਪਰਮਿਸ਼ਨ ਲੈ ਲਈ ਜਾਂਦੀ ਹੈ, ਪੰਜਾਬ ਸਰਕਾਰ ਵੀ ਦੇ ਦਿੰਦੀ ਹੈ। ਆਰਟੀਕਲ 161 ਨੋਟ ਕਰ ਲਿਓ ਸੰਗਤ ਜੀ, ਆਰਟੀਕਲ 161 ਦੇ ਤਹਿਤ ਉਹਨਾਂ ਦੀ ਉਮਰ ਕੈਦ ਕੇਵਲ 4 ਸਾਲਾਂ 'ਚ ਮਾਫ ਕਰਤੀ। ਸੋ ਜਦੋਂ ਤੋਂ ਇਹਨਾਂ ਨੇ ਆਪਣੇ ਢੰਗ ਤਰੀਕੇ ਆਪਣੇ ਬੰਦੇ ਛੱਡਣੇ ਹੋਣ, ਫਿਰ ਤੇ ਧਾਰਾਵਾਂ ਵੀ ਆਪਣੇ ਆਪ ਇਜਾਦ ਕਰ ਲੈਂਦੇ ਨੇ, ਆਪਣੇ ਆਪ ਸਟੇਟ ਪਾਵਰਾਂ ਲੈ ਲੈਂਦੀ ਹੈ ਸਟੇਟ ਤੋਂ। ਜਦੋਂ ਸਾਡੇ ਸਿੱਖਾਂ ਦੀ ਗੱਲ ਆਉਂਦੀ ਹੈ, ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ, ਉਦੋਂ ਸਾਰੀ ਪਾਵਰਾਂ ਖਤਮ। ਸੈਂਟਰ ਕਹਿ ਦਿੰਦਾ ਕਿ ਪੰਜਾਬ ਦੇ ਕੋਲ ਅਧਿਕਾਰ ਹੈ ਛੱਡਣ ਦਾ, ਪੰਜਾਬ ਕਹਿੰਦਾ ਸੈਂਟਰ ਦੇ ਕੋਲ ਹੈ। ਸੋ ਜਿਹੜੇ ਮੈਂ ਗੱਲ ਕਰਦਾ ਸੀਗਾ ਭਗਤ ਸਿੰਘ ਦੇ ਭਾਣਜੇ ਦੀ, ਉਹਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਆਮ ਆਦਮੀ ਪਾਰਟੀ ਕਹਿੰਦੀ ਸੀ ਕੈਪਟਨ ਦੇ ਸਮੇਂ ਕਿ ਜਿੱਦਣ ਸਾਡੀ ਸਰਕਾਰ ਆ ਗਈ, ਜਿਹੜੇ ਪੁਲਿਸ ਵਾਲੇ ਛੱਡੇ ਨੇ ਉਹਨਾਂ ਦੀ ਜਿਹੜੀ ਸਜ਼ਾ ਜਿਹੜੀ ਮੁਆਫ ਕੀਤੀ ਹੈ ਉਹਨੂੰ ਸਸਪੈਂਡ ਕਰਾਂਗੇ, ਇਹਨਾਂ ਨੂੰ ਜੇਲ੍ਹਾਂ 'ਚ ਡੱਕਾਂਗੇ। 10 ਵਾਰ ਭਗਤ ਸਿੰਘ ਦੇ ਜਿਹੜਾ ਪਰਿਵਾਰ ਹੈ ਉਹਦੇ ਵੱਲੋਂ ਟਾਈਮ ਲਿਆ ਗਿਆ, ਮੁੱਖ ਮੰਤਰੀ ਵੱਲੋਂ ਇੱਕ ਵਾਰ ਨਹੀਂ ਸਮਾਂ ਦਿੱਤਾ ਤੇ ਇੱਕ ਵੀ ਪੁਲਿਸ ਅਫਸਰ ਨੂੰ ਕੋਈ ਉਹਦੀ ਜਿਹੜੀ ਸਜ਼ਾ ਮਾਫ ਕੀਤੀ ਹੈ ਉਹਦੇ ਤੇ ਕੋਈ ਗੱਲ ਨਹੀਂ ਕੀਤੀ ਜਦੋਂ ਦੀ ਸਰਕਾਰ ਬਣੀ ਹੈ। ਸੋ ਸਾਡੇ ਲਈ ਜਿਹੜੇ ਕਾਨੂੰਨ ਨੇ ਉਹ ਵਾਕਈ ਹੋਰ ਨੇ। ਸੋ ਮੇਰੀ ਹੁਣ ਬੇਨਤੀ ਹੈ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਭਾਈ ਫਰਮਾਨ ਸਿੰਘ ਸੰਧੂ ਜਿਹੜੇ ਆਪ ਸਿੱਖ ਸੰਗਤਾਂ ਦੇ ਨਾਲ ਕੇਵਲ 5 ਮਿੰਟਾਂ ਵਾਸਤੇ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਕੌਮੀ ਇਨਸਾਫ ਮੋਰਚੇ ਤੇ ਬੈਠੀ ਸਾਧ ਸੰਗਤ, ਆਓ ਗੁਰੂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਾਡੇ ਹਿੰਦੁਸਤਾਨ ਦਾ ਜਿਹੜਾ ਅੰਨਾ ਕਾਨੂੰਨ ਹੈ ਇਹ 2 ਤਰੀਕੇ ਨਾਲ ਚੱਲਦਾ ਹੈ ਕਿ ਇਸ ਕਾਨੂੰਨ ਦੇ ਵਿੱਚ ਜਿਹੜੇ ਬਲਾਤਕਾਰੀ ਲੋਕ ਨੇ ਉਹਨਾਂ ਨੂੰ ਪੈਰੋਲ ਵੀ ਮਿਲਦੀ ਹੈ ਤੇ ਰਿਹਾਈ ਵੀ ਮਿਲਦੀ ਆ, ਔਰ ਜਿਨ੍ਹਾਂ ਲੋਕਾਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਕੌਮ ਲਈ ਔਰ ਧੀਆਂ ਭੈਣਾਂ ਦੀ ਇੱਜ਼ਤ ਬਚਾਈ ਆ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਇਹ ਹਾਕਮਾਂ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਉਸ ਕੌਮ ਨੂੰ ਪਿਆਰ ਨਹੀਂ ਕਰਦੇ ਜਿਨ੍ਹਾਂ ਦੀ ਜਿਹੜੀ ਕੁਰਬਾਨੀ ਆ ਉਹ 80% ਹੈ, ਚਾਹੇ ਅਸੀਂ 2% ਗਿਣੇ ਜਾਂਦੇ ਆ। ਸਾਡੀਆਂ ਵੱਡੀਆਂ ਕੁਰਬਾਨੀਆਂ ਨੇ, ਹਰ ਮਸਲੇ ਤੇ ਅਸੀਂ ਵੱਡੇ ਹੋ ਕੇ ਲੜਦੇ ਆ। ਜਿਹੜਾ ਕੌਮੀ ਇਨਸਾਫ ਮੋਰਚਾ ਹੈ, ਜਿਸ ਦਿਨ ਤੋਂ ਸਰਦਾਰ ਪਾਲ ਸਿੰਘ ਫਰਾਂਸ ਹਰਾਂ ਨੇ ਸ਼ੁਰੂ ਕੀਤਾ ਹੈ, ਸਾਡੀ ਜਥੇਬੰਦੀ ਨਾਲ ਇੱਕ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਅਸੀਂ ਫਰਾਕ ਦਿਲੀ ਨਾਲ ਇਹ ਗੱਲ ਕਹੀ ਸੀ, ਫਰਾਂਸ ਸਾਹਿਬ ਜਿੱਥੇ ਵੀ ਤੁਹਾਨੂੰ ਲੋੜ ਹੈ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਤੁਹਾਡੇ ਨਾਲ ਹਰ ਮੋਢੇ ਨਾਲ ਮੋਢਾ ਲਾ ਕੇ ਲੜਾਈ ਲੜੇਗਾ। ਅੱਜ ਜਿਹੜੀ ਸਮੁੱਚੀ ਸੰਯੁਕਤ ਮੋਰਚੇ ਦੀ ਟੀਮ ਆ ਇਸ ਇਨਸਾਫ ਮੋਰਚੇ ਵਿੱਚ ਪਹੁੰਚੀ ਹੋਈ ਆ, ਕਿਉਂਕਿ ਇਹਨਾਂ ਲੋਕਾਂ ਨੇ ਜਿਹੜਾ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਜਿੱਤਿਆ ਹੈ, ਅੰਦੋਲਨ ਲੜਨ ਦਾ ਇੱਕ ਤਰੀਕਾ ਸਿੱਖਿਆ ਹੋਇਆ ਹੈ ਕਿ ਅੰਦੋਲਨ
ਉਹੀ ਕੌਮਾਂ ਜਿੱਤਦੀਆਂ ਨੇ ਜਿਹੜੀਆਂ ਸ਼ਾਂਤ ਦਰਿਆ ਵਾਂਗੂ ਚੱਲਦੀਆਂ ਨੇ। ਉਹ ਮੋਰਚੇ ਹਮੇਸ਼ਾ ਜਿੱਤੇ ਜਾਂਦੇ ਨੇ। ਜਿਹੜੇ ਮੋਰਚਿਆਂ ਦੇ ਵਿੱਚ ਸਰਕਾਰਾਂ ਇੰਟਰਫੇਅਰ ਕਰਕੇ ਖਰਾਬੀ ਕਰਦੀਆਂ ਨੇ, ਅਸੀਂ ਮੋਰਚੇ ਨੂੰ ਸ਼ਾਂਤਮਈ ਤਰੀਕੇ ਨਾਲ ਚਲਾਉਣਾ ਹੈ ਔਰ ਪੰਥ ਦਰਦੀਆਂ ਨੂੰ ਇੱਕ ਹੋਕਾ ਦੇਣਾ ਹੈ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤਾਂ ਅਸੀਂ ਸਿੱਖ ਕੌਮ ਦੀ ਅਗਵਾਈ ਕਰ ਸਕੀਏ ਔਰ ਉਹਨਾਂ ਨੂੰ ਬੰਦਾ ਮਾਣ ਦੇ ਸਕੀਏ। ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ ਵਿੱਚ ਬੰਦ ਨੇ, 27 ਸਾਲ 32 ਸਾਲ ਜੇਲ੍ਹਾਂ ਵਿੱਚ ਬੈਠੇ ਹੋਏ ਨੇ, ਉਹਨਾਂ ਨੂੰ ਸਾਫ਼ ਦਿਵਾਉਣ ਲਈ ਪੱਥ ਦਰਦੀਆਂ ਨੂੰ ਅਪੀਲ ਹੈ ਤੁਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਤਾਂ ਅਸੀਂ ਉਨੀ ਬੰਦੀ ਸਿੰਘਾਂ ਦੀ ਰਿਹਾਈ ਕਰਾਈਏ। ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਫਰਮਾਨ ਸਿੰਘ ਸੰਧੂ ਜੀ ਦਾ। ਸੋ ਹੁਣ ਮੇਰੀ ਬੇਨਤੀ ਹੈ ਭਾਈ ਬਿੰਦਰ ਸਿੰਘ ਗੋਲੇਵਾਲ, ਉਹ ਵੀ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੇ, ਉਹ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਇੱਕ ਜਾਣਕਾਰੀ ਹੈ ਕਿ ਪਿੱਛੇ ਆ ਸਪੀਕਰਾਂ ਦੇ ਨੇੜੇ ਕੁਛ ਵੀਰ ਜੋੜੇ ਪਾਏ ਹੋਏ ਨੇ। ਮੇਰੀ ਬੇਨਤੀ ਹੈ ਕਿ ਪੰਡਾਲ ਦਾ ਜਿਹੜਾ ਏਰੀਆ ਉਹਦੇ ਅੰਦਰ ਕਿਰਪਾ ਕਰਕੇ ਕੋਈ ਵੀ ਸੰਗਤ 'ਚੋਂ ਜੋੜੇ ਪਾ ਕੇ ਨਾ ਬੈਠੇ। ਮੇਰੀ ਚਰਨਾਂ 'ਚ ਬੇਨਤੀ ਆਪ ਜੀ ਦੇ। ਸੋ ਹੁਣ ਭਾਈ ਬਿੰਦਰ ਸਿੰਘ ਜੀ ਗੋਲੇਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਅਤੇ ਪਵਿੱਤਰ ਗੋਦ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਠ ਕੌਮੀ ਇਨਸਾਫ ਮੋਰਚੇ ਦੀ ਲੱਗੇ ਇਸ ਮੋਰਚੇ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ, ਸਮੂਹ ਸੰਗਤ, ਮਾਤਾਵਾਂ ਭੈਣਾਂ, ਸਮੂਹ ਜੋ ਪ੍ਰਬੰਧਕ ਕਮੇਟੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਦੇ ਨਾਲ ਇਹ ਹਾਲਾਤ ਅੱਜ ਨਹੀਂ, ਕੱਲ ਨਹੀਂ, ਇਹ ਤਾਂ ਗੁਰੂ ਨਾਨਕ ਸਾਹਿਬ ਵੇਲੇ ਵੀ ਹੋਏ ਸਨ। ਬਾਬਰ ਨੇ ਵੀ ਕੀਤੇ ਸਨ, ਅਬਦਾਲੀ ਹੁਣਾਂ ਨੇ ਵੀ ਕੀਤੇ ਸਨ, ਔਰੰਗਜ਼ੇਬ ਨੇ ਵੀ ਕੀਤੇ ਸਨ। ਹਰ ਸਮੇਂ ਐਸੇ ਤਰ੍ਹਾਂ ਹੀ ਸਾਡੇ ਪੁਰਖਿਆਂ ਨੂੰ ਵੀ ਇਹ ਮੁਕਾਬਲੇ, ਇਹ ਸਭ ਕੁਝ ਕਰਨਾ ਪਿਆ ਜਿਸ ਤਰ੍ਹਾਂ ਹੁਣ ਹੋ ਰਿਹਾ ਹੈ। ਸੋ ਮੈਂ ਇੱਕ ਗੱਲ ਕਹਾਂ, ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ, 328 ਸਰੂਪਾਂ ਦਾ ਮਸਲਾ, ਬਾਈਬਲ ਕੋਟਕਪੂਰਾ ਗੋਲੀ ਕਾਂਡ ਦਾ ਮਸਲਾ, ਜਾਂ ਸਾਡੇ ਇਹਨਾਂ ਬੰਦੀ ਸਿੰਘਾਂ ਦਾ ਮਸਲਾ ਹੈ, ਇਹ ਅਸੀਂ ਇਕੱਲਾ ਸਿੱਖ ਕੌਮ ਦਾ ਮਸਲਾ ਨਾ ਲਈਏ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਗਈ ਹੈ। ਇਹ ਚਾਹੇ ਕੋਈ ਹਿੰਦੂ ਹੋਵੇ ਉਹਦਾ ਵੀ ਮਸਲਾ ਹੈ, ਕਿਉਂਕਿ ਸਾਡਾ ਗੁਰੂ ਗ੍ਰੰਥ ਸਾਹਿਬ ਤਾਂ ਸਾਂਝਾ ਹੈ ਸਾਰਿਆਂ ਦਾ। ਕੋਈ ਮੁਸਲਮਾਨ ਹੋਵੇ ਉਹਦੀ ਵੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕੋਈ ਈਸਾਈ ਹੋਵੇ। ਸੋ ਆਪਾਂ ਇੱਕ ਤਾਂ ਪ੍ਰਚਾਰ ਜੋ ਹੈ ਕੱਲਾ ਸੱਦਾ ਸਾਡਾ ਸਿੱਖ ਧਰਮ ਨੂੰ ਨਹੀਂ ਹੈ, ਸਮੁੱਚੀ ਮਾਨਵਤਾ ਨੂੰ ਸਾਡਾ ਸੱਦਾ ਹੈ। ਔਰ ਇਹਦੀ ਕਾਮਯਾਬੀ ਵਾਸਤੇ ਅਸੀਂ ਸੰਯੁਕਤ ਮੋਰਚੇ ਵੱਲੋਂ ਜਿਸ ਤਰ੍ਹਾਂ ਕਿਸਾਨੀ ਮਸਲਿਆਂ ਦੇ ਵਿੱਚ ਜਾ ਕੇ ਪਿੰਡ-ਪਿੰਡ ਪ੍ਰਚਾਰ ਕਰਦੇ, ਜਿਹੜਾ ਜ਼ਰੂਰੀ ਹੈ ਲੋਕਾਂ ਵਿੱਚ ਪ੍ਰਚਾਰ ਕਰਨਾ, ਲੋਕਾਂ ਵਿੱਚ ਦੱਸਣਾ, ਲੋਕਾਂ ਨੂੰ ਉਤਸ਼ਾਹਿਤ ਕਰਨਾ, ਇਹ ਸਾਰੇ ਮਸਲੇ ਨੂੰ ਦੱਸਣਾ। ਜਿੱਥੇ ਇੱਥੇ ਆਉਣਾ ਜ਼ਰੂਰੀ ਹੈ, ਉਸ ਤੋਂ ਵੀ ਵੱਡਾ ਮਸਲਾ ਸੀ ਪ੍ਰਚਾਰ ਕਰੀਏ ਪਿੰਡਾਂ ਦੇ ਵਿੱਚ। ਪ੍ਰਚਾਰ ਦੇ ਨਾਲ ਹੀ ਸਾਰਾ ਸਾਡਾ ਜਿਹੜਾ ਹੈਗਾ ਮਸਲਾ, ਵੱਡੇ ਇਕੱਠ ਜਿਹੜੇ ਹੈਗੇ ਆ ਉਹ ਹੋਣੇ ਹੈ। ਸੋ ਸਾਡਾ, ਮੈਂ ਕੌਮੀ ਕਿਸਾਨ ਯੂਨੀਅਨ ਦਾ ਪ੍ਰਧਾਨ ਹੋਣ ਦੇ ਨਾਤੇ ਗੱਲ ਕਰਾਂ ਕਿ ਸਾਡਾ ਪਹਿਲਾਂ ਵੀ ਇੱਥੇ ਹਿੱਸੇਦਾਰੀ ਚੱਲ ਰਹੀ ਹੈ। ਗੁਰਚਰਨ ਸਿੰਘ ਤਰਨਤਾਰਨ ਦੀ ਰਹਿਨਮਾਈ ਹੇਠ ਮੁੜ ਤੋਂ ਲੈ ਕੇ ਸਾਡੇ ਚੱਲ ਰਹੇ ਹਨ। ਔਰ ਟਰਾਲੀਆਂ ਦੀ ਗੱਲ ਕੀਤੀ ਗਈ ਹੈ, ਟਰਾਲੀਆਂ ਵੀ ਜਲਦੀ ਜਿਸ ਤਰ੍ਹਾਂ ਹੁਕਮ ਹੋਇਆ ਪ੍ਰਬੰਧਕਾਂ ਵੱਲੋਂ ਫਰਜ਼ ਬਣਦਾ ਹੈ। ਇਹ ਕੋਈ ਆਸਾਨ ਨਹੀਂ ਹੈ। ਸਾਡਾ ਹਰ ਇਨਸਾਨ ਦਾ
ਫਰਜ਼ ਹੈ ਜਿਸ ਤਰ੍ਹਾਂ ਵੀ ਅਸੀਂ ਹਿੱਸਾ ਪਾ ਸਕਦੇ ਹਾਂ ਪਾਉਣਾ ਚਾਹੀਦਾ ਹੈ। ਹਰ ਰੋਜ਼ ਸੰਯੁਕਤ ਮੋਰਚੇ ਵੱਲੋਂ ਆਉਣ ਦੀ ਗੱਲ ਕੀਤੀ ਗਈ ਹੈ ਇੱਕ ਜਥੇਬੰਦੀ ਦੀ। ਸੋ ਮੈਂ ਕੌਮੀ ਕਿਸਾਨ ਯੂਨੀਅਨ ਵੱਲੋਂ ਇਹ ਬੇਨਤੀ ਕਰਦਾ ਕਿ ਪਰਸੋਂ 22 ਤਰੀਕ ਨੂੰ ਕੌਮੀ ਕਿਸਾਨ ਯੂਨੀਅਨ ਦਾ ਵੱਡਾ ਜਥਾ ਲੈ ਕੇ ਇੱਥੇ ਅਸੀਂ ਪਹੁੰਚਾਂਗੇ। ਔਰ ਸੰਯੁਕਤ ਮੋਰਚੇ ਵੱਲੋਂ ਬਹੁਤ ਪਹਿਲਾਂ ਹੀ ਫੈਸਲਾ ਲੈ ਲਿਆ ਗਿਆ ਸੀ ਕਿ ਸਾਡਾ ਮਸਲਾ ਇਕੱਲੀ ਇੱਥੋਂ ਵਾਲੀ ਕਮੇਟੀ ਦਾ, ਕੌਮੀ ਇਨਸਾਫ ਮੋਰਚੇ ਦੀ ਕਮੇਟੀ ਦਾ ਮਸਲਾ ਨਹੀਂ, ਸਾਡੀ ਸਮੁੱਚੀ ਸੰਗਤ ਦਾ ਮਸਲਾ ਹੈ। ਇੱਥੇ ਕੋਈ ਆਸਾਨ ਕਰਨ ਜਾਂ ਕਿਸੇ ਵਾਸਤੇ ਇਹ ਕੰਮ ਕਰਨ ਨਹੀਂ ਆਏ, ਇਹ ਤਾਂ ਸਾਡਾ ਸਾਰਿਆਂ ਦਾ ਮਸਲਾ ਹੈ। ਪਹਿਲਾਂ ਵੀ ਗੱਲ ਹੋਈ ਹੈ ਕਿ ਅਸੀਂ ਪਹਿਲਾਂ 1 ਸਾਲ ਤੋਂ ਉੱਪਰ ਸਮਾਂ ਲਾ ਕੇ ਦਿੱਲੀ ਦਾ ਮੋਰਚਾ ਜਿੱਤਿਆ। ਉੱਥੇ ਵੀ ਵਾਰ-ਵਾਰ ਇਹੀ ਗੱਲ ਹੋਈ ਕਿ ਦੋਵੇਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ, ਜੋਸ਼ ਅਤੇ ਹੋਸ਼ ਵਿੱਚ ਰਹਿ ਕੇ ਕੰਮ ਕੀਤਾ ਜਾਵੇ। ਸਾਰੀਆਂ ਗੱਲਾਂ, ਸਾਰੇ ਪਲਾਨ ਜੋ ਹੈ ਸਰਕਾਰਾਂ, ਚਾਹੇ ਕੋਈ ਅੱਜ ਦੀਆਂ ਸਨ ਜੋ ਪਹਿਲਾਂ ਦੀਆਂ ਸਨ, ਸਾਰੀਆਂ ਉਹ ਕਰਦੀਆਂ ਨੇ ਇਹਨਾਂ ਨੂੰ ਖਿਡਾਉਣ ਵਾਸਤੇ। ਬਹੁਤ ਤਰ੍ਹਾਂ ਦੇ ਸਾਡੇ ਵਿੱਚ ਹੀ ਲੋਕ ਉਹ ਭੇਜਦੇ ਨੇ, ਆਉਂਦੇ ਨੇ, ਤਰ੍ਹਾਂ ਦੀਆਂ ਗੱਲਾਂ ਹੋਣਗੀਆਂ। ਜਿਉਂ-ਜਿਉਂ ਸਾਡੇ ਇਸ ਮੋਰਚੇ ਨੇ ਵੱਡਾ ਹੋਣਾ ਹੈ, ਜਿਉਂ-ਜਿਉਂ ਇਸ ਵਿੱਚ ਵੱਡੀ ਉਤਸ਼ਾਹਤ ਹੋਣਾ ਲੋਕਾਂ ਨੇ, ਜਿਉਂ-ਜਿਉਂ ਆਉਣਾ, ਜਿਉਂ-ਜਿਉਂ ਭਖਣਾ ਹੈ, ਤਿਉਂ ਇਹ ਲੋਕ ਵਿੱਚ ਵੜ ਕੇ ਸਾਨੂੰ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਬੜੀ ਪ੍ਰਬੰਧਕ ਕਮੇਟੀ 'ਚ ਬੜੀ ਸਿਆਣੀ ਹੈ, ਬੜੇ ਸੁਚੱਜੇ ਢੰਗ ਦੇ ਨਾਲ ਜੋ ਪ੍ਰਬੰਧ ਚਲਾ ਰਹੀ ਹੈ। ਪਰ ਫਿਰ ਵੀ ਅਸੀਂ ਸਾਰੀ ਗੱਲ ਦਾ ਖਿਆਲ ਰੱਖੀਏ ਔਰ ਸੰਯੁਕਤ ਮੋਰਚਾ ਹਮੇਸ਼ਾ ਤੁਹਾਡੇ ਨਾਲ ਹੋਵੇਗਾ। ਔਰ ਕੌਮੀ ਕਿਸਾਨ ਯੂਨੀਅਨ ਜੋ ਪਹਿਲੇ ਦਿਨ ਤੋਂ ਲੱਗੀ ਹੈ ਉਹ 22 ਤਰੀਕ ਨੂੰ ਵੀ ਆਵੇਗੀ। ਫਿਰ ਵੀ ਹਰ ਰੋਜ਼ ਸਾਡੀ ਜੋ ਇੱਥੇ ਹੈ ਹਾਜ਼ਰੀ ਅਸੀਂ ਜ਼ਿਲ੍ਹਿਆਂ ਵੱਲੋਂ ਰੱਖਾਂਗੇ। ਇੰਨਾ ਕੁਝ ਕਹਿੰਦਾ ਧੰਨਵਾਦੀ ਹਾਂ ਸਾਰਿਆਂ ਦਾ, ਸਮੁੱਚੀ ਜੋ ਸੰਯੁਕਤ ਮੋਰਚੇ ਦਾ, ਸਮੁੱਚੀ ਕਮੇਟੀ ਦਾ, ਸਮੁੱਚੀ ਸੰਗਤ ਦਾ, ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦੀ ਹਾਂ, ਜਿਨ੍ਹਾਂ ਦੀ ਰਹਿਨਮਾਈ ਹੇਠ, ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਇਹ ਸਭ ਕੁਝ ਹੋ ਰਿਹਾ ਹੈ। ਧੰਨਵਾਦੀ ਹਾਂ ਔਰ ਫਤਿਹ ਗੁਜ਼ਾਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਭਾਈ ਬਿੰਦਰ ਸਿੰਘ ਜੀ ਗੋਲੇਵਾਲ, ਜਿਨ੍ਹਾਂ ਵੱਲੋਂ ਐਲਾਨ ਵੀ ਕੀਤਾ ਗਿਆ ਕਿ 22 ਤਰੀਕ ਨੂੰ ਉਹਨਾਂ ਦੀ ਜਥੇਬੰਦੀ ਵੱਲੋਂ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੂੰ ਲੈ ਕੇ ਉਹ ਸ਼ਮੂਲੀਅਤ ਵੀ ਕਰਨਗੇ। ਸੋ ਹੁਣ ਮੇਰੀ ਬੇਨਤੀ ਹੈ, ਸੰਯੁਕਤ ਕਿਸਾਨ ਮੋਰਚਾ ਦੇ ਆਗੂ ਭਾਈ ਬੂਟਾ ਸਿੰਘ ਸ਼ਾਦੀਪੁਰ, ਉਹ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਜੋ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਉਹਦੇ ਵਿੱਚ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਦੀਆਂ 31 ਜਥੇਬੰਦੀਆਂ ਦਾ ਫੈਸਲਾ ਸੀ, ਉਹਦੇ ਅਨੁਸਾਰ ਸਾਰੀਆਂ ਜਥੇਬੰਦੀਆਂ ਆਪੋ ਆਪਣਾ ਕੇਡਰ ਲੈ ਕੇ ਇੱਥੇ ਪਹੁੰਚੇ ਨੇ। ਉਹਦੇ ਵਿੱਚ ਸਾਡੀ ਜਥੇਬੰਦੀ BKU ਸ਼ਾਦੀਪੁਰ ਵੱਲੋਂ ਵੀ ਹਾਜ਼ਰੀ ਲਵਾਉਣ ਦਾ ਵੱਡੇ ਪੱਧਰ ਤੇ ਯਤਨ ਕੀਤਾ ਗਿਆ ਔਰ ਪਹੁੰਚੇ ਹਾਂ। ਥੋੜਾ ਜਿਹਾ ਲੇਟ ਹੋ ਕੇ ਮੈਂ ਆਪਣੀਆਂ ਸਾਥੀ ਜਥੇਬੰਦੀਆਂ ਤੋਂ ਖਿਮਾ ਮੰਗਦਾ ਕਿ ਸਾਡੇ ਇੱਕ ਬਹੁਤ ਹੀ ਸੀਨੀਅਰ ਆਗੂ, ਉਹਨਾਂ ਦੇ ਬ੍ਰਦਰ ਦੀ ਸਵੇਰੇ ਡੈਥ ਹੋ ਗਈ, ਉਹਦੇ ਕਾਰਨ ਅਸੀਂ ਲੇਟ ਹੋਏ ਕੁਝ ਔਰ ਜਾਣਾ ਵੀ ਸਾਨੂੰ ਪਊਗਾ ਜਲਦੀ। ਸਾਥੀਓ, ਜੋ ਸਰਕਾਰਾਂ ਨੇ, ਆਪਾਂ ਸਰਕਾਰਾਂ ਦੀ ਗੱਲ ਕਰ ਰਹੇ ਹਾਂ, ਮੇਰੇ ਤੋਂ ਪਹਿਲਾਂ ਵੀ ਸਰਕਾਰਾਂ ਦੀ ਗੱਲ ਚੱਲ ਰਹੀ ਹੈ। ਸਰਕਾਰਾਂ ਨੂੰ ਜ਼ਬਰਦਸਤੀ ਔਰ ਧੱਕੇ ਨਾਲ ਮਨਾਉਣਾ ਪੈਂਦਾ ਜੇ ਕੋਈ ਨਹੀਂ ਜੇ ਮੰਨਦੀਆਂ ਬਿਲਕੁਲ ਵੀ। ਜਿਵੇਂ ਦਿੱਲੀ ਦੇ ਮੋਰਚੇ ਦੇ ਵਿੱਚ ਤੁਸੀਂ ਇਕਮੁੱਠ ਹੋ ਕੇ ਤੁਸੀਂ ਫਿਰ ਕੇਂਦਰ ਦੀ ਤਾਕਤਵਰ ਸਰਕਾਰ ਸੀ ਜਿਹੜੀ, ਔਰ ਤਾਕਤਵਰ ਪ੍ਰਧਾਨ ਮੰਤਰੀ ਜਿਹੜਾ ਸੀ, ਉਹਨੂੰ ਆਪਣੀਆਂ ਮੰਗਾਂ ਮੰਨਣ ਵਾਸਤੇ ਤੁਸੀਂ ਮਜਬੂਰ ਕੀਤਾ ਤੇ ਉਹ ਕਾਲੇ ਕਾਨੂੰਨ ਨੂੰ ਵਾਪਸ ਲਏ। ਉਸੇ ਤਰ੍ਹਾਂ ਹੀ ਇਸ ਮੋਰਚੇ ਦੇ ਵਿੱਚ ਵੀ ਜਿਵੇਂ ਸ਼ਮੂਲੀਅਤ ਵੱਧ ਰਹੀ ਹੈ, ਦਿਨੋਂ ਦਿਨ ਜਦੋਂ ਵੱਧ ਕੇ ਸ਼ਿਖਰਾਂ ਤੇ ਪਹੁੰਚ ਗਿਆ ਤੇ ਫਿਰ ਭਗਵੰਤ ਕੀ, ਫਿਰ ਕੇਂਦਰ ਸਰਕਾਰ ਹੁਣੀ ਸਾਰੇ ਲਿਲਕੜੀਆਂ ਕੱਢਣਗੇ। ਪਰ ਅੱਜ ਉਹ ਵੇਖ ਰਹੇ ਨੇ ਕਿ ਸ਼ਾਇਦ ਹੋ ਸਕਦਾ ਗਿਣਤੀ ਘੱਟ ਹੈ, ਪਰ ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਕਿ ਜਿਹੜੇ ਲੋਕ
ਪੰਜਾਬ ਦੇ ਅੰਦਰ ਬੈਠੇ ਨੇ ਜਾਂ ਸਿੱਖੀ ਨੂੰ ਜਾਂ ਸਾਰੇ ਧਰਮਾਂ ਨੂੰ ਸਾਂਝੇ ਪੈਣ ਦੇ ਉੱਤੇ ਇੱਕਮਤ ਹੋ ਕੇ ਲੜਨ ਦਾ ਯਤਨ ਕਰਦੇ ਨੇ, ਉਹ ਦਿਲਾਂ ਦੇ ਵਿੱਚ ਸਮੋ ਕੇ ਬੈਠੇ ਨੇ, ਉਹ ਸਾਰੇ ਦੇ ਸਾਰੇ ਉੱਥੇ ਪਹੁੰਚਣ ਵਾਸਤੇ ਤਿਆਰ ਨੇ। ਅਸੀਂ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਕਿਹੜੀ ਗੱਲ ਤੋਂ ਇਹ ਜਿਵੇਂ ਮੇਰੇ ਤੋਂ ਪਹਿਲਾਂ ਬੁਰਜ ਗਿੱਲ ਜੀ ਕਰ ਰਹੇ ਸੀ ਕਿ ਟੀਰੀ ਅੱਖ ਹੈ ਇਹਨਾਂ ਦੀ, ਇਸ ਕਾਨੂੰਨ ਦੀ ਵਾਕਿਆ ਹੀ ਟੀਰੀ ਅੱਖ ਹੈ, ਟੇਢੀ ਅੱਖ ਹੈ ਦੀ। ਜਿੱਥੇ ਇਹਨਾਂ ਦੇ ਲੋਕ ਨੇ ਉਹਨਾਂ ਦੇ ਵਿੱਚ ਕਾਨੂੰਨ ਲਾਗੂ ਜਦੋਂ ਹੋਣਾ ਹੁੰਦਾ ਮੇਰੇ ਸਾਥੀਓ, ਉਹਨਾਂ ਵਾਸਤੇ ਕਾਨੂੰਨ ਨੂੰ ਢਿੱਲ ਦਿੱਤੀ ਜਾਂਦੀ ਹੈ। ਜਦੋਂ ਤੁਹਾਡੇ ਵਾਸਤੇ ਕੋਈ ਕਾਨੂੰਨ ਆਉਂਦਾ ਹੈ, ਤੁਹਾਡੇ ਤੇ ਗੱਲ ਲਾਗੂ ਹੁੰਦੀ ਹੈ, ਤੇ ਉਸ ਟਾਈਮ ਕਾਨੂੰਨ ਹੈ ਜਿਹੜਾ ਉਹਨੂੰ ਸਖਤੀ ਦੇ ਰੂਪ ਚ ਕੀਤਾ ਜਾਂਦਾ ਹੈ। ਉਹ ਸਖਤੀ ਦਾ ਰੂਪ ਹੈ ਜਿਹੜਾ ਉਹ ਖਤਮ ਕਿਵੇਂ ਹੋਣਾ ਉਹ ਵੀ ਤੁਸੀਂ ਜਾਣਦੇ ਹੋ। ਜਿੰਨਾ ਚਿਰ ਤੁਸੀਂ ਸਾਰੇ ਇੱਕਮੁੱਠ ਹੋ ਕੇ ਇੱਕ ਆਵਾਜ਼ ਦੇ ਅੰਦਰ ਇਕੱਠੇ ਹੋ ਕੇ ਆਪਣੀ ਆਵਾਜ਼ ਨਹੀਂ ਚੁੱਕਦੇ, ਉਹਨਾਂ ਚਿਰ ਇਹ ਕਾਨੂੰਨ ਦੀ ਟੀਰੀ ਅੱਖ ਹੈ ਜਿਹੜੀ ਇਹਨੂੰ ਸਿੱਧਿਆ ਨਹੀਂ ਕੀਤਾ ਜਾ ਸਕਦਾ। ਮੈਂ ਬਹੁਤਾ ਸਮਾਂ ਨਹੀਂ ਲੈਣਾ। ਮੈਂ ਬੇਨਤੀ ਕਰੀ ਸੀ ਸਟੇਟ ਸਕੱਤਰ ਸਾਹਿਬ ਨੂੰ, ਕਹਿੰਦੇ ਸਮਾਂ ਬਹੁਤ ਥੋੜਾ, ਬੁਲਾਰੇ ਜ਼ਿਆਦੇ ਆ। ਸਾਡੇ ਐਡਵੋਕੇਟ ਨੇ ਪ੍ਰਭਦੀਪ ਪਾਲ ਜੀ, ਉਹਨਾਂ ਨੇ ਬਹੁਤ ਵੱਡੀ ਤਿਆਰੀ ਕਰੀ ਹੋਈ ਹੈ, ਔਰ ਜਰਨੈਲ ਪੰਜੋਲਾ ਜੀ ਨੇ ਤੇ ਬੰਦੀ ਸਿੰਘਾਂ ਤੇ ਲਿਖੀ ਹੋਈ ਸੀ ਕਵਿਤਾ। ਪਰ ਚਲੋ ਕੋਈ ਗੱਲ ਨਹੀਂ, ਜੋ ਤੁਹਾਡਾ ਫੈਸਲਾ ਉਹਦੇ ਨਾਲ ਡਟ ਕੇ ਖੜੇ ਆ। ਇਸ ਤੋਂ ਪਹਿਲਾਂ 3 ਵਾਰ ਸਾਡੇ ਜਥੇ ਆ ਗਏ ਨੇ, ਖੁਦ ਮੈਂ ਵੀ 3 ਵਾਰ ਹਾਜ਼ਰੀ ਲਵਾ ਕੇ ਗਿਆ ਸੰਗਤਾਂ ਦੇ ਚਰਨਾਂ ਦੇ ਅੰਦਰ। ਅੱਗੇ ਵੀ ਜੋ ਹੁਕਮ ਹੋਊਗਾ, ਹੁਣੇ ਮੇਰੀ ਗੱਲ ਹੋ ਰਹੀ ਸੀ ਕਿ ਅੱਗੇ ਮੀਟਿੰਗ ਰੱਖੀ ਹੈ, ਜੋ ਸੰਯੁਕਤ ਮੋਰਚੇ ਦਾ ਫੈਸਲਾ ਹੋਇਆ ਉਹਦੇ ਉੱਤੇ ਫੁੱਲ ਚੜਾਵਾਂਗੇ, ਜੋ ਕੌਮੀ ਇਨਸਾਫ ਮੋਰਚੇ ਦਾ ਹੋਇਆ ਉਹ ਫੈਸਲਾ ਉੱਤੇ ਫੁੱਲ ਚੜਾਵਾਂਗੇ। ਇੰਨੀਆਂ ਬੇਨਤੀਆਂ ਕਰਕੇ ਮੈਂ ਆਪਣੀ ਜਥੇਬੰਦੀ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ, ਜਦੋਂ ਵੀ ਆਵਾਜ਼ ਮਾਰੋਗੇ ਤੁਹਾਡੇ ਵਿੱਚ ਉਸੇ ਟਾਈਮ ਅਸੀਂ ਹਾਜ਼ਰ ਹੋਵਾਂਗੇ। ਇੰਨੀਆਂ ਬੇਨਤੀਆਂ ਕਰਕੇ ਆਪਣੀ ਅਰਜ਼ ਸਮਾਪਤ ਕਰਦਾ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਧੰਨਵਾਦੀ ਹਾਂ ਸ਼ਾਦੀਪੁਰ ਜੀ ਦਾ। ਸੋ ਹੁਣ ਮੇਰੀ ਬੇਨਤੀ ਹੈ ਬਾਪੂ ਗੁਰਚਰਨ ਸਿੰਘ ਜੀ ਨੂੰ ਕਿ ਉਹ ਕੇਵਲ 1 ਮਿੰਟ ਵਾਸਤੇ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਗਵਾਈ ਵਿੱਚ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੇ ਗੁਰੂ ਰੂਪ ਖਾਲਸਾ ਜੀ, ਸਭ ਤੋਂ ਪਹਿਲਾਂ ਦਾਸ ਆਪਣੇ ਵੱਲੋਂ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬੁਲਾਈ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਮੁੱਦਿਆਂ ਨੂੰ ਲੈ ਕੇ ਜੋ 7 ਜਨਵਰੀ ਤੋਂ ਸਰਕਾਰਾਂ ਤੋਂ ਹੱਕ ਲੈਣ ਲਈ ਕੌਮੀ ਇਨਸਾਫ ਮੋਰਚਾ ਲਾਇਆ ਗਿਆ, ਇਸ ਵਿੱਚ ਵੱਖ-ਵੱਖ ਜਥੇਬੰਦੀਆਂ ਆਪਣੇ ਤੌਰ ਤੇ, ਨਿੱਜੀ ਤੌਰ ਤੇ ਸੰਗਤਾਂ ਆਪਣਾ ਕੌਮੀ ਫਰਜ਼ ਸਮਝਦੇ ਹੋਏ ਹਾਜ਼ਰੀ ਲਵਾ ਰਹੀਆਂ। ਸੋ ਮੈਂ 1-2 ਬੇਨਤੀਆਂ ਕਰਨੀਆਂ। ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਪਹਿਲੇ ਦਿਨ ਤੋਂ ਹੁਕਮ ਹੈ ਕਿ ਜਿਨ੍ਹਾਂ 4 ਮੁੱਦਿਆਂ ਤੇ ਅਸੀਂ ਇਹ ਮੋਰਚਾ ਲਾਇਆ, ਜੋ ਵੀ ਇਹਨਾਂ ਮੁੱਦਿਆਂ ਨੂੰ ਸਮਰਪਿਤ ਹੋ ਕੇ ਇਸ ਮੋਰਚੇ 'ਚ ਸ਼ਾਮਲ ਹੋਣ ਲਈ ਆਉਂਦਾ, ਸਾਡਾ ਫਰਜ਼ ਬਣਦਾ ਸੀ ਉਹਨੂੰ ਗਲੇ ਲਾਈਏ। ਸਤਿ ਸ੍ਰੀ ਅਕਾਲ। ਕਿਉਂਕਿ ਸਾਡੇ ਗੁਰੂ ਸਾਹਿਬ ਦਾ ਵੀ ਹੁਕਮ ਹੈ, ਜੋ ਸਰ ਲਾਵੇ ਤਿਸ ਕੰਠ ਲਾਵੇ। ਸੋ ਅਸੀਂ ਗੁਰੂ ਸਾਹਿਬ ਦਾ ਹੁਕਮ ਮੰਨਦੇ ਹੋਏ ਉਸ ਤੇ ਪਹਿਰਾ ਦੇਣਾ, ਜੋ ਵੀ ਇੱਥੇ ਆਉਂਦਾ ਉਹਦਾ ਸਤਿਕਾਰ ਕਰਨਾ, ਕਿਉਂਕਿ ਉਸ ਦੀ ਜਿੱਥੇ ਇਹਨਾਂ ਮੁੱਦਿਆਂ ਪ੍ਰਤੀ ਉਹਦੀ ਸੁਰਤ ਦਾ ਉਹ ਸਮਰਪਣ ਹੋ ਕੇ ਆਉਂਦਾ, ਉੱਥੇ ਉਹਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਵਿੱਚ ਅਗਵਾਈ ਵਿੱਚ ਆਸਥਾ ਵੀ ਹੈ। ਕਿਉਂਕਿ ਹਰ ਉਹ ਇੱਕ ਸਿੱਖ, ਭਾਵੇਂ ਕਿੱਤੇ ਵਜੋਂ ਕਿਸਾਨ ਹੈ, ਕੋਈ ਮਜ਼ਦੂਰ ਹੈ, ਕੋਈ ਸਨਅਤਕਾਰ ਹੈ, ਪਰ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦਾ ਸਿੱਖ ਹੋਣ ਦਾ ਵੀ ਉਹ ਆਪਣੇ ਆਪ 'ਚ ਹੱਕ ਰੱਖਦਾ। ਸੋ ਅਸੀਂ ਉਹਦਾ ਸਤਿਕਾਰ ਕਰਨਾ। ਖਾਸ ਕਰਕੇ ਅੱਜ ਤੁਹਾਡਾ ਕੱਦ ਬਹੁਤ ਵੱਡਾ ਹੋਣ ਜਾ ਰਿਹਾ, ਕਿਉਂਕਿ ਵੱਖ-ਵੱਖ ਜਥੇਬੰਦੀਆਂ, ਇੱਕ ਤਾਂ ਤੁਹਾਡੇ
ਜਿਹੜੇ ਕਾਰਜਾਂ ਵਾਸਤੇ ਮੋਰਚਾ ਲਾਇਆ ਉਹਨਾਂ ਨੂੰ ਜਾਇਜ਼ ਉਹਨਾਂ ਨੂੰ ਜਾਇਜ਼ ਠਹਿਰਾਉਣ ਵਾਸਤੇ ਤੁਹਾਡੇ ਨਾਲ ਖੜ ਰਹੀਆਂ। ਜਿੱਥੇ ਕਿ ਸਰਕਾਰਾਂ ਤੁਹਾਨੂੰ ਬਦਨਾਮ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀਆਂ, ਕਦੇ ਸਾਨੂੰ ਖਾਲਿਸਤਾਨੀ ਕਹਿੰਦੀਆਂ, ਕਦੇ ਅੱਤਵਾਦੀ ਕਹਿੰਦੀਆਂ। ਸੋ ਉਹਨਾਂ ਦਾ ਉਹ ਲੇਬਲ ਲਾਉਣ ਵਾਸਤੇ ਅੱਜ ਸਾਨੂੰ ਲੋੜ ਹੈ ਜਿਹੜਾ ਵੀ ਇਸ ਮੋਰਚੇ 'ਚ ਆਉਂਦਾ ਉਹਦਾ ਸਤਿਕਾਰ ਕਰੀਏ, ਕਿਉਂਕਿ ਉਸ ਨਾਲ ਤੁਹਾਡਾ ਕੱਦ ਇੰਨਾ ਵੱਡਾ ਹੋਵੇਗਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਰਕਾਰਾਂ ਤੁਹਾਡੇ ਏਕੇ ਦੇ ਅੱਗੇ ਝੁਕਣਗੀਆਂ। ਫਿਰ ਸਾਡਾ ਇਤਿਹਾਸ ਹੈ, ਦੇਖੋ ਜੰਗਾਂ ਯੁੱਧ ਹੋਏ ਗੁਰੂ ਸਾਹਿਬਾਂ ਦੇ ਟਾਈਮ 'ਚ, ਭਾਈ ਕਨ੍ਹਈਆ ਜੀ ਦੀ ਮਿਸਾਲ ਹੈ। ਉਹਨਾਂ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਇਆ, ਮਰਮ ਪੱਟੀ ਕੀਤੀ, ਸ਼ਿਕਾਇਤ ਕੀਤੀ ਗਈ ਗੁਰੂ ਸਾਹਿਬ ਦੇ ਸਾਹਮਣੇ ਕਿ ਉਹਨਾਂ ਮੁਗਲਾਂ ਨੂੰ ਵੀ ਜਿਹੜੇ ਸਾਡੇ ਨਾਲ ਜੰਗ ਯੁੱਧ ਕਰ ਰਹੇ ਹੈ, ਸਾਡੇ ਨਾਲ ਲੜਾਈਆਂ ਕਰ ਰਹੇ ਹੈ, ਉਹਨਾਂ ਦੀ ਵੀ ਮਰਮ ਪੱਟੀ ਹੋ ਰਹੀ ਹੈ। ਪਰ ਭਾਈ ਕਨ੍ਹਈਆ ਜੀ ਦਾ ਜਵਾਬ ਸੀ ਕਿ ਗੁਰੂ ਸਾਹਿਬ ਮੈਨੂੰ ਤਾਂ ਤੁਹਾਡਾ ਹੀ ਰੂਪ ਦਿਖਦਾ ਹੈ ਸਾਰੇ, ਇਸ ਕਰਕੇ ਅਸੀਂ ਉਹਨਾਂ ਤੋਂ ਸੇਧ ਲੈ ਕੇ ਉਸ 'ਤੇ ਪਹਿਰਾ ਦਈਏ। ਜੋ ਵੀ ਇੱਥੇ ਆਉਂਦਾ ਉਹਦਾ ਸਤਿਕਾਰ ਕਰਨਾ। ਸੋ ਕਿਸੇ ਦੇ ਖਿਲਾਫ ਹੀ ਇੱਕ ਲਫ਼ਜ਼ ਵੀ ਜੇ ਕਿਸੇ ਨੂੰ ਇਤਰਾਜ਼ ਹੈ, ਸਾਡੀ ਪ੍ਰਬੰਧਕ ਕਮੇਟੀ ਬੈਠੀ ਹੈ, ਉਹਨਾਂ ਦੇ ਇਤਰਾਜ਼ ਸਿਰ ਮੱਥੇ ਅਸੀਂ ਦਲੀਲ ਨਾਲ ਜਵਾਬ ਦੇਵਾਂਗੇ। ਖਾਸ ਕਰਕੇ ਨੌਜਵਾਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਸ ਮੋਰਚੇ 'ਚ ਮੈਂ ਮੰਨਦਾ ਵੀ ਤੁਸੀਂ ਰੀੜ੍ਹ ਦੀ ਹੱਡੀ ਹੈ, 80% ਯੋਗਦਾਨ ਹੈ, ਪਰ ਆਪਾਂ ਜਾਬਤੇ 'ਚ ਰਹਿ ਕੇ ਜਿੱਥੇ ਜੋਸ਼ ਦਾ ਅਸੀਂ ਪ੍ਰਗਟਾਵਾ ਕਰਨਾ ਉੱਥੇ ਹੋਸ਼ ਨਾਲ ਵੀ ਕੰਮ ਲੈਣਾ। ਸੋ ਮੇਰੀ ਬੇਨਤੀ ਹੈ ਵੀ ਇੱਕ ਵੀ ਜੇ ਅਗਰ ਕਿਸੇ ਦੇ ਖਿਲਾਫ ਹੀ ਇੱਕ ਲਫ਼ਜ਼ ਬੋਲਿਆ ਜਾਂਦਾ ਸਾਡੀ ਆਤਮਾ ਨੂੰ ਬਹੁਤ ਪੀੜਾ ਪਹੁੰਚਦੀ ਹੈ। ਸੋ ਆਪਾਂ ਜੇ ਵਾਕਈ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤੁਸੀਂ ਪਿਆਰ ਕਰਦੇ ਹੋ, ਇੱਥੇ ਆਇਆਂ ਦਾ ਸਤਿਕਾਰ ਕਰੋ। ਉਹ ਦਿਨ ਦੂਰ ਨਹੀਂ ਜਦੋਂ ਸਰਕਾਰਾਂ ਤੁਹਾਡੇ ਇਹਨਾਂ ਮੁੱਦਿਆਂ ਦੇ ਇਨਸਾਫ ਦੇਣ ਲਈ ਮਜਬੂਰ ਹੋਣਗੀਆਂ। ਉਹ ਮਜਬੂਰ ਕਦੋਂ ਹੋਣਗੀਆਂ? ਜਦੋਂ ਏਕਾ ਹੋਏਗਾ। ਜੋ ਅੱਜ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਉਹ ਪਿਛਲਾ ਕਿਸਾਨ ਵਿਰੋਧੀ ਬਿੱਲ ਖਤਮ ਕਰਾਉਣ ਲਈ ਸੰਘਰਸ਼ ਲੜਿਆ, ਇਹਨਾਂ ਦਾ ਬਹੁਤ ਵੱਡਾ ਤਜਰਬਾ। ਸੋ ਅਸੀਂ ਇਹਨਾਂ ਦਾ ਲਾਹਾ ਲਈਏ, ਇਹ ਆਪਣੇ ਦਿਲੋਂ ਇਸ ਨੂੰ ਸਮਰਪਿਤ ਹੋ ਕੇ ਲਾਹਾ ਦੇਣਗੇ। ਸੋ ਮੈਂ ਆਇਆ ਜਿੰਨੀਆਂ ਵੀ ਜਥੇਬੰਦੀਆਂ, ਭਾਵੇਂ 31 ਜਥੇਬੰਦੀਆਂ ਜਿੰਨੀਆਂ ਵੀ ਅੱਜ ਆਈਆਂ, ਉਹਨਾਂ ਨੂੰ ਜੀ ਆਇਆਂ ਕਹਿੰਦੇ ਸਟੇਜ ਵੱਲੋਂ, ਉਹਨਾਂ ਦਾ ਸਤਿਕਾਰ ਕਰਦੇ ਹਾਂ। ਅਸੀਂ ਹਰ ਇੱਕ ਆਏ ਉਸ ਪ੍ਰਾਣੀ ਦਾ ਜਿਹੜਾ ਇਸ ਮੋਰਚੇ ਨੂੰ ਸਮਰਪਿਤ ਹੋ ਕੇ ਆਉਂਦਾ ਸਤਿਕਾਰ ਕਰਨਾ। ਸੋ ਇੰਨੀ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ ਜੀ। ਅਗਰ ਕਿਸੇ ਦੇ ਖਿਲਾਫ ਕੋਈ ਸ਼ਬਦ ਬੋਲਿਆ ਫਿਰ ਵੀ ਖਿਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਨੂੰ ਸਟੇਜ ਵੱਲੋਂ ਹੁਕਮ ਹੋਇਆ, ਡਿਊਟੀ ਤਾਂ ਬਣਦੀ ਸੀ ਸਟੇਜ ਸੈਕਟਰੀ ਦੀ, ਪਰ ਮੇਰੀ ਡਿਊਟੀ ਲਾਈ ਗਈ ਹੈ। ਮੈਂ ਉਸ ਨੂੰ ਪ੍ਰਵਾਨ ਕਰਦਾ ਹੋਇਆ ਡਾਕਟਰ ਦਰਸ਼ਨਪਾਲ ਜੀ ਜੋ ਆਏ ਹੈ, ਉਹ 2 ਮਿੰਟ ਵਾਸਤੇ ਇਹਨਾਂ ਮੁੱਦਿਆਂ 'ਤੇ ਹੀ ਕੇਂਦਰਿਤ ਰਹਿ ਕੇ ਮੁੱਦਿਆਂ ਦੀ ਗੱਲ ਕਰਨ। ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਸਟੇਜ 'ਤੇ ਆਉਣ ਅਤੇ ਇਹਨਾਂ ਮੁੱਦਿਆਂ ਪ੍ਰਤੀ ਆਪਣੇ ਵਿਚਾਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੱਜ ਕੌਮੀ ਇਨਸਾਫ ਮੋਰਚੇ 'ਚ ਆਏ ਵੱਖ-ਵੱਖ ਜਥੇਬੰਦੀਆਂ ਦੇ ਮੇਰੇ ਵੀਰੋ, ਭੈਣੋ, ਬੀਬੀਓ, ਬੱਚਿਓ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ 4 ਮੁੱਦੇ ਸਾਡੇ ਸਾਹਮਣੇ ਰੱਖੇ ਗਏ ਨੇ, ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇੱਕ ਤਾਂ ਇਹ ਗੱਲ ਸਪਸ਼ਟ ਕਰਦਾ, ਇਹਨਾਂ 4 ਮੁੱਦਿਆਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ 7 ਜਨਵਰੀ ਤੋਂ ਹੀ ਅਸੀਂ ਆਪਣੀਆਂ ਟਰਾਲੀਆਂ ਲਾ ਕੇ ਇੱਥੇ ਇਸ ਮੰਗਾਂ ਨਾਲ, ਇਸ ਮੋਰਚੇ ਨਾਲ ਆਪਣੀ ਯਕਜਹਿਤੀ ਇਕਜੁੱਟਤਾ ਪ੍ਰਗਟ ਕਰਦੇ ਹੋਏ ਇਸ ਲੜਾਈ ਵਿੱਚ ਸ਼ਾਮਲ ਹਾਂ। ਨੰਬਰ 1। ਨੰਬਰ 2, ਪਹਿਲਾਂ ਬੁਲਾਰੇ ਬੋਲ ਗਏ, ਮੈਂ ਇਹਨਾਂ ਮੁੱਦਿਆਂ ਦੀ ਵਾਜਬੀਅਤ 'ਤੇ ਗੱਲ ਨਹੀਂ ਕਰਨੀ। ਨੰਬਰ 2 'ਤੇ ਮੈਂ ਗੱਲ ਕਰਨੀ ਚਾਹੂੰਗਾ ਕਿ ਅਸੀਂ ਪਰਸੋਂ ਫੈਸਲਾ ਕੀਤਾ ਆਪਣੇ ਫਰਾਂਸ ਜੀ ਅਤੇ ਬਾਪੂ ਜੀ ਨੂੰ ਮੈਂ ਦੱਸਣਾ ਚਾਹੁੰਦਾ
ਕਿ ਸਾਡੀ ਯੂਨੀਅਨ ਨੇ ਫੈਸਲਾ ਕੀਤਾ ਕਿ ਅਸੀਂ ਜਿਹੜੀ ਕਮੇਟੀ ਹੈ ਬਣੀ ਹੋਈ 31 ਮੈਂਬਰੀ ਜਾਂ 33 ਮੈਂਬਰੀ, ਉਸ ਕਮੇਟੀ ਦਾ ਬਕਾਇਦਾ ਹਿੱਸਾ ਬਣ ਕੇ ਇਸ ਅੰਦੋਲਨ ਦੇ ਵਿੱਚ ਹਿੱਸਾ, ਬਲਕਿ ਬਾਹਰੋਂ ਹੀ ਹੈਲਪ ਨਹੀਂ ਕਰਾਂਗੇ, ਬਲਕਿ ਇਹਦਾ ਹਿੱਸਾ ਬਣ ਕੇ ਇਹਦੇ ਵਿੱਚ ਜੋ ਵੀ ਇਹਦੀ ਪਲਾਨ ਕਰਨ 'ਚ, ਇਹਦੇ ਵਿੱਚ ਹਿੱਸਾ ਲੈਣ 'ਚ, ਯੋਗਦਾਨ ਪਾਉਣ 'ਚ ਪੂਰੀ ਆਪਣੀ ਤਨੋ ਮਨੋ ਧਨੋ ਹਰ ਤਰੀਕੇ ਨਾਲ ਇਹ 'ਚ ਯੋਗਦਾਨ ਪਾਵਾਂਗੇ। ਕੱਲ ਨੂੰ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਹੀ 31 ਸਿੰਘ ਜੋ ਜਾਣੇ ਨੇ ਜਥੇ ਦੇ ਰੂਪ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ, ਉਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੂੰ ਸੁਭਾਗ ਪ੍ਰਾਪਤ ਹੋਇਆ ਕਿ ਸਾਡੇ ਉਹ 31 ਸਿੰਘ ਜਿਹੜੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕੱਲ ਮੁੱਖ ਮੰਤਰੀ ਦੀ ਕੋਠੀ ਵੱਲ ਜਾ ਰਹੇ ਨੇ। ਅਸੀਂ ਜਿੱਥੋਂ ਤੱਕ ਹੈ ਟਰਾਲੀਆਂ ਦੀ ਗੱਲ ਆਈ ਹੈ, ਪਹਿਲੀਆਂ ਟਰਾਲੀਆਂ ਦੇ ਨਾਲ ਹੀ ਅਸੀਂ ਫੈਸਲਾ ਕੀਤਾ ਕਿ ਟਰਾਲੀਆਂ ਦੀ ਗਿਣਤੀ ਵਧਾ ਕੇ 10 ਤੋਂ ਵੀ ਵੱਧ ਕਰਾਂਗੇ। ਅੱਜ ਅਸੀਂ ਘਨੌਰ ਬਲਾਕ, ਰਾਜਪੁਰਾ ਬਲਾਕ ਤੇ ਫਤਿਹਗੜ੍ਹ ਸਾਹਿਬ ਦੇ ਬਾਕੀ ਬਲਾਕਾਂ ਨੂੰ ਕਹਿਤਾ ਕਿ ਟਰਾਲੀਆਂ ਇੱਥੇ ਲੈ ਕੇ ਆਉਣ। ਇੱਕ ਅੱਧੇ ਦਿਨ 'ਚੋਂ ਟਰਾਲੀਆਂ ਵੀ ਅਸੀਂ ਪੂਰੀਆਂ ਕਰ ਦਾਂਗੇ, ਜਿਵੇਂ ਸਾਨੂੰ ਅਪੀਲ ਕੀਤੀ ਹੈ ਬਲਵਿੰਦਰ ਸਿੰਘ ਜੀ ਹੁਣਾਂ ਨੇ। ਸੋ ਟਰਾਲੀਆਂ ਵਧਾਉਣਾ, ਸਾਡੇ ਕਿਸਾਨਾਂ ਦੇ ਰੋਜ਼ ਦੇ ਜਥੇ ਲੈ ਕੇ ਆਉਣਾ, ਸੰਯੁਕਤ ਕਿਸਾਨ ਮੋਰਚੇ ਦੇ ਅੰਦਰ ਅੱਜ ਜੋ ਅਸੀਂ ਇਕੱਠੇ ਹੋ ਕੇ ਆਏ ਹਾਂ, ਇਹ ਸਾਰੀਆਂ ਚੀਜ਼ਾਂ ਇੱਕ ਦਿਸ਼ਾ ਵੱਲ ਨੂੰ ਸੰਕੇਤ ਕਰਦੀਆਂ ਨੇ ਕਿ ਮੋਰਚਾ ਵੱਧ ਕੇ ਵੱਡਾ ਹੋ ਕੇ ਇਹ ਸਰਕਾਰਾਂ ਦੀ, ਜੋ ਚੰਡੀਗੜ੍ਹ 'ਚ ਬੈਠੀ ਸਰਕਾਰ ਹੈ ਉਹ ਤੇ ਦਿੱਲੀ 'ਚ ਬੈਠੀ ਸਰਕਾਰ, ਦੋ ਸਰਕਾਰਾਂ ਨੇ ਦਿੱਲੀ 'ਚ, ਇੱਕ ਕੇਜਰੀਵਾਲ ਦੀ, ਇੱਕ ਸਰਕਾਰ ਹੈ ਮੋਦੀ ਦੀ, ਪੰਜਾਬ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ। ਸੋ 3 ਸਰਕਾਰਾਂ ਤੇ ਪ੍ਰੈਸ਼ਰ ਪੈ ਕੇ ਸਾਡੇ 9 ਜਿਹੜੇ ਸਿੰਘ ਨੇ ਉਹਨਾਂ ਨੇ ਬਾਹਰ ਆਉਣਾ, ਨੰਬਰ 1। ਨੰਬਰ 2, ਜਿਹੜੇ ਬਾਕੀ ਮੁੱਦੇ ਨੇ ਸਾਡੇ ਇਨਸਾਫ ਦੇ, ਚਾਹੇ ਉਹ ਜੋ ਸਿੱਟ ਬਣੀ ਸੀ ਜਾਂ ਕਮਿਸ਼ਨ ਬਣਿਆ ਸੀ, ਉਹਦੀਆਂ ਰਿਪੋਰਟਾਂ ਨੂੰ ਲਾਗੂ ਕਰਾਉਣਾ, ਜਾਂ ਸਾਡੇ ਜਿਹੜੇ 328 ਸਰੂਪ ਨੇ ਉਹਦੇ ਸੰਬੰਧ ਵਿੱਚ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰਨਾ, ਇਹ ਮਸਲਿਆਂ ਦੇ ਉੱਤੇ ਅੰਦੋਲਨ ਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੈ। ਮੈਂ ਆਪਣੇ ਵੱਲੋਂ, ਆਪਣੀ ਜਥੇਬੰਦੀ ਵੱਲੋਂ ਕੁਝ ਸੁਝਾਅ ਦੇਣਾ ਚਾਹੁੰਦਾ, ਅਗਰ ਮਤਲਬ ਕਿ ਇਸ ਮੋਰਚੇ ਨੂੰ ਹੋਰ ਵੱਡਾ ਤੇ ਤਿੱਖਾ ਕਰਨ ਲਈ, ਕਿਉਂਕਿ ਮੈਂ 3 ਸਰਕਾਰਾਂ ਦੀ ਗੱਲ ਕੀਤੀ ਹੈ। ਸਰਕਾਰਾਂ ਨੂੰ ਝੁਕਾਉਣ ਲਈ, ਦਬਾਉਣ ਲਈ, ਉਹਨਾਂ ਤੋਂ ਮੁੱਦਿਆਂ ਨੂੰ ਹੱਲ ਕਰਾਉਣ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਲੋਕ, ਜਨਤਾ ਵੱਧ ਤੋਂ ਵੱਧ ਹਰ ਰੋਜ਼ ਬਾਜ਼ਾਰਾਂ 'ਚ, ਗਲੀਆਂ 'ਚ, ਮੋਰਚਿਆਂ 'ਤੇ ਆ ਕੇ ਸ਼ਾਮਲ ਹੋਵੇ। ਉਹਦੇ ਸਪੈਸੀਫਿਕਲੀ ਠੋਸ ਸੁਝਾਅ ਮੈਂ ਰੱਖਣਾ ਚਾਹੁੰਦਾ ਕਿ 3 ਜਾਂ 4 ਮਾਰਚ ਤੋਂ ਤੇ 13 ਮਾਰਚ ਤੋਂ ਦਿੱਲੀ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। 3 ਜਾਂ 4 ਮਾਰਚ ਤੋਂ ਅਸੈਂਬਲੀ ਸੈਸ਼ਨ ਸ਼ਾਇਦ ਸ਼ੁਰੂ ਹੋਵੇ। ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੰਯੁਕਤ ਕਿਸਾਨ ਮੋਰਚੇ ਵਿੱਚ ਵੀ ਇਹ ਰੱਖਾਂਗੇ ਕਿ ਪੰਜਾਬ ਦੇ ਅੰਦਰ ਇਹ ਦੋਨੋਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਦੇ ਕਿਸਾਨ, ਮਜ਼ਦੂਰ, ਵਪਾਰੀ, ਸਾਰੇ ਲੋਕ, ਸਿੱਖ, ਹਿੰਦੂ, ਜਿਹੜੇ ਵੀ ਸਾਡੇ ਵੱਖ-ਵੱਖ ਜਾਤਾਂ ਦੇ ਲੋਕ, ਅਸੀਂ ਦੋਨੋਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਦਿਨ ਪੰਜਾਬ ਦੇ MLA ਤੇ MP, ਉਹ ਕਿਸੇ ਵੀ ਪਾਰਟੀ ਦੇ ਨੇ, ਉਹਨਾਂ ਨੂੰ ਜਾ ਕੇ 4 ਮੰਗਾਂ ਤੇ ਅਸੈਂਬਲੀ ਤੇ ਪਾਰਲੀਮੈਂਟ ਵਿੱਚ ਆਵਾਜ਼ ਉਠਾਉਣ ਲਈ ਮਜਬੂਰ ਕਰ ਦਈਏ। ਉਹਨਾਂ ਦੇ ਘਰਾਂ ਅੱਗੇ, ਦਫ਼ਤਰਾਂ ਅੱਗੇ ਵੱਡੇ ਜਥੇ ਲੈ ਕੇ ਜਾਈਏ, ਉਹਨਾਂ ਨੂੰ ਕਹੀਏ ਕਿ ਜੇ ਤੁਸੀਂ ਇਹ ਮਸਲਿਆਂ ਦੇ ਉੱਤੇ ਨਹੀਂ ਆਵਾਜ਼ ਉਠਾਓਗੇ ਤਾਂ ਅਸੀਂ ਤੁਹਾਨੂੰ ਪੰਜਾਬ ਦੇ ਲੋਕਾਂ ਵਿੱਚੋਂ ਨਖੇੜਾਂਗੇ, ਨੰਬਰ 1। ਨੰਬਰ 2, ਜਦੋਂ ਪਾਰਲੀਮੈਂਟ ਸੈਸ਼ਨ ਸ਼ੁਰੂ ਹੁੰਦਾ, ਸਾਨੂੰ ਉਦੋਂ ਸੋਚਣਾ ਚਾਹੀਦਾ ਕਿ ਅਸੀਂ ਪੰਜਾਬ ਦੇ ਵਿੱਚ ਸੰਪੂਰਨ ਬੰਦ ਦਾ ਸੱਦਾ ਦਈਏ ਕਿ ਪੰਜਾਬ ਦੇ ਲੋਕ, ਕਿਉਂਕਿ ਮੋਰਚੇ ਦੇ ਵਿੱਚ ਸਾਰੀ ਜਨਤਾ ਨਹੀਂ ਆ ਸਕਦੀ, ਉਹ ਫਿਰੋਜ਼ਪੁਰ, ਫਾਜ਼ਿਲਕਾ ਦੇ ਬਾਰਡਰ ਤੇ ਬੈਠੇ ਪਿੰਡ ਦੇ ਜਿਹੜੇ ਲੋਕ ਨੇ, ਉਹ ਮੋਰਚੇ ਦਾ ਹਿੱਸਾ ਬਣ ਕੇ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪੋ ਆਪਣੇ MLA ਤੇ MPਆਂ ਦਾ ਵਿਰੋਧ ਕਰਨ। ਤੇ ਨਾਲ ਹੀ ਜਦੋਂ ਬਜਟ ਸੈਸ਼ਨ ਸ਼ੁਰੂ ਹੋਣਾ, ਮੇਰਾ ਇਹ ਸੁਝਾਅ ਹੈ, ਅਸੀਂ ਸੋਚ ਲਾਂਗੇ ਸਾਰੇ ਜਾਣੇ ਕਿ ਉਸ ਦਿਨ ਅਸੀਂ ਜਿੱਥੇ ਪੰਜਾਬ ਦੇ ਵਿੱਚ ਸਮੁੱਚੇ ਕੰਪਲੀਟ ਬੰਦ ਦਾ ਸੱਦਾ ਦਈਏ, ਉੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ, ਸਿੱਖ ਸੰਗਤ ਨੂੰ ਸੱਦਾ ਦਈਏ ਕਿ ਤੁਸੀਂ ਆਪੋ ਆਪਣੇ ਸ਼ਹਿਰ ਦੇ ਅੰਦਰ, ਪਿੰਡ ਦੇ ਅੰਦਰ, ਸੂਬੇ ਦੇ ਅੰਦਰ ਆਪੋ ਆਪਣੇ ਧਾਰਮਿਕ ਅਕੀਦੇ ਵਾਲੇ ਸਥਾਨ ਤੇ, ਗੁਰਦੁਆਰਾ ਸਾਹਿਬ ਜਾਂ ਜਿੱਥੇ ਵੀ ਤੁਸੀਂ ਜਾਂਦੇ ਹੋ, ਉੱਥੇ ਜਾ ਕੇ ਇਸ ਮੋਰਚੇ ਦੀ ਕਾਮਯਾਬੀ ਲਈ, ਇਹਨਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਅਰਦਾਸਾਂ ਕਰੋ, ਇਕਜੁੱਟਤਾ ਜ਼ਾਹਰ ਕਰੋ, ਤਾਂ ਜੋ ਨਿਊਯਾਰਕ ਵਿੱਚ ਵੀ, ਵਾਸ਼ਿੰਗਟਨ ਵਿੱਚ ਵੀ, ਆਸਟ੍ਰੇਲੀਆ ਵਿੱਚ ਵੀ, ਦਿੱਲੀ ਵਿੱਚ, ਸਭ ਜਗ੍ਹਾ ਤੇ ਲੋਕ ਨੇ ਜਿਹੜੇ ਇਸ ਮੋਰਚੇ ਨਾਲ ਆਪਣੇ ਮੇਰਾ
ਤਜਰਬਾ ਹੈ ਸਿੰਘੂ ਬਾਰਡਰ ਦਾ, ਕਿ ਸਿੰਘੂ ਬਾਰਡਰ ਤੋਂ ਦਿੱਤੇ ਹੋਏ ਜਿਹੜੇ ਐਲਾਨ ਸੀ ਜਾਂ ਹੁਕਮ ਹੁੰਦੇ ਸੀ ਉਹ ਸਾਰੀ ਦੁਨੀਆ 'ਚ ਲਾਗੂ ਹੁੰਦੇ ਸੀ। ਇਹ ਮੋਰਚਾ ਅੱਜ ਉਹ ਰੂਪ ਅਖਤਿਆਰ ਕਰਦਾ ਜਾ ਰਿਹਾ ਜਿੱਥੋਂ ਦੁਨੀਆ 'ਚ ਜਿਹੜੇ ਇੱਥੋਂ ਦੇ ਫੈਸਲੇ ਲਾਗੂ ਹੋਣਗੇ। ਸੋ ਮੈਂ ਆਪਣੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਦੀ ਆਉਣ ਵਾਲੀ ਮੀਟਿੰਗ ਦੇ ਵਿੱਚ ਅਸੀਂ ਫੈਸਲੇ ਲਵਾਂਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ ਇਹਦਾ ਬਾਹਰੋਂ ਨਹੀਂ, ਇਹਦਾ ਹਿੱਸਾ ਬਣ ਗਏ। ਸਾਡੇ ਹਰਨੇਕ ਸਿੰਘ, ਸਾਡੇ ਆਪਣੇ ਅਵਤਾਰ ਸਿੰਘ ਮਹਿਮਾ ਜੀ ਇਹਦੇ ਬਕਾਇਦਾ ਕਮੇਟੀ ਦੇ ਮੈਂਬਰ ਹੋਣਗੇ, ਤੇ ਨਾਲ ਸਾਡੇ ਜਥੇਦਾਰ ਸਾਡੇ ਚਨਾਰਥਲ ਤੋਂ ਜਥੇਦਾਰ ਇਹ ਸਾਡੇ ਲਗਾਤਾਰ ਇੱਥੇ ਵੀ ਨੇ। ਇਹ ਦੋ ਸਾਥੀ ਤੁਹਾਡੇ ਨਾਲ ਲਗਾਤਾਰ ਜੁੜ ਕੇ ਰਹਿਣਗੇ। ਅਸੀਂ ਪੂਰੇ ਪੰਜਾਬ ਦੇ ਅੰਦਰ ਆਪਣੀ ਜਥੇਬੰਦੀ ਨੂੰ ਇਸ ਮੋਰਚੇ ਦੇ ਵਿੱਚ ਝੋਕਾਂਗੇ, ਕਾਮਯਾਬ ਹੋਵਾਂਗੇ, ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਆਪਾਂ ਜਿੱਤਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਭਾਈ ਦਰਸ਼ਨਪਾਲ ਜੀ ਦਾ, ਜਿਨ੍ਹਾਂ ਵੱਲੋਂ ਕੌਮੀ ਇਨਸਾਫ ਮੋਰਚੇ ਦੀਆਂ ਸਾਰੀਆਂ ਮੰਗਾਂ ਦੇ ਨਾਲ ਡਟ ਕੇ ਮੈਦਾਨ ਦੇ ਵਿੱਚ ਆਉਣ ਦਾ ਸਮਰਥਨ ਕੀਤਾ ਗਿਆ। ਸੋ ਹੁਣ ਮੇਰੀ ਬੇਨਤੀ ਹੈ, ਬੱਚੀ ਛੋਟੀ ਕਰਮਨਪ੍ਰੀਤ ਕੌਰ, ਉਹਦੇ ਵੱਲੋਂ ਕੇਵਲ 1-2 ਮਿੰਟਾਂ ਵਾਸਤੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਇੱਥੇ ਧਰਨੇ ਵਿੱਚ ਬੈਠੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ। 1849 ਜਦੋਂ ਸਾਡਾ ਖਾਲਸੇ ਦਾ ਰਾਜ ਸਾਡੇ ਹੱਥੋਂ ਗਿਆ ਸੀ, ਉਦੋਂ ਤੋਂ ਸਾਨੂੰ ਇਹ ਖੁਆਰੀਆਂ ਚੱਲਣੀਆਂ ਪੈ ਰਹੀਆਂ ਨੇ। ਕਿਉਂਕਿ ਅਸੀਂ ਗੁਰੂ ਤੋਂ ਬੇਮੁਖ ਹੋਏ ਹਾਂ। ਅੱਜ ਅਸੀਂ ਇੱਥੇ ਜਿੰਨੇ ਆਏ ਹੋਏ ਹਾਂ ਕਿ ਸਾਰੇ ਸ਼ਸਤਰਧਾਰੀ ਹੈਗੇ ਨੇ, ਕਿ ਸਾਰੇ ਗੁਰੂ ਦੇ ਜਿਹੜੇ ਦੱਸੇ ਹੋਏ ਮਾਰਗ ਨੇ ਉਹਦੇ 'ਤੇ ਚੱਲਦੇ ਨੇ। ਅਸੀਂ ਗੁਰੂ ਦੇ ਦੱਸੇ ਹੋਏ ਮਾਰਗ ਨਹੀਂ ਚੱਲ ਰਹੇ, ਅਸੀਂ ਦੂਜੀ ਵਿਪਰ ਦੀ ਰੀਤ ਚੱਲ ਰਹੇ ਹਾਂ। ਮਹਾਰਾਜ ਨੇ ਕਿਹਾ ਵਾ, ਜਬ ਲਗ ਖਾਲਸਾ ਰਹੇ ਨਿਆਰਾ ਤਗ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ। ਜਦੋਂ ਤੁਸੀਂ ਵਿਪਰ ਦੀ ਰੀਤ ਤੁਰੋਗੇ ਉਦੋਂ ਹੀ ਮਹਾਰਾਜ ਨੇ ਤੁਹਾਨੂੰ ਖੱਜਲ ਖੁਆਰੀਆਂ ਵਿੱਚ ਪਾ ਦੇਣਾ ਹੈ। ਸੋ ਤੁਸੀਂ ਅੰਮ੍ਰਿਤ ਛਕੋ, ਸ਼ਸਤਰਧਾਰੀ ਹੋਵੋ, ਖਾਲਸੇ ਬਣੋ, ਤਾਂ ਹੀ ਜਿਹੜਾ ਹੈਗਾ ਅਸੀਂ ਇਸ ਖੱਜਲ ਖੁਆਰੀਆਂ 'ਚੋਂ ਬਾਹਰ ਆ ਸਕਾਂਗੇ। ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ, ਜ਼ਰੂਰ ਹੋਵੇਗੀ। ਜਦੋਂ ਰਿਹਾਈ ਹੋ ਜਾਵੇਗੀ ਉਸ ਤੋਂ ਬਾਅਦ ਸਾਰੇ ਮਸਲੇ ਖਤਮ ਹੋ ਜਾਣਗੇ। ਇਹ ਬਹੁਤ ਜਿਹੜਾ ਹੈਗਾ ਵੱਡਾ ਸੋਚਣ ਦਾ ਵਿਸ਼ਾ ਇਹ। ਸੋ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਾਅਦ ਵੀ ਕੋਈ ਹੋਰ ਮੁੱਦਾ ਖੜਾ ਹੋ ਜਾਵੇਗਾ। ਸੋ ਸਾਨੂੰ ਸਭ ਤੋਂ ਪਹਿਲਾਂ ਤੇ ਖਾਲਸੇ ਬਣਨਾ ਹੈ, ਜਿਸ ਕਾਰਨ ਸਾਡਾ ਆਪਣਾ ਰਾਜ ਆਵੇਗਾ, ਸਾਡਾ ਇੱਕ ਆਪਣਾ ਅਲੱਗ ਦਾ ਸਟਰਕਚਰ ਹੋਵੇਗਾ, ਸਾਡੇ ਆਪਣੇ ਕੋਰਟਸ ਹੋਣਗੇ, ਆਪਣੀ ਸਾਡੀ ਪੁਲਿਸ ਹੋਵੇਗੀ ਜਿਹੜੀ ਸਾਨੂੰ ਇਨਸਾਫ ਦੇਵੇਗੀ। ਅੱਜ ਜਿਹੜੀ ਕੋਰਟ ਦੇ ਅਸੀਂ ਡਿਪੈਂਡ ਆ, ਜਿਹੜੀ ਪੁਲਿਸ ਦੇ ਉੱਤੇ ਅਸੀਂ ਡਿਪੈਂਡ ਆ, ਉਹ ਜਿਹੜੀ ਹੈਗੀ ਹੈ ਉਹ ਕੇਂਦਰ ਸਰਕਾਰ ਦੀ ਹੈ। ਤੇ ਤੁਸੀਂ ਇਹ ਕਦੇ ਵੀ ਨਾ ਸੋਚ ਲਿਓ ਕਿ ਉਹ ਕੇਂਦਰ ਸਰਕਾਰ ਸਾਨੂੰ ਕਦੇ ਇਨਸਾਫ ਦੇ ਸਕਦੀ ਹੈ। ਉਹ ਹਮੇਸ਼ਾ ਤੋਂ ਹੀ ਸਾਡੇ ਵਿਰੁੱਧ ਚੱਲਦੀ ਆ ਰਹੀ ਹੈ। ਸੋ ਇਹਦੇ ਵਾਸਤੇ ਇੱਕ ਛੋਟੀ ਜਿਹੀ ਕਵਿਤਾ ਪੇਸ਼ ਕਰਦੀ ਹਾਂ। ਜਿਹੜੇ ਫਰਿਆਦੀ, ਅੱਜ ਉਹਨਾਂ ਫਰਿਆਦੀਆਂ ਦਾ ਹਿੰਦ ਉੱਤੇ ਰਾਜ ਹੈ, ਜਿਹੜੇ ਕਦੇ ਲੈ ਕੇ ਫਰਿਆਦ ਆਏ ਤੇਰੇ ਦਰਬਾਰ ਸੀ। ਅੱਜ ਉਹਨਾਂ ਫਰਿਆਦੀਆਂ ਦਾ ਹਿੰਦ ਉੱਤੇ ਰਾਜ ਹੈ, ਜਿਹੜੇ ਕਦੇ ਲੈ ਕੇ ਫਰਿਆਦ ਆਏ ਤੇਰੇ ਦਰਬਾਰ ਸੀ। ਜਿਨ੍ਹਾਂ ਦੇ ਧਰਮ ਨੂੰ ਤੂੰ ਸੀਸ ਦੇ ਕੇ ਬਚਾਇਆ, ਅੱਜ ਉਹਨਾਂ ਨੇ ਅੱਗ ਲਾ ਦਿੱਤੀ ਤੇਰੇ ਗੁਲਜ਼ਾਰ ਜੀ। ਜਿਨ੍ਹਾਂ ਦੇ ਧਰਮ ਨੂੰ ਤੂੰ ਸੀਸ ਦੇ ਕੇ ਬਚਾਇਆ, ਅੱਜ ਉਹਨਾਂ ਨੇ ਅੱਗ ਲਾ ਦਿੱਤੀ ਤੇਰੇ ਗੁਲਜ਼ਾਰ ਜੀ। ਇਸ਼ਕ ਦੇ ਇਤਿਹਾਸ ਵਿੱਚ ਤੇਰਾ ਕੋਈ ਦਾਨੀ ਨਹੀਂ, ਅਤੇ ਜ਼ੁਲਮ ਦੇ ਇਤਿਹਾਸ ਵਿੱਚ ਹਿੰਦ ਹਕੂਮਤ ਦਾ ਕੋਈ ਸਾਨੀ ਨਹੀਂ। ਅੰਗਰੇਜ਼ ਸਰਕਾਰ ਨੇ 200 ਸਾਲ ਭਾਰਤ ਉੱਤੇ ਰਾਜ ਕੀਤਾ ਹੈ, ਅਤੇ 200 ਸਾਲ ਵਿੱਚ ਅੰਗਰੇਜ਼ ਸਰਕਾਰ ਨੇ ਇੰਨੀ ਗੋਲੀਆਂ ਨਹੀਂ ਚਲਾਈਆਂ ਜਿੰਨੀਆਂ ਗੋਲੀਆਂ ਹਿੰਦ ਹਕੂਮਤ ਨੇ ਸਿਰਫ 35 ਸਾਲਾਂ ਵਿੱਚ ਚਲਾਈਆਂ ਸੀ। ਇਤਿਹਾਸ ਪੜ੍ਹ ਕੇ ਦੇਖੋ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿੰਨੀ ਗੋਲੀਆਂ ਅੰਗਰੇਜ਼ ਸਰਕਾਰ ਨੇ 200 ਸਾਲ 'ਚ ਨਹੀਂ ਚਲਾਈਆਂ, ਇੰਨੀ ਗੋਲੀਆਂ ਜਿਹੜੀ ਹੈਗੀ ਹਿੰਦ ਹਕੂਮਤ ਨੇ 35 ਸਾਲਾਂ ਵਿੱਚ ਚਲਾ ਦਿੱਤੀ ਹੈ। ਤਾਂ ਤੁਸੀਂ ਇਹ ਕਦੇ ਨਾ ਸੋਚ ਲਿਓ ਕਿ ਹਿੰਦ ਹਕੂਮਤ ਸਾਨੂੰ ਇਨਸਾਫ ਦੇ ਸਕਦੀ ਹੈ। ਇਨਸਾਫ ਲੈਣਾ ਹੈ ਤਾਂ ਸਾਨੂੰ ਆਪਣੇ ਬਲ ਤੇ ਲੈਣਾ ਪਵੇਗਾ। ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲਹਿ ਨਿਜ ਬਲ ਤੇ ਲਹਿ। ਸਾਨੂੰ ਆਪਣੇ ਬਲ ਦੇ ਉੱਤੇ ਰਾਜ ਲੈਣਾ ਪਵੇਗਾ। ਸੋ ਜਗਾਰੇ ਗਜਾਓ, ਗੱਜ ਕੇ ਜਗਾਰਾ ਗਜਾਵੇ, ਫਤਿਹ ਪਾਵੇ ਕਲਗੀਧਰ, ਦਸਵੇਂ ਇਸ ਪਿਤਾ ਦੇ ਚਰਨਾਂ ਨੂੰ ਭਾਵੇਂ ਨਿਹਾਲ ਹੋ ਜਾਵੇ। ਸਤਿ ਸ਼੍ਰੀ ਅਕਾਲ। ਗੁਰੂ ਬਰਕਾਲ ਦੇਖਦੇ
ਲੇਖ ਫਤਿਹ। ਗੁਰੂ ਖਾਲਸੇ ਕੀ ਹਰ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦੀ ਹਾਂ ਬੱਚੀ ਕਰਮਨਪ੍ਰੀਤ ਕੌਰ ਦਾ, ਜਿਨ੍ਹਾਂ ਵੱਲੋਂ ਸਰਕਾਰ ਵੱਲੋਂ ਕੀਤੇ ਗਏ ਜਿਹੜੇ ਜ਼ੁਲਮ ਨੇ ਸਿੱਖਾਂ ਦੇ ਉੱਤੇ, ਉਹਨਾਂ ਬਾਬਤ ਦੱਸਿਆ ਗਿਆ। ਸੋ ਹੁਣ ਮੇਰੀ ਬੇਨਤੀ ਹੈ, ਸੰਯੁਕਤ ਕਿਸਾਨ ਮੋਰਚਾ ਦੇ ਆਗੂ ਭਾਈ ਬਲਕਰਨ ਸਿੰਘ ਬਰਾੜ, ਉਹ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਸਮੁੱਚੀ ਸਾਧ ਸੰਗਤ ਜੀਓ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਜਾਣਦੇ ਹਾਂ ਕਿ 7 ਜਨਵਰੀ ਤੋਂ ਸਟੇਟ ਸੈਕਟਰੀ ਦੁਆਰਾ ਜਾਂ ਵੱਖ-ਵੱਖ ਬੁਲਾਰਿਆਂ ਦੁਆਰਾ ਜੋ ਵਰਣਨ ਕੀਤਾ ਗਿਆ ਹੈ, ਇਹਨਾਂ 4 ਮੁੱਦਿਆਂ ਨੂੰ ਲੈ ਕੇ ਜੋ ਸੰਘਰਸ਼ ਹੈ ਉਹ ਲਗਾਤਾਰ ਚਲਾ ਰਹੇ ਹਾਂ। ਇਸ ਦੇ ਸੰਬੰਧ ਦੇ ਵਿੱਚ ਮੈਂ 2 ਬੇਨਤੀਆਂ ਕਰਨੀਆਂ ਚਾਹੁੰਦਾ ਕਿ ਜਿੱਥੋਂ ਤੱਕ ਸਰਕਾਰਾਂ ਦੀ ਨੀਤ ਦਾ ਸਵਾਲ ਹੈ, ਬੜੀ ਵਿਆਖਿਆ ਹੋਈ ਹੈ। ਸਾਡੇ ਦੇਸ਼ ਦੇ ਅੰਦਰ ਵੱਖੋ-ਵੱਖ ਪਾਰਟੀਆਂ ਦਾ ਰਾਜ ਕੇਂਦਰ ਜਾਂ ਪੰਜਾਬ ਦੇ ਵਿੱਚ ਰਿਹਾ। ਇਹ ਸਾਰੇ ਮਸਲੇ ਉਹਨਾਂ ਦੀਆਂ ਉਹ ਬਦਨੀਤੀਆਂ ਤੇ ਆਪਣੋ ਆਪਣੇ ਰਾਜਨੀਤਿਕ, ਆਰਥਿਕ, ਸਮਾਜਿਕ ਹਿੱਤਾਂ ਲਈ ਲੜਦੇ ਹੋਏ ਲੋਕਾਂ ਦੇ ਉੱਪਰ ਉਹਨਾਂ ਨੂੰ ਹੱਕ ਨਾ ਦੇਣ ਦੇ ਲਈ ਉਸ ਜ਼ੁਲਮ ਦੇ ਵਿੱਚੋਂ ਪੇਚੀਦਾ ਹੁੰਦੇ ਮਸਲੇ ਨੇ। ਇਹ ਇਸ ਦੇਸ਼ ਦੇ ਅੰਦਰ ਘੱਟ ਗਿਣਤੀਆਂ ਨੂੰ ਇੱਕ ਗੇਂਦ ਦੇ ਵਾਂਗ ਵਰਤਿਆ ਗਿਆ, ਚਾਹੇ ਉਹ ਕਾਂਗਰਸ ਸੀ, ਚਾਹੇ ਅੱਜ ਬੀਜੇਪੀ ਹੈ। ਉਹਨਾਂ ਨੂੰ ਇੱਕ ਵੋਟ ਬੈਂਕ ਨੂੰ ਖੜਾ ਕਰਨ ਦੇ ਵਾਸਤੇ, ਗੱਦੀ ਲੈਣ ਵਾਸਤੇ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਤੇ ਜ਼ੁਲਮ ਢਾ ਕੇ ਬਹੁ ਗਿਣਤੀ ਭਾਈਚਾਰੇ ਦੀ ਵੋਟ ਲੈਣ ਦੀ ਕੋਸ਼ਿਸ਼ ਕੀਤੀ। ਪਿਛਲੀਆਂ ਸਰਕਾਰਾਂ ਦੇ ਨਾਲੋਂ ਅੱਜ ਜਿਹੜੀ ਕੇਂਦਰ ਤੇ ਉਹਦੇ ਵਰਗੀ ਪੰਜਾਬ ਦੀ ਸਰਕਾਰ ਜਿਹੜੀ ਉਸ ਵਿਚਾਰਧਾਰਾ ਨੂੰ ਮੰਨਦੀ ਹੈ, ਉਹ ਸਰਕਾਰ ਉਸ ਤੋਂ ਅੱਗੇ ਕਦਮ ਪੁੱਟ ਰਹੀ ਹੈ। ਤੇ ਸਾਡੇ ਲਈ ਇਹ ਸੋਚਣ ਦਾ ਸਮਾਂ ਹੈ ਕਿ ਅਸੀਂ ਜਿੱਥੇ ਅਸੀਂ ਸਾਡੇ 9 ਸਿੱਖ ਬੰਦੀ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਾਂ, ਉਹਨਾਂ ਦੇ ਨਾਲ ਨਾਲ ਪੂਰੇ ਦੇਸ਼ ਦੇ ਵਿੱਚ ਜਿੰਨੀਆਂ ਘੱਟ ਗਿਣਤੀਆਂ ਦਲਿਤ, ਕਮਜ਼ੋਰ, ਦੱਬੇ ਕੁਚਲੇ ਲੋਕ, ਚਾਹੇ ਉਹ ਲੈਫਟਿਸਟ ਹੋਣ, ਚਾਹੇ ਨਕਸਲੀ ਦਾ ਉਹਨਾਂ ਤੇ ਖਿਤਾਬ ਦਿੱਤਾ ਹੋਇਆ ਹੈ, ਉਹ ਸਾਰਿਆਂ ਨੂੰ ਜ਼ੁਲਮ ਜ਼ਬਰ ਦੇ ਨਾਲ ਦਬਾਇਆ ਜਾਂਦਾ ਹੈ ਤਾਂ ਕਿ ਉਹ ਆਪਣੇ ਰਾਜਨੀਤਿਕ ਹਿੱਤਾਂ ਵਾਸਤੇ, ਆਪਣੇ ਆਰਥਿਕ ਹਿੱਤਾਂ ਦੀ ਤੇ ਆਪਣੇ ਸਮਾਜ ਦੇ ਅੰਦਰ ਰੁਤਬਾ ਪ੍ਰਾਪਤ ਕਰਨ ਦੇ ਲਈ ਸਮਾਜਿਕ ਹਿੱਤਾਂ ਦੀ ਲੜਾਈ ਉਹ ਨਾ ਲੜਨ। ਤੇ ਸਾਨੂੰ ਇਸ ਗੱਲ ਨੂੰ ਸਮਝਣਾ ਪੈਣਾ ਹੈ ਕਿ ਜਿਵੇਂ ਮੈਥੋਂ ਪਹਿਲਾਂ ਵੀ ਬੁਲਾਰੇ ਬੋਲ ਕੇ ਗਏ ਨੇ ਕਿ ਇਸ ਮੋਰਚੇ ਨੂੰ ਸਾਨੂੰ ਵਿਸ਼ਾਲ ਕਰਨਾ ਪੈਣਾ ਹੈ, ਸਬਰ ਤੇ ਸ਼ਾਂਤੀ ਦਾ ਸਬੂਤ ਦੇਣਾ ਪੈਣਾ ਹੈ। ਦਿੱਲੀ ਦਾ ਮੋਰਚਾ ਲੜ ਕੇ ਆਏ ਹਾਂ ਆਪਾਂ ਸਾਰੇ, ਉਹ ਇਕੱਲੇ ਆਗੂਆਂ ਨੇ ਨਹੀਂ ਲੜਿਆ, ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਲੜਿਆ ਗਿਆ। ਜਿਹੜਾ ਸਬੂਤ ਚਾਹੇ ਕੋਈ ਵਿਰੋਧੀ ਵਿਚਾਰਧਾਰਾ ਵਾਲਾ ਆ ਕੇ ਸਟੇਜ ਤੇ ਬੋਲਦਾ ਸੀ, ਅਸੀਂ ਚੁੱਪ ਕਰਕੇ ਉਸ ਦੇ ਵਿੱਚੋਂ ਵਿਰੋਧੀ ਵਿਚਾਰਾਂ ਨੂੰ ਵੀ ਪ੍ਰਵਾਨ ਕਰਦੇ ਸੀ। ਤੇ ਸਾਨੂੰ ਇਸ ਤਰ੍ਹਾਂ ਜਿਵੇਂ ਬਾਪੂ ਜੀ ਵੀ ਕਹਿ ਕੇ ਗਏ ਆ ਕਿ ਸਾਨੂੰ ਹਰ ਇੱਕ ਵਿਚਾਰਧਾਰਾ ਤੋਂ ਜੋ ਵੀ ਇੱਥੇ ਰਾਏ ਦੇਣ ਆਉਂਦਾ, ਸਾਡੀ ਹਮਾਇਤ ਦੇ ਵਿੱਚ ਆਉਂਦਾ, ਅਸੀਂ ਉਸ ਦਾ ਸਤਿਕਾਰ ਕਰੀਏ
ਤੇ ਸਰਕਾਰਾਂ ਦੀਆਂ ਬਦਨੀਤੀਆਂ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੈ, ਬੰਦੀ ਸਿੰਘਾਂ ਨੂੰ ਅੰਦਰ ਰੱਖਣ ਦਾ ਮਾਮਲਾ, ਜਾਂ ਹੋਰ ਅਨੇਕਾਂ ਲੋਕ ਨੇ, ਉਹ ਸਾਰੇ ਰਾਜ ਸੱਤਾ ਨੂੰ ਕਾਇਮ ਰੱਖਣ ਦੇ ਵਾਸਤੇ ਕੀਤੇ ਜਾਂਦੇ ਨੇ। ਵੱਖੋ ਵੱਖ ਵਿਚਾਰਧਾਰਾ ਦੇ ਲੋਕ ਆਪਣੋ ਆਪਣੀ ਵਿਚਾਰਧਾਰਾ ਤੋਂ ਸੇਧ ਲੈਂਦੇ ਆ, ਤੇ ਸਾਡੇ ਪਰਮ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਉਸ ਤੋਂ ਸੇਧ ਲੈ ਕੇ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਅੰਦਰ ਹੀ ਸਾਨੂੰ ਸੰਸਾਰ ਨੂੰ ਜਿੱਤਣ ਦੀ ਜੁਗਤੀ ਦੱਸੀ ਹੈ ਕਿ ਸੰਸਾਰ ਨੂੰ ਕਿਵੇਂ ਜਿੱਤਣਾ ਹੈ, ਤੇ ਉਹ ਸਮਾਂ ਘੱਟ ਹੈ, ਮੈਂ ਵਿਆਖਿਆ ਨਹੀਂ ਕਰ ਸਕੂੰਗਾ। ਤੇ ਉਹਨਾਂ ਦੇ ਉਦਾਸੀਆਂ ਦੇ ਦੌਰਾਨ ਪੂਰੀ ਦੁਨੀਆ ਦੇ ਅੰਦਰ ਵੱਖੋ ਵੱਖ ਲੋਕਾਂ ਦੇ ਨਾਲ ਵਿਚਾਰ, ਕਿਛ ਸੁਣੀਆਂ ਕਿਛ ਕਹੀਆਂ, ਉਸ ਮਹਾਵਾਕ ਅਨੁਸਾਰ ਅਸੀਂ ਇਸ ਮੋਰਚੇ ਨੂੰ, ਜਿਵੇਂ ਦਿੱਲੀ ਦਾ ਮੋਰਚਾ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਹਿੰਦੂਆਂ, ਸਿੱਖਾਂ, ਮੁਸਲਮਾਨਾਂ ਸਭ ਵਰਗਾਂ ਦੇ ਅੰਦਰ ਗਿਆ, ਤੇ ਸਾਨੂੰ ਇਸ ਨੂੰ ਇੱਕ ਅਜਿਹਾ ਰੂਪ ਦੇਈਏ ਤੇ ਤਾਂ ਕਿ ਅਸੀਂ ਸਾਰੇ ਇਹਨਾਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਸੰਵਿਧਾਨ ਦੇ ਅਨੁਸਾਰ, ਜਿਹੜਾ ਸੰਵਿਧਾਨ ਸਾਡਾ ਹਾਮੀ ਭਰਦਾ ਵੀ ਇਹ ਸਾਰੇ ਲੋਕਾਂ ਵਾਸਤੇ ਆ। ਮੈਥੋਂ ਪਹਿਲਾਂ ਬੁਲਾਰਿਆਂ ਨੇ ਵਰਣਨ ਕਰਤਾ ਵੀ ਇਹਦੀ ਨਜ਼ਰ ਹੈ ਜਿਹੜੀ ਉਹ ਸਾਰੇ ਲੋਕਾਂ ਵਾਸਤੇ ਇੱਕੋ ਜੀ ਨਹੀਂ, ਤੇ ਸਾਨੂੰ ਇਸ ਲੜਾਈ ਨੂੰ ਸਬਰ ਤੇ ਸ਼ਾਂਤੀ ਦੇ ਨਾਲ ਇਸ ਤਰ੍ਹਾਂ ਚੱਲਦਾ ਰੱਖਣਾ ਹੋਵੇਗਾ। ਮੈਂ ਅਖੀਰ ਦੇ ਵਿੱਚ ਆਪਣੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਵੱਲੋਂ, ਜਿਹੜੀ ਇਸ ਦੇਸ਼ ਦੀ ਸਭ ਤੋਂ ਪੁਰਾਣੀ ਜਥੇਬੰਦੀ ਹੈ, ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ ਤੇ ਉਹਨਾਂ ਸੁਤੰਤਰ ਗਦਰੀ ਬਾਬਿਆਂ ਦਾ ਜਿਹੜਾ ਇਤਿਹਾਸ ਹੈ, ਉਸ ਤੋਂ ਲੈ ਕੇ ਅਸੀਂ ਹਰ ਇੱਕ ਇਨਸਾਨ ਦੇ ਮਨੁੱਖੀ ਅਧਿਕਾਰ ਤੇ ਉਸ ਦੇ ਹੱਕਾਂ ਦੀ ਪ੍ਰਣ ਕਰਦੇ ਹੋਏ ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਉਂਦੇ ਰਵਾਂਗੇ। ਜਿਵੇਂ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੂਗਾ ਕਿ ਇੱਥੇ ਰਹਿਣਾ ਹੈ, ਬਾਹਰੋਂ ਸਮਰਥਨ ਕਰਨਾ ਹੈ, ਕਮੇਟੀ ਦਾ ਮੈਂਬਰ ਬਣਨਾ ਹੈ, ਉਸ ਤੇ ਅਸੀਂ ਫੁੱਲ ਚੜਾਵਾਂਗੇ। ਅਖੀਰ ਦੇ ਵਿੱਚ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਇਸ ਦੀ ਮਾਫੀ ਚਾਹੁੰਦਾ ਹੋਇਆ ਫਤਿਹ ਸਾਂਝੀ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਦਾ, ਜਿਨ੍ਹਾਂ ਵੱਲੋਂ ਕੌਮੀ ਇਨਸਾਫ ਮੋਰਚੇ ਦੇ ਨਾਲ ਮੋਢਾ ਲਾ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਸੋ ਹੁਣ ਮੇਰੀ ਬੇਨਤੀ ਹੈ, ਸੰਯੁਕਤ ਕਿਸਾਨ ਮੋਰਚਾ ਦੇ ਆਗੂ ਹਰਨੇਕ ਸਿੰਘ ਮਹਿਮਾ, ਉਹ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਉਸ ਤੋਂ ਇਲਾਵਾ ਅਸੀਂ ਧੰਨਵਾਦੀ ਹਾਂ ਸ਼ਿੰਗਾਰਾ ਸਿੰਘ ਛੀਨੀਵਾਲ, ਭਾਰਤੀ ਕਿਸਾਨ ਯੂਨੀਅਨ ਗੁਰਦੁਆਰਾ ਪਾਤਸ਼ਾਹੀ 6ਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਰੂਪ 'ਚ ਬੱਸਾਂ ਲੈ ਕੇ ਆਏ ਨੇ, 1000 ਰੁਪਏ ਦੀ ਸੇਵਾ ਭੇਜੀ ਹੈ ਜ਼ਿਲ੍ਹਾ ਬਰਨਾਲਾ। ਅਸੀਂ ਧੰਨਵਾਦੀ ਹਾਂ ਛੀਨੀਵਾਲ ਸੰਗਤ ਦਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੀਤ ਗ੍ਰੰਥੀ ਬੁੱਢਾ ਦਲ ਬਾਬਾ ਤਲਵਿੰਦਰ ਸਿੰਘ ਜੀ, ਉਹਨਾਂ ਦਾ ਵੀ ਅਸੀਂ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਹੁਣ ਭਾਈ ਹਰਨੇਕ ਸਿੰਘ ਜੀ ਮਹਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਸਾਹਿਬੇ ਆਲਮ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਬੈਠੀ ਹੋਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਓ ਵੈਰੀ ਦੇ ਸੀਨੇ ਨੂੰ ਪਵੇ ਹੌਲ, ਇਕਰਾਂ ਗੱਜ ਕੇ ਜਗਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਕਿਸਾਨ ਦੋਸਤੋ, ਮੇਰੇ ਪਿਆਰੇ ਬਜ਼ੁਰਗੋ, ਮਾਤਾਓ, ਭੈਣੋ, ਅੱਜ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ 1000 ਦੇ ਕਰੀਬ ਪਵਿੱਤਰ ਰੂਹਾਂ ਲੈ ਕੇ ਤੁਹਾਡੇ ਦਰਸ਼ਨਾਂ ਵਾਸਤੇ ਹਾਜ਼ਰ ਹੋਏ ਹਾਂ। ਅਸੀਂ ਆਪਦੀ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਹੋਇਆ ਹੈ ਕਿ ਬੇਸ਼ੱਕ ਅੱਜ ਅਸੀਂ ਵੱਡੀ ਗਿਣਤੀ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ ਆਏ ਹਾਂ, ਪਰ 2 ਦਿਨਾਂ ਤੋਂ ਬਾਅਦ ਅਸੀਂ ਆਪਦੀ ਜਿਹੜੀ ਮੀਟਿੰਗ ਕਰਨੀ ਹੈ, ਸੂਬੇ ਦੀ ਮੀਟਿੰਗ ਕਰਨ ਤੋਂ ਬਾਅਦ ਅਸੀਂ ਇਹ ਫੈਸਲਾ ਲਵਾਂਗੇ ਕਿ ਇਸ ਕੌਮੀ ਇਨਸਾਫ ਮੋਰਚੇ ਦਾ ਪੱਕੇ ਤੌਰ ਤੇ ਇਹਦਾ ਹਿੱਸਾ ਬਣ ਕੇ, ਇਸ ਮੋਰਚੇ ਦਾ ਹਿੱਸਾ ਬਣ ਕੇ ਲਗਾਤਾਰ ਇਸ ਮੋਰਚੇ ਦਾ ਵਿੱਚ ਵਿਚਰੀਏ। ਜਿਨ੍ਹਾਂ 4 ਮੰਗਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਡਟੇ ਹੋਏ ਹਾਂ, ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਇਸ ਕੌਮੀ ਇਨਸਾਫ ਮੋਰਚੇ ਦੀਆਂ ਇਹਨਾਂ 4 ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਇਹਨਾਂ ਦੇ ਨਾਲ ਬਿਲਕੁਲ ਸਹਿਮਤੀ ਪ੍ਰਗਟ ਕਰਨੇ ਆ ਔਰ ਇਹ ਆਸ ਕਰਦੇ ਆ ਪੂਰੇ ਦੁਨੀਆ ਦੇ ਲੋਕਾਂ ਤੋਂ ਕਿ ਜਦੋਂ ਤੱਕ ਇਹ ਸਾਡੀਆਂ 4 ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਇਸ ਮੈਦਾਨ ਦੇ ਵਿੱਚ ਇਦੋਂ ਵੀ ਤਿੱਖੇ ਘੋਲ ਵਿੜਦੇ ਹੋਏ ਇਸ ਮੈਦਾਨ ਦੇ ਵਿੱਚ ਡਟੇ ਰਹਾਂਗੇ। ਇੱਥੇ ਪਿੱਛੇ ਹੀ ਗੱਲ ਕਰਦਿਆਂ ਹੋਇਆਂ ਇੱਕ ਸਵਾਲ ਖੜਾ ਕੀਤਾ ਕਿਸੇ ਸੱਜਣ ਨੇ, ਕਹਿੰਦੇ ਕਿ ਕੀ ਲੱਗਦਾ ਹੈ ਇਸ ਮੋਰਚੇ ਦੇ ਰਾਹੀਂ ਤੁਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਸਕੋਗੇ? ਤਾਂ ਮੇਰਾ ਇਸ ਸਟੇਜ ਤੋਂ ਇਹ ਜਵਾਬ ਹੈ ਕਿ ਇਹ ਸਵਾਲ ਹੀ ਗਲਤ ਹੈ ਕਿ ਕੀ ਇਸ ਮੋਰਚੇ ਰਾਹੀਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾ ਸਕਦਾ ਹੈ ਜਾਂ ਦੂਜੀਆਂ 4 ਮੰਗਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ। ਇਹ ਸਵਾਲ ਹੀ ਗਲਤ ਹੈ। ਹੁਣ ਮੇਰਾ ਖਿਆਲ 3 ਵਜੇ ਦਾ ਟਾਈਮ ਹੋਣਾ ਹੈ, ਇਹਦੇ ਤੋਂ ਬਾਅਦ ਸ਼ਾਮ ਹੋਣੀ ਹੈ ਤੇ ਰਾਤ ਪੈਣੀ ਹੈ। ਕੀ ਕਦੇ ਕੋਈ ਸੰਸਾਰ 'ਚ ਸਵਾਲ ਕਰ ਸਕਦਾ ਕਿ ਰਾਤ ਪਏਗੀ? ਨਹੀਂ ਹੋ ਸਕਦਾ। ਰਾਤ ਪੈ ਜਾਣੀ ਹੈ। ਕੀ ਰਾਤ ਨੂੰ ਇਹ ਸਵਾਲ ਜਾਇਜ਼ ਹੋ ਸਕਦਾ ਹੈ ਕਿ ਦਿਨ ਚੜ੍ਹੇਗਾ ਕਿ ਨਹੀਂ? ਦਿਨ ਨੇ ਚੜ੍ਹਨਾ ਹੀ ਚੜ੍ਹਨਾ ਹੈ। ਇਹ ਸਵਾਲ ਹੀ ਗਲਤ ਹੈ ਕਿ ਦਿਨ ਨਾ ਚੜ੍ਹੇ। ਕੋਈ ਧੁੰਦ ਆ ਸਕਦੀ ਹੈ, ਕੋਈ ਬੱਦਲ ਆ ਸਕਦੇ ਨੇ, ਕੋਈ 2-4 ਘੰਟੇ ਦਾ ਅੱਗਾ ਪਿੱਛਾ ਹੋ ਸਕਦਾ ਹੈ, ਪਰ ਜਿਹੜਾ ਕੁਦਰਤ ਦਾ ਨਿਯਮ ਹੈ ਕਿ ਦਿਨ ਆਉਣ ਤੋਂ, ਸਵੇਰ ਆਉਣ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਤਾਂ ਜੇ ਅਸੀਂ ਠੀਕ ਲੀਹਾਂ ਤੇ ਲੜਾਂਗੇ ਤਾਂ ਇਹ 4 ਮੰਗਾਂ ਨੂੰ ਮਨਵਾਉਣ ਤੋਂ ਸਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਇੱਥੇ ਸਾਡੇ ਬੰਦੀ ਸਿੰਘਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਹੋਈਆਂ ਹਨ। ਸਾਡੇ ਕੋਲ ਤਜਰਬਾ ਹੈ ਇਸ ਗੱਲ ਦਾ। ਸਾਡਾ ਆਗੂ ਮਨਜੀਤ ਧਨੇਰ, ਜਿਹਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ, 1 ਮਹੀਨਾ ਤੇ ਮੇਰਾ ਖਿਆਲ ਹੈ 3 ਦਿਨਾਂ ਬਾਅਦ ਬਰਨਾਲੇ ਦੀ ਜੇਲ੍ਹ ਦੇ ਵਿੱਚੋਂ ਅਸੀਂ ਮਨਜੀਤ ਧਨੇਰ ਨੂੰ ਰਿਹਾ ਕਰਵਾਇਆ ਸੀ। ਸੁਪਰੀਮ ਕੋਰਟ ਦੀ ਉਮਰ ਕੈਦ ਦੀ ਸਜ਼ਾ ਦਿੱਤੀ ਹੋਈ ਤੋਂ ਸਜ਼ਾ ਕੱਟਣ ਤੋਂ ਬਗੈਰ ਜਦੋਂ ਲੋਕਾਂ ਨੇ ਫੈਸਲਾ ਕਰ ਲਿਆ ਤਾਂ ਇਸ ਮੋਈ ਸਰਕਾਰ ਨੂੰ ਗੋਡੇ ਟੇਕਣੇ ਪਏ। ਤੁਸੀਂ ਨਿਸ਼ਚਾ ਕਿਹੜੀ ਗੱਲ ਤੇ ਆ ਤੁਹਾਡਾ? ਸਾਡੇ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਨਿਸ਼ਚੇ ਕਰ ਆਪਣੀ ਜੀਤ ਕਰੂੰ, ਔਰ ਉਹ ਨਿਸ਼ਚਾ ਅੱਜ ਇੱਥੇ ਬੈਠੀਆਂ ਹੋਈਆਂ ਸੰਗਤਾਂ ਦੇ ਵਿੱਚੋਂ ਉਬਾਲੇ ਮਾਰਿਆ ਇੱਕ ਦੇ ਚਿਹਰੇ ਦੇ ਤੋਂ ਉਹ ਨਿਸ਼ਚਾ ਦਿਸ ਰਿਹਾ ਹੈ ਜਿਨਨੇ ਸਾਡੀ ਇਸ ਜਿੱਤ ਨੂੰ ਪੱਕਿਆਂ ਕਰਨਾ ਹੈ। ਇੱਕ ਜਿਹੜਾ ਪਿਛਲੇ ਬੁਲਾਰੇ ਵੀ ਇਹ ਕਹਿ ਕੇ ਗਏ ਨੇ ਕਿ ਸੰਸਾਰ ਦਾ ਸਭ ਤੋਂ ਵੱਡਾ ਝੂਠ ਕਿ ਕਾਨੂੰਨ ਸਾਰਿਆਂ ਲਈ ਇੱਕ ਹੁੰਦਾ ਹੈ। ਕਾਨੂੰਨ ਸਾਰਿਆਂ ਲਈ ਇੱਕ ਨਹੀਂ ਹੁੰਦਾ। ਕਾਨੂੰਨ 2 ਤਰ੍ਹਾਂ ਦੇ ਨੇ। ਇੱਕ ਇੱਥੇ ਜਦੋਂ ਧਿਰਾਂ 2 ਨੇ, ਇੱਕ ਧਿਰ ਲੁੱਟਣ ਵਾਲੀ ਤੇ ਇੱਕ ਧਿਰ ਲੁੱਟੀਚਣ ਵਾਲੀ, 2 ਧਿਰਾਂ ਨੇ ਤੇ ਦੋਵਾਂ ਧਿਰਾਂ ਲਈ ਅਲੱਗ-ਅਲੱਗ ਕਾਨੂੰਨ ਨੇ ਇੱਥੇ ਜਿਹੜੇ ਵਿਚਰ ਰਹੇ ਨੇ। ਇੱਕ ਬੜਾ ਸਿਆਣਾ ਫਿਲਾਸਫਰ ਹੈ ਅਫਲਾਤੂਨ, ਉਹਦੀਆਂ ਪੰਕਤੀਆਂ ਨੇ ਕਿ ਕਾਨੂੰਨ ਮੱਕੜੀ ਦਾ ਉਹ ਜਾਲਾ ਹੈ
ਜਿੰਦੇ ਵਿੱਚ ਨਿੱਕੇ ਮੋਟੇ ਕੀੜੇ ਮਕੌੜੇ ਤਾਂ ਫਸ ਕੇ ਮਰ ਜਾਂਦੇ ਨੇ, ਪਰ ਜਦੋਂ ਕੋਈ ਵੱਡਾ ਜਾਨਵਰ ਆਉਂਦਾ ਏ ਤਾਂ ਉਹ ਇਸ ਮੱਕੜੀ ਦੇ ਜਾਲੇ ਨੂੰ ਤੋੜ ਕੇ ਲੰਘ ਜਾਂਦਾ ਏ। ਉਹਦੇ ਤੇ ਮੱਕੜੀ ਦਾ ਜਾਲਾ ਕੋਈ ਰੁਕਾਵਟਾਂ ਨਹੀਂ ਪੈਦਾ ਕਰਦਾ। ਇਹ ਕਾਨੂੰਨ ਵੀ ਬਿਲਕੁਲ ਇਸੇ ਤਰ੍ਹਾਂ ਦਾ ਏ। ਜਿੱਥੇ ਬਹੁ ਗਿਣਤੀਆਂ ਦੇ ਹੱਕਾਂ ਦੀ ਗੱਲ ਆਉਂਦੀ ਏ, ਜਿੱਥੇ ਧਾਰਮਿਕ ਤੌਰ ਤੇ ਮੈਜੋਰਟੀ ਦੀ ਗੱਲ ਆਉਂਦੀ ਏ, ਉੱਥੇ ਉਹਨਾਂ ਲਈ ਕਾਨੂੰਨ ਹੋਰ ਨੇ, ਤੇ ਜਦੋਂ ਸਾਡੀ ਸਿੱਖ ਦੀ ਗੱਲ ਆਉਂਦੀ ਏ, ਘੱਟ ਗਿਣਤੀਆਂ ਦੀ ਗੱਲ ਆਉਂਦੀ ਏ, ਸਾਡੇ ਲਈ ਕਾਨੂੰਨ ਹੋਰ ਨੇ। ਸੈਕਟਰੀ ਸਾਹਿਬ ਉੱਠ ਕੇ ਖੜੇ ਹੋ ਗਏ ਨੇ, ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ। ਮੈਂ ਸਿਰਫ ਇੱਕ ਗੱਲ ਤੇ ਤੁਹਾਡਾ ਧਿਆਨ ਜ਼ਰੂਰ ਦਿਵਾਉਣਾ ਚਾਹਾਂਗਾ ਕਿ ਇਸੇ ਹਿੰਦੁਸਤਾਨ ਦੇ ਵਿੱਚ ਹੀ ਇੱਕ ਲੋਕਾਂ ਦੀ ਦੁਸ਼ਮਣ ਰਾਣੀ ਨੂੰ ਸੋਧਣ ਤੇ ਸਾਡੇ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਏ। ਐਸੇ ਮੁਲਕ ਦੇ ਵਿੱਚ ਇੱਕੋ ਕਾਨੂੰਨ ਦੀ ਕਿਤਾਬ ਦੇ ਤਹਿਤ ਤੇ ਦੂਜੇ ਪਾਸੇ 84 ਦੇ ਵਿੱਚ ਹਜ਼ਾਰਾਂ ਲੋਕਾਂ ਦਾ ਕਤਲ ਕਰਨ ਵਾਲਿਆਂ ਨੂੰ, ਮਾਸੂਮ ਬੱਚਿਆਂ ਨੂੰ ਜਿਉਂਦਿਆਂ ਨੂੰ ਗਟਰਾਂ 'ਚ ਸੱਟਣ ਵਾਲਿਆਂ ਨੂੰ, ਜਿਉਂਦਿਆਂ ਮਾਸੂਮ ਬੱਚਿਆਂ ਨੂੰ ਕਤਲ ਕਰਨ ਵਾਲਿਆਂ ਨੂੰ, ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਨ ਵਾਲਿਆਂ ਨੂੰ ਕਿਤੇ 1 ਘੰਟੇ ਦੀ ਵੀ ਸਜ਼ਾ ਨਹੀਂ ਹੁੰਦੀ। ਇਹ ਤੁਹਾਡੇ ਦੋਸ਼ ਤੇ ਇਹ ਤੁਹਾਡੇ ਗੁਨਾਹਾਂ ਦੀ ਸਜ਼ਾ ਏ। ਉਹ ਗੁਨਾਹ ਕਿਹੜਾ ਏ? ਉਹ ਗੁਨਾਹ ਇਹ ਆ ਕਿ ਇਹ ਜਿਹੜੀ ਸਰਕਾਰ ਏ, ਇਹ ਜ਼ਬਰ ਦਾ, ਲੁੱਟ ਦਾ ਰਾਜ ਕਾਇਮ ਰੱਖਣਾ ਚਾਹੁੰਦੀ ਏ, ਤੇ ਤੁਸੀਂ ਆਪਦਾ ਸਿੱਖ ਹੋਣ ਦਾ ਫਰਜ਼ ਨਿਭਾਉਂਦੇ ਹੋਏ ਇਸ ਲੁੱਟ ਦੇ ਰਾਜ ਨੂੰ ਖਤਮ ਕਰਨਾ ਚਾਹੁੰਦੇ ਹੋ। ਇਹੀ ਤੁਹਾਡਾ ਦੋਸ਼ ਏ, ਤੇ ਇਸ ਦੋਸ਼ ਦੇ ਤਹਿਤ ਹੀ ਤੁਹਾਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ, ਤੇ ਉਦੋਂ ਤੱਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਰਹਿਣਗੀਆਂ ਜਦੋਂ ਤੱਕ ਇਸ ਭ੍ਰਿਸ਼ਟ ਨਿਆਂ ਪ੍ਰਣਾਲੀ ਨੂੰ ਪਲਟ ਕੇ ਤੁਸੀਂ ਆਪਦੀ ਇਹਦੇ ਬਰਾਬਰ ਦੀ ਲੋਕਾਂ ਦੇ ਹਿੱਤਾਂ ਦੀ ਨਿਆਂ ਪ੍ਰਣਾਲੀ ਨਹੀਂ ਖੜੀ ਕਰਦੇ। ਇਹ ਸਜ਼ਾਵਾਂ ਮਿਲਦੀਆਂ ਰਹਿਣਗੀਆਂ। ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਇੱਕ ਵਾਰ ਫਿਰ ਅੱਜ ਦੇ ਇਸ ਇਕੱਠ 'ਚੋਂ ਐਲਾਨ ਕਰਦਾ ਕਿ ਜੇਕਰ ਇਹ ਮੋਰਚਾ ਅਸੀਂ ਸਹੀ ਲੀਹਾਂ ਤੇ ਵਧਾਉਂਦੇ ਰਹੇ ਤਾਂ ਮੈਂ ਤੁਹਾਡੇ ਨਾਲ ਇਕਰਾਰ ਕਰਨਾ ਕਿ ਇਸ ਸਟੇਜ ਦੇ ਉੱਤੋਂ, ਹੋ ਸਕਦਾ ਐਸੇ ਮੈਕ ਦੇ ਉੱਤੋਂ, ਸਾਡੇ ਜਗਤਾਰ ਸਿੰਘ ਹਵਾਰਾ ਸਮੇਤ ਸਾਡੇ ਸਾਰੇ ਬੰਦੀ ਸਿੰਘ ਜਿੱਦਣ ਤੁਹਾਨੂੰ ਐਸੇ ਸਟੇਜ ਤੋਂ ਸੰਬੋਧਨ ਕਰਨਗੇ ਉਦਣ ਘਰਾਂ ਨੂੰ ਜਾਵਾਂਗੇ। ਜਿਹੜਾ ਅਸੀਂ ਦਿੱਲੀ ਤੋਂ ਐਲਾਨ ਕੀਤਾ ਸੀ ਕਿ ਹਾਰ ਪਾ ਕੇ ਘਰਾਂ ਨੂੰ ਮੁੜਾਂਗੇ, ਜਿੱਤੇ ਤਾਂ ਹਾਰ ਪਾ ਕੇ ਲੈ ਆ ਜੇ, ਨਹੀਂ ਤੇ ਉੱਥੇ ਸ਼ਹਾਦਤਾਂ ਪ੍ਰਾਪਤ ਕਰਾਂਗੇ। ਉਹੀ ਐਲਾਨ ਆਓ ਅੱਜ ਅਸੀਂ ਇੱਥੋਂ ਕਰੀਏ ਕਿ ਅਸੀਂ ਇਹਨਾਂ ਆਪਦੇ ਯੋਧਿਆਂ ਦੇ ਮੂੰਹੋਂ ਐਸੇ ਸਟੇਜ ਤੋਂ ਕੁਝ ਨਾ ਕੁਝ ਵਿਚਾਰ ਸੁਣ ਕੇ ਘਰਾਂ ਨੂੰ ਜਾਵਾਂਗੇ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਹਰਨੇਕ ਸਿੰਘ ਮਹਿਮਾ ਦਾ, ਜਿਨ੍ਹਾਂ ਵੱਲੋਂ ਸੰਘਰਸ਼ੀ ਜਿਹੜੇ ਸ਼ਬਦ ਨੇ ਬਹੁਤਾਨ ਦੇ ਵਿੱਚ ਵਰਤੇ ਗਏ ਨੇ। ਮਨ ਨਹੀਂ ਸੀ ਕਰਦਾ ਉਹਨਾਂ ਨੂੰ ਰੋਕਣ ਦਾ, ਟੋਕਣ ਦਾ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਲੱਗਦਾ ਸਾਨੂੰ ਜਿਹੜੇ ਇਹਨਾਂ ਵੱਲੋਂ ਸ਼ਬਦ ਵਰਤੇ ਗਏ ਨੇ ਕਿ ਕਾਨੂੰਨ ਸਾਰਿਆਂ ਦੇ ਲਈ ਇੱਕ ਹੈ, ਇਹ ਬਹੁਤ ਵੱਡਾ ਝੂਠ ਹੈ। ਇਹ ਲਿਖ ਕੇ ਵੀ ਲਾ ਲੈਣਾ ਚਾਹੀਦਾ ਤਾਂ ਕਿ ਜਿਹੜੇ ਲੋਕੀ ਸਾਡੇ ਭਰਾ ਸਮਝਦੇ ਨੇ ਕਿ ਕਾਨੂੰਨ ਸਾਡੇ ਲਈ ਬਰਾਬਰ ਹੈ, ਉਹਨਾਂ ਨੂੰ ਸ਼ੀਸ਼ਾ ਦਿਸ ਸਕੇ। ਸੋ ਅਸੀਂ ਧੰਨਵਾਦੀ ਹਾਂ ਭਾਈ ਸਾਹਿਬ ਹੋਰਾਂ ਦੇ। ਸੋ ਹੁਣ ਮੇਰੀ ਬੇਨਤੀ ਹੈ, ਸੰਯੁਕਤ ਕਿਸਾਨ ਮੋਰਚਾ ਦੇ ਆਗੂ ਭਾਈ ਗੁਰਜੰਟ ਸਿੰਘ, ਉਹ ਆਪ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਸਾਡੇ ਕੋਲੇ ਹੋਰ ਕਾਫੀ ਬੁਲਾਰਿਆਂ ਦੀ ਲਿਸਟ ਹੈ, ਅਸੀਂ ਹੁਣ ਨਾਂ ਵੀ ਅਨਾਉਂਸ ਕਰ ਦਾਂਗੇ ਥੋੜ੍ਹੀ ਦੇਰ 'ਚ। ਅਸੀਂ ਮਾਫੀ ਚਾਹੁੰਦੇ ਹਾਂ, ਸਾਡੇ ਕੋਲੇ ਅੱਜ ਘੱਟੋ ਘੱਟ 40 ਬੁਲਾਰੇ ਹੋਰ ਨੇ ਲਿਸਟ ਦੇ ਵਿੱਚ। ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨੇ ਵੀ ਬੁਲਾਰੇ ਆਏ ਨੇ ਉਹ ਸਾਰਿਆਂ ਨੂੰ ਅਸੀਂ ਸਮਾਂ ਦੇ ਸਕੀਏ। ਜੇ ਕੋਈ ਬੁਲਾਰੇ ਰਹਿ ਗਏ ਉਹਨਾਂ ਦਾ ਅਸੀਂ ਧੰਨਵਾਦ ਕਰਾਂਗੇ, ਅਤੇ ਕੱਲ੍ਹ ਸਵੇਰ ਉਹਨਾਂ ਨੂੰ ਜ਼ਰੂਰ ਜਿਹੜਾ ਸਮਾਂ ਉਹ ਦਿੱਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ
ਦਿੱਲੀ ਦੀਆਂ ਬਰੂਹਾਂ ਤੋਂ ਜਿੱਤ ਕੇ ਆਏ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਹੇਠ ਸਾਡੇ ਲੋਕਾਂ ਨਾਲ ਕੀਤੇ ਜਾ ਰਹੇ ਧੱਕੇ ਦੇ ਖਿਲਾਫ ਕੌਮੀ ਇਨਸਾਫ ਮੋਰਚੇ ਵੱਲੋਂ ਆਪਣੇ ਪੰਜਾਬ ਦੇ ਲੋਕਾਂ ਦੇ ਲਈ ਹੱਕੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਦੇ ਵਿੱਚ ਸ਼ਮੂਲੀਅਤ ਹੋਣ ਦੇ ਲਈ ਪਹੁੰਚੀਆਂ ਸਾਧ ਸੰਗਤ ਜੀ, ਪਹਿਲਾਂ ਫਤਿਹ ਅਰਜ ਕਰੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਬੜੇ ਹੀ ਵਿਸਤਾਰ ਦੇ ਵਿੱਚ ਗੱਲਬਾਤ ਕੀਤੀ ਹੈ ਤੇ ਮੈਂ ਉਹਨਾਂ ਨੂੰ ਦੁਹਰਾਊਂਗਾ ਨਹੀਂ, ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਬੁਲਾਰਿਆਂ ਨੇ ਜਿਵੇਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸਾਨੂੰ ਇਹ ਸੇਧਤ ਕੀਤਾ ਗਿਆ ਕਿ ਮਨ ਨੀਵਾਂ ਮਤ ਉੱਚੀ, ਸੂਝਵਾਨੀ ਦੇ ਨਾਲ, ਸੰਕੋਚ ਦੇ ਨਾਲ, ਦ੍ਰਿੜਤਾ ਦੇ ਨਾਲ ਜਿਹੜਾ ਇਸ ਮੋਰਚੇ ਨੂੰ ਜਿੱਤਣ ਦੇ ਲਈ ਸਾਨੂੰ ਇੱਕ ਇਰਾਦਾ ਬਣਾਉਣ ਦੀ ਲੋੜ ਹੈ। ਇਸ ਸੂਝਵਾਨੀ ਨੂੰ ਲੈ ਕੇ ਸਾਨੂੰ ਚੱਲਣ ਦੀ ਲੋੜ ਹੈ ਤੇ ਇਸ ਮੋਰਚੇ ਨੂੰ ਇੱਕ ਵਿਸ਼ਾਲ ਵੱਡਾ ਮੋਰਚਾ ਬਣਾਉਣ ਦੀ ਜ਼ਰੂਰਤ ਹੈ। ਉਹਦਾ ਮੇਨ ਕਾਰਨ ਇਹ ਨਹੀਂ ਕਿ ਸਾਡੀਆਂ ਅਸੀਂ ਇਹ ਚਾਰੇ ਮੰਗਾਂ ਨੇ ਜਿਹੜੀਆਂ ਇਹ ਮਨਵਾਉਣੀਆਂ ਨੇ, ਕਿਉਂਕਿ ਜਿਵੇਂ ਇੱਕ ਬੱਚੀ ਨੇ ਵੀ ਇਹ ਗੱਲ ਰੱਖੀ ਕਿ ਜਦੋਂ ਸਾਡੇ ਬੰਦੀ ਸਿੰਘ ਬਾਹਰ ਆ ਗਏ ਕਿ ਫੇਰ ਸਾਡਾ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜੂ। ਇਹ ਸਾਡੀਆਂ ਸਮੱਸਿਆਵਾਂ ਦਾ ਹੱਲ ਫੇਰ ਵੀ ਨਹੀਂ ਹੋਣਾ, ਕਿਉਂਕਿ ਪੰਜਾਬ ਦੀ ਧਰਤੀ ਇੱਕ ਐਸੀ ਧਰਤੀ ਹੈ, ਇੱਥੇ ਕੱਲੀਆਂ ਫਸਲਾਂ ਹੀ ਪੈਦਾ ਨਹੀਂ ਹੁੰਦੀਆਂ ਚੰਗੀਆਂ। ਪੰਜਾਬ ਦੀ ਧਰਤੀ ਕੋਈ ਐਸੀ ਫਸਲ ਪੈਦਾ ਨਹੀਂ ਕਰਦੀ ਕਿ ਦੇਸ਼ ਦੇ 70% ਲੋਕਾਂ ਦਾ ਪੇਟ ਭਰਦੀ ਹੈ, ਅੰਨ ਦੇ ਵਿੱਚ 70% ਹਿੱਸਾ ਪਾਉਂਦੀ ਹੈ। ਇਸ ਪੰਜਾਬ ਦੀ ਧਰਤੀ ਤੋਂ ਐਸੀ ਨਸਲ ਵੀ ਪੈਦਾ ਹੋਈ ਹੈ ਜਿਹਨੇ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਕਿਸੇ ਵਰਗ ਤੇ ਜੁਰਮ ਹੋਇਆ, ਜਿੱਥੇ ਅਸੀਂ ਅੰਨ ਪੈਦਾ ਕਰਕੇ ਦਿੱਤਾ ਉੱਥੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਕੇ ਉਹਨਾਂ ਦੀ ਸੁਰੱਖਿਆ ਕੀਤੀ ਹੈ। ਇਸ ਲਈ ਜਿਵੇਂ ਸਾਡੇ ਕਿਸਾਨ ਆਗੂ ਕਹਿ ਕੇ ਗਏ ਨੇ, ਜਿੰਨਾ ਸਮਾਂ ਇਹ ਦੋ ਜਮਾਤਾਂ ਨੇ ਉਹਨਾਂ ਸਮਾਂ ਇਹ ਜੰਗ ਹੈ ਜਿਹੜੀ ਖਤਮ ਨਹੀਂ ਹੋ ਸਕਦੀ, ਹੈ ਜਾਰੀ ਰਹਿਣੀ ਹੈ। ਉਹ ਲੁੱਟਣ ਵਾਲੇ ਲੋਕ ਜਿੰਨਾ ਚਿਰ ਸਾਨੂੰ ਲੁੱਟਣ ਦੀ ਮਨਸ਼ਾ ਰੱਖਣਗੇ ਉਹਨਾਂ ਸਮਾਂ ਸਾਡੀ ਇਸ ਪੰਜਾਬ ਦੀ ਧਰਤੀ ਤੇ ਯੋਧੇ ਉਹਨਾਂ ਦੇ ਖਿਲਾਫ ਆਵਾਜ਼ ਕਰਨ ਉਠਾਉਣਗੇ ਤੇ ਜੰਗ ਲੜਨਗੇ ਤੇ ਉਹਨਾਂ ਨੂੰ ਪੰਜਾਬ ਬਰਦਾਸ਼ਤ ਨਹੀਂ ਆ ਰਿਹਾ। ਮੋਦੀ ਸਰਕਾਰ ਦੇ ਜਿਹੜਾ ਗਲ 'ਚ ਕਿੱਲਾ ਸੀ, ਫਾਸਿਸਟ ਸਰਕਾਰ ਦੇ ਜਿਹੜਾ ਗਲ 'ਚ ਕਿੱਲਾ ਸੀ ਕਿ ਮੈਂ ਜੋ ਮੂੰਹ ਚੋਂ ਲਫ਼ਜ਼ ਬੋਲਤਾ ਉਹ ਵਾਪਸ ਨਹੀਂ ਹੋਇਆ। ਉਹਨਾਂ ਨੇ ਚਾਹੇ ਕਿਸੇ ਮੁਸਲਮਾਨਾਂ ਦੇ ਖਿਲਾਫ ਬਣਾਇਆ, ਚਾਹੇ ਕੋਈ GST ਦਾ ਮਾਮਲਾ ਲਿਆਂਦਾ, ਚਾਹੇ ਕੋਈ ਕਰੋਨਾ ਵਾਲਾ ਮਾਮਲਾ ਲਿਆਂਦਾ, ਚਾਹੇ ਨੋਟਬੰਦੀ ਵਾਲਾ ਲਿਆਂਦਾ, ਪਰ ਜਦੋਂ ਤਿੰਨੇ ਕਾਲੇ ਕਾਨੂੰਨ ਸਾਡੀ ਪੰਜਾਬ ਦੀ ਧਰਤੀ ਨੂੰ ਖੋਹਣ ਦੇ ਬਣਾਏ ਤਾਂ ਸਾਡੇ ਪੰਜਾਬ ਦੇ ਯੋਧਿਆਂ ਨੇ, ਸਾਡੇ ਕਿਸਾਨਾਂ ਮਜ਼ਦੂਰਾਂ ਨੇ ਉਹਨਾਂ ਹਲਕ 'ਚ ਡੰਡਾ ਦੇ ਕੇ ਉਹਨੂੰ ਗੋਡੇ ਟਕਿਆਏ। ਇਸ ਲਈ ਮੋਦੀ ਦੇ ਹਾਜ਼ਮ ਨਹੀਂ ਆ ਰਹੀ, ਉਹਨਾਂ ਕਾਰਪੋਰੇਟ ਘਰਾਣਿਆਂ ਦੇ ਚੀਜ਼ਾਂ ਹਾਜ਼ਮ ਨਹੀਂ ਆਉਂਦੀਆਂ, ਉਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ। ਇਸ ਲਈ ਸਮੁੱਚੇ ਪੰਜਾਬ ਦੇ ਲੋਕਾਂ ਨੂੰ, ਉਹ ਚਾਹੇ ਕਿਸੇ ਵੀ ਧਰਮ ਦੇ ਨੇ, ਕਿਸੇ ਵੀ ਵਰਗ ਦੇ ਨੇ, ਉਹ ਕਿਸੇ ਵੀ ਜਾਤ ਦੇ ਨੇ, ਸਮੁੱਚੇ ਲੋਕਾਂ ਨੂੰ ਇਕੱਠੇ ਹੋਣ ਦੇ ਲੋੜ ਹੈ ਪੰਜਾਬੀਅਤ ਨਾਂ ਦੇ, ਤੇ ਪੂਰੇ ਦੇਸ਼ ਦੀ ਸੁਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਮੈਂ ਬੇਨਤੀ ਕਰਨਾ ਚਾਹੁੰਦਾ ਕਿ 12,760 ਪਿੰਡ ਹੈ ਪੰਜਾਬ ਦਾ, ਹਰ ਪਿੰਡ ਦੇ ਵਿੱਚ ਸਾਡੇ ਗੁਰੂ ਘਰ ਹੈ, ਉੱਥੇ ਕਮੇਟੀ ਬਣੀ ਹੈ। ਜਿਵੇਂ ਮੇਰੇ ਤੋਂ ਪਹਿਲਾਂ ਇੱਥੋਂ ਜਥੇਦਾਰ ਸਾਹਿਬ ਨੇ ਕਿਹਾ ਸੀ ਅਸੀਂ ਸਭ ਥਾਵਾਂ ਤੇ ਜਾਵਾਂਗੇ, ਅਸੀਂ ਜਾ ਕੇ ਬੇਨਤੀਆਂ ਕਰੀਏ ਕਿ ਉਹ ਕਮੇਟੀਆਂ ਜ਼ਰੂਰ ਰੋਜ਼ਾਨਾ ਪ੍ਰਚਾਰ ਕਰਨ, ਪੰਜਾਬ ਦੇ ਹਰ ਪਿੰਡ ਹਰ ਦੇ ਵਿੱਚ ਮੁੱਦਾ ਬਣਾਉਣ ਇਹ ਮਸਲੇ ਦਾ, ਤਾਂ ਕਿ ਸਾਰੇ ਲੋਕ ਸੁਚੇਤ ਹੋ ਕੇ ਇਸ ਮੋਰਚੇ ਦੀ ਹਮਾਇਤ ਕਰਨ ਤੇ ਆਪਾਂ ਜਿਵੇਂ ਮੋਦੀ ਸਰਕਾਰ ਨੂੰ ਪਹਿਲਾਂ ਹਰਾਇਆ ਉਸੇ ਤਰੀਕੇ ਦੇ ਨਾਲ ਹਰਾ ਕੇ ਜਿਹੜੀ ਇਹ ਕਾਨੂੰਨ ਦੀ ਵਿਵਸਥਾ ਹੈ ਉਹਨੂੰ ਅਸੀਂ ਠੀਕ ਕਰ ਸਕੀਏ। ਇਹ ਕਾਨੂੰਨ ਸਾਡੇ ਇਕੱਲੇ ਬੰਦੀ ਸਿੰਘਾਂ ਦੇ ਲਈ ਨਹੀਂ, ਹਰ ਵਿਅਕਤੀ ਦੇ ਲਈ ਘਾਤਕ ਹੈ। ਜੇ ਕਾਨੂੰਨ ਦੇ ਵਿੱਚ ਦੋ ਧਾਰਾਵਾਂ ਹੁੰਦੀਆਂ ਨੇ ਉਹ ਮਾੜੀ ਹੁੰਦੀ ਹੈ।
ਇਹ ਸਾਡੇ ਹੱਕ ਸੱਚ ਦੀ ਇਨਸਾਫ ਦੀ ਲੜਾਈ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਲੜਨੀ ਪੈਣੀ ਹੈ ਤੇ ਅਸੀਂ ਉਹਨਾਂ ਚਿਰ ਲੜਾਂਗੇ ਕਿਉਂਕਿ ਜਿਵੇਂ ਪ੍ਰਧਾਨ ਜੀ ਨੇ ਕਿਹਾ ਸੀ ਵੀ ਇਹ ਸੱਚ ਹੈ, ਇਹਨਾਂ ਨੂੰ ਛੱਡਣਾ ਝੂਠ ਨਹੀਂ। ਇਹ ਲੜਾਈ ਲੜਨਾ ਵੀ ਸਾਡੀ ਮਜਬੂਰੀ ਹੈ, ਨਹੀਂ ਇਹ ਸਾਨੂੰ ਖਤਮ ਕਰ ਦੇਣਗੇ, ਇਹ ਸਾਨੂੰ ਜਲੀਲਤਾ ਦੀ ਮੌਤ ਦੇਣਗੇ ਜਾਂ ਅਸੀਂ ਇਹਨਾਂ ਨਾਲ ਲੜ ਕੇ ਕੁਰਬਾਨੀਆਂ ਦੇ ਕੇ ਆਉਣ ਵਾਲੀ ਨਸਲ ਦੇ ਲਈ ਆਪਣੇ ਕਾਨੂੰਨ ਆ ਜਿਹੜਾ ਉਹ ਵਿਵਸਥਾ ਨੂੰ ਠੀਕ ਕਰ ਸਕੀਏ। ਸੋ ਇੰਨੀਆਂ ਬੇਨਤੀਆਂ ਦੇ ਨਾਲ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਮੇਰੀ ਬੇਨਤੀ ਹੈ ਭਾਈ ਹਰਬੰਸ ਸਿੰਘ ਜੀ ਸੰਘਾ ਉਹ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਅੱਗੇ ਬੇਨਤੀ ਹੈ ਭਾਈ ਹਰਜੀਤ ਸਿੰਘ ਜੀ ਰਵੀ, ਭਾਈ ਗੁਰਨੈਬ ਸਿੰਘ ਜੇਤੇਵਾਲ, ਭਾਈ ਨਰਵੈਲ ਸਿੰਘ ਡਾਲੇ ਕੇ। ਸੋ ਹੁਣ ਬੇਨਤੀ ਹੈ ਭਾਈ ਮਨਜੀਤ ਸਿੰਘ ਧਨੇਰ। ਸੋ ਹੁਣ ਭਾਈ ਮਨਜੀਤ ਸਿੰਘ ਧਨੇਰ ਉਹ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਲਈ ਇਸ ਮੋਰਚੇ ਤੇ ਡਟੇ ਜੁਝਾਰੂ ਯੋਧਿਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਲੰਮੇ ਸਮੇਂ ਤੋਂ ਬੋਲਦਿਆਂ ਰਗਾਂ ਦਾ ਬੁਰਾ ਹਾਲ ਹੈ, ਫਿਰ ਵੀ ਸਾਥੀ ਜੀ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਕਿਉਂਕਿ ਸਾਡਾ ਬੁਲਾਰਾ ਇੱਕ ਪਹਿਲਾਂ ਹਰਨੇਕ ਸਿੰਘ ਮਹਿਮਾ ਬੋਲ ਗਿਆ ਸੀ। ਮੈਂ ਜ਼ਿਆਦਾ ਗੱਲ ਨਾ ਦੁਹਰਾਵਾਂ, ਮੈਂ ਇੱਕੋ ਹੀ ਗੱਲ ਕਹੂੰਗਾ ਬਈ ਸਾਡਾ ਜੋ ਪਿਛਲਾ ਤਜਰਬਾ ਹੈ, ਕਿਉਂਕਿ ਅੱਜ ਤੋਂ 24 ਸਾਲ ਪਹਿਲਾਂ ਮਹਿਲ ਕਲਾਂ ਦੀ ਧਰਤੀ ਤੇ ਇੱਕ ਬੱਚੀ ਨੂੰ ਪੁਲਿਸ, ਸਿਆਸੀ ਤੇ ਗੁੰਡਿਆਂ ਦੇ ਗੱਠਜੋੜ ਨੇ ਕਤਲ ਕਰਕੇ, ਪੜਨ ਗਈ ਨੂੰ ਕਤਲ ਕਰਕੇ ਆਪਦੇ ਖੇਤਾਂ ਵਿੱਚ ਦੱਬ ਕੇ ਸੋਚਿਆ ਸੀ ਵੀ ਹੁਣ ਇਹ ਬੱਚੀ ਦੀ ਆਵਾਜ਼ ਨਹੀਂ ਨਿਕਲਣੀ। ਪਰ ਮੈਨੂੰ ਇਸ ਸਮਝ ਤੇ ਇਸ ਵਿਚਾਰ ਤੇ ਮਾਣ ਹੈ ਬਈ ਜਦੋਂ ਵੱਖ-ਵੱਖ ਪੱਗਾਂ ਵਾਲੇ, ਵੱਖ-ਵੱਖ ਝੰਡਿਆਂ ਵਾਲੇ ਲੋਕ ਮਹਿਲ ਕਲਾਂ ਦੀ ਧਰਤੀ ਤੇ ਅੱਜ ਤੋਂ 24 ਸਾਲ ਪਹਿਲਾਂ ਜੁੜੇ ਸੀ ਤਾਂ ਬੇਸ਼ੱਕ ਅਸੀਂ ਉਸ ਬੱਚੀ ਨੂੰ ਤਾਂ ਜਿਉਂਦੀ ਨਹੀਂ ਸੀ ਲੈ ਸਕੇ, ਪਰ 14 ਦਿਨਾਂ ਬਾਅਦ ਉਸ ਜ਼ਾਲਮ ਹਾਕਮਾਂ ਦੇ ਪਾਲੇ ਹੋਏ ਗੁੰਡਿਆਂ ਦੇ ਹੱਥੀ ਉਸ ਬੱਚੀ ਦੀ ਲਾਸ਼ ਕਢਾ ਕੇ ਤੇ 24 ਸਾਲ ਤੋਂ ਲਗਾਤਾਰ ਸਿੱਖ ਕਾਮਰੇਡ ਜਾਂ ਕਾਂਗਰਸ ਜਾਂ ਅਕਾਲੀ ਉਸ ਸਟੇਜ ਤੇ ਇਕੱਠੇ ਲੜ ਰਹੇ ਨੇ ਉਸ ਜ਼ਬਰ ਦੇ ਖਿਲਾਫ। ਮੈਂ ਇਸ ਸਟੇਜ ਤੋਂ ਵੀ ਸੱਦਾ ਦਿਉਂ, ਬਾਪੂ ਜੀ ਕਹਿ ਕੇ ਗਏ ਆ ਪਹਿਲਾਂ, ਜੋ ਵੀ ਇਸ ਸਟੇਜ ਤੇ ਆਉਂਦਾ ਉਹਦੇ ਨਾਲ ਨਫ਼ਰਤ ਨਹੀਂ ਹੋਣੀ ਚਾਹੀਦੀ। ਵਿਚਾਰ ਇੱਕੋ ਹੀ ਆ ਜਿਹੜਾ ਦਿੱਲੀ ਦੇ ਮੋਰਚੇ ਨੇ ਸਾਨੂੰ ਸਿਖਾਇਆ ਤੇ ਬੜੇ ਮਾਣ ਨਾਲ ਮੈਂ ਕਹੂੰਗਾ ਵੀ ਉਹ ਮਹਿਲ ਕਲਾਂ ਦੀ ਧਰਤੀ ਤੋਂ ਵੱਖ-ਵੱਖ ਝੰਡਿਆਂ ਨੂੰ ਇਕੱਠੇ ਕਰਕੇ ਲੜਨ ਦੀ ਲੜਾਈ ਸ਼ੁਰੂ ਹੋਈ ਸੀ, ਜਿਹੜੀ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਹਾਕਮਾਂ ਦੇ ਗੋਡੇ ਟਿਕਾ ਕੇ ਆਈ ਆ ਤੇ ਜੰਗ ਜਿੱਤ ਕੇ ਆਈ ਆ। ਅੱਜ ਮੈਂ ਤੁਹਾਡੇ ਸਾਹਮਣੇ ਖੜਾ, ਉਸ ਦਿੱਲੀ ਦੇ ਹੁਕਮਰਾਨਾਂ ਨੇ ਉਸ ਬੱਚੀ ਦੇ ਕਤਲ ਦੇ ਵਿੱਚ ਮੈਂ ਪੈਰਵਾਈ ਕੀਤੀ। ਮੇਰੇ ਸਾਥੀ ਸੀ ਦੋ, ਨਰਾਇਣ ਦੱਤ ਤੇ ਪ੍ਰੇਮ ਕੁਮਾਰ, ਦੋਨੇ ਮੁਲਾਜ਼ਮ ਸੀ। ਉਮਰ ਕੈਦ ਦੀ ਸਜ਼ਾ ਕਰਕੇ ਸਾਨੂੰ ਸੁਪਰੀਮ ਕੋਰਟ ਨੇ ਵੀ ਜੇਲ੍ਹ ਦੇ ਵਿੱਚ ਡੱਕਿਆ ਸੀ। ਪਰ ਸਲੂਟ ਕਰਦੇ ਆ ਵੱਖ-ਵੱਖ ਝੰਡਿਆਂ ਵਾਲੇ ਲੋਕਾਂ ਨੂੰ ਜਿਨ੍ਹਾਂ ਨੇ ਬਰਨਾਲਾ ਜੇਲ੍ਹ ਦੇ ਮੂਹਰੇ ਛਾਉਣੀ ਬਣਾ ਕੇ ਰੱਖੀ ਲੋਕਾਂ ਨੂੰ ਤੇ ਇਹ ਗੱਲ ਦੱਸੀ ਜਦੋਂ ਤੱਕ ਮਨਜੀਤ ਧਨੇਰ ਨੂੰ, ਸੱਚ ਨੂੰ ਜਿਹੜੀ ਤੁਸੀਂ ਫਾਂਸੀ ਲਾਈ ਆ ਉਹ ਫਾਂਸੀ ਨਹੀਂ ਤੋੜਦੇ ਤੇ ਉਹ ਕੱਠ ਲੋਹੇ ਦੀ ਲੱਠ ਨੇ ਮੇਰੇ ਗਲੇ 'ਚੋਂ ਫਾਂਸੀ ਤੋੜ ਕੇ ਭਰਾਵੋ ਤੁਹਾਡੇ ਵਿੱਚ ਲੈ ਕੇ ਆਂਦਾ। ਤੇ ਉਸ ਦਿਨ ਜਦੋਂ 8:30 ਵਜੇ ਰਾਤ ਨੂੰ ਮਨਜੀਤ ਧਨੇਰ ਨੂੰ ਆਹ ਸੰਗਤਾਂ ਬਾਹਰ ਲੈ ਕੇ ਆਈਆਂ ਸੀ ਵੱਖ-ਵੱਖ ਝੰਡਿਆਂ ਦੀ ਰਹਿਨਮਾਈ ਦੇ ਹੇਠ, ਤਾਂ ਇੱਕ ਪਰਨ ਕੀਤਾ ਸੀ ਬਈ ਬਾਬਾ ਨਾਨਕਾ ਤੇਰਾ ਦਿੱਤਾ ਹੋਇਆ ਸੱਦਾ
ਭਾਈ ਲਾਲੋਆਂ ਦੇ ਹੱਕ 'ਚ ਖੜ ਕੇ ਲੜਾਂਗੇ ਤੇ ਮਲਕ ਭਾਗੋਂ ਨੂੰ ਬੰਗਾਰਾਂਗੇ ਤੇ ਸੀਸ ਤੁਹਾਡੇ ਲਈ ਦਾਨ ਕੀਤਾ ਹੋਇਆ ਅੱਜ ਫੇਰ ਇਸ ਸਟੇਜ ਤੋਂ ਦੁਹਰਾਉਂਦੇ ਆ ਬਈ ਜਦੋਂ ਤੱਕ ਜ਼ੁਲਮ ਹੋਊਗਾ ਜ਼ੁਲਮ ਦੇ ਖਿਲਾਫ ਹਿੱਕ ਢਾ ਕੇ ਲੜਾਂਗੇ। ਇਹ ਸੀਸ ਕੱਲਾ ਸੀਸ ਰੇਲ ਗੱਡੀ ਥੱਲੇ ਦੇ ਕੇ ਨਹੀਂ ਕੱਟਣਾ। ਆ ਲੋਕਾਂ ਤੋਂ ਸਿੱਖਾਂਗੇ, ਲੋਕ ਲਹਿਰਾਂ ਤੋਂ ਸਿੱਖਾਂਗੇ ਤੇ ਆਉਣ ਵਾਲੇ ਨੌਜਵਾਨਾਂ ਨੂੰ ਸਿਖਾ ਕੇ ਸੰਘਰਸ਼ ਦੇ ਮੈਦਾਨ ਵਿੱਚ ਲਿਆਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਭਾਈ ਮਨਜੀਤ ਸਿੰਘ ਧਨੇਰ ਦੇ। ਸੋ ਹੁਣ ਮੇਰੀ ਬੇਨਤੀ ਹੈ, ਪਹਿਰੇਦਾਰ ਅਖਬਾਰ ਦੇ ਜਿਹੜੇ ਸੰਪਾਦਕ ਨੇ ਭਾਈ ਜਸਪਾਲ ਸਿੰਘ ਜੀ ਹੇਰਾਂ, ਉਹ ਹੁਣ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਜਹਾਨ ਦੇ ਵਾਲੀ ਬਾਲੀਏ ਕੋਲ ਆਲਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੰਦੀ ਸਿੰਘ ਰਿਹਾਈ ਮੋਰਚੇ ਦੇ ਯੋਧੇ ਜਰਨੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਮੋਰਚੇ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਗਿਆ, ਉਹਨਾਂ ਦੇ ਆਗੂ ਬੋਲ ਰਹੇ ਨੇ ਵੱਖੋ ਵੱਖਰੇ। ਮੈਂ ਸਮਝਦਾ ਕਿ ਉਸ ਲੜੀ ਨੂੰ ਚੱਲਦਾ ਰੱਖਿਆ ਜਾਵੇ। ਆਪਾਂ ਤਾਂ ਫਿਰ ਬੈਠ ਕੇ ਗੱਲ ਵਿਚਾਰ ਕਰ ਲਵਾਂਗੇ। ਸੋ ਜਿਹੜੀ ਗੱਲ ਇਸ ਤੋਂ ਪਹਿਲਾਂ ਕੀਤੀ ਗਈ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦਾ ਬਜਟ ਇਜਲਾਸ ਤੇ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ, ਭਾਵੇਂ ਕਿ ਮੋਰਚੇ ਦੇ ਪ੍ਰਬੰਧਕਾਂ ਵੱਲੋਂ ਇਸ ਸੰਬੰਧੀ ਫੈਸਲਾ ਲਿਆ ਗਿਆ ਤੇ ਜਿਵੇਂ ਸੁਝਾਅ ਆਏ ਨੇ ਉਹ ਫੈਸਲਾ ਲੈਣਗੇ। ਤੇ ਬਾਕੀ ਗੱਲ ਜਿਹੜੀ ਕਰਨ ਵਾਲੀ ਹੈ ਇਸ ਵੇਲੇ ਕਿ ਅਦਾਲਤਾਂ ਨੇ ਇਹ ਫੈਸਲਾ ਸੁਣਾ ਦਿੱਤਾ, ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾ ਦਿੱਤਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਜਾਂ ਨਾ ਕਰਨਾ, ਸਮੇਂ ਤੋਂ ਪਹਿਲਾਂ ਕਰਨਾ ਜਾਂ ਸਮੇਂ ਤੋਂ ਬਾਅਦ ਕਰਨਾ, ਇਹ ਸਰਕਾਰਾਂ ਦੇ ਵੱਸ ਆ। ਸੋ ਪੂਰੀ ਤਰ੍ਹਾਂ ਗੇਂਦ ਆ ਜਿਹੜੀ ਉਹ ਸਰਕਾਰ ਦੇ ਪਾਲੇ 'ਚ ਆ। ਸਰਕਾਰ ਦੇ ਛਾਤੀ ਤੇ ਜਦੋਂ ਤੱਕ ਸੰਗਤਾਂ ਦੇ ਗੋਡੇ ਦਾ ਭਾਰ ਨਹੀਂ ਵੱਧਦਾ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਨਹੀਂ ਜਿੱਤ ਸਕਾਂਗੇ। ਸੋ ਮੇਰੀ ਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਤੁਹਾਡੇ ਨਾਲ ਇੱਕ ਵਾਅਦਾ ਕਿ ਜਿਸ ਦਿਨ ਸੰਗਤਾਂ ਦੀ ਸਿੱਖ ਸੰਗਤਾਂ ਦੀ ਗਿਣਤੀ ਹੈ ਜਿਹੜੀ ਉਹ ਦਿਨ ਦੇ ਵੇਲੇ 20,000 ਦੀ ਗਿਣਤੀ ਨੂੰ ਪਾਰ ਕਰ ਜਾਊਗੀ, ਉਸੇ ਦਿਨ ਬੰਦੀ ਸਿੰਘ ਆ ਜਿਹੜੇ ਉਹ ਤੁਹਾਡੇ ਸਾਹਮਣੇ ਹੋਣਗੇ। ਸੋ ਇਸ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ। ਆਪੋ ਆਪਣੇ ਪਿੰਡਾਂ ਵਿੱਚ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤੇ ਸੰਗਤ ਆ ਜਿਹੜੀ ਉਹ ਵੱਧ ਤੋਂ ਵੱਡੀ ਗਿਣਤੀ ਦੇ ਵਿੱਚ ਇਸ ਮੋਰਚੇ ਵਿੱਚ ਸ਼ਾਮਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਸੰਪਾਦਕ ਭਾਈ ਜਸਪਾਲ ਸਿੰਘ ਜੀ ਹੇਰਾਂ ਦਾ, ਜਿਨ੍ਹਾਂ ਨੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜੀ ਗਿਣਤੀ ਵਧਾਉਣ ਦੀ ਗੱਲ ਕੀਤੀ ਹੈ ਤੇ ਫਤਿਹ ਕਰਨ ਦੀ ਗੱਲ ਕੀਤੀ ਹੈ, ਉਹ ਸੰਗਤਾਂ ਜ਼ਰੂਰ ਉਸ ਵੱਲ ਧਿਆਨ ਦੇਣ। ਸੋ ਹੁਣ ਮੇਰੀ ਬੇਨਤੀ ਹੈ ਭਾਈ ਬਲਦੇਵ ਸਿੰਘ ਦੇਵ ਸਰਾਭਾ, ਜਿਨ੍ਹਾਂ ਨੇ ਕੌਮੀ ਇਨਸਾਫ ਮੋਰਚਾ ਜਿਹੜਾ ਇੱਥੇ ਪੱਕਾ ਮੋਰਚਾ ਸ਼ੁਰੂ ਹੋਇਆ, ਉਹ ਸ਼ੁਰੂ ਕਰਨ ਤੋਂ ਪਹਿਲਾਂ 319 ਦਿਨ ਲਗਾਤਾਰ ਪਿੰਡ ਸਰਾਭਾ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਮੋਰਚਾ ਲਾਇਆ ਹੋਇਆ ਸੀ। ਸੋ ਬਾਪੂ ਜੀ ਹੋਰਾਂ ਦੀ ਜਿਹੜੀ ਬੇਨਤੀ ਮੰਨਦੇ ਆ, ਉਹਨਾਂ ਵੱਲੋਂ ਮੋਰਚਾ ਉੱਥੋਂ ਚੁੱਕ ਕੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ ਕੇ ਮੋਰਚਾ ਵੱਡਾ ਕੀਤਾ ਗਿਆ। ਸੋ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸੋ ਹੁਣ ਭਾਈ ਬਲਦੇਵ ਸਿੰਘ ਦੇਵ ਸਰਾਭਾ ਉਹ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀਆਂ ਸੰਗਤਾਂ, ਸਭ ਤੋਂ ਪਹਿਲਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੌਮੀ ਇਨਸਾਫ ਮੋਰਚੇ ਦੇ
45 ਦਿਨ ਪੂਰੇ ਹੋਣ ਜਾ ਰਹੇ ਨੇ। ਸਰਕਾਰਾਂ ਜਿਹੜੀਆਂ ਸੁੱਤੀਆਂ ਨੇ, ਭਾਵੇਂ ਉਹ ਜਾਗਣ ਵਿੱਚ ਹਜੇ ਦੇਰੀ ਲਾਉਂਦੀਆਂ ਨੇ। 319 ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਦੇ ਵਿੱਚ ਮੋਰਚਾ ਲਾ ਕੇ ਬੈਠੇ ਰਹੇ ਹਾਂ। ਜਿਸ ਦਿਨ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਵੱਲੋਂ ਸਾਨੂੰ ਸੰਦੇਸ਼ ਆਇਆ ਸੀਗਾ ਬਾਪੂ ਜੀ ਦੇ ਦੁਆਰਾ, ਅਸੀਂ ਆਪਣਾ ਮੋਰਚਾ ਸਮਾਪਤ ਕਰਕੇ ਕੌਮੀ ਇਨਸਾਫ ਮੋਰਚੇ ਨੂੰ ਸਹਿਯੋਗ ਕੀਤਾ। ਉਦੋਂ ਤੱਕ ਸਾਡਾ ਸਹਿਯੋਗ ਰਹੂਗਾ ਜਦੋਂ ਤੱਕ ਸਾਡੇ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ। ਤਾਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਸਾਡੇ ਪੰਜਾਬ ਵਾਸੀਆਂ ਨੂੰ ਇੱਕੋ ਹੀ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਹਰ ਇੱਕ ਪਿੰਡ ਦੇ ਵਿੱਚੋਂ ਇੱਕ ਟਰਾਲੀ ਜ਼ਰੂਰ ਇਸ ਕੌਮੀ ਇਨਸਾਫ ਮੋਰਚੇ ਵਿੱਚ ਆਉਣੀ ਚਾਹੀਦੀ ਆ। ਜਦੋਂ ਅਸੀਂ ਦਿੱਲੀ ਵਿੱਚ ਮੋਰਚਾ ਲਾਇਆ ਸੀ ਤਾਂ ਉੱਥੇ ਵੱਧ ਚੜ੍ਹ ਕੇ ਸਾਰਿਆਂ ਨੇ ਉੱਥੇ ਸਹਿਯੋਗ ਕੀਤਾ, ਪਰ ਹਾਲੇ ਤੱਕ ਕਈ ਪਿੰਡ ਇੱਦਾਂ ਦੇ ਨੇ ਜਿਹੜੇ ਇਸ ਕੌਮੀ ਇਨਸਾਫ ਮੋਰਚੇ ਵਿੱਚ ਹਾਜ਼ਰੀ ਨਹੀਂ ਲਵਾਈ। ਆਖਰ ਵਿੱਚ ਮੈਂ ਤਾਂ ਫੇਰ ਇਹੀ ਬੇਨਤੀ ਕਰੂੰਗਾ ਸਮੂਹ ਸੰਗਤਾਂ ਨੂੰ, ਪੰਜਾਬ ਵਾਸੀਆਂ ਨੂੰ, ਕਿ ਉਹ ਹਰ ਇੱਕ ਪਿੰਡ ਦੇ ਵਿੱਚੋਂ ਇੱਕ ਟਰਾਲੀ ਆਪਣੇ ਪਿੰਡ ਦੀ ਜ਼ਰੂਰ ਇਸ ਮੋਰਚੇ ਦੇ ਵਿੱਚ ਲਾ ਕੇ 5 ਸਿੰਘਾਂ ਦੀ ਹਾਜ਼ਰੀ ਹਰ ਰੋਜ਼ ਇਸ ਮੋਰਚੇ ਵਿੱਚ ਆਪਣੇ ਪਿੰਡ ਵੱਲੋਂ ਭੇਜਣ, ਤਾਂ ਜੋ ਜਿਹੜੇ ਸਾਡੇ ਕੌਮ ਦੇ ਯੋਧੇ ਨੇ, ਸਾਡੇ ਬੰਦੀ ਸਿੰਘ ਨੇ, ਜਲਦ ਰਿਹਾ ਹੋ ਜਾਣ ਤੇ ਜਿਹੜੇ ਸਾਡੇ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਨੇ ਉਹ ਜਲਦੀ ਫਤਿਹ ਕਰ ਸਕੀਏ। ਆਪਣੀ ਗੱਲ ਮੈਂ ਇੱਥੇ ਸਮਾਪਤ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦੀ ਹਾਂ ਭਾਈ ਬਲਦੇਵ ਸਿੰਘ ਦੇਵ ਸਰਾਭਾ ਹੋਰਾਂ ਦਾ। ਸੋ ਹੁਣ ਮੇਰੀ ਬੇਨਤੀ ਹੈ ਐਡਵੋਕੇਟ ਪ੍ਰਭਦੀਪ ਸਿੰਘ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੁੜੇ ਹੋਏ ਨੇ, ਉਹਨਾਂ ਵੱਲੋਂ ਆਪ ਜੀ ਨਾਲ ਹੁਣ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਉਹਨਾਂ ਤੋਂ ਬਾਅਦ ਸੰਤ ਬਾਬਾ ਅਵਤਾਰ ਸਿੰਘ ਜੀ ਮਲੇਰਕੋਟਲਾ ਵਾਲੇ ਉਹ ਵੀ ਪਹੁੰਚੇ ਨੇ। ਇਹਨਾਂ ਤੋਂ ਬਾਅਦ ਬਾਬਾ ਜੀ ਤਿਆਰ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਸਾਧ ਸੰਗਤ ਜੀ, ਆਓ ਗੁਰੂਆਂ ਵੱਲੋਂ ਬਖਸ਼ਿਸ਼ ਗੁਰੂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਕਾਰਾਂ ਹਮੇਸ਼ਾ ਪੰਥ ਦੇ ਖਿਲਾਫ ਰਹੀਆਂ। ਕੇਂਦਰ ਸਰਕਾਰ ਕਦੇ ਸਾਡੇ ਹੱਕ ਦੇ ਵਿੱਚ ਨਹੀਂ ਰਹੀ। ਹਮੇਸ਼ਾ ਹੀ ਸਾਨੂੰ ਪੰਜਾਬ ਨੂੰ ਤਰਾਸਦੀਆਂ ਦਾ ਦੌਰ ਦੇਖਣਾ ਪਿਆ। ਪਹਿਲੀ ਪੀੜ੍ਹੀ ਖਾਲੀ ਵੰਡ ਦੇ ਰੌਲਿਆਂ ਨੇ, ਦੂਜੀ ਪੀੜ੍ਹੀ ਅੱਤਵਾਦੀ ਕਹਿ ਕੇ ਮਾਰਤੀ, ਤੀਜੀ ਪੀੜ੍ਹੀ ਬਰਬਾਦ ਕੀਤੀ ਨਸ਼ਿਆਂ ਨੇ, ਚੌਥੀ ਪੀੜ੍ਹੀ ਅੱਜ ਪੰਜਾਬ ਨੇ ਜਹਾਜ਼ ਚਾੜਤੀ। ਸੋ ਵੱਖ-ਵੱਖ ਸਮੇਂ ਸਾਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਸਰਕਾਰਾਂ ਵੱਲੋਂ ਸਾਜ਼ ਦੇ ਤਹਿਤ। ਅੱਜ ਵੀ ਸਾਡੀ ਨੌਜਵਾਨੀ ਨੂੰ ਪਦਾਰਥਵਾਦ ਦੇ ਸਬਜ਼ ਵਾਗ ਵਿਖਾ ਕੇ ਬਾਹਰਲੇ ਦੇਸ਼ਾਂ ਵੱਲ ਭੇਜਿਆ ਜਾ ਰਿਹਾ। ਸੋ ਅੱਜ ਸਮਝਣ ਦੀ ਲੋੜ ਹੈ। ਜਿੱਥੋਂ ਤੱਕ ਮੈਂ ਆਪਣੀ ਉਮਰ ਤੇ ਤਜਰਬੇ ਦੀ ਗੱਲ ਕਰਾਂ, ਇਹ ਸਿੰਘਾਂ ਦੇ ਬਲਿਦਾਨ ਉਦੋਂ ਨੇ ਜਦੋਂ ਅਸੀਂ ਪੈਦਾ ਵੀ ਨਹੀਂ ਹੋਏ ਸੀ। ਸੋ ਮੈਂ ਇੱਕ ਗੁਹਾਰ ਮੋਰਚੇ ਅੱਗੇ ਲਾਉਣੀ ਚਾਹੁੰਦਾ ਕਿ ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਅੱਜ ਦੀ ਪੀੜ੍ਹੀ ਪੈਦਾ ਨਹੀਂ ਸੀ ਹੋਈ। ਸੋ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਕੌਮੀ ਇਨਸਾਫ ਮੋਰਚੇ ਦਾ ਵੀ, ਕਿਉਂਕਿ ਇਸ ਤੋਂ ਬਾਅਦ ਸਮਾਂ ਹੱਥ ਨਹੀਂ ਆਉਣਾ ਸੀ। ਇਸ ਤੋਂ ਬਾਅਦ ਇਸ ਮੌਕੇ ਦੇ ਗਵਾਹਾਂ ਨੇ ਚਲੇ ਜਾਣਾ ਸੀ ਤੇ ਇੱਕ ਇਤਿਹਾਸ ਦੇ ਵਿੱਚ ਦਫਨ ਹੋ ਜਾਣਾ ਸੀ, ਕਿਉਂਕਿ ਮੌਕੇ ਦੀਆਂ ਸਰਕਾਰਾਂ ਨੇ ਇਹ ਸਿੰਘਾਂ ਦੀ ਸਹੀ ਪੈਰਵਾਈ ਨਹੀਂ ਕੀਤੀ। ਅੱਜ ਜੋ ਪੰਜਾਬ ਦੇ ਵਿੱਚ ਤਿੰਨ ਗੰਧ ਬਿੱਟਾ, ਬਿੱਟੂ ਤੇ ਮੰਡ ਜੋ ਪ੍ਰਚਾਰ ਕਰ ਰਹੇ ਨੇ ਤੇ ਇਹਨਾਂ ਨੂੰ ਅੱਤਵਾਦੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਦੇ ਖਿਲਾਫ ਇੱਕ ਵਿਉਂਤਬੰਦੀ ਦੀ ਲੋੜ ਹੈ, ਕਿਉਂਕਿ ਕੇਂਦਰ ਇਸ ਚੀਜ਼ ਦੀ ਤਿਆਰੀ ਕਰ ਚੁੱਕਾ ਹੈ। ਪਰ ਸਾਡੇ ਵੱਲੋਂ ਥੋੜੀ ਜਿਹੀ ਢਿੱਲ ਹੈ, ਕਿਉਂਕਿ ਜੋ ਵੀ ਹੋਇਆ ਇਹਨਾਂ ਸਿੰਘਾਂ ਨੇ ਕਿਉਂ ਕੀਤਾ, ਕਿਸ ਲਈ ਕੀਤਾ, ਇਹ ਗੱਲ ਨੂੰ ਤਵੱਜੋ ਦੇਣ ਦੀ ਵੱਡੀ ਲੋੜ ਹੈ। ਕਿਉਂਕਿ ਇਹ ਸਿੰਘਾਂ ਨੇ ਜੋ ਕੀਤਾ ਸੈਲਫ ਡਿਫੈਂਸ ਦੇ ਵਿੱਚ ਕੀਤਾ। ਕਿਸੇ ਵੀ ਸਰਕਾਰ ਨੇ ਜਿਹੜੀਆਂ ਇਹਨਾਂ ਦੇ ਬਲਿਦਾਨ ਦੇ ਸਿਰ ਤੇ ਰਾਜ ਗੱਦੀਆਂ ਤੇ ਬੈਠੀਆਂ, ਭਾਵੇਂ ਉਹ ਅਕਾਲੀ ਦਲ ਸੀ ਤੇ ਭਾਵੇਂ ਐਸਜੀਪੀਸੀ ਸੀ, ਇਹਨਾਂ ਦੀ ਸਹੀ ਪੈਰਵਾਈ ਨਹੀਂ ਕੀਤੀ, ਕਿਉਂਕਿ ਲੱਖਾਂ ਰੁਪਏ ਲੱਗਦੇ ਨੇ, ਮਹਿੰਗੇ ਵਕੀਲ ਨੇ ਸੁਪਰੀਮ ਕੋਰਟ ਦੇ ਵਿੱਚ। ਉਹ ਜਿਹੜੀਆਂ ਇਹਨਾਂ ਦੇ ਬਲਿਦਾਨ ਤੇ
ਰਾਜਨੀਤੀਆਂ ਰੋਟੀਆਂ ਸੇਕੀਆਂ, ਉਹਨਾਂ ਨੇ ਇਹਨਾਂ ਦੇ ਕੇਸਾਂ ਦੀ ਸਹੀ ਪੈਰਵਾਈ ਨਹੀਂ ਕੀਤੀ ਔਰ ਸਹੀ ਸਬੂਤ ਨਹੀਂ ਲਗਾਏ। ਤੁਸੀਂ ਇੰਟਰਨੈਸ਼ਨਲ ਹਿਊਮਨ ਰਾਈਟਸ ਦੀਆਂ ਰਿਪੋਰਟਾਂ ਨਹੀਂ ਕਿਸੇ ਨੇ ਦੇਖੀਆਂ। ਪੈਟਰਿਕ ਗੋਸਵਾਮ ਜਿਹਨੇ ਰਿਪੋਰਟ ਪੇਸ਼ ਕੀਤੀ ਹੈ, ਹਿਊਮਨ ਰਾਈਟਸ ਦੀ ਡਾਇਰੈਕਟਰ ਹੈ ਇੰਟਰਨੈਸ਼ਨਲ ਦੀ, ਉਹਨੇ ਕਿਤਾਬ ਲਿਖੀ ਹੈ, ਇਹ ਰਿਪੋਰਟ ਪੇਸ਼ ਕੀਤੀ ਜਿਹਦਾ ਨਾਂ ਹੈ ਡੈਥ ਸਾਇਲੈਂਸ, ਖਾਮੋਸ਼ ਮੌਤ ਦਿੱਤੀ ਗਈ ਸਿੰਘਾਂ ਨੂੰ। ਇਹ ਹਿਊਮਨ ਰਾਈਟਸ ਇੰਟਰਨੈਸ਼ਨਲ ਦੀ ਰਿਪੋਰਟ ਹੈ ਔਰ ਇਹਦੇ ਵਿੱਚ ਸਾਫ਼ 106 ਪੇਜਾਂ ਦੀ ਰਿਪੋਰਟ ਹੈ, ਜਿਸ 'ਚ ਭਾਈ ਜਟਾਣੇ ਦਾ ਵੀ ਜ਼ਿਕਰ ਕੀਤਾ ਗਿਆ ਕਿ ਉਹਨਾਂ ਦੇ ਪਰਿਵਾਰ ਤੇ ਕਿਵੇਂ ਤਸ਼ੱਦਦ ਕੀਤੇ ਗਏ। ਇਹ ਜੋ ਵੀ ਕੰਮ ਹੋਇਆ ਸੈਲਫ ਡਿਫੈਂਸ ਦੇ ਵਿੱਚ ਕੀਤਾ ਗਿਆ, ਉਸ ਸਮੇਂ ਦੇ ਹਾਲਾਤਾਂ ਨੂੰ ਮੱਦੇਨਜ਼ਰ ਦੇਖ ਕੇ ਕੀਤਾ ਗਿਆ। ਕਿਉਂਕਿ ਜੇ ਮੈਂ ਮੰਨਦਾ ਜੇ ਇਹ ਬੰਦੀ ਸਿੰਘ ਉਸ ਸਮੇਂ ਸਰਕਾਰਾਂ ਦੇ ਸਾਹਮਣੇ ਨਾ ਖੜੇ ਹੁੰਦੇ ਤਾਂ ਸ਼ਾਇਦ ਅੱਜ ਸਿੱਖ ਕੌਮ ਦਾ ਇਤਿਹਾਸ ਦੇ ਵਿੱਚ ਨਾਮ ਨਾ ਹੁੰਦਾ। ਕਿਉਂਕਿ ਉਸ ਸਮੇਂ ਦੇ ਸੀਐਮ ਨੇ KPS ਗਿੱਲ ਨੂੰ ਲਿਖ ਕੇ ਦਿੱਤਾ ਕਿ ਜਾਂ ਜਿੰਨੇ ਮਰਜ਼ੀ ਨੌਜਵਾਨ ਮਾਰ ਦੇ, ਜਿਸ ਦੇ ਸਿਰ ਤੇ ਨੀਲਾ ਪਰਨਾ, ਕਾਲਾ ਪਰਨਾ, ਪੀਲਾ ਪਰਨਾ, ਭਾਵੇਂ ਉਹ 16 ਸਾਲ ਦਾ, ਉਹਨੂੰ ਮਾਰ ਦਿੱਤਾ ਜਾਵੇ। ਤੁਸੀਂ ਉਹ ਸਾਰੇ ਉਸ ਚੀਜ਼ ਦੇ ਗਵਾਹ ਹੋ। ਸੋ ਸਾਨੂੰ ਤੁਹਾਨੂੰ ਸਮਝਾਉਣ ਦੀ ਲੋੜ ਹੈ ਕਿ ਉਸ ਸਮੇਂ ਹੋਇਆ ਕੀ ਸੀ। ਸੋ ਕਿਸਾਨ ਮੋਰਚੇ ਤੋਂ ਇੱਕ ਗੱਲ ਸਿੱਖਣ ਦੀ ਲੋੜ ਹੈ ਕਿ ਕਿਵੇਂ ਪਿੰਡਾਂ ਦੇ ਵਿੱਚ ਪਹਿਲਾਂ ਪ੍ਰਚਾਰ ਕਰਕੇ ਅਸੀਂ ਇੱਕ ਲਹਿਬੱਧ ਤਰੀਕੇ ਨਾਲ ਦਿੱਲੀ ਵੱਲ ਨੂੰ ਗਏ। ਸੋ ਬੜੀ ਵੱਡੀ ਥੋੜੀ ਜਿਹੀ ਕਮੀ ਚੱਲ ਰਹੀ ਹੈ। ਮੈਂ ਬੇਨਤੀ ਕਰਾਂਗਾ ਇਸ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੂੰ ਕਿ ਇੱਕ ਟੀਮ ਵਰਕ ਕੀਤਾ ਜਾਵੇ, ਕਿਉਂਕਿ ਨੌਜਵਾਨਾਂ ਨੂੰ ਇਤਿਹਾਸ ਨਹੀਂ ਪਤਾ। ਜਦੋਂ ਇਹ ਵਾਕਿਆ ਹੋਏ ਇੱਕ ਲਹਿਬੱਧ ਤਰੀਕੇ ਨਾਲ, ਸੁਚੱਜੇ ਢੰਗ ਨਾਲ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਕਿ ਇਹਨਾਂ ਨੇ ਕੀਤਾ ਕਿਉਂ ਤੇ ਕਿਸ ਲਈ ਕੀਤਾ, ਕਿੰਨਾ ਹਾਲਾਤਾਂ ਵਿੱਚ ਕੀਤਾ। ਇਹ ਕਾਤਲ ਨਹੀਂ ਗੇ, ਇਹ ਪੜ੍ਹੇ ਲਿਖੇ ਬੰਦੇ ਸੀ। ਇਹਨਾਂ ਨੂੰ ਉਸ ਹਾਲਾਤਾਂ ਦੇ ਵਿੱਚੋਂ ਲੰਘਣਾ ਪਿਆ। ਇੱਕ ਸੈਲਫ ਡਿਫੈਂਸ ਦੇ ਤੌਰ ਤੇ ਇਹ ਵਾਰ ਕਰਨੇ ਪਏ। ਜਿਹੜੇ ਕੇਂਦਰ ਸਰਕਾਰ ਹੈ ਇਹਨਾਂ ਨੂੰ ਅੰਦਰ ਰੱਖ ਕੇ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਪੰਜਾਬ ਸਿਰਫ ਅੱਤਵਾਦੀਆਂ ਦਾ ਦੇਸ਼ ਹੈ, ਅੱਤਵਾਦੀਆਂ ਦੀ ਸਟੇਟ ਹੈ। ਜਦੋਂ ਕਿਸਾਨ ਮੋਰਚੇ ਦੇ ਆਗੂ ਵੀ ਗਏ, ਉਦੋਂ ਕਿਸਾਨ ਆਗੂਆਂ ਦੇ ਨਾਲ ਨਾਲ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ, ਭਾਵੇਂ ਉਹ ਸਾਰਾ ਪੰਜਾਬ ਸੀ, ਕੇਂਦਰ ਸਰਕਾਰ ਸਭ ਨੂੰ ਅੱਤਵਾਦੀ ਕਹਿਣ ਲੱਗ ਗਈ ਸੀ। ਇਸ ਗੱਲ ਦੇ ਤੁਸੀਂ ਸਾਰੇ ਗਵਾਹ ਹੋ। ਸੋ ਇਹਨਾਂ ਨੂੰ ਅੰਦਰ ਰੱਖ ਕੇ ਇੱਕ ਪਿਕਚਰ ਕ੍ਰੀਏਟ ਕਰਨਾ ਚਾਹੁੰਦੀ ਹੈ, ਕਿਉਂਕਿ ਪੰਜਾਬ ਇਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਹਮੇਸ਼ਾ ਔਰ ਪੰਜਾਬ ਇਹਨਾਂ ਨੂੰ ਚੁੱਭਦਾ ਰਹਿੰਦਾ। ਸੋ ਇੱਕ ਪਿਕਚਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਪੰਜਾਬ ਸਟੇਟ ਅੱਤਵਾਦੀਆਂ ਦੀ ਹੈ। ਸੋ ਇੱਕ ਸੈਲਫ ਡਿਫੈਂਸ ਦੀ ਪਰਿਭਾਸ਼ਾ ਨੂੰ ਪੇਸ਼ ਕਰਕੇ ਅਸੀਂ ਸਾਬਤ ਕਰਨਾ, ਨੌਜਵਾਨਾਂ ਨੂੰ ਨਾਲ ਲਾਉਣਾ, ਪੰਜਾਬ ਦੇ ਵਾਸੀਆਂ ਨੂੰ ਨਾਲ ਲਾਉਣਾ। ਕੱਲੇ ਪੰਜਾਬ ਤਾਂ ਸਾਡਾ ਆਪਣਾ, ਜਿੰਨਾ ਚਿਰ ਕੇਂਦਰ ਦੇ ਖਿਲਾਫ ਪੂਰੇ ਵਰਲਡ ਨੂੰ ਤੇ ਪੂਰੇ ਭਾਰਤ ਨੂੰ ਇਸ ਗੱਲ ਲਈ ਜਗਾਇਆ ਨਹੀਂ ਜਾਂਦਾ ਕਿ ਇਹਨਾਂ ਨੇ ਕੀਤਾ ਕਿਉਂ ਤੇ ਕਿਸ ਲਈ ਕੀਤਾ, ਕਿੰਨਾ ਹਾਲਾਤਾਂ ਵਿੱਚ ਇਹ ਲੜਾਈ ਲੜੀ, ਉਹਨਾਂ ਚਿਰ ਕੇਂਦਰ ਸਰਕਾਰ ਨੇ ਝੁਕਣਾ ਨਹੀਂ। ਸੋ ਵੱਖ-ਵੱਖ ਟੀਮਾਂ ਬਣਾ ਕੇ ਇਸ ਗੱਲ ਦਾ ਪ੍ਰਚਾਰ ਕੀਤਾ ਜਾਵੇ ਕਿ ਕੌਮ ਲਈ ਇਹ ਖੜੇ ਸੀ, ਤਾਂ ਹੀ ਇਹ ਅੱਜ ਅੰਦਰ ਨੇ। ਸੋ ਵੱਖ-ਵੱਖ ਟੀਮਾਂ ਬਣਾ ਕੇ ਪ੍ਰਚਾਰ ਕਰਕੇ ਇਕਜੁੱਟ ਹੋ ਕੇ ਦਿੱਲੀ ਦੀਆਂ ਬਰੂਹਾਂ ਵੱਲ ਵਧਣਾ ਪਏਗਾ, ਕਿਉਂਕਿ ਬੜਾ ਸਹੀ ਸਮੇਂ ਤੇ ਮੋਰਚਾ ਲੱਗਿਆ। ਇੱਥੋਂ ਮੋਹਾਲੀਓਂ ਉੱਠ ਕੇ ਦਿੱਲੀ ਜਾਣਾ ਪਏਗਾ, ਤਾਂ ਹੀ ਇਹ ਬੰਦੀ ਸਿੰਘ ਬਾਹਰ ਆਉਣਗੇ। ਤੇ ਦੂਜੀ ਬੇਨਤੀ ਮੈਂ ਕਰਨਾ ਚਾਹੁੰਦਾ, ਕਿਉਂਕਿ ਅਸੀਂ ਲੀਗਲ ਟੀਮ ਤੇ ਵਰਕ ਕਰਦੇ ਰਹੇ ਹਾਂ ਸੰਯੁਕਤ ਮੋਰਚੇ ਵੱਲੋਂ। ਜਿਹੜੇ ਕਲਾਕਾਰ ਪਿੱਛੇ ਜੇ ਸੋਨੀਆ ਮਾਨ ਦੀ ਸਟੇਟਮੈਂਟ ਆਈ ਕਿ ਸਾਡੀ ਕਿਸੇ ਨੇ ਪੁੱਛ ਨਹੀਂ ਲਈ, ਕਿਸੇ ਵੀ ਕਲਾਕਾਰ ਦੇ ਪਰਚੇ ਹੋਏ ਨੇ, ਭਾਵੇਂ ਉਹ ਜਸ ਬਾਜਵਾ, ਭਾਵੇਂ ਸੋਨੀਆ ਮਾਨ, ਭਾਵੇਂ ਹੋਰ ਕਲਾਕਾਰ, ਕੋਈ ਇੱਕ ਵੀ ਕਲਾਕਾਰ ਹੱਥ ਖੜਾ ਕਰਕੇ ਮੇਰੇ ਸਾਹਮਣੇ ਕਹਿ ਦੇ ਵੀ ਕਿਸੇ ਨੂੰ ਥਾਣੇ ਜਾਣ ਦੀ ਜ਼ਰੂਰਤ ਪਈ ਹੈ। ਸਾਰੇ ਕਲਾਕਾਰਾਂ ਦੇ ਪਰਚੇ ਮੈਂ ਖੁਦ ਰੱਦ ਕਰਵਾਏ ਨੇ ਤੇ ਜਿੰਨੀਆਂ ਬੇਲਾਂ ਹੋਈਆਂ ਉਹਨਾਂ ਦੇ ਵਿੱਚ ਸਾਡਾ ਹੱਥ ਹੈ ਦਿੱਲੀ ਦੇ ਵਿੱਚ। ਔਰ 2 ਵਾਰ CM ਨੂੰ ਮੈਮੋਰੈਂਡਮ ਦੇ ਚੁੱਕਿਆ ਖੁਦ ਮੈਂ ਕਿ ਜਿੰਨੇ ਵੀ ਪਰਚੇ ਹੋਏ ਨੇ 83 ਨੌਜਵਾਨਾਂ ਦੇ, ਉਹ ਰੱਦ ਕੀਤੇ ਜਾਣ। ਰਾਸ਼ਟਰਪਤੀ ਨੂੰ ਵੀ ਚਿੱਠੀ ਪਾ ਕੇ ਮੰਗ ਕੀਤੀ ਜਾ ਰਹੀ ਹੈ ਸਾਨੂੰ ਸਮਾਂ ਦਿੱਤਾ ਜਾਵੇ। ਸੋ ਮੋਰਚੇ ਨੂੰ ਬਦਨਾਮ ਕਰਨ ਲਈ ਮੈਂ ਬੇਨਤੀ ਕਰਾਂਗਾ, ਜਿਹੜੇ ਕਲਾਕਾਰਾਂ ਨੂੰ ਨਹੀਂ ਪਸੰਦ ਮੋਰਚਾ, ਉਹ ਮੋਰਚੇ 'ਚ ਨਾ ਆਓ, ਪਰ ਇਸ ਤਰ੍ਹਾਂ ਦੀਆਂ ਭਾਵਨਾਵਾਂ ਨਾ ਫੈਲਾਓ ਕਿ ਸਾਡੇ ਤੇ ਪਰਚੇ ਕੀਤੇ ਗਏ, ਕਿਸਾਨ ਮੋਰਚਾ ਸਾਡੇ ਨਾਲ ਨਹੀਂ ਖੜਿਆ। ਬਿਲਕੁਲ ਅਸੀਂ ਪੈਰਵਾਈ ਕੀਤੀ ਹੈ, ਹਿੱਕ ਠੋਕ ਕੇ ਪੈਰਵਾਈ ਕੀਤੀ ਹੈ। ਸੋ ਇਹੋ ਜਿਹੀਆਂ ਜੋ ਭਰਮ ਫੈਲਾਏ ਜਾ ਰਹੇ ਨੇ, ਇਹਨਾਂ ਤੋਂ ਦੂਰ ਰਹੋ। ਬੇਨਤੀ ਕਰਾਂਗਾ ਇਸੇ ਤਰ੍ਹਾਂ ਮੋਰਚਾ ਵੀ ਲੀਗਲ ਟੀਮ ਬਣਾਵੇ। ਸੋ ਜਿੱਥੇ ਵੀ ਲੋੜ ਪੈਂਦੀ ਹੈ ਉੱਥੇ ਖੜੇ ਹੋ। ਮੈਂ UNO ਦੇ ਵਿੱਚ ਪਟੀਸ਼ਨ ਪਾਈ ਸੀ ਖੇਤੀ ਬਿੱਲਾਂ ਨੂੰ ਲੈ ਕੇ। ਖੇਤੀ ਬਿੱਲਾਂ ਨੂੰ ਲੈ ਕੇ ਜਿਹੜੀ ਪਟੀਸ਼ਨ ਪਈ ਸੀ ਉਹ ਮੇਰੇ ਵੱਲੋਂ ਤਿਆਰ ਕੀਤੀ ਗਈ ਸੀ। ਔਰ ਮੈਂ ਬੇਨਤੀ ਕਰਦਾ, ਜੇ ਸਾਡੀ ਲੀਗਲ ਤੌਰ ਤੇ ਕਿਤੇ ਜ਼ਰੂਰਤ ਹੈ UNO 'ਚ ਕਿਤੇ ਪਟੀਸ਼ਨ ਪਾਉਣੀ ਹੈ, ਕਿਉਂਕਿ
ਮੈਂ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਮੇਲ ਕਰ ਚੁੱਕਾ ਕਿ ਜਦੋਂ ਮਹੀਨਾ ਹੋ ਗਿਆ ਉਹਨਾਂ ਨੇ ਇਹ ਕਮੇਟੀ ਬਣਾਈ ਜਾ ਚੁੱਕੀ ਜਿਹਦੇ ਵਿੱਚ ਵੱਡੇ ਵੱਡੇ NRI ਲਏ ਨੇ, ਪਰ ਕੋਈ ਉਹਨਾਂ ਨੇ ਪੈਰਵਾਈ ਨਹੀਂ ਕੀਤੀ। ਕਿਤੇ ਵੀ UN ਦੇ ਵਿੱਚ ਪਟੀਸ਼ਨ ਪਾਉਣ ਲਈ ਕੋਈ ਡਾਕੂਮੈਂਟ ਤਿਆਰ ਨਹੀਂ ਕੀਤੇ। ਸੋ ਮੈਂ ਬੇਨਤੀ ਕਰਦਾ ਕਿ ਸਾਡੀ ਜਿੱਥੇ ਲੋੜ ਹੈ UN ਤੱਕ ਪਹੁੰਚ ਕਰਨ ਲਈ ਅਸੀਂ ਬਿਲਕੁਲ ਤੁਹਾਡੇ ਨਾਲ ਆ। ਮੋਰਚੇ ਨੂੰ ਚਲਾਇਆ ਜਾਵੇ, ਦਿੱਲੀ ਦੀਆਂ ਬਰੂਹਾਂ ਵੱਲ ਵਧਿਆ ਜਾਵੇ, ਤਾਂ ਹੀ ਮੋਰਚਾ ਜਿੱਤਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸੰਯੁਕਤ ਕਿਸਾਨ ਮੋਰਚਾ ਦੀ ਲੀਗਲ ਟੀਮ ਦੇ ਆਗੂ ਭਾਈ ਪ੍ਰਭਦੀਪ ਸਿੰਘ ਦਾ। ਸੋ ਉਹਨਾਂ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ, ਉਹਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਇੱਕ ਗੱਲ ਉਹਨਾਂ ਵੱਲੋਂ ਕਹੀ ਗਈ ਹੈ ਕਿ ਲੀਗਲ ਟੀਮ ਕੌਮੀ ਇਨਸਾਫ ਮੋਰਚਾ ਬਣਾਵੇ। ਅਸੀਂ ਪਹਿਲਾਂ ਹੀ ਲੀਗਲ ਟੀਮ ਬਣਾ ਚੁੱਕੇ ਹਾਂ, ਪਰ ਜਿੱਥੇ ਉਹਨਾਂ ਦੀ ਲੋੜ ਹੋਵੇਗੀ ਉਹਨਾਂ ਦਾ ਵੀ ਅਸੀਂ ਬਿਲਕੁਲ ਸਾਥ ਲਿਆ ਜਾਵੇਗਾ। ਸੋ ਅਸੀਂ ਧੰਨਵਾਦੀ ਹਾਂ ਬੰਦੀ ਸਿੰਘ ਭਾਈ ਲਖਵਿੰਦਰ ਸਿੰਘ ਲੱਖਾ, ਉਹਨਾਂ ਦੇ ਪਿਤਾ ਸੁਰਜੀਤ ਸਿੰਘ ਜੀ, ਉਹ ਵੀ ਇੱਥੇ ਰੋਜ਼ਾਨਾ ਹਾਜ਼ਰੀ ਭਰਦੇ ਨੇ। ਅਸੀਂ ਉਹਨਾਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਹੁਣ ਬਾਬਾ ਅਵਤਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਜੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹ ਸੰਯੁਕਤ ਮੋਰਚਾ ਲੱਗਿਆ ਹੋਇਆ ਹੈ, ਇੱਥੇ ਜਿਤਨੀ ਵੀ ਸੰਗਤ ਹਾਜ਼ਰੀ ਭਰਦੀ ਹੈ ਆਪਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੁਚੱਜੇ ਢੰਗ ਦੇ ਨਾਲ ਐਡਵੋਕੇਟ ਸਾਹਿਬ ਨੇ ਆਪ ਸੰਗਤਾਂ ਨੂੰ ਸੰਬੋਧਨ ਕੀਤਾ। ਇਹ ਬੰਦੀ ਸਿੰਘ ਕਿਉਂ ਗਏ, ਕਿਸ ਲਈ ਗਏ, ਇਹਨਾਂ ਦਾ ਜਾਣ ਦਾ ਕਾਰਨ ਕੀ ਸੀ। ਇਹ ਕੋਈ ਸਰੀਕੇਬਾਜ਼ ਦੀ ਲੜਾਈ ਵਿੱਚ ਨਹੀਂ ਸੀ ਅੰਦਰ ਗਏ, ਕੋਈ ਘਰੇਲੂ ਝਗੜੇ ਕਰਕੇ ਨਹੀਂ ਅੰਦਰ ਗਏ। ਗੁਰਮੁਖੋ ਆਪਾਂ ਤਾਂ ਇੱਥੇ ਜਿਉਂਦੇ ਬੈਠੇ ਹਾਂ ਜੇ ਇਹ ਅੰਦਰ ਨੇ। ਜੇ ਅੱਜ ਉਹ ਬੇਅੰਤਾ ਜਿਉਂਦਾ ਹੁੰਦਾ ਤਾਂ ਉਹਨੇ ਕੋਈ ਨੌਜਵਾਨ ਹਜੇ ਤੱਕ ਨਹੀਂ ਸੀ ਜਿਉਂਦਾ ਛੱਡਣਾ, ਕਿਉਂਕਿ ਉਹ ਜਵਾਨੀ ਉਹਨੂੰ ਭਾਉਂਦੀ ਨਹੀਂ ਸੀ ਸਿੱਖਾਂ ਦੀ। ਅੱਜ ਵੀ ਜਿੰਨੀ ਸੰਗਤ ਇੱਥੇ ਪਹੁੰਚੀ ਹੈ ਇਹ ਪਿਆਰ ਦਾ ਸਬੂਤ ਹੈ, ਜੋ ਕਿ ਚਾਹੁੰਦੀ ਹੈ ਕਿ ਬੰਦੀ ਸਿੰਘ ਬਾਹਰ ਆਉਣ। ਹੋਰ ਵੀ ਪੰਜਾਬ ਦੇ ਤਕਰੀਬਨ ਹੁਣ ਸਾਰੀ ਦੂਰ ਦਰਾਡੇ ਤੱਕ ਇਹ ਖਬਰਾਂ ਪਹੁੰਚੀਆਂ ਹੋਈਆਂ ਨੇ। ਇਸ ਮੋਰਚੇ ਨੇ ਰੰਗ ਫੜਿਆ ਹੋਇਆ, ਪਰ ਫਿਰ ਵੀ ਪਤਾ ਨਹੀਂ ਕਿਸ ਗੱਲੋਂ ਇੱਥੇ ਕੁਝ ਵਿਅਕਤੀ ਨਹੀਂ ਪਹੁੰਚ ਰਹੇ। ਖਾਸ ਕਰਕੇ ਉਹਨਾਂ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਜਿਹੜੇ ਰੋਜ਼ 3-3 ਦਿਨ ਲਗਾਤਾਰ ਦੀਵਾਨ ਲਾਉਂਦੇ ਨੇ, ਰੋਜ਼ 3-3 ਘੰਟੇ 2-2 ਘੰਟੇ ਦੀਵਾਨ ਲਾਉਂਦੇ ਨੇ। ਜੇ 3 ਦੀਵਾਨਾਂ ਦੇ ਵਿੱਚੋਂ ਇੱਕ ਦੀਵਾਨ ਇਹਨਾਂ ਬੰਦੀ ਸਿੰਘਾਂ ਦੇ ਲਈ ਲਾਇਆ ਜਾਵੇ ਤਾਂ ਇੱਥੇ ਇਕੱਠ ਬਹੁਤ ਵੱਧ ਜਾਵੇਗਾ। ਸਮੂਹ ਮਹਾਂਪੁਰਖਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ, ਸੋਸ਼ਲ ਮੀਡੀਆ ਦੇ ਰਾਹੀਂ ਜਿੱਥੇ ਜਿੱਥੇ ਤੱਕ ਆਵਾਜ਼ ਜਾਂਦੀ ਹੈ, ਆਪ ਵੀ ਸਾਰੇ ਹਾਜ਼ਰੀਆਂ ਲਗਵਾਓ ਅਤੇ ਸਾਰੀ ਸੰਗਤ ਨੂੰ ਵੀ ਆਖੋ, ਕਿਉਂਕਿ ਸਾਧ ਸੰਗਤ ਜੀ ਇੱਕੋ ਇੱਕ ਇਹ ਆਪਣੇ ਕੋਲੇ ਤਰੀਕਾ ਮੋਰਚਾ ਜਿਹਦੀ ਆਵਾਜ਼ ਦੇ ਰਾਹੀਂ ਆਪਾਂ ਉਹ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆ ਸਕਦੇ ਹਾਂ। ਕਿਉਂਕਿ ਸਰਕਾਰਾਂ ਗੂੰਗੀਆਂ ਤੇ ਬੋਲੀਆਂ ਨੇ, ਇਹ ਛੇਤੀ ਨਹੀਂ ਜਾਗਦੀਆਂ ਅਤੇ ਛੇਤੀ ਨਹੀਂ ਸੁਣਦੀਆਂ। ਇਹਨਾਂ ਨੂੰ ਸਜਾਉਣ ਲਈ, ਜਗਾਉਣ ਲਈ ਆਵਾਜ਼ ਬੁਲੰਦ ਕਰਨੀ ਪਵੇਗੀ। ਸੋ ਸਾਰੀ ਸੰਗਤ ਦਾ ਮੈਂ ਬਹੁਤ ਧੰਨਵਾਦੀ ਹਾਂ। ਹਾਜ਼ਰੀ ਲਗਵਾਉਣ ਆਏ ਹਾਂ ਅਸੀਂ, ਸਤਿਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦੀ ਹਾਜ਼ਰੀ ਲੱਗੇ। ਰੋਜ਼ ਹਰੇਕ ਪਿੰਡ ਦੇ ਵਿੱਚੋਂ ਇੱਕ ਇੱਕ ਟਰਾਲੀ ਆਵੇ। ਜੇ ਸਾਰਾ ਦਿਨ ਨਹੀਂ, ਕਈ ਦਿਨ ਨਹੀਂ ਲੈ ਸਕਦੇ, ਇੱਕ ਦਿਨ ਦੀ ਹਾਜ਼ਰੀ ਭਰ ਕੇ ਜਾਈਏ ਨਾ, ਤਾਂ ਵੀ ਇੱਥੇ ਬਹੁਤ ਤੁਹਾਡਾ ਆਉਣ ਦਾ ਫਾਇਦਾ ਹੋਵੇਗਾ। ਸੋ ਸਾਧ ਸੰਗਤ ਜੀ, ਇਹੀ ਵਾਰ-ਵਾਰ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਥੋੜ੍ਹਾ ਜਿਹਾ ਵੀ ਪਿਆਰ ਹੈ ਇਹਨਾਂ ਯੋਧਿਆਂ ਲਈ, ਜਿਹੜੇ ਆਪਣੀ ਸੁੱਖ ਸ਼ਾਂਤੀ ਲਈ ਆਪਣੀ ਸਾਰੀ ਜਵਾਨੀ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਉਡਾ ਦਿੱਤੀ। ਆਪਣੇ ਬੱਚੇ ਕਿੱਥੇ ਕਿੱਥੇ ਸਾਧ ਸੰਗਤ ਜੀ ਪਹੁੰਚ ਗਏ,
ਇਹਨਾਂ ਦੀ ਬਦੌਲਤ, ਨਹੀਂ ਇਹ ਜ਼ਾਲਮ ਸਰਕਾਰਾਂ ਨੇ ਸਾਨੂੰ ਜਿਉਂਦਾ ਨਹੀਂ ਸੀ ਛੱਡਣਾ। ਨਾ ਹੀ ਉਸ ਵਕਤ 91 ਤੋਂ 80 ਤੋਂ ਲੈ ਕੇ ਲਾ ਲਓ ਵੀ 84 ਤੋਂ ਲੈ ਕੇ 91 92 ਤੱਕ ਸਾਧ ਸੰਗਤ ਜੀ ਇਹਨਾਂ ਨੇ ਨਹਿਰਾਂ ਸੂਏ ਭਰ ਦਿੱਤੇ ਜੀ ਨੌਜਵਾਨਾਂ ਨੂੰ ਮਾਰ ਮਾਰ ਕੇ। ਸੋ ਅੱਜ ਵੀ ਥੋੜਾ ਤਰੀਕਾ ਹੀ ਬਦਲਿਆ ਹੋਇਆ ਤੇ ਅੱਜ ਸਾਧ ਸੰਗਤ ਦੇ ਨਸ਼ੇ ਦੇ ਰਾਹੀਂ ਨੌਜਵਾਨਾਂ ਦਾ ਕਤਲ ਹੁੰਦਾ ਹੈ, ਕਿਤੇ ਕਿਸ ਤਰੀਕੇ ਦੇ ਨਾਲ। ਸੋ ਇਹੀ ਬੇਨਤੀਆਂ ਨੇ ਸਾਧ ਸੰਗਤ ਜੀ। ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ, ਜਿਹੜੀਆਂ ਹਜੇ ਤੱਕ ਨਹੀਂ ਪਹੁੰਚੀਆਂ ਉਹ ਜ਼ਰੂਰ ਪਾਈ ਇੱਥੇ। ਜੇ ਰੋਜ਼ ਨਹੀਂ ਬੈਠ ਸਕਦੇ ਤਾਂ ਇੱਕ ਦਿਨ 2 ਦਿਨ ਦੀ ਹਾਜ਼ਰੀ ਜ਼ਰੂਰ ਲਗਵਾ ਕੇ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਧੰਨਵਾਦੀ ਹਾਂ ਬਾਬਾ ਅਵਤਾਰ ਸਿੰਘ ਜੀ ਦੇ। ਸੋ ਹੁਣ ਕੇਵਲ 2 ਮਿੰਟਾਂ ਵਾਸਤੇ ਸਿੱਖ ਨੌਜਵਾਨ ਭਾਈ ਮਨਜੋਤ ਸਿੰਘ ਜੀ ਉਹ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਤੋਂ ਬਾਅਦ ਭਾਈ ਗੁਰਸੇਵਕ ਸਿੰਘ ਜੀ। ਸੋ ਮੇਰੀ ਬੇਨਤੀ ਹੈ, ਜਿਹੜੇ ਬੁਲਾਰਿਆਂ ਨੂੰ ਅਸੀਂ ਸਮਾਂ ਨਹੀਂ ਦੇ ਸਕੇ ਸੀ ਕਿ ਕਿਰਪਾ ਕਰਕੇ ਜੇ ਉਹ ਪੰਡਾਲ 'ਚ ਬੈਠੇ ਨੇ ਉਹ ਕਿਰਪਾ ਕਰਕੇ ਦੁਬਾਰਾ ਇੱਥੇ ਨਾਂ ਲਿਖਾ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੁੜੀ ਸਾਧ ਸੰਗਤ ਜੀ, ਆਓ ਗੱਜ ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਦੀ ਫਤਿਹ ਢਲੀ ਉਹਨਾਂ ਨੇ ਮੈਦਾਨ ਕੀ ਫਤਿਹ ਕਰਨੇ ਆ। ਗਿਣਤੀ 1 ਦੀ 1.25 ਲੱਖ ਦੇ ਬਰਾਬਰ ਆ, ਫਤਿਹ ਵੀ 1.25 ਲੱਖ ਦੇ ਵਾਂਗੂ ਬੁਲਾਓ। ਜਿਨ੍ਹਾਂ ਦੀ ਮੈਦਾਨ 'ਚ, ਜਿਨ੍ਹਾਂ ਦੀ ਜ਼ਬਾਨ ਤੇ ਫਤਿਹ, ਉਹਨਾਂ ਦੀ ਹਰ ਮੈਦਾਨ 'ਚ ਫਤਿਹ। ਆਓ ਗੱਜ ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਇਕੱਠੇ ਹੋਏ ਆ, ਇਕੱਠੇ ਹੋਣ ਦਾ ਮਕਸਦ ਕੀ ਆ, ਆਏ ਕਿਉਂ ਆ, ਕਰਨਾ ਕੀ ਆ, ਪ੍ਰਾਪਤੀਆਂ ਕੀ ਕਰਨੀਆਂ ਨੇ। ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜੋ ਲੰਬੇ ਅਰਜੇ ਤੋਂ ਜੇਲ੍ਹ 'ਚ ਨੇ, ਉਹਨਾਂ ਦਾ ਮਨਸੂਬਾ ਕੀ ਸੀ। ਉਹ ਵੀ ਆਜ਼ਾਦ ਮੁਲਕ ਦੇ ਵਿੱਚ ਆਜ਼ਾਦੀ ਦੀ ਜ਼ਿੰਦਗੀ ਕੱਟ ਰਹੇ ਸੀ, ਪੁਲਿਸ ਵਾਲੀਆਂ ਨੌਕਰੀ ਸੀ, ਕੀਲਿਆਂ ਦੇ ਮਾਲਕ ਸੀ। ਕਿੰਨੇ ਕੀਲੇ ਸੀ, ਉਹਨਾਂ ਨੂੰ ਕੀ ਲੋੜ ਸੀ, ਉਹਨਾਂ ਨੂੰ ਕੀ ਲੋੜ ਸੀ ਬਿਆਨ ਤੇ ਬੁੱਚੜ ਵਰਗਿਆਂ ਨੂੰ ਗੱਡੀ ਚਾੜਨ ਦੀ। ਉਹਨਾਂ ਨੂੰ ਕੀ ਲੋੜ ਸੀ ਇਹ ਜ਼ੁਲਮ ਦੀਆਂ ਜੜ੍ਹਾਂ ਹਿਲਾਉਣ ਦੀ। ਤੇ ਅੱਜ ਦੀ ਜਵਾਨੀ ਨੂੰ ਜੇ ਕਹੀਏ ਆਓ ਮੋਰਚੇ ਤੇ ਚੱਲੀਏ, ਯਾਰ ਪਰਚੇ ਹੋ ਜਾਣਗੇ। ਡਾਂਗ ਵਰਦੀ ਹੈ, ਪਰਚੇ ਮਰਦਾਂ ਤੇ ਹੁੰਦੇ ਨੇ, ਪਰਚੇ ਲੜਨ ਵਾਲੀਆਂ ਕੌਮਾਂ ਤੇ ਹੁੰਦੇ ਨੇ, ਪਰਚੇ ਨਸਲ ਬਚਾਉਣ ਵਾਲੇ ਨੌਜਵਾਨਾਂ ਤੇ ਹੁੰਦੇ ਨੇ, ਪਰਚੇ ਉਹ ਨੌਜਵਾਨਾਂ ਤੇ ਹੁੰਦੇ ਨੇ ਜੋ ਆਪਦੇ ਅਰਗੇ ਨੌਜਵਾਨਾਂ ਨੂੰ ਹੱਕ ਸੱਚ ਤੇ ਲੜਨਾ ਸਿਖਾਉਂਦੇ ਨੇ। ਡਰਾਵੇ ਦਿੰਦੀ ਆ ਸਰਕਾਰ। ਅਸੀਂ ਬੜਾ ਕੁਝ ਕਰਦੇ ਹਾਂ। ਅਸੀਂ ਇਕੱਲੇ ਇੱਥੇ ਵੀ ਲੰਗਰ ਲਾਇਆ ਹੋਇਆ, ਪਿੰਡ ਕੋਤਬੇ ਵੱਲੋਂ ਆਏ ਹਾਂ ਅਸੀਂ। 35,000 ਸਿੰਘ ਸ਼ਹੀਦ ਆ ਸਾਡੇ ਪਿੰਡ। ਪੂਰੀ ਕਿਰਪਾ ਸ਼ਹੀਦਾਂ ਦੀ, ਸ਼ਹੀਦਾਂ ਦੀ ਧਰਤੀ ਤੋਂ ਪਹੁੰਚੇ ਆ। ਖੂਨ 'ਚ ਵੀ ਸ਼ਹੀਦਾਂ ਦਾ ਖੂਨ ਹੈ। ਜੇ ਉਹ ਸ਼ਹੀਦਾਂ ਦੇ ਖੂਨ ਤੇ ਅੱਜ ਵੀ ਤੁਸੀਂ ਬਾਹਰ ਬੈਠੇ ਪੰਡਾਲ 'ਚ ਆਓ ਜੀ, ਗੇੜਾ ਕੱਢ ਲਈਏ, ਲੰਗਰ ਛਕ ਲਈਏ ਤੇ ਚੱਲੀਏ ਘਰਾਂ ਨੂੰ, ਇਹ ਮਸਲੇ ਦਾ ਹੱਲ ਨਹੀਂ। ਲੰਗਰ ਲੱਗੇ ਨੇ, ਬਹੁਤ ਲੰਗਰ ਲੱਗੇ ਨੇ, ਦੁੱਧ ਵੀ ਆਉਂਦਾ, ਖੁੱਲਾ ਪਾਣੀ ਵੀ ਵਰਤਦਾ, ਜਲੇਬੀਆਂ ਵੀ ਚੱਲਦੀਆਂ। ਜਿੱਥੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋ ਜੇ ਉੱਥੇ ਲੰਗਰ ਦਾ ਘਾਟਾ ਨਹੀਂ ਰਹਿੰਦਾ। ਪਰ ਇੱਥੋਂ ਇਹ ਸਟੇਜ ਤੋਂ ਮੈਂ ਇੱਕ ਗੱਲ ਕਹਿਣਾ, ਲੰਗਰ ਲੱਖ ਲਾਓ, ਲੰਗਰ ਦੁੱਧ ਛੱਡ ਕੇ ਗੁਲਾਬ ਜਾਮਣਾ ਦੇ ਰਸਗੁੱਲਿਆਂ ਦੇ ਲਾਓ ਮੋਰਚਿਆਂ ਤੇ। ਪਰ ਜਿਵੇਂ ਸਾਡਾ ਲੰਗਰ ਲੱਗਿਆ ਦੇਖਿਓ, ਇੱਕ ਪਾਸੇ ਲੰਗਰ ਚੱਲਦਾ, ਇੱਕ ਪਾਸੇ ਤੇਗਾਂ ਦੀ ਤਿਆਰੀ ਵੀ ਚੱਲਦੀ ਹੈ। ਜੇ ਕੱਲ ਨੂੰ ਕੋਈ ਚੜ ਕੇ ਆਊ ਤਾਂ ਅਸੀਂ ਜਾਣਦੇ ਹਾਂ। ਪਤਾ ਲੱਗਣਾ ਚਾਹੀਦਾ ਹੈ। ਜੇ ਸਾਨੂੰ ਪਹਿਲੇ ਪਾਤਸ਼ਾਹ ਨੇ ਲੰਗਰ ਚਲਾਉਣੇ ਦੱਸਿਆ ਤਾਂ 10ਵੇਂ ਪਾਤਸ਼ਾਹ ਨੇ ਸਾਨੂੰ ਤੇਗਾਂ ਚਲਾਉਣੀਆਂ ਦੱਸੀਆਂ। ਇਤਿਹਾਸ ਨਾ ਭੁੱਲਿਆ ਕਰੋ। ਜੇ ਇਤਿਹਾਸ ਤੋਂ ਨਾ ਮੁਨਕਰ ਹੋ ਕੇ ਕਈਆਂ ਮਗਰ ਲੱਗ ਕੇ ਆਪਦੇ ਇਤਿਹਾਸ ਭੁੱਲਣਾ ਅਸੀਂ ਪਹਿਲ ਨਹੀਂ ਕਰਦੇ। ਹਮੇਸ਼ਾ ਕਿਹਾ ਪਹਿਲ ਨਾ ਕਰੀਏ, ਦੂਰ ਨਾ ਜਰੀਏ, ਚੜ ਕੇ ਆਊਗਾ ਤਾਂ
ਉਹ ਦੇਖਿਆ 8 ਉਹਨਾਂ ਨੂੰ 8 ਫਰਵਰੀ ਨੂੰ ਕੀ ਹੋਇਆ ਇੱਥੇ ਦੇਖਿਆ ਉਹਨਾਂ ਨੇ। ਬੇਨਤੀਆਂ ਤਾਂ ਇੰਨੀਆਂ ਕੁ ਕਰਨੀਆਂ ਇਹ ਸਾਡੀ। ਮੈਂ ਇੱਕ ਚੀਜ਼ ਦੇਖਦਾ ਹੁੰਨਾ, ਅਸੀਂ ਦਿੱਲੀ ਮੋਰਚੇ ਤੇ ਵੀ ਗਏ ਆ, ਅਸੀਂ ਸਾਰੇ ਕਿਤੇ ਹੀ ਗਏ ਆ, ਪਰ ਜਿਹੜੀ ਇਹ ਸਟੇਜ ਆ ਨਾ ਇਹ ਅਸੀਂ ਫੀਲ ਕਰਦੇ ਆ ਸਾਡੀ ਆਜ਼ਾਦੀ ਦੀ ਸਟੇਜ ਹੈ। ਅਸੀਂ ਇੱਥੇ ਖੜ ਕੇ ਅੜ ਕੇ ਕੌਮ ਦੀਆਂ ਗੱਲਾਂ ਕਰ ਸਕਦੇ ਆ। ਸਾਨੂੰ ਅੱਜ ਤੱਕ ਕੋਈ ਸਟੇਜ ਹੀ ਨਹੀਂ ਮਿਲੀ ਸੀ ਕੌਮ ਦੀਆਂ ਗੱਲਾਂ ਕਰਨ ਨੂੰ। ਚਾਹੇ ਬਾਦਲਾਂ ਦੀ ਸਟੇਜ ਤੇ ਜਾ ਵੜੀਏ, ਚਾਹੇ ਕਿਸੇ ਪਾਰਟੀ ਦੀ ਸਟੇਜ ਤੇ ਜਾ ਵੜੀਏ, ਗੱਲ ਕਹਿ ਸਕਦੇ ਆ ਇਹ ਸਾਡੇ ਬਾਪੂ ਜਥੇਦਾਰ ਜਗਤਾਰ ਸਿੰਘ ਹਵਾਰੇ ਦੀ ਸਟੇਜ ਹੈ। ਇੱਥੋਂ ਸਦਾ ਉਹ ਗੱਲਾਂ ਹੋਣਗੀਆਂ ਜੋ ਸਾਡੇ ਬਾਪੂ ਨੇ ਸਾਨੂੰ ਸਿਖਾਈਆਂ ਨੇ। ਜੇ ਗੱਲ ਕਰੀਏ ਪ੍ਰਾਪਤੀਆਂ ਦੀ, ਇਹ ਮੋਰਚੇ ਤੋਂ ਆਪਾਂ ਪ੍ਰਾਪਤ ਕੀ ਕਰਨਾ? ਮੋਰਚੇ ਤਾਂ ਬਹੁਤ ਲੱਗੇ ਆ, ਪੈਸੇ ਬਹੁਤ ਇਕੱਠੇ ਹੋਏ ਆ, ਫੰਡ ਬਹੁਤ ਆਉਂਦਾ, ਕੋਈ ਘਾਟ ਹੀ ਨਹੀਂ। ਪਤਾ ਨਹੀਂ ਕਿੰਨਾ ਖਰਬਾਂ ਰੁਪਇਆ ਦਿੱਲੀ ਅਸੀਂ ਡਾਇਆ ਆ, ਹਿਸਾਬ ਹੀ ਨਹੀਂ ਸਾਨੂੰ ਕੋਈ। ਉਹ ਰੁਪਇਆ ਡਾਇਆ, ਪ੍ਰਾਪਤੀ ਚਲੋ ਕੁਝ % ਅਸੀਂ ਮੰਨ ਲੈਂਦੇ ਆ ਸਾਡੀ ਹੋਈ ਆ। ਸਾਡੀ ਪ੍ਰਾਪਤੀ ਕੀ ਹੋਈ? ਸਾਡਾ ਭਰਾ ਦੀਪ ਸਿੱਧੂ ਆਇਆ, ਸਾਡਾ ਖੂਨ ਜਿਹੜਾ ਚਿੱਟਾ ਸੀ ਉਹਨੇ ਥੋੜਾ ਜਿਹਾ ਲਾਲ ਕਰਤਾ, ਸਾਡਾ ਲਾਲ ਹੋ ਗਿਆ ਖੂਨ। ਸਾਡੇ ਚਿਣਕ ਵੜ ਗਈ, ਕੌਮ ਦੀ ਚਿਣਕ ਤੇ ਧਰਮ ਦੀ ਚਿਣਕ ਸਾਡੇ ਵਰਗੇ ਨੌਜਵਾਨਾਂ ਦੇ ਦਿਲਾਂ 'ਚ ਜਗ ਪਈ। ਜਦੋਂ ਉਹ ਚਿਣਕ ਸਾਡੇ ਦਿਲਾਂ 'ਚ ਜਗੀ ਤਾਂ ਅੱਜ ਅਸੀਂ ਨੌਜਵਾਨ ਇੱਥੇ ਪਹੁੰਚੇ। ਨੌਜਵਾਨ ਧਰਮ ਦੀ ਗੱਲ ਕਰੀ, ਬਾਈ ਦੇ ਸੰਸਕਾਰ ਤੇ ਖੜ ਕੇ ਗਾਤਰੇ ਪਵਾਉਣ ਦੀ ਗੱਲ ਕਰੀ। ਉਹ ਗਾਤਰੇ ਵੀ ਅਸੀਂ ਮਹਾਰਾਜ ਕਿਰਪਾ ਕਰਨ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ, ਉਹ ਜਲਦੀ ਛਕ ਲਾਂਗੇ। ਤੇ ਰਹੀ ਗੱਲ, ਇੱਕ ਹੋਰ ਮੈਂ ਬੇਨਤੀ ਇੱਥੋਂ ਕਰਨੀ ਆ, ਉਹ ਬੇਨਤੀ ਬਹੁਤ ਜ਼ਰੂਰੀ ਆ। ਆਪਣੇ ਪੁਰਾਣੇ ਸਮੇਂ 'ਚ ਝਾਕ ਕੇ ਝਾਤੀ ਮਾਰੋ, ਆਪਣੇ ਬਜ਼ੁਰਗਾਂ ਦੇ ਜਾਂ ਆਪਣੇ ਪਿਓਾਂ ਕੰਨੀ ਦੇਖਿਓ, ਉਹ ਜਾਂ ਤਾਂ 3 ਜਾਂ 4 ਭਾਈ ਹੋਣਗੇ, 5 7 ਭਾਈ ਹੋਣਗੇ। ਚੀਨ 'ਚ ਜਾ ਕੇ ਦੇਖ ਲਿਓ, ਪਤਾ ਨਹੀਂ ਉਹਨਾਂ ਦੇ ਕਿੰਨੇ ਕੰਦੇ ਆ, ਉਹਨਾਂ ਦੀ ਜਨਰੇਸ਼ਨ ਦੇਖਿਓ ਕਿੱਥੇ ਪਹੁੰਚੀ ਹੋਈ ਆ, ਕਿੰਨਾ ਡਿਵੈਲਪਮੈਂਟ ਆ ਉਹ 'ਚ। ਯੂਪੀ ਬਿਹਾਰ 'ਚ ਜਾ ਕੇ ਦੇਖ ਲਿਓ, ਭਈਆਂ 'ਚ ਕਿੰਨਾ ਡਿਵੈਲਪਮੈਂਟ ਆ, 8 ਜਵਾਕ ਨੇ ਇੱਕ ਭਈਏ ਦੇ। ਤੇ ਮੇਰੇ ਪੰਜਾਬ 'ਚ ਆ ਕੇ ਦੇਖ ਲਿਓ, ਇੱਕ ਮੁੰਡਾ ਇੱਕੋ ਹੀ ਕੈਨੇਡਾ 'ਚ ਆ, ਉਹਦੇ ਅੱਗੇ ਇੱਕੋ ਹੀ ਮੁੰਡਾ ਜਿਹੜਾ ਉੱਥੇ ਦਾ ਹੀ ਵਸਨੀਕ ਰਹਿ ਗਿਆ। ਅਸੀਂ ਕਹਿੰਦੇ ਆ ਬਾਈ 4 5 ਮੁੰਡੇ ਜੰਮੋ, ਕੁੜੀਆਂ ਜੰਮੋ, ਇੱਕ ਪਰਿਵਾਰ 'ਚੋਂ ਇੱਕ ਜਣਾ ਬਾਹਰ ਭੇਜੋ ਜੇ ਨਹੀਂ ਸਰਦਾ ਤੁਹਾਡਾ। 4 ਤਾਂ ਮੇਰੇ ਪੰਜਾਬ ਲਈ ਲੜਨ ਲਈ ਖੜੇ ਹੋਣ, ਤਿਆਰ ਹੋਣ। ਅੱਜ ਮੇਰੇ ਪੰਜਾਬ ਨੂੰ ਕੀ ਹੋ ਗਿਆ? ਗੱਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆ, ਚੰਡੀਗੜ੍ਹ 'ਚ ਸ਼ਾਮ ਨੂੰ ਨਾ 3B2 ਚੰਡੀਗੜ੍ਹ ਸੀ, ਉਹ ਤਾਂ ਖੋਲੀ, ਕੋਈ ਨਾ ਪਰਮਾਤਮਾ ਸੁੱਖ ਰੱਖੂ, ਉਹ ਵੀ ਲੈ ਲਾਂਗੇ। ਜਿਹੜੀ 3B2 ਆ ਇੱਥੇ ਬਹੁਤ ਕੁਝ ਹੋਰ ਆ, ਇੱਥੋਂ ਕੁਝ ਹੋਰ ਨਾ ਮਿਲੇ ਰਾਹਾਂ 'ਚ ਆਪਾਂ ਨੂੰ ਠੇਕੇ ਮਿਲ ਜਾਣਗੇ ਜਵਾਨੀ ਨੂੰ ਗਾਲਣ ਲਈ। ਸਭ ਤੋਂ ਵੱਧ ਨਸ਼ਾ ਕਿਸੇ ਇੱਕ % ਬਣਾ ਲਿਓ ਕਿ ਸਭ ਤੋਂ ਵੱਧ ਨਸ਼ਾ ਬਜ਼ੁਰਗ ਕਰਦੇ ਨੇ ਚੰਡੀਗੜ੍ਹ 'ਚ ਜਾਂ ਨੌਜਵਾਨ ਕਰਦੇ ਨੇ। 80% ਨੌਜਵਾਨਾਂ ਦੀ ਗਿਣਤੀ ਹੋਊ। ਕੋਈ ਵੀ ਧਰਮ ਨਸ਼ੇ ਦੇ ਨਾਲ ਜੋੜਨ ਨੂੰ ਨਹੀਂ ਕਹਿੰਦਾ, ਚਾਹੇ ਹਿੰਦੂ ਆ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ। ਉਹਨਾਂ ਨੂੰ ਸੁਨੇਹਾ ਕਿ ਨਸ਼ੇ ਛੱਡੋ ਯਾਰ, ਇਹ ਨਸ਼ਿਆਂ 'ਚ ਗੁਲਤਾਨ ਕਰਕੇ ਮੇਰੀ ਜਵਾਨੀ ਨੂੰ ਖਾ ਰਹੇ ਆ। ਹਰੇਕ ਕੌਮ ਨੂੰ ਇਹ ਨੀਚਾ ਦਿਖਾ ਕੇ ਉਹਨਾਂ ਦੇ ਅੰਦਰਲੇ ਤੱਤ ਮਾਰਨਾ ਚਾਹੁੰਦੇ ਨੇ। ਇਹ ਬੇਨਤੀਆਂ ਨੇ ਇੱਥੇ ਹੀ ਆ, ਪੱਕੇ ਡੇਰੇ ਹੁਣ ਇੱਥੇ ਹੀ ਰਹਾਂਗੇ ਜਦੋਂ ਤੱਕ ਮੋਰਚੇ ਫਤਿਹ ਨਹੀਂ ਕਰਦਾ। ਲੰਗਰ ਵਾਹਿਗੁਰੂ ਕਿਰਪਾ ਕਰਨ ਆਈਓ ਟੁੱਟ ਚੱਲਣਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਓ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਧੰਨਵਾਦੀ ਹਾਂ ਵੀਰ ਮਨਜੋਤ ਸਿੰਘ ਦੇ, ਜਿਨ੍ਹਾਂ ਵੱਲੋਂ ਸੰਘਰਸ਼ੀ ਵਿਚਾਰਧਾਰਾ ਉਹਦਾ ਬਿਆਨ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਿੱਖਾਂ ਨੂੰ ਹੀ ਘੱਟ ਗਿਣਤੀ ਬਣਾਉਣ ਦੀ ਸਾਜ਼ਿਸ਼ਾਂ ਰਚੀ ਜਾ ਰਹੀਆਂ ਨੇ। ਸੋ ਹੁਣ ਮੇਰੀ ਬੇਨਤੀ ਹੈ, ਭਾਈ ਗੁਰਸੇਵਕ ਸਿੰਘ ਜੀ, ਉਹ ਕੋਈ ਧਾਰਮਿਕ ਗੀਤ ਹੈ, ਗੁਰਬਾਣੀ ਸ਼ਬਦ ਗਾਣਾ ਚਾਹੁੰਦੇ ਨੇ। ਉਹਨਾਂ ਤੋਂ ਬਾਅਦ ਕੇਵਲ 2 ਮਿੰਟਾਂ ਵਾਸਤੇ ਭਾਈ ਦਲੀਪ ਸਿੰਘ ਬਰਾੜ ਉਹ ਵੀ ਤਿਆਰ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਪੰਥ ਦੀ ਚੜ੍ਹਦੀ ਕਲਾ ਹੈ ਤੇ ਚੜ੍ਹਦੀ ਕਲਾ ਰਹੇਗੀ ਜੀ। ਪੰਥ ਖਾਲਸਾ ਸਜਾਇਆ ਝੰਡਾ ਸਿੱਖੀ ਦਾ ਚੜਾਇਆ, ਪੰਥ ਖਾਲਸਾ ਸਜਾਇਆ ਝੰਡਾ ਸਿੱਖੀ ਦਾ ਚੜਾਇਆ, ਲੜੇ ਕੌਮ ਦੀ ਖਾਤਰ ਗੁਰੂ ਫੇਰ ਨਾ ਕਹਾਇਆ। ਹੋ ਜੁਗ ਜੁਗ ਚੱਲੂ ਤੇਰਾ, ਜੁਗ ਜੁਗ ਚੱਲੂ ਤੇਰਾ, ਨਾ ਖਾਲਸਾ ਰਹੂ ਲੜਦਾ ਹਮੇਸ਼ਾ, ਉਹ ਲੜਦਾ ਹਮੇਸ਼ਾ ਤੇਰਾ ਪੰਥ ਖਾਲਸਾ ਰਹੂ ਜੂਝਦਾ ਹਮੇਸ਼ਾ। ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਵਿਛੋੜਾ ਪੈ ਗਿਆ ਸੀ। ਸਰਸਾ ਦੀ ਨਦੀ ਕਿਨਾਰੇ ਵਿਛੋੜਾ ਜਦ ਪੈ ਗਿਆ, ਹੋ ਗਿਆ ਹਨੇਰਾ ਇੱਕ ਕਹਿਰ ਜਿਹਾ ਛਾ ਗਿਆ। ਹਾਲ ਤੇ ਬੇਹਾਲ ਹੋਇਆ, ਹਾਲ ਤੇ ਬੇਹਾਲ ਹੋਇਆ, ਹਾਲ ਖਾਲਸਾ ਰਹੂ ਲੜਦਾ ਹਮੇਸ਼ਾ, ਉਹ ਲੜਦਾ ਹਮੇਸ਼ਾ ਤੇਰਾ ਪੰਥ ਖਾਲਸਾ ਰਹੂ ਜੂਝਦਾ ਹਮੇਸ਼ਾ। ਛੋਟੇ ਬੱਚਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਜੀ। ਹੋ ਸੂਬੇ ਨੇ ਕਚਹਿਰੀ ਮੱਥਾ ਬੱਚਿਆਂ ਨਾਲ ਲਾਇਆ, ਹੋ ਸੂਬੇ ਨੇ ਕਚਹਿਰੀ ਮੱਥਾ ਬੱਚਿਆਂ ਨਾਲ ਲਾਇਆ। ਤੁਸੀਂ ਮੰਨਣੀ ਨਹੀਂ ਐਸਾ ਮਾਤਾ ਫਰਮਾਇਆ, ਹੋ ਛੇਤੀ ਛੇਤੀ ਹੋ ਜਾਓ ਜੀ, ਛੇਤੀ ਛੇਤੀ ਹੋ ਜਾਓ ਜੀ, ਤਿਆਰ ਖਾਲਸਾ ਰਹੂ ਲੜਦਾ ਹਮੇਸ਼ਾ, ਉਹ ਲੜਦਾ ਹਮੇਸ਼ਾ ਤੇਰਾ ਪੰਥ ਖਾਲਸਾ ਰਹੂ ਜੂਝਦਾ ਹਮੇਸ਼ਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਹੁਤ ਬੜੀ ਕੁਰਬਾਨੀ ਕੀਤੀ ਹੈ ਜੀ। ਕੋਈ ਇੱਕ ਵੀ ਨਾ ਵਾਰੇ ਤੂੰ ਤਾਂ ਚਾਰ ਚਾਰ ਵਾਰ ਦਾ, ਕੋਈ ਇੱਕ ਵੀ ਨਾ ਵਾਰੇ ਤੂੰ ਤਾਂ ਚਾਰ ਚਾਰ ਵਾਰ ਦਾ। ਘਰ ਹੋ ਗਿਆ ਹੈ ਖਾਲੀ ਭਲਾ ਕਰੇ ਸੰਸਾਰ ਦਾ, ਐਨਾ ਕਿੰਨਾ ਤੇਰੇ ਵਿੱਚ, ਐਨਾ ਕਿੰਨਾ ਤੇਰੇ ਵਿੱਚ ਪਿਆਰ ਖਾਲਸਾ ਰਹੂ ਲੜਦਾ ਹਮੇਸ਼ਾ, ਉਹ ਲੜਦਾ ਹਮੇਸ਼ਾ ਤੇਰਾ ਪੰਥ ਖਾਲਸਾ ਰਹੂ ਜੂਝਦਾ ਹਮੇਸ਼ਾ। ਸਾਨੂੰ ਆਪਣਾ ਬਣਾ ਲਓ ਜੀ, ਚਰਨਾਂ ਨਾਲ ਲਾ ਲਓ ਜੀ, ਸਾਨੂੰ ਆਪਣਾ ਬਣਾ ਲਓ ਜੀ, ਚਰਨਾਂ ਨਾਲ ਲਾ ਲਓ ਜੀ। ਹਟਣਾ ਨਹੀਂ ਪਿੱਛੇ ਚਾਹੇ ਸਾਨੂੰ ਅਜਮਾ ਲਓ ਜੀ। ਝਰਮੜੀ ਵਾਲਾ ਹੋਇਆ, ਝਰਮੜੀ ਵਾਲਾ ਹੋਇਆ, ਨਿਹਾਲ ਖਾਲਸਾ ਰਹੂ ਲੜਦਾ ਹਮੇਸ਼ਾ, ਉਹ ਲੜਦਾ ਹਮੇਸ਼ਾ ਤੇਰਾ ਪੰਥ ਖਾਲਸਾ ਰਹੂ ਜੂਝਦਾ ਹਮੇਸ਼ਾ, ਉਹ ਜੂਝਦਾ ਹਮੇਸ਼ਾ ਤੇਰਾ ਪੰਥ ਖਾਲਸਾ ਰਹੂ ਲੜਦਾ ਹਮੇਸ਼ਾ। ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦੀ ਹਾਂ ਭਾਈ ਗੁਰਸੇਵਕ ਸਿੰਘ ਜੀ ਦਾ। ਸੋ ਹੁਣ ਕੇਵਲ 1-2 ਮਿੰਟਾਂ ਵਾਸਤੇ ਭਾਈ ਦਲੀਪ ਸਿੰਘ ਜੀ, ਉਸ ਤੋਂ ਬਾਅਦ ਸਟੇਜ ਦੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। गुरु जी का खालसा वाहेगुरु जी की फतेह। ना कहूँ अब की ना कहूँ तब की, अगर ना होते गुरु गोबिंद सिंह सुन्नत होती सबकी। सो आप सब संगतां दा धन्नवाद है जो कि आप जी ने एक जो मोहाली दे विच एक ऐसा धार्मिक इंसाफ मोर्चा ਉਹਦੇ ਵਿੱਚ ਆਪ ਜਿਸ ਦੀਆਂ ਕਿ ਉਹ ਮੋਰਚਾ 328 ਸਰੂਪ ਮਹਾਰਾਜ ਜੀ ਦੇ ਸਰੂਪਾਂ ਦਾ ਔਰ ਜਿਹੜੇ ਆਪਣੇ ਰਿਹਾਈ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰਾਉਣ ਦਾ ਇਹ ਆਪਾਂ ਇੱਕ ਧਾਰਮਿਕ ਸਮਾਗਮ ਕਹਿ ਲਓ, ਧਾਰਮਿਕ ਮੋਰਚਾ ਕਰ ਲਓ, ਤਾਂ ਧਾਰਮਿਕ ਯੁੱਧ ਕਰ ਲਓ। ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੈ। ਸੋ ਆਪ ਜੀ ਦੀ ਬੜੀ ਮਿਹਰਬਾਨੀ। ਸੋ ਆਪ ਸਾਰੇ ਜਾਣੂ ਹੋ कि जो साडा पिछला दौर गया है कितना कतलेआम होया है। उस दौर दे विच उस कतलेआम दे विच जिन्हां ने खोज की 25,000 नौजवान बीबियां बुजुर्ग जिन्हां दी कि बड़ी वड्डी एक जसवंत सिंह खालड़ा
ਕਾਫੀ ਮਿਹਨਤ ਕਰਕੇ ਉਹਨਾਂ ਨੇ ਖੋਜ ਕੀਤੀ ਕਿ ਸਾਡੇ ਨਜਾਇਜ਼ ਝੂਠੇ ਮੁਕਾਬਲੇ ਬਣਾ ਕੇ ਇਹਨਾਂ ਮਨਮੁਖ ਲੋਕਾਂ ਨੇ, ਦਰਿਦਰੀ ਲੋਕਾਂ ਨੇ ਕਤਲੇਆਮ ਉਹਨਾਂ ਦਾ ਕੀਤਾ। ਜਿਨ੍ਹਾਂ ਨੇ ਸਰਚ ਕੀਤੀ ਉਹਨਾਂ ਨੂੰ ਵੀ ਲਾਸਟ ਵਿੱਚ ਉਹਨਾਂ ਨੇ ਕਤਲ ਕਰ ਦਿੱਤਾ। ਤਾਂ ਇਸ ਤੋਂ ਹਿਸਾਬ ਲਾਇਆ ਜਾਂਦਾ ਹੈ ਕਿ ਜੋ ਅੱਜ ਦਾ ਜੋ ਸਮਾਂ ਹੈ ਇਹ ਕਾਫੀ ਖਤਰਨਾਕ ਸਮਾਂ ਚੱਲ ਰਿਹਾ ਹੈ। ਕੁਝ ਕੁ ਲੋਕ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਫਲੋਪ ਕਰਨ ਦੇ ਚੱਕਰ 'ਚ ਹਨ। ਕਿਸੇ ਟਾਈਮ ਇੱਕ ਐਸਾ ਟਾਈਮ ਆਇਆ ਸੀਗਾ 1675 ਈਸਵੀ ਦੇ ਵਿੱਚ, ਇੱਕ ਜੋ ਦਿੱਲੀ ਦਾ ਤਖਤ ਹੈ, ਇਸ ਤਖਤ ਦੇ ਉੱਤੇ ਇੱਕ ਐਸਾ ਦਰਿੰਦਰ ਬਾਦਸ਼ਾਹ ਆਇਆ, ਰਾਜਾ ਆਇਆ ਔਰੰਗਜ਼ੇਬ। ਉਹ ਕਹਿੰਦਾ ਮੈਂ ਇੱਕ ਹੀ ਕਰਨਾ ਹੈ। ਅੱਜ ਉਦਾਂ ਦੀ ਸੋਚ ਵਾਲੇ ਦਿੱਲੀ ਦੀ ਤਖਤ ਤੇ ਬੈਠੇ ਹਨ। ਉਹ ਕਹਿੰਦੇ ਹਨ ਕਿ ਹਿੰਦੂ ਹਿੰਦੀ ਹਿੰਦੁਸਤਾਨ। ਦੇਖੋ ਕਿੱਥੇ ਤੱਕ ਉਹਨਾਂ ਦੀ ਸੋਚ ਲੱਗੀ ਹੋਈ ਹੈ। ਆਪਾਂ ਸਾਵਧਾਨ ਹੋਣਾ ਹੈ। ਜੋ ਸਾਡੇ ਨਾਲ ਪਿੱਛੇ ਕੀ ਹੋਇਆ ਹੈ ਉਹ ਕਿਉਂ ਹੋਇਆ ਹੈ ਔਰ ਉਹਨਾਂ ਦੀ ਅਗਲੀ ਸੋਚ ਕੀ ਹੈ। ਇਸ ਕਰਕੇ ਕੁਝ ਐਸੇ ਇਸ ਭਾਰਤ ਵਿੱਚ ਦੁਨੀਆ 'ਚ ਐਸੇ ਲੋਕ ਹਨ ਕਿ ਜੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਵਰਖਲਾਫ ਹਨ। ਉਹ ਕਹਿੰਦੇ ਨੇ ਕਿ ਇਹਦੀ ਵਿਚਾਰਧਾਰਾ ਫਲੋਪ ਕਰਨੀ ਹੈ। ਸੋ ਅਸੀਂ ਇਸ ਚੀਜ਼ ਦੀ ਧਿਆਨ ਰੱਖਣਾ ਹੈ। ਅਸੀਂ ਸਾਰੇ ਹੀ ਗੁਰਬਾਣੀ ਦੇ ਧਾਰਨੀ ਹੋਣਾ ਹੈ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਹੈ। ਗੁਰੂ ਗ੍ਰੰਥ ਸਾਹਿਬ ਕਿਸੇ ਦੇ ਵੀ ਵਰਖਲਾਫ ਨਹੀਂ ਹੈ। ਲੇਕਿਨ ਜਦੋਂ ਗੁਰੂ ਨਾਨਕ ਦੇਵ ਜੀ ਆਏ, ਉਹਨਾਂ ਦਾ ਇੱਕ ਮੈਸੇਜ ਸੀ ਜੋ ਇਸ ਪ੍ਰਿਥਵੀ ਦੀ ਲੁਕਾਈ ਵਾਸਤੇ, ਉਹ ਮੈਸੇਜ 10ਵੇਂ ਗੁਰੂ ਗੋਬਿੰਦ ਸਿੰਘ ਨੇ ਪਾਸ ਕੀਤਾ ਔਰ ਉਹਨਾਂ ਨੂੰ ਉਹਨਾਂ ਗੰਦੀ ਸੋਚ ਵਾਲਿਆਂ ਨੇ ਨਹੀਂ ਬਖਸ਼ਿਆ। ਅਨੰਦਪੁਰ ਸਾਹਿਬ ਦਾ ਕਿਲ੍ਹਾ ਛਡਵਾਇਆ। ਉਹਦੇ ਪਿੱਛੇ ਸਾਰੀ ਕੀ ਉਹਨਾਂ ਦੀ ਅਰਸੇ ਸੀ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਪਾਸ ਨਹੀਂ ਹੋਣ ਦੇਣੀ ਹੈ। ਜੋ ਇੱਥੇ ਅੱਜ ਆਪਾਂ ਸਾਰੇ ਹੀ ਰੰਗ ਬਰੰਗੇ ਸੋਹਣੇ ਪਗੜੀਆਂ ਵਾਲੇ ਬੰਦੇ ਸਿੱਖ ਸੱਜ ਕੇ ਇੱਥੇ ਆਏ ਹਨ, ਤੇ ਉਹ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਕਿਰਪਾ ਦੇ ਸਦਕਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਹਾਂ। ਇਹਦੇ ਸੇਵਾਦਾਰ ਬਣ ਕੇ ਇਹਦੀ ਜੋ ਵਿਚਾਰਧਾਰਾ ਹੈ ਆਪ ਲੈਣੀ ਹੈ ਔਰ ਸਾਡੀ ਇੱਕ ਕੋਸ਼ਿਸ਼ ਹੋਣੀ ਚਾਹੀਦੀ ਹੈ ਉਹਨਾਂ ਮਨਮੁਖਾਂ ਲੋਕਾਂ ਨੂੰ ਸਮਝਾਉਣਾ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਹੋਇਆ, ਮੈਨੂੰ ਇੱਕ ਕੰਨਾ ਸਾਹਿਬਜ਼ਾਦਿਆਂ ਦੀ ਗੱਲ ਯਾਦ ਆ ਗਈ। ਭਾਈ ਸਾਹਿਬ ਜੀ ਕਵਿਤਾ ਪੜ੍ਹ ਕੇ ਗਏ ਹਨ। ਜਦੋਂ ਗੁਰੂ ਗੋਬਿੰਦ ਸਿੰਘ ਨੂੰ ਪਤਾ ਲੱਗਾ ਮਾਛੀਵਾੜੇ ਦੇ ਜੰਗਲਾਂ ਵਿੱਚ ਕਿ ਇਨ ਜ਼ਾਲਮੀ ਲੋਕਾਂ ਨੇ ਸਾਹਿਬਜ਼ਾਦੇ ਨਹੀਂ ਬਖਸ਼ੇ, ਤੇ ਉਹਨਾਂ ਨੂੰ ਪਤਾ ਲੱਗਾ ਸਿੱਖਾਂ ਦੇ ਆਪਣੇ ਸਿੱਖਾਂ ਦੇ ਦੁਆਰੇ ਕਿ ਮਾਰਾ ਉੱਥੇ ਕੀ ਹੋਇਆ ਹੈ ਸਰਹੰਦ ਸਾਹਿਬ। ਉਹਨੇ ਕਿਹਾ ਜ਼ਾਲਮਾਂ ਨੇ ਬੱਚੇ ਵੀ ਨਹੀਂ ਬਖਸ਼ੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਤੀਰ ਨਾਲ ਉਸੇ ਕਾਈ ਦਾ ਬੂਟਾ ਜੜ੍ਹਾਂ ਪੁੱਟਦਾ ਕਿਹਾ ਕਿ ਜ਼ਾਲਮ ਦੀ ਜੜ ਪੱਟੀ ਗਈ ਹੈ। ਸੋ ਮੇਰੀ ਇਹ ਗੱਲ ਇਹ ਵਿਚਾਰ ਦੱਸਣ ਦਾ ਭਾਵ ਇਹ ਹੈ ਕਿ ਅੱਜ ਇਹ ਜੋ ਧਾਰਮਿਕ ਕੌਮੀ ਇਨਸਾਨ ਮੋਰਚਾ ਲੱਗਿਆ ਹੋਇਆ ਹੈ, ਇਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇਖ ਰੇਖ ਵਿੱਚ ਹੈ। ਜਿਨ੍ਹਾਂ ਕੋਲ ਆਪਾਂ ਮੰਗ ਕਰ ਰਹੇ ਹਾਂ, ਕੋਈ ਵੀ ਮੰਗਾਂ ਹਨ, ਉਹਨਾਂ ਨੂੰ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਕੇ ਕੌਮੀ ਮੋਰਚੇ ਜੋ ਪ੍ਰਬੰਧਕ ਕਮੇਟੀਆਂ ਨਾਲ ਨਰਮਤਾ ਨਾਲ ਗੱਲਬਾਤ ਕਰਨੀ ਚਾਹੀਦੀ, ਟੇਬਲ ਟਾਕ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਕਿਉਂਕਿ ਨਹੀਂ ਤਾਂ ਉਹਨਾਂ ਨੇ ਗੱਲ ਨਾ ਕੀਤੀ ਉਹ ਹਾਰ ਜਾਣਗੇ ਔਰ ਮੋਰਚਾ ਜਿੱਤੇਗਾ ਔਰ ਅਸੀਂ ਜਿੱਤੇ ਹੋਏ ਹਾਂ। ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇੱਥੇ ਹੀ ਆਪਣੇ ਵਿਚਾਰ ਸਮਾਪਤ ਕਰਨਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਦਲਦੀਪ ਸਿੰਘ ਜੀ ਦੇ। ਸੋ ਸਾਡੇ ਵਿਚਕਾਰ ਜਥੇਦਾਰ ਅਮਰੀਕ ਸਿੰਘ ਜੀ ਸੰਗਤੀ ਵਾਲਾ ਤੋਂ ਵੱਡੇ ਜਥੇ ਨਾਲ ਇੱਥੇ ਪਹੁੰਚੇ ਨੇ। ਉਹਨਾਂ ਦਾ ਇੱਥੇ ਪਹੁੰਚਣ ਦੇ ਉੱਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਅੱਜ ਦੀ ਸਟੇਜ ਦੀ ਸਮਾਪਤੀ ਹੈ। ਵਿਚਾਰਾਂ ਕਰਦੇ ਹਾਂ, ਸਾਡੇ ਕੋਲੋਂ ਬਹੁਤ ਭੁੱਲਾਂ ਹੋ ਗਈਆਂ ਹੋਣੀਆਂ, ਗੁਰੂ ਸਾਹਿਬ ਬਖਸ਼ ਲੈਣ। ਅਨੇਕਾਂ ਬੁਲਾਰੇ ਨੇ ਜਿਹੜੇ ਸਾਨੂੰ ਹੋ ਸਕਦਾ ਸਾਡੇ ਕੋਲੇ ਸਮੇਂ ਦੀ ਘਾਟ ਕਰਕੇ ਉਹਨਾਂ ਦੇ ਜਿਹੜੇ ਨਾਂ ਇਹ ਬੋਲਣੋਂ ਰਹਿ ਗਏ ਹੋਣ, ਉਹਨਾਂ ਨੂੰ ਸਮਾਂ ਦੇਣ ਦੇ ਸਮਾਂ ਨਾ ਦੇ ਸਕੇ, ਇਸ ਗੱਲ ਲਈ ਵੀ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਹਾਂ। ਸੋ ਕੱਲ ਫੇਰ ਇਸੇ ਤਰੀਕੇ ਦੇ ਨਾਲ ਸਟੇਜ ਹੈ ਉਹ ਚੱਲੇਗੀ ਤੇ ਕੱਲ ਵੀ 31 ਮੈਂਬਰੀ ਜਿਹੜਾ ਜੱਥਾ ਉਹ ਫੇਰ ਰਵਾਨਾ ਹੋਵੇਗਾ। ਸੋ ਹੁਣ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।